ਵੀ ਸੋਸ਼ਲ ਵੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਗੁਰਦੀਪ ਗਰੇਵਾਲ ਸਵਾਗਤ ਕਰਦੀ ਹਾਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਪ੍ਰੋਗਰਾਮ ਗੱਲ ਤੇ ਗੱਲ ਦੇ ਵਿੱਚ ਮੇਰੇ ਨਾਲ ਨੇ ਭੈਣ ਰੁਪਿੰਦਰ ਸੰਧੂਰੀ ਜਿਹੜੇ ਕਿ ਸਕਾਈਪ ਦੇ ਥਰੂ ਸਾਡੇ ਨਾਲ ਪੰਜਾਬ ਪਟਿਆਲਾ ਤੋਂ ਜੁੜੇ ਨੇ। ਭੈਣੇ ਸਤਿ ਸ੍ਰੀ ਅਕਾਲ, ਜੀ ਆਇਆਂ ਨੂੰ। ਸਤਿ ਸ਼੍ਰੀ ਅਕਾਲ ਗੁਰਦੀਪ, ਸਾਰੇ ਦਰਸ਼ਕਾਂ ਨੂੰ ਬਹੁਤ ਬਹੁਤ ਪਿਆਰ ਨਾਲ ਸਤਿ ਸ਼੍ਰੀ ਅਕਾਲ ਤੇ ਤੁਹਾਨੂੰ ਵੀ। ਤੇ ਹਮੇਸ਼ਾ ਦੀ ਤਰ੍ਹਾਂ ਮੇਰੀ ਆਦਤ ਆ, ਤੁਹਾਨੂੰ ਪਤਾ ਤੁਸੀਂ ਬਹੁਤ ਸੋਹਣੇ ਤੇ ਪਿਆਰੇ ਲੱਗ ਰਹੇ ਹੋ ਅੱਜ ਵੀ। ਥੈਂਕ ਯੂ ਭੈਣੇ, ਤੁਸੀਂ ਵੀ ਬੜੇ ਸੋਹਣੇ ਲੱਗ ਰਹੇ ਹੋ ਤੇ ਤੁਹਾਨੂੰ ਸਾਉਣ ਮਹੀਨੇ ਦੀਆਂ ਬਹੁਤ ਬਹੁਤ ਮੁਬਾਰਕਾਂ ਹੋਣ ਪਹਿਲਾਂ ਤਾਂ। ਬਿਲਕੁਲ, ਤੁਹਾਨੂੰ ਵੀ ਬਹੁਤ ਬਹੁਤ ਮੁਬਾਰਕਾਂ ਗੁਰਦੀਪ। ਇੱਧਰ ਤਾਂ ਪਤਾ ਨਹੀਂ, ਪਰ ਜਿਵੇਂ ਆਪਣੇ ਕਹਿੰਦੇ ਹੁੰਦੇ ਆ ਵੀ ਸਾਉਣ 'ਚ ਮੀਂਹ ਬਹੁਤ ਪੈਂਦੇ ਆ ਤੇ ਕੱਲ ਪਰਸੋਂ ਦਾ ਬਹੁਤ ਮੀਂਹ ਪੈ ਰਿਹਾ ਵਧੀਆ, ਮਤਲਬ ਤਕਰੀਬਨ ਹਰ ਥਾਂ ਤੇ ਹੀ ਮੀਂਹ ਪੈ ਰਿਹਾ ਹੈ। ਮਤਲਬ ਕਿ ਪਕੌੜਿਆਂ ਵਾਲਾ ਪੂੜਿਆਂ ਵਾਲਾ ਮੌਸਮ ਬਣਿਆ ਹੋਇਆ ਪੂਰਾ। ਹਾਂ ਬਿਲਕੁਲ ਬਿਲਕੁਲ, ਪੂਰਾ ਲੋਕ ਫੋਟੋਆਂ ਪਾ ਰਹੇ ਨੇ। ਤੁਸੀਂ ਬਣਾਇਆ ਹੋ ਕੁਛ? ਨਹੀਂ, ਮੈਂ ਆਹ ਦਿਨਾਂ 'ਚ ਤਾਂ ਕੁਛ ਨਹੀਂ ਬਣਾਇਆ। ਓਦਾਂ ਮੈਨੂੰ ਤੁਹਾਨੂੰ ਪਤਾ ਸ਼ੌਂਕ ਬਹੁਤ ਆ ਬਣਾਉਣ ਦਾ, ਤੇ ਇੱਕ ਹਾਂ ਦੋ ਦਿਨਾਂ ਤੋਂ ਮਿਲਿਆ, ਪਰ ਜ਼ਰੂਰ ਮੈਂ ਭੇਜੂਗੀ ਤੁਹਾਨੂੰ ਫੋਟੋਆਂ। ਹੁਣ ਖਵਾ ਤਾਂ ਤੁਹਾਨੂੰ ਸਕਦੀ ਨੀ। ਸਾਨੂੰ ਤਾਂ ਬੇਸਣ ਵਾਲੀ ਬਰਫੀ ਦੀ ਸਮੈਲ ਜੀ ਆਈ ਸੀ। ਹਾਂ, ਉਹ ਜ਼ਰੂਰ ਬਣੀ ਸੀਗੀ ਤੇ ਪਰ ਤੁਸੀਂ ਆਓ ਛੇਤੀ ਛੇਤੀ, ਫਿਰ ਤੁਹਾਨੂੰ ਵੀ ਦਰਸ਼ਨ ਕਰਾਈਏ, ਖਵਾਈਏ। ਜ਼ਰੂਰ ਜ਼ਰੂਰ ਭੈਣੇ, ਦੇਖ ਆਪਣੇ ਪ੍ਰੋਗਰਾਮ ਦਾ ਵੈਸੇ ਤਾਂ ਇਹ ਹੁੰਦਾ ਨੀਗਾ, ਕਦੇ ਵੀ ਆਪਾਂ ਕਹਿੰਦੇ ਨਹੀਂ ਵੀ ਇਹ ਆਪਣਾ ਪ੍ਰੋਗਰਾਮ ਹੈ ਜਿਹੜਾ ਮੇਲ ਆਡੀਅנס ਜਾਂ ਫੀਮੇਲ ਆਡੀਅנס ਦੇ ਲਈ ਆ। ਪਰ ਅੱਜ ਵਾਲਾ ਜਿਹੜਾ ਇਹ ਪ੍ਰੋਗਰਾਮ ਆ ਉਹ ਸਾਡੀਆਂ ਭੈਣਾਂ ਨੂੰ ਬਹੁਤ ਸਪੈਸ਼ਲ ਲੱਗਣਾ, ਕਿਉਂਕਿ ਅੱਜ ਜਿਹੜਾ ਇਹ ਪ੍ਰੋਗਰਾਮ ਆਪਾਂ ਸਾਉਣ ਮਹੀਨੇ ਬਾਰੇ ਹੀ ਕਰਾਂਗੇ ਤੇ ਖਾਸ ਕਰ ਕੁੜੀਆਂ ਨੂੰ, ਵਿਆਹੀਆਂ ਨੂੰ, ਕੁਆਰੀਆਂ ਨੂੰ ਇਸ ਮਹੀਨੇ ਦਾ ਬਹੁਤ ਚਾਅ ਹੁੰਦਾ, ਕਿਉਂਕਿ ਵਿਆਹੀਆਂ ਹੋਈਆਂ ਕੁੜੀਆਂ ਦੇ ਲਈ ਇੱਕ ਤਾਂ ਪੇਕਿਆਂ ਤੋਂ ਸੰਧਾਰਾ ਆਉਣਾ ਹੁੰਦਾ ਤੇ ਦੂਸਰਾ ਜਿਹੜੀਆਂ ਨਵੀਆਂ ਵਿਆਹੀਆਂ ਕੁੜੀਆਂ ਹੁੰਦੀਆਂ ਨੇ ਉਹਨਾਂ ਨੂੰ ਪੇਕੇ ਲੈ ਕੇ ਜਾਂਦੇ ਨੇ ਇਸ ਮਹੀਨੇ ਦੇ ਵਿੱਚ। ਤੇ ਕੋਈ ਬੋਲੀ ਯਾਦ ਹੈਗੀ ਆ ਸਾਉਣ ਮਹੀਨੇ ਦੇ ਰਿਲੇਟਡ? ਗੁਰਦੀਪ, ਤੁਹਾਨੂੰ ਜਿਵੇਂ ਪਤਾ ਹੀ ਆ ਵੀ ਮੇਰਾ ਕੰਮ ਹੈਗਾ ਕਿਤਾਬਾਂ ਵਾਲਾ, ਹਨਾ। ਮੇਰਾ ਡਿਪਾਰਟਮੈਂਟ ਵੀ ਉਹ ਆ, ਤੇ ਤੁਹਾਡਾ ਜਿਹੜਾ ਹੈਗਾ ਇਹ ਤੁਹਾਨੂੰ ਹੀ ਸੰਭਾਇਆ ਹੋਇਆ ਵੀ ਨੱਚਣ ਗਾਉਣ ਵਾਲਾ ਜਿਹੜਾ ਸਿਸਟਮ ਹੈ ਨਾ। ਤੇ ਮੈਨੂੰ ਲੱਗਦਾ ਤੁਸੀਂ ਮੈਨੂੰ, ਜਿਵੇਂ ਆਪਾਂ ਜਦੋਂ ਗੱਲਾਂ ਕਰਦੇ ਹੁੰਦੇ ਆ, ਮਿਲਦੇ ਹੁੰਦੇ ਆ, ਤਾਂ ਤੁਹਾਨੂੰ ਬੜਾ ਕੁਛ ਇਹੋ ਜਿਹਾ ਯਾਦ ਹੁੰਦਾ ਹੈ ਨਾ। ਤੇ ਆਵਾਜ਼ ਵੀ ਸੋਹਣੀ ਆ ਤੁਹਾਡੀ, ਫਿਰ ਮੈਂ ਕਹਿੰਦੀ ਹਾਂ ਤੁਸੀਂ ਇਹ ਸੁਣਾ ਦਿਓ। ਆਵਾਜ਼ ਤਾਂ ਮੇਰੀ ਸੋਹਣੀ ਆ, ਪਰ ਮੈਂ ਗਾ ਕੇ ਨਹੀਂ ਸੁਣਾਉਣਾ, ਮੈਂ ਤੁਹਾਨੂੰ ਬੋਲੀ ਓਦਾਂ ਸੁਣਾ ਦਿੰਨੀ ਆ। ਕਹਿੰਦੇ ਸਾਉਣ ਦਾ ਮਹੀਨਾ ਬਾਗਾਂ ਵਿੱਚ ਬੋਲਣ ਮੋਰ ਵੇ, ਮੈਂ ਨੀ ਸਹੁਰੇ ਲੈ ਜਾਣਾ, ਲੈ ਜਾ ਗੱਡੀ ਨੂੰ ਖਾਲੀ ਮੋੜ ਕੇ, ਕੁਛ ਐਂ ਬੋਲੀ ਹੁੰਦੀ ਆ। ਹੋਰ ਵੀ ਬਹੁਤ ਸਾਰੀਆਂ ਬੋਲੀਆਂ ਨੇ। ਤੇ ਭੈਣੇ ਤੁਹਾਨੂੰ ਪਤਾ ਇਹ ਪਤਾ ਹੀ ਹੋਣਾ ਵੈਸੇ ਤਾਂ ਇਸ ਮਹੀਨੇ ਦਾ ਖਾਸ ਜਿਹੜੇ ਕਿ ਖਾਸੀਅਤ ਕੀ ਹੈਗੀ ਆ, ਬਹੁਤ ਇੰਪੋਰਟੈਂਟ ਜਾਂ ਕਹਿ ਲਓ ਕਿ ਬਹੁਤ ਸਪੈਸ਼ਲ ਮਹੀਨਾ ਹੁੰਦਾ ਇਹ ਸਾਲ ਦਾ। ਤਾਂ ਹੀ ਤਾਂ ਸਾਡੀ ਗੁਰਬਾਣੀ ਦੇ ਵਿੱਚ ਵੀ, ਸਾਡੇ ਲੋਕ ਗੀਤਾਂ ਦੇ ਵਿੱਚ ਵੀ, ਸਾਡੀਆਂ ਬੋਲੀਆਂ ਦੇ ਵਿੱਚ ਵੀ ਤੇ ਸਾਡੇ ਰੀਤੀ ਰਿਵਾਜਾਂ ਦੇ ਵਿੱਚ ਵੀ ਖਾਸ ਤੌਰ ਤੇ ਇਸ ਮਹੀਨੇ ਦਾ ਜ਼ਿਕਰ ਹੁੰਦਾ ਆ। ਤੇ ਤੁਹਾਨੂੰ ਕੀ ਪਤਾ ਵਾ ਇਸ ਮਹੀਨੇ ਬਾਰੇ, ਕਿ ਸਾਉਣ ਮਹੀਨਾ ਕਿਉਂ ਖਾਸ ਹੁੰਦਾ, ਜਾਂ ਇਸ ਮਹੀਨੇ ਕਿਹੜੀਆਂ ਕਿਹੜੀਆਂ ਖਾਸ ਚੀਜ਼ਾਂ ਹੁੰਦੀਆਂ ਨੇ? ਗੁਰਦੀਪ, ਜਿਵੇਂ ਤੁਸੀਂ ਪਹਿਲਾਂ ਹੀ ਗੱਲ ਕੀਤੀ ਹੈ ਹਨਾ ਵੀ ਭੈਣਾਂ ਲਈ ਬਹੁਤ ਖਾਸ ਸਮਾਂ ਹੁੰਦਾ ਹੈ। ਮੈਂ ਜਦੋਂ ਆਪਾਂ ਹਨਾ ਕਈ ਵਾਰੀ ਹੁਣ ਵੀ ਆਪਾਂ ਵੀ ਗੱਲ ਕਰਦੇ ਹਾਂ, ਤਾਂ ਮੈਂ ਇਹੀ ਸੋਚਦੀ ਹੁੰਦੀ ਹਾਂ ਵੀ ਚਲੋ ਇੱਧਰ, ਜਿਵੇਂ ਆਪਾਂ ਇੱਧਰ ਰਹਿੰਦੇ ਹਾਂ ਜ਼ਿਆਦਾਤਰ, ਹਨਾ ਤੁਸੀਂ ਵੀ ਮੈਂ ਵੀ, ਤਾਂ ਉਹਨਾਂ ਨੂੰ ਤਾਂ ਕਿੰਨਾ ਚਾਅ ਹੁੰਦਾ ਵੀ ਮੇਰੇ ਭਰਾ ਆਉਣਗੇ, ਹਨਾ। ਪਹਿਲਾਂ ਲੋਕੀ ਕੱਪੜੇ ਦਿੰਦੇ ਹੁੰਦੇ ਸੀ ਇਹਨਾਂ ਦੇ, ਜਿਹੜੇ ਸੰਧਾਰੇ ਨੇ, ਖਾਸ ਕਰ ਮਾਲਵੇ 'ਚ ਸੰਧਾਰਾ ਦਿੱਤਾ ਜਾਂਦਾ ਹਨਾ। ਹਾਂਜੀ ਜਿਹੜਾ ਹਾਂ। ਦੁਆਬਾ ਹੈ ਜਾਂ ਜਿਹੜਾ ਮਾਝਾ ਹੈ, ਉਹਦੇ ਵਿੱਚ ਇਸ ਸੰਧਾਰੇ ਦਾ ਜਿਹੜਾ ਰਿਵਾਜ ਹੈ ਇਹ ਘੱਟ ਹੈ, ਮਤਲਬ ਮਾਲਵੇ ਦੇ ਮੁਕਾਬਲੇ। ਤੇ ਅੱਛਾ ਜੀ। ਇਹ ਸੰਧਾਰਾ ਹੁੰਦਾ ਸੀ ਵੀ ਪੂਰੇ ਪਰਿਵਾਰ ਦੇ ਕੱਪੜੇ, ਜਿਵੇਂ ਜਦੋਂ ਕੁੜੀ ਦਾ ਵਿਆਹ ਹੁੰਦਾ ਸੀ ਤਾਂ ਪਹਿਲੇ ਸੰਧਾਰੇ 'ਚ ਤਾਂ ਇਹ ਹੁੰਦਾ ਸੀ ਪੂਰੇ ਪਰਿਵਾਰ ਦੇ ਕੱਪੜੇ ਹੁੰਦੇ ਸੀਗੇ। ਉਹ 'ਚ ਚਾਹੇ ਤੁਹਾਡੀ ਸੱਸ ਦੇ ਲਾ ਲਓ, ਨਨਾਣ ਦੇ ਲਾ ਲਓ, ਕੋਈ ਦਰਾਣੀਆਂ ਜਠਾਣੀਆਂ ਉਹਦੇ, ਹਨਾ। ਤੇ ਫਿਰ ਕੁੜੀ ਦੇ ਤੇ ਜਵਾਈ ਦੇ। ਤੇ ਜਿਵੇਂ ਜਿਵੇਂ ਮਤਲਬ ਸਮਾਂ ਹੈ ਜਿਹੜਾ ਉਹ ਅੱਗੇ ਵਧੀ ਜਾਂਦਾ, ਵੀ ਵਿਆਹ ਨੂੰ ਸਾਲ ਹੋ ਗਏ, ਜੇ ਦੂਜਾ ਸੰਧਾਰ ਆ ਗਿਆ, ਤੀਜਾ, ਤਾਂ ਫਿਰ ਉਹਦੇ ਵਿੱਚ ਜ਼ਿਆਦਾਤਰ ਲੋਕ ਨੇ ਜਿਹੜੇ, ਤੁਹਾਨੂੰ ਪਤਾ ਵੀ ਜਦੋਂ ਆਪਣੀ ਧੀ ਨੂੰ ਕੱਪੜੇ ਦਿੰਦੇ ਆ ਤਾਂ ਉਹਦੇ ਨਾਲ ਜਵਾਈ ਦੇ ਕੱਪੜੇ ਜ਼ਰੂਰੀ ਹੁੰਦੇ ਆ, ਕਿਉਂਕਿ ਲੋਕ ਖਾਲੀ ਨੀ ਦਿੰਦੇ ਆਪਣੇ ਕਿਸੇ ਵੀ ਦਿਨ ਤਿਉਹਾਰ ਤੇ। ਹਾਂਜੀ। ਤਾਂ ਉਹ ਦਿੰਦੇ ਹੁੰਦੇ ਆ, ਹਨਾ। ਫਿਰ ਸਭ ਤੋਂ ਜਿਹੜੀ ਇੱਕ ਗੱਲ ਹੁੰਦੀ ਸੀ ਚਾਅ ਵਾਲੀ, ਉਹ ਇਹ ਹੁੰਦੀ ਸੀ ਵੀ ਇਸ ਸੰਧਾਰੇ ਦੇ ਵਿੱਚ ਇੱਕ ਪੀਪਾ, ਤੁਹਾਨੂੰ ਯਾਦ ਹੈ, ਬਿਸਕੁਟਾਂ ਦਾ ਭਰ ਕੇ ਆਉਂਦਾ ਹੁੰਦਾ ਸੀ, ਹਨਾ। ਤੇ ਹਾਂਜੀ ਹਾਂਜੀ। ਉਹਦੇ ਚੋਂ ਫਿਰ ਇੱਕ, ਮਤਲਬ ਹੁਣ ਨੀ ਕਦੀ ਮਹਿਸੂਸ ਕੀਤੀ, ਜਾਂ ਕਹਿ ਲਈਏ ਵੀ ਬੰਦੇ ਨੂੰ ਆਪਣਾ ਬਚਪਨ ਬਹੁਤ ਸੋਹਣਾ ਲੱਗਦਾ, ਪਰ ਉਸ ਵੇਲੇ ਜਿਹੜੀ ਉਹ ਖੁਸ਼ਬੂ ਆਉਂਦੀ ਹੁੰਦੀ ਸੀ, ਹਨਾ, ਉਸ ਵਰਗੀ ਮਤਲਬ ਅੱਜ ਤੱਕ ਕੋਈ ਚੀਜ਼ ਆ ਜਿਹੜੀ ਕੋਈ ਮਠਿਆਈ ਖਾਣ ਨੂੰ ਨੀ ਮਿਲੀ। ਤੇ ਉਹ ਬੜਾ ਚਾਅ ਹੁੰਦਾ ਸੀ। ਫਿਰ ਉਹ ਸਾਰੇ ਪਿੰਡ ਦੇ ਵਿੱਚ ਕਿਸੇ ਦੇ ਘਰੇ, ਮਤਲਬ ਜਿੰਨੇ ਲੋਕਾਂ ਨਾਲ ਵਰਤ ਵਰਤਾਅ ਹੁੰਦਾ ਸੀ,
ਤਾਂ ਉਹ 4-4 ਬਿਸਕਿਟ ਨੇ ਜਿਹੜੇ ਫਿਰ ਸਾਰੇ ਘਰਾਂ 'ਚ ਜਾਂਦੇ ਹੁੰਦੇ ਸੀ ਹਨਾ। ਤੇ ਹਾਂ ਹੌਲੀ-ਹੌਲੀ ਲੱਡੂਆਂ ਦਾ ਰਿਵਾਜ ਵੀ ਆ ਗਿਆ, ਚਲੋ ਮਤਲਬ ਰਿਵਾਜ ਬਦਲ ਵੀ ਗਏ ਨੇ, ਹੁਣ ਕੋਈ ਬਿਸਕਿਟ ਨਹੀਂ ਕਢਾ ਕੇ ਦਿੰਦਾ, ਹੁਣ ਲੋਕੀ ਨੇ ਜਿਹੜੇ ਪੈਸੇ ਵੀ ਦੇਣ ਲੱਗੇ ਨੇ। ਪਰ ਹੂੰ ਇੱਕ ਚੀਜ਼ ਹੋਰ ਬੜੀ ਯਾਦ ਆਉਂਦੀ ਹੁੰਦੀ ਸੀ ਵੀ ਆਪਣੇ ਘਰ 'ਚ ਜਿਹੜੇ ਬਜ਼ੁਰਗ ਹੁੰਦੇ ਸੀ, ਮੰਨ ਲਓ ਆਪਣੀਆਂ ਦਾਦੀਆਂ ਜਾਂ ਆਪਣੇ ਦਾਦੇ ਹਨਾ, ਹੂੰ ਉਦੋਂ ਆਮ ਪਿੰਡਾਂ ਦੇ ਵਿੱਚ ਇਹ ਬਿਸਕੁਟ ਬਣਾਉਣ ਵਾਲੀਆਂ ਭੱਠੀਆਂ ਨਹੀਂ ਸੀ ਹੁੰਦੀਆਂ, ਹੁਣ ਤਾਂ ਤਕਰੀਬਨ ਹਰ ਪਿੰਡ 'ਚ ਖੁੱਲ ਗਈਆਂ ਨੇ। ਫਿਰ ਤੁਹਾਨੂੰ ਹਾਂਜੀ ਯਾਦ ਆ ਬੱਸ ਚੜ੍ਹ ਕੇ ਦੂਜੇ ਕਿਤੇ ਪਿੰਡ ਜਾਂਦੇ ਹੁੰਦੇ ਸੀ ਜਿੱਥੇ ਇਹ ਬਿਸਕੁਟ ਬਣਦੇ ਹੁੰਦੇ ਸੀ ਹਨਾ। ਫਿਰ ਹਾਂ ਸ਼ਾਮ ਤੱਕ ਉਹਨਾਂ ਨੂੰ ਹੀ ਉਡੀਕਦੇ ਰਹਿਣਾ ਵੀ ਕਦੋਂ ਆਉਣਗੇ ਲੈ ਕੇ ਹਾਂ ਜਿਵੇਂ ਹਨਾ। ਜਿਵੇਂ ਤੁਸੀਂ ਗੱਲਾਂ ਕਰੀ ਜਾਂਦੇ ਹੋ ਹਨਾ, ਬੜੀਆਂ ਗੱਲਾਂ ਮੈਨੂੰ ਵੀ ਚੇਤੇ ਆਉਂਦੀ। ਇੱਕ ਮੈਨੂੰ ਹਰਭਜਨ ਮਾਨ ਉਹਨਾਂ ਦਾ ਗਾਣਾ ਚੇਤੇ ਆਇਆ, ਕਹਿੰਦੇ ਮੇਰਾ ਵੀਰ ਸੰਧਾਰਾ ਲਿਆਇਆ ਨੀ ਲੰਮੇ ਚੀਰ ਕੇ ਪੈਂਡੇ ਆਇਆ, ਅੱਜ ਘਰ ਆਇਆ ਅਮੜੀ ਜਾਇਆ, ਮੇਰੇ ਤੋਂ ਖੁਸ਼ੀ ਨਾ ਸਾਂਭੀ ਜਾਵੇ, ਅੱਜ ਘਰ ਆਇਆ ਅਮੜੀ ਜਾਇਆ, ਅਮੜੀ ਦਿਆ ਜਾਇਆ ਵੇ ਗਲ ਲੱਗ ਮਿਲ ਗਏ ਆ ਦੋਵੇਂ ਭੈਣ ਭਰਾ। ਤੇ ਕਿੰਨਾ ਸੋਹਣਾ ਉਹਨਾਂ ਨੇ ਖੂਬਸੂਰਤ ਗੀਤ ਦੇ ਵਿੱਚ ਇਹਨਾਂ ਸਾਰੀਆਂ ਚੀਜ਼ਾਂ ਨੂੰ ਬਿਆਨ ਕੀਤਾ। ਤੇ ਬਿਲਕੁਲ ਭੈਣੇ, ਉਹ ਜਿਹੜੇ ਨਾਲੇ ਪੀਪੇ ਵਾਲੇ ਬਿਸਕੁਟ ਹੁੰਦੇ ਸੀ ਨਾ, ਅੱਜ ਕੱਲ ਜਿਹੜੇ ਆਪਾਂ ਬਿਸਕਿਟ ਖਾਂਦੇ ਆ, ਤੁਸੀਂ 4 ਕੇ ਬਿਸਕਿਟ ਖਾ ਕੇ ਦੇਖ ਲਓ, ਆਪਣਾ ਜੀ ਜਾ ਭਰ ਜਾਂਦਾ ਹਨਾ। ਤੇ ਉਹ ਦੇਖ ਲਾ, ਅਸੀਂ ਸਟੀਲ ਦੀਆਂ ਪਲੇਟਾਂ ਭਰ ਭਰ ਬਹਿ ਕੇ ਖਾਣੇ, ਤੇ ਜਿੰਨੀ ਦੇਰ ਤੱਕ ਉਹ ਪੀਪੇ ਵਾਲੇ ਬਿਸਕੁਟ ਮੁੱਕਦੇ ਨਹੀਂ ਸੀ ਹੁੰਦੇ ਨਾ, ਅਸੀਂ ਤਾਂ ਰੋਟੀ ਛੱਡ ਦਿੰਦੇ ਸੀ। ਗੁਰਦੀਪ ਦੇਖੋ, ਮਤਲਬ ਹੁਣ ਸਾਂਝੇ ਪਰਿਵਾਰ ਨੀ ਹੈ ਨਾ, ਪਹਿਲਾਂ ਇਹ ਹੁੰਦਾ ਸੀ ਵੀ ਕਿੰਨੇ ਕਿੰਨੇ ਭਰਾ ਇਕੱਠੇ ਹੁੰਦੇ ਸੀ ਹਨਾ। ਤੇ ਹਾਂਜੀ ਜਿਹੜੇ ਆਪਣੇ ਘਰਾਂ 'ਚ ਮਤਲਬ ਜਿਵੇਂ ਆਪਣੀ ਉਹ ਪੀਪਾ ਹੈ ਜਿਹੜਾ ਕਿਸੇ ਇੱਕ ਦੇ ਕਬਜ਼ੇ 'ਚ ਆ ਜਾਂਦਾ ਸੀ, ਵੀ ਮੰਨ ਲਓ ਕਿਸੇ ਦਾਦੀ ਦੇ 'ਚ ਆ ਗਿਆ, ਜਿਵੇਂ ਸਾਡੇ ਘਰ 'ਚ ਸੀਗਾ ਵੀ ਮੇਰੇ ਤਾਈ ਜੀ ਸੀ ਤੇ ਮੰਮੀ ਸੀਗੇ ਹਨਾ। ਤੇ ਅੱਛਾ ਉਹ ਪੀਪਾ ਮੇਰੇ ਤਾਈ ਜੀ ਦੇ ਕਬਜ਼ੇ 'ਚ ਹੁੰਦਾ ਸੀਗਾ, ਵੀ ਫਿਰ ਉਹਨਾਂ ਨੇ ਵੰਡ ਕੇ ਦੇਣੇ ਵੀ ਆਹ 11 ਵਜੇ ਵਾਲੀ ਚਾਹ ਨਾਲ ਮਿਲਣਗੇ, ਫਿਰ ਆਹ 3 ਵਜੇ ਵਾਲੀ ਨਾਲ ਇੰਨੇ ਇੰਨੇ ਮਿਲਣਗੇ ਹਨਾ। ਉਹਨਾਂ ਹਾਂ ਨੂੰ ਹੁੰਦਾ ਸੀ ਵੀ ਛੇਤੀ ਨਾ ਖਤਮ ਹੋ ਜਾਣ ਕਿਤੇ, ਜਿਵੇਂ ਤੁਹਾਡੇ ਕਹਿਣ ਤੋਂ ਵੀ ਰੋਟੀ ਉਹ ਛੱਡ ਦਿੰਦਾ ਸੀ ਟੱਬਰ, ਜੇ ਸਿਆਲ ਹੂੰ 'ਚ ਪਿੰਨੀਆਂ ਬਣਾ ਲਈਆਂ ਤਾਂ ਰੋਟੀ ਛੱਡ ਦੋ, ਜੇ ਗਰਮੀਆਂ 'ਚ ਬਿਸਕਿਟ ਬਣਾ ਲਏ ਤਾਂ ਰੋਟੀ ਛੱਡ ਦੋ ਹਨਾ। ਥੋੜੇ ਜਿਹੇ ਹਾਂ ਦਿਨ ਪਹਿਲਾਂ ਮਨਜੀਤ ਰਾਜਪੁਰਾ ਭਾਜੀ ਆਏ ਆਪਣੇ ਘਰੇ, ਤੇ ਅੱਛਾ ਆਪਾਂ ਨੇ ਉਹੀ ਬਿਸਕੁਟ ਬਣਾਏ ਹੋਏ ਸੀਗੇ, ਹਾਂ ਤੇ ਭਾਜੀ ਪੂਰਾ ਕੋਲਾ ਖਾ ਕੇ ਕਹਿੰਦੇ ਕੁੜੀਏ ਮੈਂ ਤਾਂ ਬਿਸਕੁਟ ਹੀ ਬੜੇ ਸਾਲਾਂ ਬਾਅਦ ਖਾਧੇ ਨੇ। ਝੂਠ ਮਾਰਦੇ ਨੇ। ਇਹ ਪਿਛਲੇ ਸਾਉਣ ਮੇਰੇ ਕੋਲੇ ਖਾ ਕੇ ਗਏ ਨੇ, ਸਾਡੇ ਘਰ ਦੇ ਤੇ ਐਕਟਿਵ ਹੀ ਯਾਦ ਕਰਦੇ ਸੀਗੇ, ਤੇ ਉਹ ਮੰਮੀ ਕਹਿੰਦੇ ਵੀ ਐਕਟਿਵ ਤੁਸੀਂ ਦੋਵੇਂ ਭੈਣਾਂ ਬਾਹਰ ਆ, ਤੇ ਵੀ ਐਕਟਿਵ ਤਾਂ ਸੰਧਾਰਿਆਂ ਦਾ ਵੀ ਹਨਾ, ਵੀ ਦੋਹਾਂ ਨੂੰ ਹੀ ਨਹੀਂ ਦੇ ਹੋਣੇ ਹੈਗੇ। ਤੇ ਮੈਂ ਇਧਰੋਂ ਸਾਡੇ ਜਿਹੜੇ ਮਦਰ ਇਨ ਲਾ ਨੇ, ਮੈਂ ਉਹਨਾਂ ਨਾਲ ਗੱਲ ਕਰਦੀ ਸੀ, ਮੰਮੀ ਕਹਿੰਦੇ ਕੋਈ ਗੱਲ ਨੀ, ਵੀ ਤੁਸੀਂ ਆ ਜਾਓ, ਆ ਕੇ ਫਿਰ ਬਣਾ ਲਾਂਗੇ। ਕਹਿੰਦੇ ਨਾਲੇ ਉਹ ਜਿਹੜੇ ਤੁਹਾਡੇ ਮਨਜੀਤ ਬਾਈ ਜੀ ਨੇ, ਕਹਿੰਦੇ ਉਹਨਾਂ ਨੂੰ ਬੜੇ ਸਵਾਦ ਲੱਗਦੇ ਨੇ। ਮੈਨੂੰ ਐ ਨੀ ਲੱਗਦਾ ਵੀ ਆਪਾਂ ਦੋਨੇ ਭੈਣਾਂ ਮਿਲ ਕੇ ਉਹਨਾਂ ਨੂੰ ਇੱਕ ਪੀਪਾ ਸੰਧਾਰੇ ਦਾ ਦੇ ਦਈਏ। ਆਹੋ ਨਾ, ਉਹਨਾਂ ਦੇ ਦੇਸ ਪੌਦ ਚ ਨਵੀਂ ਰੀਤ ਆਪਾਂ ਤੋਰ ਦਿੰਨੇ ਆ। ਬਿਲਕੁਲ। ਤੇ ਤੇ ਮੈਨੂੰ ਤੁਹਾਡੀ ਗੱਲ ਯਾਦ ਆ ਰਿਹਾ, ਸੌਰੀ, ਤੁਸੀਂ ਹੂੰ ਮੈਂ ਕਿਹਾ ਜਿਵੇਂ ਇੱਧਰ ਬੈਠੇ ਕਿੰਨੀਆਂ ਹੋਰ ਕੁੜੀਆਂ ਨੇ ਹਨਾ, ਜਿਹੜੀਆਂ ਇੱਧਰ ਬੈਠੀਆਂ ਹੋਣਗੀਆਂ ਤੇ ਹੂੰ ਹਮੇਸ਼ਾ ਮਤਲਬ ਇਹ ਪਲਾਂ 'ਚ ਇਹੋ ਜਿਹੇ ਦਿਨਾਂ 'ਚ ਆਪਣੇ ਭਰਾਵਾਂ ਨੂੰ ਯਾਦ ਕਰਦੀਆਂ ਹੋਣਗੀਆਂ ਹਨਾ। ਵੈਸੇ ਹੂੰ ਮਤਲਬ ਇਹ ਹੁੰਦਾ ਵੀ ਬਚਪਨ 'ਚ ਜਿੰਨਾ ਮਰਜ਼ੀ ਲੜੀਏ, ਜਿੰਨਾ ਮਰਜ਼ੀ ਇੱਕ ਦੂਜੇ ਨਾਲ ਆਪਾਂ ਨੂੰ ਹੋਵੇ ਵੀ ਇਹਦੇ ਨਾਲ ਮੇਰੀ ਬਣਦੀ ਨੀ, ਆਹ ਭੈਣ ਨਾਲ ਮੇਰੀ ਬਣਦੀ, ਜਾਂ ਇਹਦੇ ਨਾਲ ਭਰਾ ਨਾਲ, ਪਰ ਇਹੋ ਜਿਹੇ ਹੂੰ ਟਾਈਮ ਤੇ ਹਨਾ ਕਿੰਨੇ ਆਪਣੇ ਭੈਣ ਭਰਾ ਯਾਦ ਆਉਂਦੇ ਨੇ। ਬਿਲਕੁਲ ਆਉਂਦੇ ਨੇ ਭੈਣੇ। ਦੇਖੋ ਹਰ ਘਰ ਅੱਜ ਕੱਲ ਹਰ ਬੰਦਾ ਆਪਣੇ ਘਰੇ ਰੱਜ ਕੇ ਪੁੱਜ ਕੇ ਖਾਂਦਾ ਹਨਾ, ਹਰ ਬੰਦਾ ਆਪ ਕਢਾ ਕੇ ਵੀ ਬਿਸਕੁਟ ਖਾ ਸਕਦਾ ਵਾ। ਪਰ ਜਿਹੜਾ ਨਾਨਕਿਆਂ ਤੋਂ ਜਾਂ ਆਪਦੇ ਪੇਕਿਆਂ ਤੋਂ, ਚਲ ਕੁੜੀ ਨੂੰ ਤਾਂ ਚਾਅ ਹੋਣਾ ਹੀ ਹੋਣਾ ਹਨਾ, ਵੀ ਇਸ ਬਹਾਨੇ ਜਿਹੜੇ ਮੇਰੇ ਪੇਕੇ ਮੈਨੂੰ ਮਿਲਣ ਆਉਣਗੇ, ਅਸੀਂ ਗੱਲਾਂ ਬਾਤਾਂ ਕਰਾਂਗੇ। ਪਰ ਗਾਹਾਂ ਨਿਆਣਿਆਂ ਨੂੰ ਵੀ ਬੜਾ ਚਾਅ ਹੁੰਦਾ ਸੀ ਵੀ ਇੱਕ ਨਾਨਕਿਓ ਮਤਲਬ ਬਿਸਕਿਟ ਆਏ ਨੀ, ਉਨੀ ਦੇਰ ਤੱਕ ਝਾਕੀ ਹੋ ਜਾਣਾ, ਚਾਹੇ ਆਪ ਘਰੇ ਬਣਾ ਕੇ ਤੁਸੀਂ ਬਣਵਾ ਕੇ ਕਢਾ ਕੇ ਤੁਸੀਂ ਖਾਈ ਲਵੋ। ਪਰ ਜਿਹੜਾ ਇੱਕ ਨਾਨਕਿਆਂ ਵੱਲੋਂ ਆਉਣ ਦਾ ਚਾਅ ਹੁੰਦਾ ਸੀ, ਉਹ ਅਲੱਗ ਹੀ ਹੁੰਦਾ ਸੀਗਾ ਹਨਾ। ਜਿੰਨੀ ਦੇਰ ਹੂੰ। ਤੱਕ ਆਉਣਾ ਨਾ, ਕਿਉਂਕਿ ਸਾਡੇ ਨਾਨਕੇ ਵੀ ਖੇਤੀ ਪੱਤੀ ਵਾਲਾ ਪਰਿਵਾਰ ਆ ਹਨਾ, ਉਹਨਾਂ ਨੂੰ ਕੰਮ ਬੜੇ ਹੁੰਦੇ ਸੀਗੇ, ਤੇ ਉਹਨਾਂ ਨੇ ਮਤਲਬ ਕੱਢਦਿਆਂ ਕਢਾਉਂਦਿਆਂ ਨੇ ਕਈ ਵਾਰ 20-20 ਦਿਨ ਵੀ ਸਾਉਣ ਦੇ ਕੱਢਦੇ ਨੇ ਨਾ। ਅਸੀਂ ਮੰਮੀ ਨੂੰ ਕਰੀ ਜਾਣਾ, ਮੰਮੀ ਐਤਕੀ ਮਾਮੇ ਹੁਣੇ ਆਏ ਨੀ ਹੈਗੇ, ਮੰਮੀ ਐਤਕੀ ਮਾਮੇ ਹੁਣੇ ਲੇਟ ਨੀ। ਬਿਲਕੁਲ ਬਿਲਕੁਲ। ਹਾਂ ਤੇ ਗੁਰਦੀਪ ਤੁਸੀਂ ਇੱਕ ਗੱਲ ਹੋਰ ਮੈਨੂੰ ਯਾਦ ਆ ਗਈ, ਕਈਆਂ ਹਮ ਭੈਣਾਂ ਨੂੰ ਫਾਇਦੇ ਵੀ ਬੜੇ ਹੁੰਦੇ ਨੇ, ਜਿਵੇਂ ਹੁਣ ਕਈ ਤੁਹਾਨੂੰ ਪਤਾ ਵੀ ਜਿਵੇਂ ਤੁਹਾਡੇ ਵੀ ਡੈਡੀ ਹੁਣੀ 4-5 ਭਰਾ ਹੁੰਦੇ ਨੇ, ਜਿਵੇਂ ਮੇਰੇ ਵੀ ਡੈਡੀ ਹੁਣੀ ਹਨਾ 4-5 ਭਰਾ, ਹਮ ਤੇ ਉਹ ਫਿਰ ਜੇ ਇਕੱਲੀ ਭੈਣ ਹੁੰਦੀ ਆ ਫਿਰ ਉਹਨੂੰ 5-5 ਸੰਧਾਰੇ ਵੀ ਮਿਲ ਜਾਂਦੇ ਆ। ਹਾਂਜੀ ਇਹ ਹੁੰਦਾ ਵਾ। ਨਹੀਂ ਅੱਜ ਕੱਲ ਤਾਂ ਭੈਣੇ ਲੋਕੀ ਪਤਾ ਕੀ ਕਰਦੇ ਨੇਗੇ, ਜੇ ਪੰਜੋ ਅੱਡੋ ਅੱਡ ਨੇਗੇ ਤਾਂ ਸਾਲ ਦਾ ਜਿਹੜਾ ਫਿਰ ਵੰਡ ਸੰਧਾਰਾ ਲੈਂਦੇ ਨੇ। ਉਹ ਸਾਲ ਦਾ ਸੰਧਾਰਾ ਉਹ ਵੰਡ ਲੈਂਦੇ ਨੇ, ਵੀ ਐਕਤੀ ਸਾਲ ਤੂੰ ਦੇ ਕੇ, ਅਗਲੇ ਸਾਲ ਮੈਂ ਦੇ ਕੇ ਆਊਂ, ਤੇ ਉਦੋਂ ਅਗਲੇ ਸਾਲ ਅਗਲੇ ਦੀ ਵਾਰੀ ਆ ਜਾਂਦੀ ਆ ਹਨਾ।
ਹੁਣ ਬਿਲਕੁਲ। ਸੰਧਾਰੇ ਫਿਰ ਐਂ ਵੰਡੇ ਜਾਂਦੇ ਨੇਗੇ। ਤੇ ਹੋਰ ਹੂੰ। ਹੋਰ ਹੋਰ ਦੱਸੋ ਤੁਹਾਨੂੰ ਕੀ ਕੀ ਯਾਦ ਆ? ਤੁਸੀਂ ਆਪਣੇ ਬਚਪਨ ਚ ਤੀਆਂ ਭੈਣੇ, ਤੀਆਂ ਲੱਗਦੀਆਂ ਹੁੰਦੀਆਂ ਨੇ ਆ ਮਹੀਨੇ ਸਾਉਣ ਦੀ ਤੀਜ ਤੋਂ ਲੈ ਕੇ ਪੁੰਨਿਆਂ ਤੱਕ ਹੁੰਦੀਆਂ ਨੇ, ਮੈਨੂੰ ਲੱਗਦਾ 13 ਦਿਨਾਂ ਤੱਕ ਤੀਜ ਚੱਲਦਾ, ਹਨਾ? ਤੀਜ ਦਾ ਤਿਉਹਾਰ ਜਿਹਨੂੰ ਕਹਿ ਦਿੰਦੇ ਆ ਆਪਾਂ। ਹਾਂ, ਬਿਲਕੁਲ, ਬਿਲਕੁਲ, ਤੇ ਬਿਲਕੁਲ। ਤੁਸੀਂ ਤੁਸੀਂ ਦੇਖੋ, ਹਾਂ, ਮੈਨੂੰ ਤੀਆਂ ਤੋਂ ਯਾਦ ਆਇਆ ਵੀ ਅੱਗੇ ਹਨਾ ਪਿੰਡਾਂ 'ਚ ਇੱਕ ਸਾਂਝਾ ਜਿਹੜਾ ਥਾਂ ਹੁੰਦਾ ਸੀ, ਜਿਹੜਾ ਖਾਸ ਕਰਕੇ ਬਰੋਟਾ ਜਾਂ ਪਿੱਪਲ ਹਨਾ, ਜਿਹਦੇ ਥੱਲੇ ਤੀਆਂ ਹੂੰ ਲੱਗਦੀਆਂ ਹੁੰਦੀਆਂ ਸੀ, ਪੀਂਘਾਂ ਪੈਂਦੀਆਂ ਸੀ, ਕੁੜੀਆਂ ਮਤਲਬ ਜਿਵੇਂ ਹੁਣ ਆਪਾਂ ਨੂੰ ਚਾਅ ਨੀ ਹੈਗਾ, ਉਦੋਂ ਕੁੜੀਆਂ ਤਿਆਰ ਹੋ ਕੇ ਜਾਂਦੀਆਂ ਹੁੰਦੀਆਂ ਸੀਗੀਆਂ ਤੀਆਂ 'ਚ ਹਨਾ। ਮਤਲਬ ਹੂੰ ਆਪਣੇ ਟਾਈਮ ਤੇ ਪਹਿਲੇ ਟਾਈਮ ਸੀ, ਉਹਨਾਂ 'ਚ ਤਾਂ ਘੱਗਰੇ ਪਾ ਕੇ, ਸੂਟ ਵਧੀਆ ਸੋਹਣੇ ਪਾ ਕੇ ਜਾਂਦੀਆਂ ਹੁੰਦੀਆਂ ਸੀ। ਫਿਰ ਉਹਨਾਂ ਨੇ ਸੋਹਣੇ ਸੋਹਣੇ ਝੁਮਕੇ ਜਾਂ ਸੱਗੀ ਫੁੱਲ ਇਹੋ ਜਿਹਾ। ਫਿਰ ਉਸ ਤੋਂ ਹੂੰ ਬਾਅਦ ਦਾ ਜਿਹੜਾ ਰਿਵਾਜ ਆ ਗਿਆ ਸੀ ਵੀ ਉਹ ਇਹ ਸੀਗਾ ਵੀ ਇੱਕ ਸੱਭਿਆਚਾਰ ਦਾ ਹਿੱਸਾ ਮੰਨ ਕੇ ਤੀਆਂ ਲਾਈਆਂ ਜਾਂਦੀਆਂ ਸੀ, ਤੇ ਉਹਦੇ 'ਚ ਮਤਲਬ ਕੁੜੀਆਂ ਨੂੰ ਚਾਅ ਬਹੁਤ ਹੁੰਦਾ ਸੀ, ਪਰ ਉਵੇਂ ਤਿਆਰੀ ਨਹੀਂ ਸੀ ਹੁੰਦੀ। ਪਹਿਲਾਂ ਤਾਂ ਹੂੰ ਕੁੜੀਆਂ ਪੇਕਿਆਂ ਦੀਆਂ ਤੀਆਂ ਦੇਖਣ ਲਈ ਮਤਲਬ ਸਹੁਰਿਆਂ ਤੋਂ ਆਉਂਦੀਆਂ ਹੁੰਦੀਆਂ ਸੀ, ਵੀ ਖਾਸ ਕਰਕੇ ਹਾਂਜੀ ਜਿਹੜੀਆਂ ਪਿੰਡ ਦੀਆਂ ਕੁੜੀਆਂ ਹਨਾ ਸਹੇਲੀਆਂ, ਉਹਨਾਂ ਦਿਨਾਂ 'ਚ ਮਿਲਦੀਆਂ ਹੁੰਦੀਆਂ ਸੀ। ਹੂੰ ਤੇ ਫਿਰ ਜਿਵੇਂ ਆਪਾਂ ਪਹਿਲਾਂ ਬਿਸਕੁਟਾਂ ਦੀ ਗੱਲ ਕੀਤੀ, ਫਿਰ ਗੁਰਦੀਪ ਤੁਹਾਨੂੰ ਯਾਦ ਆ ਜਿੱਦਣ ਬੜਾ ਮੀਂਹ ਪੈਣਾ, ਹੁਣ ਤਾਂ ਆਪਾਂ ਪਕੌੜੇ ਬਣਾ ਲੈਂਦੇ ਹਾਂ ਹਨਾ, ਵੀ ਚਲੋ ਉਹ ਖਾ ਹੂੰ ਲਏ, ਪਕੌੜੇ ਕੱਢ ਲਓ, ਉਦੋਂ ਤੁਹਾਨੂੰ ਪਤਾ ਪੂੜੇ ਤੇ ਖੀਰ ਬਣਦੀ ਹੁੰਦੀ ਸੀਗੀ। ਤੇ ਹਾਂਜੀ ਉਹ ਫਿਰ ਹਾਂ ਮੰਮੀ ਹੋਣਾਂ ਨੇ ਮਤਲਬ ਪੱਤੇ ਲੈਣ ਭੇਜਣਾ, ਵੀ ਜਾਓ ਪਿੱਪਲ ਦੇ ਪੱਤੇ ਨੇ ਜਿਹੜੇ ਤੋੜ ਪਿੱਪਲ ਕੇ ਲਿਆ। ਹਾਂ, ਕਿਉਂਕਿ ਹਾਂ ਉਹਦੇ ਨਾਲੋਂ ਬਣਦਾ ਬੜਾ ਸੋਹਣਾ ਹੁੰਦਾ ਸੀ, ਉਹਨੂੰ ਫਲਾਉਂਦੇ ਹੁੰਦੇ ਸੀਗੇ ਤਵੇ ਤੇ। ਹਾਂ, ਫਿਰ ਦੇਖੋ ਕਿੰਨਾ ਹੁਣ ਆਪਾਂ ਦੀ 2-4 ਰੋਟੀਆਂ ਪਕਾ ਕੇ ਅੱਕ ਜਾਂਦੇ ਹਾਂ, ਉਦੋਂ ਹੂੰ ਦੇਖੋ ਢੇਰ ਮਤਲਬ ਕਿਣਕੇ ਚੀਜ਼ਾਂ ਬਣਦੀਆਂ ਹੁੰਦੀਆਂ ਸੀਗੀਆਂ ਹਨਾ, ਵੀ ਇੰਨੀ ਹਾਂ ਖੀਰ ਉਦੋਂ ਦਿਨ ਖਾਣੀ ਫਿਰ ਮੁੜ ਕੇ। ਤੇ ਮੈਨੂੰ ਨਾ ਇਹ ਹਾਂ ਇਹੋ ਮੈਨੂੰ ਜਿਹੀਆਂ ਭੈਣ ਚੀਜ਼ਾਂ ਤਾਂ ਵੀ ਕਦੇ ਨਹੀਂ ਮੁੜ ਕੇ ਆਪਣੀ ਜ਼ਿੰਦਗੀ 'ਚ ਆਈਆਂ ਹਨਾ। ਲੋਕ ਜਿਹੜੇ ਸੁਣ ਰਹੇ ਹੋਣਗੇ, ਉਹਨਾਂ ਨੂੰ ਵੀ ਆਪਣਾ ਬਚਪਨ ਯਾਦ ਆ ਰਿਹਾ ਹੋਣਾ। ਬਿਲਕੁਲ, ਮੇਰਾ ਨਾ ਜੀ ਕਰਦਾ ਭੈਣੇ ਕਾਸ਼ ਆਹ ਪ੍ਰੋਗਰਾਮ ਆਪਾਂ ਆਮੋ ਸਾਹਮਣੇ ਬਹਿ ਕੇ ਕਰਦੇ ਹੁੰਦੇ ਨਾ, ਕਿੰਨਾ ਸਵਾਦ ਆਉਣਾ ਸੀਗਾ। ਤੇ ਜਿਵੇਂ ਕਹਿੰਦੇ ਹੁੰਦੇ ਨੇ ਵੀ ਜਿਹੜਾ ਸਾਉਣ ਦਾ ਮਹੀਨਾ ਹੁੰਦਾ ਸੀ, ਉਹ ਕੁੜੀਆਂ ਦੇ ਪੇਕੇ ਜਾਣ ਦਾ ਸਬੱਬ ਹੁੰਦਾ ਸੀਗਾ। ਕਹਿੰਦੇ ਵੀ ਪੂਰੀ ਜਿਹੜਾ ਫਰਸਟ੍ਰੇਸ਼ਨ ਜੋ ਵੀ ਉਹਨਾਂ ਦੀ ਹੁੰਦੀ ਸੀਗੀ, ਗਿਲੇ ਸ਼ਿਕਵੇ ਹਨਾ, ਉਹ ਫਿਰ ਜਦੋਂ ਪਿੰਡ ਚ ਆ ਕੇ ਨੱਚਦੀਆਂ ਸੀਗੀਆਂ, ਇੱਕ ਦੂਜੇ ਨੂੰ ਬੋਲੀਆਂ ਪਾ ਕੇ, ਸੱਸ ਤੇ ਘਰ ਵਾਲੇ ਤੇ ਜੇਠ ਤੇ ਜਠਾਣੀ ਤੇ ਹਨਾ, ਤੇ ਉਹ ਸਾਰੀ ਫਰਸਟ੍ਰੇਸ਼ਨ ਕੱਢਦੀਆਂ ਸੀ। ਕਹਿੰਦੇ ਗੁੱਬ ਗਵਾਰ ਨਿਕਲ ਜਾਂਦਾ ਸੀਗਾ, ਤੇ ਤਾਜ਼ੀਆਂ ਹਾਂ, ਹਲਕੀਆਂ ਫੁਲਕੀਆਂ ਹੋ ਕੇ ਫੇਰ ਆਪਦੇ ਸਾਰੇ ਪਰਿਵਾਰਾਂ ਚ ਚਲੇ ਜਾਂਦੀਆਂ ਸੀਗੀਆਂ ਨਾ। ਤੇ ਬਿਲਕੁਲ। ਇਹ ਵੀ ਇੱਕ ਜ਼ਰੀਆ ਹੁੰਦਾ ਸੀ, ਕਿਉਂਕਿ ਅੱਜ ਕੱਲ ਪਹਿਲਾਂ ਲੋਕੀ ਪੇਕੇ ਬੜਾ ਘੱਟ ਆਉਂਦੇ ਹੁੰਦੇ ਸੀ, ਕਿਸੇ ਦਿਨ ਤਿਉਹਾਰ ਤੇ ਜਾਂ ਕਿਸੇ ਔਖੇ ਸੌਖੇ ਟਾਈਮ ਤੇ ਬੰਦਾ ਆਉਂਦਾ ਹੁੰਦਾ ਸੀ ਨਾ। ਅੱਜ ਕੱਲ ਤਾਂ ਆਪਾਂ ਹਰ ਮਹੀਨੇ ਜਾਂ 10 ਦਿਨਾਂ ਬਾਅਦ ਆਪਣੇ ਪੇਕੇ ਘਰ ਜਾਂਦੇ ਹੀ ਜਾਂਦੇ ਆ। ਤੇ ਹੁਣ ਉਹ ਚੀਜ਼ਾਂ ਜਿਹੜੀਆਂ ਨੇ ਉਨੀਆਂ ਖਾਸ ਨਹੀਂ ਲੱਗਦੀਆਂ, ਤੇ ਜਦੋਂ ਅੱਗੇ ਐ ਹੁੰਦਾ ਸੀਗਾ ਵੀ ਕਿਤੇ ਕਿਤੇ ਪੇਕੇ ਜਾਣ ਨੂੰ ਮਿਲਦਾ ਸੀ, ਤਾਂ ਬੜਾ ਖਾਸ ਲੱਗਦਾ ਹੁੰਦਾ ਸੀਗਾ ਹਨਾ। ਬਿਲਕੁਲ ਬਿਲਕੁਲ। ਹਾਂ ਤੇ ਹੁਣ ਗੁਰਦੀਪ, ਹੁਣ ਆਪਾਂ ਚਾਹੇ ਜਾਈਏ ਵੀ, ਪਰ ਆਪਣੇ ਕੋਲੇ ਕਾਰਨ ਨਹੀਂ ਹੈਗੇ। ਇੱਕ ਮਤਲਬ ਹੂੰ ਤੁਸੀਂ ਇੱਕ ਤੁਹਾਡੀ ਰੂਟੀਨ ਬਣ ਜਾਂਦੀ ਹੈ ਵੀ ਹਾਂ ਤੁਸੀਂ ਆਪਣੇ ਮਾਂ ਪਿਓ ਨੂੰ ਮਿਲਣ ਚੱਲੇ ਹੋ, ਆਪਣੇ ਭੈਣ ਭਰਾ ਨੂੰ। ਪਰ ਪਹਿਲਾਂ ਹੂੰ ਲੋਕਾਂ ਕੋਲ ਕਾਰਨ ਹੁੰਦੇ ਸੀ ਹਨਾ। ਫਿਰ ਤੁਸੀਂ ਹੂੰ ਦੇਖ ਲਓ ਵੀ ਹੁਣ ਆਪਣੇ ਕੋਲ ਏਸੀ ਨੇ, ਕੂਲਰ ਨੇ, ਪੱਖੇ ਨੇ, ਪਰ ਮੈਂ ਕਹਿੰਦੀ ਹਾਂ ਉਦੋਂ ਤਾਂ ਲੋਕਾਂ ਲਈ ਤਾਂ ਵੀ ਸਾਉਣ ਖਾਸ ਹੁੰਦਾ ਹੋਣਾ, ਵੀ ਇੰਨੀ ਗਰਮੀ ਤੋਂ ਤਪਿਆਂ ਨੂੰ ਮਸਾਂ ਹੀ ਜਿਹੜੇ ਰੈਗੂਲਰ ਮੀਂਹ ਪੈ ਕੇ ਹਨਾ ਮੌਸਮ ਠੰਡੇ ਹੁੰਦੇ ਸੀਗੇ। ਹਾਂ, ਇਹ ਵੀ ਆਪਾਂ ਜ਼ਰੂਰ ਗੱਲ ਕਰਨੀ ਸੀਗੀ ਕਿ ਪਹਿਲਾਂ ਜੇਠ ਹਾੜ ਦਾ ਮਹੀਨਾ ਲੰਘ ਕੇ ਜਾਂਦਾ, ਤੇ ਉਸ ਤੋਂ ਬਾਅਦ ਜਿਹੜਾ ਸਾਉਣ ਦੇ ਹੂੰ, ਮਹੀਨੇ ਮੀਂਹ ਪੈਣ ਕਾਰਨ ਥੋੜਾ ਜਿਹਾ ਗਰਮੀ ਤੋਂ ਵੀ ਰਾਹਤ ਮਿਲਦੀ ਆ। ਇਸ ਕਰਕੇ ਵੀ ਹੂੰ, ਸਾਉਣ ਦਾ ਮਹੀਨਾ ਵਾ, ਕਿਉਂਕਿ ਜਦੋਂ ਕਹਿੰਦੇ ਮੌਸਮ ਸੋਹਣਾ ਹੁੰਦਾ ਤਾਂ ਆਪਸੀ ਪਿਆਰ ਸਾਂਝ, ਕਹਿੰਦੇ ਇਹ ਭੈਣੇ ਮੈਂ ਕਿਸੇ ਸਾਈਕੋਲੋਜਿਸਟ ਦਾ ਇੱਕ ਪੀਸ ਪੜ੍ਹਿਆ ਸੀਗਾ, ਉਹ ਕਹਿੰਦੇ ਵੀ ਇਸ ਮਹੀਨੇ ਰਿਸ਼ਤੇ ਵੀ ਬਹੁਤ ਜ਼ਿਆਦਾ ਬਣਦੇ ਨੇਗੇ ਹਨਾ। ਕਿਉਂਕਿ ਹੂੰ। ਮੀਂਹ ਪੈਣ ਨਾਲ ਜਿਹੜਾ ਮੌਸਮ ਜ਼ਿਆਦਾ ਸੋਹਣਾ ਹੁੰਦਾ, ਤੇ ਮੌਸਮ ਸਾਡੇ ਮਨ ਤੇ ਬਹੁਤ ਅਸਰ ਕਰਦਾ। ਜਦੋਂ ਮੌਸਮ ਇੰਨਾ ਸੋਹਣਾ ਸੁਹਾਵਣਾ ਹੁੰਦਾ, ਤਾਂ ਆਪਣੇ ਕਹਿੰਦੇ ਮਨੁੱਖਾਂ ਦੇ ਵਿੱਚ ਆਪਸੀ ਰਿਸ਼ਤੇ ਵੀ ਉਦੋਂ ਜ਼ਿਆਦਾ ਬਣਦੇ ਨੇਗੇ। ਬਿਲਕੁਲ ਗੁਰਦੀਪ, ਮੈਨੂੰ ਆਹ ਗੱਲ ਤੋਂ ਇੱਕ ਗੱਲ ਯਾਦ ਆ ਗਈ ਵੀ ਆਪਣੇ ਹੂੰ ਪਿੰਡਾਂ 'ਚ ਜਿਵੇਂ ਆਪਾਂ ਤਾਂ ਬਹੁਤੀਆਂ ਗੱਲਾਂ ਆਪਣੇ ਬਜ਼ੁਰਗਾਂ ਤੋਂ ਹੀ ਸੁਣੀਆਂ ਹੋਈਆਂ ਨੇ ਹਨਾ। ਉਹ ਕਹਿੰਦੇ ਹੂੰ ਨੀ ਸੀ ਹੁੰਦੇ ਵੀ ਜੇ ਕਿਸੇ ਦਾ ਜੇਠ 'ਚ ਜਨਮ ਹੋ ਜਾਂਦਾ ਸੀ, ਤਾਂ ਕਹਿੰਦੇ ਸੀ ਇਹ ਤਾਂ ਤਪਿਆ ਹੀ ਰਹਿੰਦਾ, ਕਿਉਂਕਿ ਇਹ ਜੇਠ 'ਚ ਜੰਮਿਆ। ਹਾਂ ਲੋਕਾਂ ਦੀ ਸਾਂਝ ਕਹਿ ਲਓ, ਜਾਂ ਲੋਕਾਂ ਦਾ ਕਹਿ ਲਓ ਵਿਹਾਰ ਕਹਿ ਲਓ, ਲੋਕਾਂ ਦੀਆਂ ਆਦਤਾਂ ਕਹਿ ਲਓ, ਵੀ ਪੁਰਾਣੇ ਹਾਂਜੀ ਲੋਕ ਤਾਂ ਸਾਰਾ ਕੁਛ ਲੈ ਦੇ ਕੇ ਮਹੀਨਿਆਂ ਨਾਲ ਹੀ ਮੜ ਦਿੰਦੇ ਸੀ, ਵੀ ਇਹ ਫਲਾਣੇ ਮਹੀਨੇ 'ਚ ਹੋਇਆ ਤਾਂ ਇਹੋ ਜਿਹੇ ਆਏ। ਤਾਂ ਹੋਇਆ ਜੇ, ਹਨਾ। ਸਹੀ ਗੱਲ ਆ। ਹਾਂ ਬਿਲਕੁਲ। ਤੇ ਪਰ ਜਿਵੇਂ ਆਪਾਂ ਕਹਿੰਦੇ ਆ ਕਿ ਅੱਜ ਕੱਲ ਆਪਾਂ ਸਾਉਣ ਨੂੰ ਉਨੀ ਇੰਪੋਰਟੈਂਸ ਨਹੀਂ ਦਿੰਦੇ ਹੈਗੇ, ਪਰ ਇਹ ਜਿਹੜੇ ਸਾਡੇ ਮਹੀਨੇ ਨੇ ਜਿਵੇਂ ਚੱਲਦੀ ਆ ਰਹੀ ਸੀ, ਕਿਉਂਕਿ ਇਹਦੇ ਨਾਲ ਹੀ ਆਪਣੀਆਂ ਮਤਲਬ ਆਪਾਂ ਕਹਿ ਸਕਦੇ ਹਾਂ ਕਿ ਤੁਹਾਡੇ ਇੰਟਰਟੇਨਮੈਂਟ ਦਾ ਵੀ ਜ਼ਰੀਆ ਸੀਗੇ ਹਨਾ, ਤੁਹਾਡੇ ਆਪਸੀ ਮਿਲਣ ਗਿਲਣ ਦਾ ਸਬੱਬ ਵੀ ਸੀਗੇ, ਪਿਆਰ ਰਿਸ਼ਤਾ ਬਣਾਏ ਰੱਖਣ ਦਾ ਵੀ ਸਬੱਬ ਸੀਗੇ। ਤੇ ਤੁਹਾਡਾ ਸੰਧਾਰਾ ਆਇਆ ਕਿ ਨਹੀਂ ਆਇਆ? ਗੁਰਦੀਪ ਮੇਰਾ ਆਊਗਾ ਬਸ ਥੋੜੇ ਜਿਹੇ ਦਿਨਾਂ ਨੂੰ ਹੀ।
ਕਿਉਂਕਿ ਮਤਲਬ ਉਹੀ ਤੁਹਾਡੇ ਮਾਮਿਆਂ ਵਾਲਾ ਹਾਲ ਆ ਮੇਰੇ ਵੀ ਭਰਾ ਦਾ, ਕਿ ਥੋੜੇ ਦਿਨ ਲੰਘਿਆ ਤੇ ਹੀ ਆਉਂਦਾ ਹੁੰਦਾ ਹਨਾ। ਅੱਛਾ। ਤੇ ਦੂਜੀ ਗੱਲ, ਮੈਨੂੰ ਨਾ ਤੁਹਾਡੀਆਂ ਗੱਲਾਂ ਤੋਂ ਇੱਕ ਗੱਲ ਯਾਦ ਆਈ, ਮੈਂ ਕਿਹਾ ਵੀ ਆਪਾਂ ਸਾਉਣ ਦਾ ਜ਼ਿਕਰ ਆਪਣੇ ਸੱਭਿਆਚਾਰ ਚ ਕਰ ਰਹੇ ਹਾਂ ਹਨਾ, ਵੀ ਕੁੜੀਆਂ ਹੂੰ ਨੂੰ ਬਹੁਤ ਚਾਅ ਹੁੰਦਾ ਪੇਕੇ ਆਉਣ। ਫਿਰ ਇਹਨਾਂ ਦਿਨਾਂ ਨਾਲ ਜਿਹੜੀਆਂ ਖਾਣ ਵਾਲੀਆਂ ਚੀਜ਼ਾਂ ਜੁੜ ਗਈਆਂ, ਬਿਸਕੁਟ ਜੁੜ ਗਏ, ਖੀਰ ਪੂੜੇ ਜੁੜ ਗਏ ਹਨਾ। ਹੂੰ ਫਿਰ ਤੁਸੀਂ ਦੇਖੋ ਗੁਰਦੀਪ, ਇਹਦਾ ਆਪਣੇ ਪੰਜਾਬ ਦਾ ਜਿਹੜਾ ਜਿਵੇਂ ਕਲਚਰ ਆ ਐਗਰੀਕਲਚਰ ਦਾ ਹਨਾ, ਜਿਹੜਾ ਖੇਤੀਬਾੜੀ ਦਾ ਹੂੰ ਧੰਦਾ ਏ, ਇਹਦੇ ਵਿੱਚ ਬਹੁਤ ਯੋਗਦਾਨ ਹੁੰਦਾ ਸੀ। ਕਿਉਂਕਿ ਉਹਨਾਂ ਟਾਈਮਾਂ ਦੇ ਵਿੱਚ ਮਤਲਬ ਇੰਨੀਆਂ ਜਿਹੜੀਆਂ ਸਹੂਲਤਾਂ ਨਹੀਂ ਸੀ, ਵੀ ਆ ਕੋਈ ਸਬਮਰਸੀਬਲ ਵਾਲੇ ਜਾਂ ਮੋਟਰਾਂ ਵਾਲਾ ਜਿਹੜਾ ਹਨਾ, ਸਿੰਜਾਈ ਦਾ, ਉਹ ਹੁਣ ਹਾਂ। ਵੀ ਚ ਵੀ ਹਾਲੇ ਤੱਕ ਜਿਹੜਾ ਮੀਂਹ ਦਾ ਇੱਕ ਬਹੁਤ ਵੱਡਾ ਯੋਗਦਾਨ ਮੰਨਿਆ ਜਾਂਦਾ, ਵੀ ਜਿਹੜੇ ਕਿਸਾਨ ਨੇ ਉਹ ਪਾਣੀ ਵਾਲੀ ਚਿੰਤਾ ਤੋਂ ਫ੍ਰੀ ਹੋ ਜਾਂਦੇ ਨੇ ਹਨਾ। ਤੇ ਬਿਲਕੁਲ ਇਹ ਵੀ ਹਾਂ। ਮਤਲਬ ਇਹ ਸਾਉਣ ਦਾ ਜਿਹੜਾ ਮਹੀਨਾ ਜਾਂ ਜਿਹੜੇ ਮੀਂਹ ਪੈਣੇ ਨੇ, ਇਹ ਵੀ ਆਪਣੀ ਇੱਕ ਜਿਹੜੀ ਆਰਥਿਕ ਖੁਸ਼ਹਾਲੀ ਆ ਉਹਦੇ ਲਈ ਵੀ ਬਹੁਤ ਜ਼ਰੂਰੀ ਚੀਜ਼ ਆ। ਔਰ ਕੁਦਰਤ ਦਾ ਤੁਸੀਂ ਰੰਗ ਵੀ ਵੇਖੋ, ਵੀ ਸਾਉਣ ਉਦੋਂ ਆਉਂਦਾ ਜਦੋਂ ਹਨਾ ਝੋਨਾ ਲਾਇਆ ਹੁੰਦਾ ਤੇ ਆਪਾਂ ਨੂੰ ਪਾਣੀ ਦੀ ਬਹੁਤ ਜ਼ਿਆਦਾ ਲੋੜ ਹੁੰਦੀ ਹੈ। ਜੇ ਇਹੀ ਕਿਤੇ ਹੂੰ ਮੀਂਹ ਨੇ ਜਿਹੜੇ ਸਿਆਲਾਂ ਚ ਪੈਣ ਹਨਾ, ਹੂੰ ਤੇ ਫਿਰ ਦੇਖੋ ਵੀ ਆਪਣਾ ਕਿੰਨਾ ਨੁਕਸਾਨ ਵੀ ਕਰਦੇ ਨੇ। ਹਾਂ ਬਿਲਕੁਲ। ਤੇ ਸਹੀ ਗੱਲ ਆ, ਹਰ ਪਾਸਿਓਂ ਤੋਂ ਇਹ ਮਹੀਨਾ ਜਿਹੜਾ ਬੜਾ ਖਾਸ ਹੁੰਦਾ। ਤੇ ਹਲੇ ਤਾਂ ਸ਼ੁਰੂਆਤ ਹੀ ਹੋਈ ਆ, ਕੁਝ ਕੁ ਦਿਨ ਹੀ ਲੰਘੇ ਨੇਗੇ ਇਸ ਮਹੀਨੇ ਦੇ, ਤੇ ਬਾਕੀ ਰਹਿੰਦਾ ਜਿਹੜੀਆਂ ਭੈਣਾਂ ਦੇ ਸੰਧਾਰੇ ਨਹੀਂ ਆਏ, ਜੋ ਮੈਂ ਤਾਂ ਸੱਚ ਵੀਰਾਂ ਨੂੰ ਕਹਿਣਾ ਚਾਹੂੰਗੀ ਵੀ ਜਿਹੜੇ ਨਹੀਂ ਦੇਣ ਗਏ ਹਲੇ ਤੱਕ, ਤਾਂ ਜ਼ਰੂਰ ਦੇ ਕੇ ਆਓ, ਕਿਉਂਕਿ ਭੈਣਾਂ ਬੜੇ ਚਾਵਾਂ ਨਾਲ ਉਡੀਕਦੀਆਂ ਹੁੰਦੀਆਂ ਨੇ ਹਨਾ। ਤੇ ਬਾਕੀ ਬਿਲਕੁਲ ਤੁਸੀਂ ਆਪਣੇ ਘਰਾਂ 'ਚ ਵੀ ਬਿਸਕੁਟ ਜ਼ਰੂਰ ਕਢਾ ਕੇ ਖਾਓ, ਕਿਉਂਕਿ ਵੈਸੇ ਤਾਂ ਚਲੋ ਕਰੋਨਾ ਚੱਲ ਰਿਹਾ ਵਾ, ਪਰ ਕਿਤੇ ਕਿਤੇ ਭੱਠੀਆਂ ਖੁੱਲੀਆਂ ਹੋਈਆਂ ਨੇ। ਮੈਨੂੰ ਪਿੰਡੋਂ ਮਿਲੀ ਸੀਗੀ ਖਬਰ ਵੀ ਉਹਨਾਂ ਨੇ 2 ਪੀਪੇ ਕਢਾ ਲਏ ਨੇਗੇ। ਜਿੱਥੇ ਕਿਤੇ ਪਰ ਦੇਖੋ, ਆਪਾਂ ਪ੍ਰੋਗਰਾਮ ਬਹੁਤ ਲੰਮਾ ਕਰ ਲੈਂਦੇ ਹਾਂ, ਹਮੇਸ਼ਾ ਵੈਸੇ ਛੋਟਾ ਹੀ ਰੱਖਣਾ। ਹਾਂ ਆਪਾਂ ਆਪਣੇ ਘਰੇ ਜਿੰਨੇ ਮਰਜ਼ੀ ਸੌਖੇ ਹੋਈਏ, ਜਿਵੇਂ ਤੁਸੀਂ ਕਿਹਾ ਹੈ ਵੀ ਪੇਕਿਆਂ ਦਾ ਤਾਂ ਚਾਅ ਹੀ ਵੱਖਰਾ ਹੁੰਦਾ ਨਾ। ਆਪਣੀ ਹਾਂ ਚਾਹੇ ਜੇਬ ਚ 10,000 ਵੀ ਹੋਵੇ, ਪੇਕੇ 200 ਵੀ ਦੇ ਦੇਣ, ਉਹ ਮਤਲਬ ਐ ਹੋ ਜਾਂਦਾ ਵੀ ਮੈਨੂੰ ਮਿਲਿਆ ਹਨਾ, ਮੇਰੇ ਭਰਾ ਹਾਂ ਨੇ ਜਾਂ ਮੇਰੀ ਮਾਂ ਨੇ, ਪਿਓ ਨੇ ਦਿੱਤਾ। ਇੱਥੇ ਛੋਟੀ ਜਿਹੀ ਇੱਕ ਹਾਸੇ ਵਾਲੀ ਗੱਲ ਸੁਣਾਉਣੀ ਆ ਮੈਂ ਤੁਹਾਨੂੰ। ਹੂੰ ਸਾਡੇ ਇੱਕ ਰਿਸ਼ਤੇਦਾਰ ਨੇ, ਉਹ ਏਦਾਂ ਹੀ ਮਤਲਬ ਭੈਣ ਨੇ ਜਿਹੜੇ ਸਾਡੇ, ਉਹ ਆਪਣੇ ਪੇਕੇ ਗਏ ਤੇ ਅੱਛਾ ਜੀ। ਉਹਨਾਂ ਦੇ ਮੰਮੀ ਨੇ ਮਤਲਬ ਘਰੋਂ ਥੋੜੇ ਸੌਖੇ ਨੇ, ਉਹਨਾਂ ਨੇ 10,000 ਰੁਪਇਆ ਦਿੱਤਾ ਵੀ ਆਹ ਚੱਲ ਤੂੰ ਇੰਨੇ ਚਿਰਾਂ ਬਾਅਦ ਆਈਆਂ ਤੇ ਤੈਨੂੰ ਮੈਂ ਸ਼ਗਨ ਦਿੰਨੀ ਆ ਹਨਾ। ਹਾਏ ਉਹ ਇੰਨਾ। ਭਾਜੀ ਦਾ ਰਸਤੇ 'ਚ ਐਕਸੀਡੈਂਟ ਹੋ ਗਿਆ। ਅੱਛਾ ਉਹਨਾਂ ਦਾ ਐਕਸੀਡੈਂਟ ਹੋ ਗਿਆ ਤੇ ਮਤਲਬ ਸੱਟ ਸੁੱਟ ਤਾਂ ਕੋਈ ਉਹਨਾਂ ਦੇ ਬਹੁਤੀ ਲੱਗੀ ਨੀ, ਪਰ ਉਹਨਾਂ ਦਾ ਪਰਸ ਡਿੱਗ ਗਿਆ ਉੱਥੇ। ਤੇ ਉਹ ਅੱਛਾ ਕਹਿੰਦੇ ਵੀ 15-20 ਦਿਨ ਬਾਅਦ ਮਤਲਬ ਘਰੇ ਪਤਾ ਲੈਣ ਆਏ, ਜਿਹਨੂੰ ਮਾੜਾ ਮੋਟਾ ਪਤਾ ਲੱਗਿਆ, ਪਤਾ ਲੈਣ ਆਏ, ਉਹਨਾਂ ਦੀ ਬਾਂਹ ਟੁੱਟੀ ਹੋਈ ਸੀ ਭਾਜੀ ਦੀ। ਤੇ ਹਾਂ ਕਹਿੰਦੇ ਵੀ ਹਰੇਕ ਨੂੰ ਐ ਨਾ ਕਿਹਾ ਕਰੇ ਵੀ ਇਹਨਾਂ ਦੇ ਸੱਟ ਲੱਗੀ ਤੇ ਸਾਡਾ ਬਹੁਤਾ ਨੁਕਸਾਨ ਨਹੀਂ ਹੋਇਆ, ਵੀ ਚਲੋ ਅਸੀਂ ਬਚ ਗਏ। ਹਰੇਕ ਨੂੰ ਕਿਹਾ ਕਰੇ ਵੀ ਮੇਰੀ ਮਾਂ ਨੇ 10,000 ਰੁਪਇਆ ਦਿੱਤਾ ਸੀ, ਉਹ ਵੀ ਡਿੱਗ ਗਿਆ। ਕਹਿੰਦੇ 20 ਦਿਨ ਬਾਅਦ, ਮਹੀਨੇ ਬਾਅਦ ਤਾਂ ਮੈਂ ਇੰਨਾ ਅੱਕ ਗਿਆ ਨਾ। ਕਹਿੰਦੇ ਹਾਂ। ਮੈਂ ਕਿਹਾ ਭਗਵਾਨ ਨੇ ਆਹ ਵੜ 10,000 ਰੁਪਇਆ, ਮੁੜ ਕੇ ਆਪਣੀ ਮਾਂ ਦਾ ਨਾਂ ਨਾ ਲਈ ਮੇਰੇ ਸਾਹਮਣੇ। ਕਹਿੰਦੇ ਦੇਖ ਵੀ ਲਾ। ਅਗਲੀ ਗੱਲ ਸੁਣੋ, ਕਹਿੰਦੀ ਆ ਚਾਹੇ ਤੁਸੀਂ ਮੈਨੂੰ 20,000 ਦੇ ਦਿਓ, ਪਰ ਮੇਰੀ ਮਾਂ ਦੇ 10,000 ਵਰਗਾ ਥੋੜੀ ਨਾ ਇਹ। ਹਾਂ ਸਹੀ ਗੱਲ। ਮੈਂ ਨਾ ਹੱਸਦੀ ਸੀ ਆਪਦੀ ਭਾਬੀ ਨੂੰ, ਮੈਂ ਕਿਹਾ ਵੀ ਭਾਬੀ ਪੇਕਿਆਂ ਤੋਂ ਆਈ ਚੀਜ਼ ਦਾ ਕਿੰਨਾ ਚਾਅ ਹੁੰਦਾ ਨਾ, ਵੀ ਪੇਕਿਆਂ ਤੋਂ ਆਏ ਬਿਸਕੁਟਾਂ ਦੀ ਤਾਂ ਬੰਦਾ ਬੂਰ ਝੂਰ ਵੀ ਖਾ ਜਾਂਦਾ, ਵੀ ਉਹ ਵੀ ਨਹੀਂ ਛੱਡਦਾ। ਚਲੋ ਫਿਰ ਤੁਹਾਨੂੰ ਮੈਂ ਵੀ ਅੱਜ ਵੀਰੇ ਨੂੰ ਕਹਿ ਦਿੰਦੀ ਆ ਵੀ ਭਾਈ ਗੁਰਦੀਪ ਆਉਣ ਵਾਲੀ ਆ, ਤੇ ਹੁਣ ਤੁਸੀਂ ਸੰਧਾਰਾ ਤਿਆਰ ਰੱਖੋ। ਹਾਂ ਨਾ, ਮੈਂ ਤਾਂ ਕਹਿਤਾ, ਮੈਂ ਕਿਹਾ ਵੀ ਕੋਈ ਨਾ, ਲੇਟ ਹੁੰਦਾ ਤਾਂ ਕੋਈ ਚੱਕਰ ਨੀ ਹੈਗਾ, ਵੀ ਆ ਕੇ ਵਿਆਜ ਦੇ ਨਾਲ ਲੈ ਲਾਂਗੇ। ਪੀਪੇ ਐਕਟੀ 2 ਦੇ ਇਹ ਦਿਓ। ਸਾਰੀਆਂ ਬਾਕੀ ਦੇ ਵੀ ਵੀਰਾਂ ਨੂੰ ਆਪਾਂ ਕਹਿੰਦੇ ਆ ਵੀ ਭੈਣਾਂ ਬੜੇ ਚਾਅ ਨਾਲ ਤੁਹਾਨੂੰ ਯਾਦ ਕਰਦੀਆਂ ਨੇ। ਮਨ ਮੁਟਾਵ ਜ਼ਿੰਦਗੀ 'ਚ ਜੇ ਬੇਸ਼ੱਕ ਤੁਹਾਡੇ ਕੋਈ ਹੋਣ ਵੀ, ਤਾਂ ਭੈਣ ਭਰਾ ਵਰਗਾ ਜਿਹੜਾ ਰਿਸ਼ਤਾ ਨਹੀਂ ਕੋਈ ਹੁੰਦਾ, ਤੇ ਉਹਨੂੰ ਹੂੰ ਹਮੇਸ਼ਾ ਆਪਣੇ ਨਾਲ ਜੋੜ ਕੇ ਰੱਖੋ। ਉਹ 'ਚ ਹੂੰ ਦੇਣ ਲੈਣ ਦਾ ਸਬੱਬ ਨਹੀਂ ਹੁੰਦਾ, ਇੱਕ ਦੂਜੇ ਤੇ ਥੋੜਾ ਜਿਹਾ ਮਾਣ ਹੁੰਦਾ ਆਪਣੇ ਰਿਸ਼ਤਿਆਂ ਦਾ ਹਨਾ। ਬਿਲਕੁਲ। ਤੇ ਭੈਣੇ ਇਸ ਮਹੀਨੇ ਦੇ ਚੱਲਦੇ ਇੱਕ ਪ੍ਰੋਗਰਾਮ ਆਪਾਂ ਹੋਰ ਕਰਾਂਗੇ, ਇੱਕ ਬੜੀ ਖਾਸ ਗੱਲ ਆਪਾਂ ਜਿਹੜੀ ਸਕਿਪ ਕਰ ਗਏ ਆ। ਵੈਸੇ ਪ੍ਰੋਗਰਾਮ ਤੁਹਾਡੇ ਕਹਿਣ ਵਾਂਗੂ ਕਾਫੀ ਲੰਬਾ ਹੋ ਗਿਆ, ਕਿ ਪਹਿਲਾਂ ਮੰਨਿਆ ਜਾਂਦਾ ਸੀ ਵੀ ਇਸ ਮਹੀਨੇ ਜਿਹੜੀਆਂ ਨੋਹਾਂ ਨੇ ਉਹ ਸੱਸਾਂ ਦੇ ਮੱਥੇ ਨਹੀਂ ਲੱਗਦੀਆਂ ਹੁੰਦੀਆਂ, ਤੇ ਇਸ ਬਾਰੇ ਵੀ ਆਪਾਂ ਗੱਲਬਾਤ ਕਰਾਂਗੇ ਜ਼ਰੂਰ ਹਨਾ। ਬਾਕੀ ਚਲੋ ਸਾਰਿਆਂ ਨੂੰ ਪਤਾ ਹੋਣਾ। ਤੇ ਜਿੰਨੀਆਂ ਭੈਣਾਂ ਜਾਂ ਜਿੰਨੇ ਜਾਣੇ ਵੀ, ਜਿੰਨੇ ਦਰਸ਼ਕਾਂ ਨੇ ਵੀ ਇਹ ਪ੍ਰੋਗਰਾਮ ਦੇਖਿਆ, ਤੁਸੀਂ ਵੀ ਕਮੈਂਟਾਂ ਦੇ ਵਿੱਚ ਇਸ ਮਹੀਨੇ ਨਾਲ ਆਪਣੀ ਜੁੜੀ ਕੋਈ ਖਾਸ ਗੱਲਬਾਤ, ਜਾਂ ਤੁਹਾਨੂੰ ਇਸ ਮਹੀਨੇ ਬਾਰੇ ਕੁਝ ਖਾਸ ਪਤਾ, ਕਿਉਂਕਿ ਅਸੀਂ ਵੀ ਤੁਹਾਡੇ ਵਾਂਗੂ ਬਸ ਬੈਠੇ ਗੱਲਾਂ ਹੀ ਕਰ ਰਹੇ ਹਾਂ, ਤਾਂ ਅਗਰ ਤੁਹਾਨੂੰ ਹੋਰ ਕੋਈ ਜਾਣਕਾਰੀ ਹੈਗੀ ਇਸ ਮਹੀਨੇ ਦੇ ਬਾਬਤ ਹਨਾ, ਤਾਂ ਉਹ ਤੁਸੀਂ ਸਾਨੂੰ ਜ਼ਰੂਰ ਦਿਓ। ਤੇ ਠੀਕ ਹੈ ਭੈਣ ਰੁਪਿੰਦਰ, ਚੱਲੀਏ ਜੀ। ਹਾਂ ਤੁਸੀਂ ਵੀ ਚੱਲੋ, ਮੈਨੂੰ ਬਹੁਤ ਗਰਮੀ ਲੱਗ ਰਹੀ ਹੈ ਤੇ ਤੁਹਾਨੂੰ ਠੰਡ ਲੱਗ ਰਹੀ ਹੈ। ਮੇਰੇ ਮੂੰਹ ਤੋਂ ਤਾਂ ਭਾਫਾਂ ਵੀ ਨਿਕਲਦੀਆਂ।
ਬਿਲਕੁਲ ਬਿਲਕੁਲ। ਜੀ। ਚਲੋ ਮਿਲਦੇ ਹਾਂ ਜੀ, ਬਹੁਤ ਚੰਗਾ ਲੱਗਿਆ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ ਜੀ। ਦੇਖਦੇ ਰਹੋ ਬੀ ਸੋਸ਼ਲ। ਬੀ ਸੋਸ਼ਲ ਵੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਗੁਰਦੀਪ ਗਰੇਵਾਲ ਸਵਾਗਤ ਕਰਦੀ ਹਾਂ। ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਉਮੀਦ ਹੈ ਤੁਸੀਂ ਸਾਰੇ ਠੀਕ ਠਾਕ ਹੋਵੋਗੇ। ਪ੍ਰੋਗਰਾਮ ਗੱਲ ਤੇ ਗੱਲ ਵਿੱਚ ਭੈਣ ਰੁਪਿੰਦਰ ਸੰਧੂ ਹੋਰੀ ਮੇਰੇ ਨਾਲ ਨੇ। ਪਹਿਲਾਂ ਆਪਾਂ ਉਹਨਾਂ ਦਾ ਸਵਾਗਤ ਕਰਦੇ ਹਾਂ ਅਤੇ ਫਿਰ ਅੱਜ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਗੱਲ ਕਰਾਂਗੇ ਜਿਹੜਾ ਸੁਪਰੀਮ ਕੋਰਟ ਨੇ ਤਾਜ਼ਾ ਇਹ ਲਾਅ ਪਾਸ ਕੀਤਾ ਆ ਕਿ ਜਿਹੜੀਆਂ ਕੁੜੀਆਂ ਨੇ ਉਹਨਾਂ ਦਾ ਵੀ ਆਪਣੇ ਮਾਪਿਆਂ ਦੀ ਜਾਇਦਾਦ ਦੇ ਵਿੱਚ ਬਰਾਬਰ ਦਾ ਅਧਿਕਾਰ ਹੋਵੇਗਾ ਅਤੇ ਇਸ ਵਿਸ਼ੇ ਤੇ ਅੱਜ ਆਪਾਂ ਗੱਲਬਾਤ ਕਰਾਂਗੇ। ਇਹਦੇ ਕੀ ਫਾਇਦੇ ਨੇ, ਕੀ ਨੁਕਸਾਨ ਹੋਏਗਾ ਜਾਂ ਇਹਦਾ ਕੀ ਰਿਜ਼ਲਟ ਨਿਕਲੂਗਾ ਜੇ ਐਕਚੁਅਲ ਦੇ ਵਿੱਚ ਇਹ ਲਾਅ ਇੰਪਲੀਮੈਂਟ ਹੋ ਜਾਂਦਾ ਆ। ਭੈਣ ਰੁਪਿੰਦਰ ਸੰਧੂ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਗੁਰਦੀਪ, ਬਹੁਤ ਬਹੁਤ ਸਵਾਗਤ ਹੈ ਅੱਜ ਤੁਹਾਡਾ ਵੀ ਬਹੁਤ ਮਹੀਨਿਆਂ ਬਾਅਦ ਪ੍ਰੋਗਰਾਮ 'ਚ। ਮੇਰਾ ਅੱਜ ਖਾਸ ਸਪੈਸ਼ਲ ਕਰਨਾ ਬਣਦਾ ਸੀ ਨਾ, ਘੱਟੋ ਘੱਟ 6 ਮਹੀਨਿਆਂ ਬਾਅਦ ਮੈਨੂੰ ਲੱਗਦਾ ਕਰ ਰਹੇ ਆਪਾਂ ਪ੍ਰੋਗਰਾਮ ਇਹ। ਹਾਂ ਬਿਲਕੁਲ, ਆਪਾਂ 6 ਮਹੀਨਿਆਂ ਬਾਅਦ ਅੱਜ ਇਕੱਠੇ ਬੈਠੇ। ਲੈ ਭੈਣੇ ਅੱਧਾ ਸਾਲ ਤਾਂ ਲੰਘ ਗਿਆ। ਹਾਂ ਦੇਖ ਲਓ, ਪਤਾ ਵੀ ਨਹੀਂ ਚੱਲਿਆ ਹਨਾ, ਪਰ ਸਾਲ ਵਧੀਆ ਜਿਹਾ ਨਹੀਂ ਲੰਘਿਆ, ਮਤਲਬ ਇਸ ਲਈ ਇਹ ਸਾਲ ਯਾਦ ਰਹੇ। ਹੋਰ ਕਿੱਦਾਂ? ਵਧੀਆ ਸਿਹਤਾਂ, ਪਰਿਵਾਰ ਠੀਕ? ਸਭ ਵਧੀਆ। ਤੁਸੀਂ ਸੁਣਾਓ, ਤੁਸੀਂ ਬੜੇ ਸੋਹਣੇ ਤੇ ਪਿਆਰੇ ਲੱਗ ਰਹੇ ਹੋ। ਥੈਂਕ ਯੂ ਭੈਣੇ, ਤੁਸੀਂ ਵੀ ਹਮੇਸ਼ਾ ਕੰਪਲੀਮੈਂਟ ਦਿੰਦੇ ਹੀ ਦਿੰਦੇ ਨੇ। ਤੇ ਭੈਣੇ ਕਿੱਦਾਂ ਫਿਰ ਲਿਆਏ ਹਿੱਸਾ ਤੁਸੀਂ ਪਿੰਡੋਂ? ਨਹੀਂ ਮੈਂ ਵੈਸੇ ਇੰਨਾ ਉਹਦੇ 'ਚ ਮਤਲਬ ਮੇਰਾ ਥੋੜਾ ਦਿਲ ਆ ਜਿਹੜਾ ਐਡਾ ਵੱਡਾ ਹੈ ਨੀਗਾ ਹਲੇ ਨਾ, ਹੋਇਆ ਨਹੀਂ। ਪਰ ਇਹ ਹੈਗਾ ਵੀ ਜਦੋਂ ਦਾ ਸੁਣਿਆ ਹੈ ਸੋਸ਼ਲ ਮੀਡੀਆ ਤੇ ਲੋਕਾਂ ਦੀਆਂ ਜਿਹੜੀਆਂ ਪ੍ਰਤੀਕਿਰਿਆਵਾਂ ਨੇ ਹਨਾ, ਇਸ ਚੀਜ਼ ਲਈ ਪੜ੍ਹਨ ਨੂੰ ਬਹੁਤ ਜ਼ਿਆਦਾ ਮਿਲ ਰਹੀਆਂ ਨੇ। ਤੇ ਤੁਹਾਨੂੰ ਪੜ੍ਹ ਕੇ ਕਿਵੇਂ ਲੱਗਿਆ ਸੀਗਾ ਜਦ ਤੁਸੀਂ ਪੜ੍ਹਿਆ ਸੀ? ਮੈਨੂੰ ਹੋ ਸਕਦਾ ਜਿਵੇਂ ਹਰ ਇੱਕ ਦੇ ਆਪੋ ਆਪਣੇ ਵਿਚਾਰ ਹੁੰਦੇ ਨੇਗੇ। ਮੈਨੂੰ ਲੱਗਦਾ ਹੁੰਦਾ ਹੈ ਕਿ ਕੋਈ ਵੀ ਚੀਜ਼ ਆ ਉਹਦੇ ਹਮੇਸ਼ਾ ਦੋ ਪਾਸੇ ਜ਼ਰੂਰ ਹੁੰਦੇ ਨੇਗੇ ਹਨਾ। ਤੇ ਮੈਨੂੰ ਪਰ ਐ ਲੱਗਦਾ ਵਾ ਵੀ ਜੇ ਸੱਚੀ ਮੁੱਚੀ ਇਦਾਂ ਹੋ ਜਾਊਗਾ ਤਾਂ ਮੈਨੂੰ ਉਹਦੇ ਨੈਗੇਟਿਵ ਇਫੈਕਟ ਜ਼ਿਆਦਾ ਲੱਗਦੇ ਨੇਗੇ ਹਨਾ। ਵੀ ਮੰਨ ਲਓ ਜਿਵੇਂ ਹੁਣ ਸੌਣ ਲੰਘ ਕੇ ਹਟੇ, ਆਪਾਂ ਸੰਧਾਰੇ ਉਡੀਕਦੀਆਂ ਸੀ, ਜੇ ਭੈਣੇ ਆਪਾਂ ਜ਼ਮੀਨਾਂ 'ਚੋਂ ਹਿੱਸੇ ਲੈ ਆਈਆਂ ਫਿਰ ਕਿਹਨੇ ਸੰਧਾਰੇ ਦੇਣੇ ਨੇਗੇ? ਬਿਲਕੁਲ ਬਿਲਕੁਲ ਗੁਰਦੀਪ, ਮੈਂ ਵੀ ਇਹੀ ਚੀਜ਼ ਨੋਟ ਕੀਤੀ ਵੀ ਚਲੋ ਆਪਾਂ ਇਹ ਨਹੀਂ ਕਹਿੰਦੇ ਵੀ ਬਹੁਤ ਪੜ੍ਹੇ ਲਿਖੇ ਜਾਂ ਘੱਟ ਪੜ੍ਹੇ ਲਿਖੇ ਲੋਕਾਂ ਦਾ ਕੁਝ ਫਰਕ ਹੁੰਦਾ, ਐਵੇਂ ਕਦੇ ਨਹੀਂ ਹੁੰਦਾ। ਕਈ ਵਾਰੀ ਇਹ ਹੁੰਦਾ ਵੀ ਜਿਹੜੇ ਲੋਕ ਕਦੀ ਸਕੂਲ ਕਾਲਜ ਵੀ ਨਹੀਂ ਗਏ ਹੁੰਦੇ ਉਹਨਾਂ ਦੀ ਸੋਚ ਕਈ ਮਾਮਲਿਆਂ ਦੇ ਵਿੱਚ ਇੰਨੀ ਖੂਬਸੂਰਤ ਹੁੰਦੀ ਹੈ ਵੀ ਆਪਾਂ ਸ਼ਾਇਦ ਹਨਾ ਉਹ ਚੀਜ਼ਾਂ ਨਹੀਂ ਸੋਚ ਸਕਦੇ। ਮੈਂ ਦੇਖਿਆ ਕਿ ਇੱਕ ਉਹ ਤਬਕਾ ਜਿਹੜਾ ਬਹੁਤ ਜ਼ਿਆਦਾ ਪੜ੍ਹੇ ਲਿਖੇ ਲੋਕਾਂ 'ਚ ਆਉਂਦਾ, ਜਿਨ੍ਹਾਂ ਨੂੰ ਆਪਾਂ ਬਹੁਤ ਪ੍ਰੋਫੈਸ਼ਨਲੀ ਮਤਲਬ ਜਿਨ੍ਹਾਂ ਨੂੰ ਬਹੁਤ ਹੀ ਜ਼ਿਆਦਾ ਪ੍ਰੈਕਟੀਕਲ ਕਹਿ ਸਕਦੇ ਹਾਂ ਆਪਾਂ ਲਾਈਫ ਦੇ ਵਿੱਚ, ਉਹਨਾਂ ਲੋਕਾਂ ਨੇ ਵੀ ਇਸ ਚੀਜ਼ ਬਾਰੇ ਮਤਲਬ ਆਪਣੀ ਰਾਏ ਆ ਜਿਹੜੀ ਬਹੁਤ ਜ਼ਿਆਦਾ ਪੋਜ਼ਿਟਿਵ ਨਹੀਂ ਦਿੱਤੀ ਹਨਾ। ਤੇ ਜਿਹੜੇ ਆਮ ਜਿਵੇਂ ਆਪਾਂ ਕਹਿੰਦੇ ਨੇ ਵੀ ਆਪਣੇ ਪਰਿਵਾਰਾਂ 'ਚੋਂ ਜਿਹੜੇ ਲੋਕ ਆਉਂਦੇ ਆ, ਜਿਹੜੇ ਪਿੰਡਾਂ 'ਚ ਰਹਿਣ ਵਾਲੇ, ਉਹਨਾਂ ਦੀ ਤਾਂ ਰਾਏ ਜਿਹੜੀ ਹੈ ਤੁਹਾਨੂੰ ਪਤਾ ਹੀ ਆ ਵੀ ਉਹ ਬਿਲਕੁਲ ਰਵਾਇਤੀ ਹੁੰਦੀ ਆ ਵੀ ਹਾਂ ਜਿਹੜਾ ਇਹ ਫੈਸਲਾ ਜਿਹੜਾ ਉਹਨਾਂ ਨੂੰ ਸ਼ਾਇਦ ਨਹੀਂ ਚੰਗਾ ਲੱਗਿਆ ਹਨਾ। ਮੈਂ ਤੁਹਾਨੂੰ ਇੱਕ ਚੀਜ਼ ਦੱਸਦੀ ਹਾਂ ਕਿ ਇੱਕ ਭੈਣ ਨੇ, ਉਹ ਡਾਕਟਰ ਵੀ ਨੇ, ਉਹਨਾਂ ਨੇ ਇੱਕ ਦਿਨ ਸੋਸ਼ਲ ਮੀਡੀਆ ਤੇ ਲਿਖਿਆ, ਜਿਹੜੇ ਕਿ ਖੁਦ ਉਹ ਬਹੁਤ ਲੰਮੇ ਸਮੇਂ ਤੋਂ ਉਹਨਾਂ ਦਾ ਆਪਣੀ ਫੈਮਿਲੀ ਨਾਲ ਜਿਹੜਾ ਇਹੀ ਇਸ਼ੂ ਚੱਲ ਰਿਹਾ ਕਿ ਉਹ ਜਦੋਂ ਉਹਨਾਂ ਦਾ ਵਿਆਹ ਹੋਇਆ ਉਸ ਤੋਂ ਬਾਅਦ ਉਹਨਾਂ ਦੀ ਜਿਹੜੇ ਆਪਣੇ ਘਰ ਵਾਲੇ ਨਾਲ ਨਹੀਂ ਬਣੀ। ਮੇਨ ਰੀਜ਼ਨ ਇਹ ਸੀ ਕਿ ਉਹਨਾਂ ਦੇ ਹਸਬੈਂਡ ਸੀ ਜਿਹੜੇ ਉਹ ਚਾਹੁੰਦੇ ਸੀ ਕਿ ਉਹ ਆਪਣੀ ਮਤਲਬ ਇੱਕ ਬਹੁਤ ਚੰਗੇ ਪਰਿਵਾਰ 'ਚ ਹੋਣ ਕਰਕੇ ਵੀ ਉਹ ਆਪਣੇ ਸਹੁਰਿਆਂ ਤੋਂ ਹਿੱਸਾ ਲੈਣ, ਪਰ ਉਸ ਟਾਈਮ ਉਹ ਨਹੀਂ ਸੀ ਮੰਨਦੇ। ਉਹਨਾਂ ਨੂੰ ਸੀ ਕਿ ਮੇਰਾ ਭਰਾ ਹੈ, ਮੇਰਾ ਭਰਜਾਈ, ਤੇ ਉਹ ਮੇਰਾ ਬਹੁਤ ਧਿਆਨ ਰੱਖਦੇ ਆ ਤੇ ਮੈਨੂੰ ਬੜਾ ਪਿਆਰ ਕਰਦੇ ਆ, ਇਸ ਲਈ ਇਹ ਚੀਜ਼ ਹੈ ਜਿਹੜੀ ਨਹੀਂ। ਪਰ ਇਸੇ ਘਟਨਾ ਕਰਕੇ ਉਹਨਾਂ ਦਾ ਤਲਾਕ ਹੋ ਜਾਂਦਾ ਤੇ ਅੱਜ ਉਹ ਆਪਣੇ ਭਰਾ ਨਾਲ ਮਤਲਬ ਕੇਸ ਲੜ ਰਹੇ ਨੇ ਕਿ ਮੈਂ ਜਿਹੜਾ ਮੈਨੂੰ ਮੇਰਾ ਹਿੱਸਾ ਚਾਹੀਦਾ ਹੈ ਕਿਉਂਕਿ ਮੈਂ ਇਸ ਚੀਜ਼ ਕਰਕੇ ਮੇਰਾ ਤਲਾਕ ਹੋਇਆ ਤੇ ਹੁਣ ਜਿਹੜਾ ਮੇਰਾ ਕੋਈ ਦੂਜਾ ਸਹਾਰਾ ਨਹੀਂ ਹੈ, ਇਸ ਲਈ ਮੈਨੂੰ ਮੇਰੇ ਪਿਤਾ ਦੀ ਪ੍ਰਾਪਰਟੀ 'ਚੋਂ ਹਿੱਸਾ ਦਿੱਤਾ ਜਾਵੇ ਹਨਾ। ਉਹਨਾਂ ਨੇ ਇਸ ਚੀਜ਼ ਬਾਰੇ ਜ਼ਰੂਰ ਪੋਜ਼ਿਟਿਵ ਲਿਖਿਆ ਕਿ ਮੇਰੇ ਵਰਗੀਆਂ ਹੋਰ ਕੁੜੀਆਂ ਨੇ ਜਿਨ੍ਹਾਂ ਦੇ ਜਾਂ ਤਲਾਕ ਹੋ ਜਾਂਦੇ ਆ ਜਾਂ ਕੁਛ ਐਵੇਂ ਦੇ ਇਸ਼ੂ ਚੱਲਦੇ ਆ ਕਿ ਉਹਨਾਂ ਕੋਲੇ ਜਿਹੜਾ ਕਿ ਗੁਜ਼ਾਰੇ ਲਈ ਹੋਰ ਚੀਜ਼ ਨਹੀਂ ਹੁੰਦੀ, ਤੇ ਉੱਥੇ ਕੁੜੀਆਂ ਨੇ ਜਿਹੜੀਆਂ ਜ਼ਰੂਰ ਸੋਚਦੀਆਂ ਨੇ ਕਿ ਸਾਨੂੰ ਹਿੱਸੇ ਨੇ ਜਿਹੜੇ ਉਹ ਮਿਲਣੇ ਚਾਹੀਦੇ ਨੇ। ਪਰ ਮੈਨੂੰ ਲੱਗਦਾ ਭੈਣੇ ਵੀ ਜਦੋਂ ਕੁੜੀਆਂ ਨੂੰ ਪਹਿਲਾਂ ਇੱਕ ਸਮਾਂ ਸੀਗਾ ਜਦੋਂ ਕੁੜੀਆਂ ਨੂੰ ਸਿਰਫ ਓਨਾ ਪੜ੍ਹਾਇਆ ਜਾਂਦਾ ਸੀਗਾ ਵੀ ਚੱਲ ਇਹ ਚਿੱਠੀ ਪੜ੍ਹਨ ਜੋਗੀਆਂ ਹੋ ਗਈਆਂ ਜਾਂ ਹਿਸਾਬ ਕਿਤਾਬ ਕਰਨ ਜੋਗੀਆਂ ਹੋ ਗਈਆਂ ਵੀ ਹੁਣ ਇਹਨਾਂ ਨੂੰ ਘਰੇ ਬਿਠਾ ਲਓ ਹਨਾ। ਪਰ ਹੌਲੀ ਹੌਲੀ ਜਦੋਂ ਸਮਾਂ ਬਦਲਿਆ ਵੀ ਫਾਈਨੈਂਸ਼ੀਅਲ ਕੰਡੀਸ਼ਨਸ ਬਹੁਤ ਜ਼ਿਆਦਾ ਅਪ ਡਾਊਨਸ ਹੋਣ ਲੱਗ ਗਈਆਂ ਵੀ ਜਿਹੜੀ ਇੱਕ ਲੇਡੀ ਆ ਉਹਦੇ ਹੱਥ ਪੱਲੇ ਕੁਛ ਨਹੀਂ ਸੀ ਹੁੰਦਾ ਹਨਾ। ਉਹੀ 150 ਚੋਰੀ ਕਿਸੇ ਤੋਂ ਲੁਕੋ ਕੇ ਜਾਂ ਕਿਸੇ ਨੂੰ ਕਿਲੋ ਦੁੱਧ ਦੇਤਾ ਤਾਂ ਉਹਦੇ ਪੈਸੇ, ਉਹ ਜਿਹੜੇ ਲੇਡੀਜ਼ ਦੇ ਹੱਥ ਉਹਨੇ ਕੀ ਪੈਸੇ ਆਉਂਦੇ ਸੀਗੇ। ਫਿਰ ਹੌਲੀ ਹੌਲੀ ਸਮਾਂ ਬਦਲਣ ਦੇ ਨਾਲ ਕਿਉਂਕਿ ਕੁੜੀਆਂ ਵੀ ਫਾਈਨੈਂਸ਼ਲੀ ਇੰਡੀਪੈਂਡੈਂਟ ਹੋਣ ਤਾਂ ਉਹ ਵੀ ਇੱਕ ਰੀਜ਼ਨ ਸੀਗਾ ਵੀ ਕੁੜੀਆਂ ਨੂੰ ਪੜ੍ਹਾਇਆ ਲਿਖਾਇਆ ਜਾਣ ਲੱਗਿਆ ਤਾਂ ਕਿ ਉਹ ਉਹਦੇ ਪੈਰਾਂ ਸਿਰ ਖੜੀਆਂ ਹੋ ਸਕਣ। ਉਸ ਤੋਂ ਬਾਅਦ ਵੀ ਹੱਥ ਦਾ ਹੁਨਰ, ਇਹ ਵੀ ਇੱਕ ਗੱਲ ਸੀਗੀ ਕਿ ਹੱਥ ਦਾ ਹੁਨਰ ਤੁਹਾਡੇ ਕੋਲੇ ਹੋਣਾ ਚਾਹੀਦਾ ਵਾ ਨਾ। ਤੁਸੀਂ
ਔਖੇ ਟਾਈਮ ਕਿਤੇ ਵੀ ਜ਼ਿੰਦਗੀ 'ਚ ਰੋਟੀ ਖਾ ਸਕਦੇ ਹੋ, ਹਨਾ। ਮੈਨੂੰ ਲੱਗਦਾ ਕਿ ਕੁੜੀਆਂ ਨੂੰ ਫਾਈਨੈਂਸ਼ਲੀ ਇੰਡੀਪੈਂਡੈਂਟ ਕਰਨ ਦਾ ਹੀ ਰੀਜ਼ਨ ਸੀਗਾ ਵੀ ਉਹਨਾਂ ਨੂੰ ਪੜ੍ਹਾਇਆ ਲਿਖਾਇਆ ਗਿਆ ਤਾਂ ਕਿ ਇਹ ਕੱਲ੍ਹ ਨੂੰ ਆਪਣਾ ਪਰਿਵਾਰ ਚਲਾ ਸਕਣ, ਜਾਂ ਇਹਨਾਂ 'ਤੇ ਕੋਈ ਮਾੜਾ ਸਮਾਂ ਆਉਂਦਾ ਵਾ ਤਾਂ ਇਹ ਬਾਹਰ ਜਾ ਕੇ ਨੌਕਰੀਆਂ ਕਰ ਸਕਣ ਅਤੇ ਫਾਈਨੈਂਸ਼ਲੀ ਇੰਡੀਪੈਂਡੈਂਟ ਹੋ ਸਕਣ। ਕਿਤੇ ਨਾ ਕਿਤੇ ਮੈਨੂੰ ਐਂ ਲੱਗਦਾ ਹੁੰਦਾ ਵਾ ਵੀ ਜਿਸ ਘਰ ਨੇ ਤੁਹਾਨੂੰ ਇੰਨਾ ਕੁਛ ਦੇ ਕੇ ਤੋਰਿਆ ਹੁੰਦਾ, ਤੁਹਾਡੇ ਵਿਆਹ 'ਤੇ ਲਾਤਾ, ਤੁਹਾਨੂੰ ਪੜ੍ਹਾ ਲਿਖਾਤਾ, ਹੈ ਨਾ, ਤਾਂ ਪਿੱਛੇ ਵੱਲ ਨਾ ਆਪਾਂ ਦੇਖੀਏ। ਜਾਂ ਜਿਹੜੇ ਘਰਾਂ 'ਚ ਅਸੀਂ ਜਾਂਦੇ ਵੀ ਹਾਂ ਤਾਂ ਉਹਨਾਂ ਨੂੰ ਵੀ ਇਹ ਚਾਹੀਦਾ ਵਾ ਵੀ ਜਦੋਂ ਅਸੀਂ ਕਿਸੇ ਕੁੜੀ ਨੂੰ ਵਿਆਹ ਕੇ ਲੈ ਕੇ ਆਉਂਦੇ ਹਾਂ ਤਾਂ ਉਹ ਜਿਹੜੀ ਰਸਮੀ ਇੱਕ ਗੱਲਬਾਤ ਹੁੰਦੀ ਆ ਕੁੜੀ ਮੁੰਡੇ ਦਾ ਰਿਸ਼ਤਾ ਕਰਨ ਮੌਕੇ, ਜਿਹੜੀ ਮਾਂ ਬਾਪ ਦੋਨਾਂ ਪਰਿਵਾਰਾਂ ਦੇ ਵਿੱਚ ਹੁੰਦੀ ਆ, ਭਾਈ ਤੁਸੀਂ ਸਾਡੀ ਕੁੜੀ ਨੂੰ ਸੰਭਾਲ ਸਕਦੇ ਹੋ, ਇਹਦਾ ਖਰਚਾ ਚੱਕ ਸਕਦੇ ਹੋ, ਤਾਂ ਉੱਥੇ ਮੈਨੂੰ ਲੱਗਦਾ ਕੋਈ ਮੁੰਡਾ ਜਾਂ ਕੋਈ ਸਹੁਰਾ ਪਰਿਵਾਰ ਇਹੋ ਜਿਹਾ ਨਹੀਂ ਹੋਣਾ ਜਿਹੜਾ ਕਹਿੰਦਾ ਹੋਊਗਾ ਵੀ ਮੈਂ ਨਹੀਂ ਚੱਕ ਸਕਦਾ, ਹੈ ਨਾ। ਤਾਂ ਫਿਰ ਮੈਨੂੰ ਲੱਗਦਾ ਕਿਤੇ ਨਾ ਕਿਤੇ ਵਿਆਹ ਤੋਂ ਬਾਅਦ ਜਾ ਕੇ ਇਹ ਚੀਜ਼ਾਂ ਕਹਿਣੀਆਂ ਵੀ ਤੁਸੀਂ ਪਿੱਛੋਂ ਜ਼ਮੀਨ 'ਚੋਂ ਹਿੱਸਾ ਲੈ ਕੇ ਆਓ, ਇੱਕ ਤਾਂ ਇਹ ਆ ਵੀ ਕੁੜੀ ਦੇ ਮਨ 'ਚ ਤੁਸੀਂ ਆਪਦਾ ਰਿਸ਼ਤਾ ਜਿਹੜਾ ਉਹ ਖਰਾਬ ਕਰ ਲਿਆ, ਹੈ ਨਾ, ਵੀ ਮੇਰੇ ਨਾਲੋਂ ਜ਼ਿਆਦਾ ਜ਼ਰੂਰੀ ਚੀਜ਼ਾਂ ਸ਼ਾਇਦ ਇਹਨਾਂ ਨੂੰ ਉਹ ਲੱਗੀਆਂ, ਜਾਂ ਸ਼ਾਇਦ ਸਾਡਾ ਰਿਸ਼ਤਾ ਹੀ ਇਹਨਾਂ ਨੇ ਇਸ ਚੀਜ਼ ਕਰਕੇ ਜੋੜਿਆ ਹੋਣਾ, ਕਬੂਲਿਆ ਹੋਣਾ ਵਾ ਵੀ ਇਹਨੂੰ ਪਿੱਛੋਂ ਪ੍ਰੋਪਰਟੀ ਚੰਗੇ ਪਰਿਵਾਰ ਦੇ ਵਿੱਚੋਂ ਆ। ਤੇ ਦੂਜਾ ਜਿਹੜਾ ਸਾਰੀ ਉਮਰ ਦਾ ਰਿਸ਼ਤਾ ਤੁਹਾਡੇ ਪੇਕਿਆਂ ਨਾਲ ਖਰਾਬ ਹੋ ਜਾਂਦਾ ਵਾ, ਜਿਵੇਂ ਜਿਨ੍ਹਾਂ ਦੀ ਹੁਣ ਤੁਸੀਂ ਗੱਲ ਕੀਤੀ ਆ, ਹਸਬੈਂਡ ਨਾਲ ਤਾਂ ਰਿਸ਼ਤਾ ਆਲਰੇਡੀ ਉਹਨਾਂ ਦਾ ਖਰਾਬ ਹੋ ਗਿਆ, ਤੇ ਦੂਸਰੀ ਗੱਲ ਹੁਣ ਉਹਨਾਂ ਦਾ ਭਰਾ ਦੇ ਨਾਲ ਵੀ ਰਿਸ਼ਤਾ, ਉਹਨਾਂ ਕੋਲ ਤਾਂ ਕੁਛ ਰਹਿ ਹੀ ਨਹੀਂ, ਨਾ ਸਹੁਰਿਆਂ ਦਾ ਨਾ ਪੇਕਿਆਂ ਦਾ, ਹਨਾ। ਹੁਣ ਭਰਾ ਦੇ ਨਾਲ ਉਹ ਲੜਾਈ, ਤੁਹਾਨੂੰ ਲੱਗਦਾ ਹੈ ਕਿ ਜੇ ਉਹਨਾਂ ਦੀ ਜੋ ਕੇਸ ਜਿੱਤ ਜਾਂਦੇ ਨੇ ਉਹ ਆਪਦੇ ਪਿੱਛੋਂ ਪਿੱਕ ਪਰਿਵਾਰ ਦੇ ਵਿੱਚੋਂ ਹਿੱਸਾ ਲੈ ਆਉਂਦੇ ਨੇ ਕਿ ਤਾਂ ਮਤਲਬ ਔਖੇ ਸੌਖੇ ਟਾਈਮ ਉਹ ਪਰਿਵਾਰ ਪੇਕਾ ਪਰਿਵਾਰ ਉਹਨਾਂ ਦੇ ਨਾਲ ਆ ਕੇ ਕਦੇ ਵੀ ਖੜੂਗਾ? ਬਿਲਕੁਲ ਪ੍ਰੀਤੀ, ਮੈਨੂੰ ਤੁਹਾਡੀਆਂ ਇਹਨਾਂ ਗੱਲਾਂ 'ਚੋਂ 2-3 ਗੱਲਾਂ ਜਿਹੜੀਆਂ ਮੇਰੇ ਦਿਮਾਗ 'ਚ ਆਉਂਦੀਆਂ ਨੇ, ਹੈ ਨਾ, ਜਦੋਂ ਦੇ ਵੈਸੇ ਆਪਾਂ ਪੜ੍ਹ ਰਹੇ ਹਾਂ ਉਦੋਂ ਦੀਆਂ ਵੀ ਇਹ ਗੱਲਾਂ ਦਿਮਾਗ 'ਚ ਚੱਲਦੀਆਂ ਨੇ। ਪਹਿਲੀ ਗੱਲ ਹੈ ਵੀ ਜਦੋਂ ਹੁਣ ਕੁੜੀਆਂ ਦਾ ਰਿਸ਼ਤਾ ਮਾਂ ਪਿਓ ਕਰਦੇ ਆ, ਹੈ ਨਾ, ਉਹਨਾਂ ਨੂੰ ਵੀ ਹੁੰਦਾ ਵੀ ਜੇ ਸਾਡੀ ਕੁੜੀ ਪੜ੍ਹੀ ਲਿਖੀ ਆ, ਚੰਗਾ ਕਮਾਉਂਦੀ ਆ, ਜਾਂ ਈਵਨ ਕਿ ਨਹੀਂ ਵੀ ਕਮਾਉਂਦੀ, ਹੈ ਨਾ, ਤਾਂ ਉਹ ਇਹੀ ਸੋਚਦੇ ਹੁੰਦੇ ਆ ਵੀ ਜੇ ਮੇਰੀ ਮਤਲਬ ਜਦੋਂ ਮੰਨ ਲਓ ਮੇਰੇ ਮਾਂ ਪਿਓ ਨੇ ਜਾਂ ਤੁਹਾਡੇ ਮਾਂ ਪਿਓ ਨੇ ਰਿਸ਼ਤਾ ਕੀਤਾ ਹੋ, ਉਹਨਾਂ ਨੇ ਇਹੀ ਸੋਚਿਆ ਹੋਊਗਾ ਕਿ ਵੀ ਜੇ ਸਾਡੇ ਕੋਲੇ 5 ਜਾਂ 7 ਕਿੱਲੇ ਪੈਲੀ ਆ ਤਾਂ ਜਿਹੜਾ ਮੁੰਡਾ ਏ ਉਹ 10 ਜਾਂ 12 ਕਿੱਲੇ ਪੈਲੀ ਵਾਲਾ ਹੋਣਾ ਚਾਹੀਦਾ, ਉੱਪਰਲਾ ਹੀ ਦੇਖਦੇ ਨੇ ਹਮੇਸ਼ਾ। ਹਾਂ, ਤੇ ਤੁਸੀਂ ਦੇਖੋ ਵੀ ਆਉਣ ਵਾਲੇ ਸਮੇਂ ਦੇ ਵਿੱਚ ਜੇ ਇਹ ਜਿਹੜਾ ਲਾਅ ਹੈ ਇੰਪਲੀਮੈਂਟ ਹੋ ਜਾਂਦਾ, ਕੁੜੀਆਂ ਇਸ ਪ੍ਰਤੀ ਅਵੇਅਰ ਹੁੰਦੀਆਂ ਨੇ ਕਿ ਹਾਂ ਸਾਨੂੰ ਹਿੱਸੇ ਚਾਹੀਦੇ ਨੇ, ਹੈ ਨਾ, ਜਾਂ ਮਾਪਿਓ ਇਹ ਪਹਿਲ ਕਰਦੇ ਨੇ ਕਿ ਹਾਂ ਜੇ ਸਾਡੇ 2 ਬੱਚੇ ਆ ਤਾਂ ਅਸੀਂ ਧੀ ਜਾਂ ਪੁੱਤਰ ਉਹਨਾਂ ਨੂੰ ਬਰਾਬਰ ਹਿੱਸਾ ਦੇਣਾ। ਜੇ ਇਸ ਤਰੀਕੇ ਦੀ ਪਹਿਲ ਹੁੰਦੀ ਹੈ ਤਾਂ ਸਭ ਤੋਂ ਵੱਡਾ ਨੁਕਸਾਨ ਆ ਜਿਹੜਾ, ਜੇ ਆਪਾਂ ਪੁਆਇੰਟ ਟੂ ਪੁਆਇੰਟ ਵੀ ਗੱਲ ਕਰੀਏ ਤਾਂ ਰਿਸ਼ਤੇ ਜਿਹੜੇ ਹੁਣ ਕੁੜੀ ਦੀ ਪੜ੍ਹਾਈ ਲਿਖਾਈ ਵੇਖ ਕੇ, ਉਹਦੀ ਨੌਕਰੀ ਵੇਖ ਕੇ ਹੁੰਦੇ ਆ। ਕੱਲ੍ਹ ਨੂੰ ਕੁੜੀਆਂ ਨੂੰ ਸਭ ਤੋਂ ਵੱਡੀ ਸਮੱਸਿਆ ਇਹ ਆਊਗੀ ਕਿ ਲੋਕੀ ਇਹ ਵੀ ਵੇਖਿਆ ਕਰਨਗੇ ਕਿ ਕੁੜੀ ਦੇ ਪਿਓ ਕੋਲ ਕਿੰਨੀ ਪ੍ਰਾਪਰਟੀ ਆ ਤੇ ਕੱਲ੍ਹ ਨੂੰ ਇਹਦੇ ਹਿੱਸੇ ਜਿਹੜੀ ਪ੍ਰਾਪਰਟੀ ਉਹ ਕਿੰਨੀ ਆਉਣੀ ਆ। ਹਾਂਜੀ, ਹਾਂ। ਫਿਰ ਆਪਾਂ ਜੇ ਸਮਝੀਏ ਤਾਂ ਦੁਰਗਤੀ ਇੱਕ ਤਰ੍ਹਾਂ ਨਾਲ ਆਪਣੀ ਉਹ 15-20 ਸਾਲ ਪਹਿਲਾਂ ਵਾਲੀ ਹੋ ਜਾਣੀ ਆ, ਜਦੋਂ ਕੁੜੀਆਂ ਦਾ ਆਇਲਸ ਨਹੀਂ ਸੀ ਵੇਖਿਆ ਜਾਂਦਾ, ਕੁੜੀਆਂ ਦਾ ਦਾਜ ਦਹੇਜ ਵੇਖਿਆ ਜਾਂਦਾ ਸੀ, ਹੈ ਨਾ। ਹੁਣ ਵੀ ਬਹੁਤ ਸਾਰੇ ਪਰਿਵਾਰ ਨੇ ਜਿਹੜੇ ਕੁੜੀਆਂ ਦੀ ਪੜ੍ਹਾਈ ਲਿਖਾਈ ਨਕਾਰ ਦਿੰਦੇ ਨੇ। ਉਹਨਾਂ ਨੂੰ ਹੁੰਦਾ ਵੀ ਕਈ ਪਰਿਵਾਰ ਇਹ ਕਹਿ ਦਿੰਦੇ ਆ ਵੀ ਅਸੀਂ ਕਿਹੜਾ ਨੌਕਰੀ ਕਰਾਉਣੀ ਆ, ਸਾਡੇ ਲਈ ਗ੍ਰੈਜੂਏਟ ਵੀ ਉਹੋ ਜਿਹੀ ਆ, ਸਾਡੇ ਲਈ ਪੋਸਟ ਗ੍ਰੈਜੂਏਟ ਵੀ ਉਹੋ ਜਿਹੀ ਆ, ਹੈ ਨਾ। ਤਾਂ ਫਿਰ ਉੱਥੇ ਵੀ ਉਹ ਇਹੀ ਦੇਖਦੇ ਹੁੰਦੇ ਆ ਵੀ ਕੁੜੀ ਕੈਸ਼ ਕਿੰਨਾ ਲੈ ਕੇ ਆ ਰਹੀ ਆ। ਇਸ ਤੋਂ ਬਾਅਦ ਵਾਲਾ ਜਿਹੜਾ ਦੌਰ ਆ ਫਿਰ ਉਹ ਇਹ ਆ ਜਾਏਗਾ ਕਿ ਕੁੜੀ ਜ਼ਮੀਨ ਜਾਂ ਪ੍ਰਾਪਰਟੀ ਆ ਜਿਹੜੀ ਹੋਰ, ਹੈ ਨਾ, ਕਿੰਨੀ ਲੈ ਕੇ ਆ ਰਹੀ ਆ। ਨਾਲੇ ਭੈਣੇ ਤੈਨੂੰ ਨਹੀਂ ਲੱਗਦਾ ਵੀ ਕਿੰਨੀਆਂ ਚੀਜ਼ਾਂ ਖਤਮ ਹੋ ਜਾਣਗੀਆਂ, ਚੱਲ ਸੰਧਾਰੇ ਤਾਂ ਮੁੱਕਣਗੇ ਕਿਉਂਕਿ ਆਪਣੀ ਸੁਸਾਇਟੀ ਦਾ ਹਲੇ ਮਾਈਂਡ ਸੈਟ ਉਨੀ ਐਕਸੈਪਟੈਂਸ ਵਾਲਾ ਨਹੀਂ ਹੈਗਾ ਵੀ ਜੇ ਆਪਾਂ ਕਹਿ ਦਈਏ ਹਾਂ ਚਲੋ ਠੀਕ ਆ 100 ਦੇ ਵਿੱਚੋਂ 10 ਵੀ ਆਪਾਂ ਕਹਿ ਦਈਏ ਵੀ ਇਸ ਚੀਜ਼ ਨੂੰ ਐਕਸੈਪਟ ਕਰ ਲੈਣਗੇ ਵੀ ਠੀਕ ਆ ਅਸੀਂ ਆਪਣੀਆਂ ਕੁੜੀਆਂ ਨੂੰ ਹਿੱਸਾ ਦਿੰਨੇ ਆ, ਹੈ ਨਾ। ਇਹ 10% ਵੀ ਬਹੁਤ ਜ਼ਿਆਦਾ ਵੱਡੀ ਫਿਗਰ ਆ ਜੇ ਆਪਾਂ ਕਹੀਏ, ਪਰ ਅਸੀਂ ਬਹੁਤ ਹੀ ਆਪਾਂ ਕਹਿ ਸਕਦੇ ਹਾਂ ਕਿ ਬਹੁਤ ਸਟਬਨ ਲੋਕੀ ਆ ਵੀ ਅਸੀਂ ਛੇਤੀ ਕੋਈ ਚੀਜ਼ ਐਕਸੈਪਟ ਸਾਡਾ ਮਾਈਂਡ ਨਹੀਂ ਕਰਦਾ ਹੈਗਾ, ਹੈ ਨਾ। ਤੁਹਾਨੂੰ ਲੱਗਦਾ ਹੈ ਕਿ ਮਤਲਬ ਇਹ ਚੀਜ਼ਾਂ 25-30 ਸਾਲਾਂ 'ਚ ਵੀ ਇਹ ਚੀਜ਼ਾਂ ਠੀਕ ਨਹੀਂ ਆਉਣਗੀਆਂ? ਨਾਲੇ ਦੂਸਰੀ ਗੱਲ ਆ ਫਿਰ ਸਾਡੀਆਂ ਨਾਨਕ ਸ਼ੱਕਾਂ ਕੌਣ ਭਰੂਗਾ? ਨਾਨਕ ਸ਼ੱਕਾਂ ਗੁਰਦੀਪ, ਮੈਨੂੰ ਇਹ ਲੱਗਦਾ ਕੁੜੀਆਂ ਦੀ ਪੈਦਾਇਸ਼ ਖਤਮ ਹੋ ਜਾਣੀ ਆ ਕਿਉਂਕਿ ਦੇਖੋ ਹਿੱਸੇ ਲੈ ਕੇ ਜਾਣਗੀਆਂ, ਬਿਲਕੁਲ ਵੀ ਹਿੱਸੇ ਲੈ ਕੇ ਜਾਣਗੀਆਂ। ਲੋਕਾਂ ਨੇ ਰਿਸ਼ਤੇ ਕਰਨੋਂ ਹਟ ਜਾਣਾ ਕਿ ਜਿਹੜੇ ਮੁੰਡੇ ਦੀ 1 ਜਾਂ 2 ਭੈਣਾਂ, ਲੋਕਾਂ ਨੇ ਉਹਦਾ ਜਿਹੜਾ ਰਿਸ਼ਤਾ ਨਹੀਂ ਲਿਆ ਕਰਨਾ ਆਪਣੀ ਕੁੜੀ ਲਈ, ਹੈ ਨਾ। ਕਿਉਂਕਿ ਸਾਡੇ ਦਿਮਾਗ 'ਚ ਇੱਕ ਚੀਜ਼ ਬੈਠ ਜਾਏਗੀ ਕਿ ਜੇ ਮੁੰਡੇ ਨੂੰ 10 ਕਿੱਲੇ ਜ਼ਮੀਨ ਆਉਂਦੀ ਹੈ ਤਾਂ 5 ਤਾਂ ਇਹਦੀ ਭੈਣ ਲੈ ਜਾਏਗੀ, ਜੇ 2 ਭੈਣਾਂ ਨੇ ਤਾਂ ਉਹ ਹੋਰ ਵੀ, ਮਤਲਬ ਉੱਥੇ ਹਾਲਾਤ ਨੇ ਜਿਹੜੇ ਔਖੇ ਹੋ ਜਾਣਗੇ, ਨਾ। ਕਿਤੇ ਨਾ ਕਿਤੇ ਗੱਲ ਆ ਜਿਹੜੀ ਇੱਕ ਤਰ੍ਹਾਂ ਦਾ ਟੌਰਚਰ ਆ ਜਿਹੜਾ ਉਹ ਸਾਡੇ ਤੇ ਹੀ ਵਾਪਸ ਆਉਣਾ। ਪਰ ਇਹ ਗੱਲ ਜੇ ਆਪਾਂ ਮਤਲਬ ਆਪਾਂ ਕੁੜੀਆਂ ਨੂੰ, ਅੱਜ ਦੀਆਂ ਪੜ੍ਹੀਆਂ ਲਿਖੀਆਂ ਕੁੜੀਆਂ ਨੂੰ ਵੀ ਜਾਂ ਆਪਣੇ ਤੇ ਵੀ ਲੈ ਕੇ ਸਮਝਾਈਏ ਤਾਂ ਸਾਨੂੰ ਇਹੀ ਲੱਗੇਗਾ ਕਿ ਨਹੀਂ ਅਸੀਂ ਅਨਪੜ੍ਹਤਾ ਵਾਲੀਆਂ ਗੱਲਾਂ ਕਰ ਰਹੇ ਹਾਂ, ਹੈ ਨਾ। ਪਰ ਜਦੋਂ ਅਸੀਂ ਦੂਰ ਅੰਦੇਸ਼ੀ 'ਚ ਜਾਵਾਂਗੇ
ਤਾਂ ਬਿਲਕੁਲ ਇਹੀ ਗੱਲ ਸਾਹਮਣੇ ਆਊਗੀ ਕਿ ਅਸੀਂ ਇੱਕ ਦੂਜੇ ਦੇ ਬਿਲਕੁਲ ਸ਼ਰੀਕਾਂ ਤਰ੍ਹਾਂ ਬਣ ਜਾਾਂਗੇ। ਹੁਣ ਤੁਸੀਂ ਵੇਖੋ ਪਿੰਡ 'ਚ ਕਿਸੇ ਭਰਾ ਨਾਲ ਜਿੰਨੀ ਮਰਜ਼ੀ ਬਣਦੀ ਹੋਵੇ, ਜਦੋਂ ਵੱਟ ਦਾ ਰੌਲਾ ਆ ਜਾਂਦਾ, ਜ਼ਮੀਨ ਦਾ ਰੌਲਾ ਆਉਂਦਾ ਹੈ ਨਾ, ਫਿਰ ਉਹ ਸ਼ਰੀਕੇਬਾਜ਼ੀ 'ਚ ਚੀਜ਼ਾਂ ਜਿਹੜੀਆਂ ਚਲੇ ਜਾਂਦੀਆਂ ਨੇ। ਤੇ ਜਿਹੜੇ ਮੋਹ ਦੇ ਰਿਸ਼ਤੇ ਨੇ ਕਿ ਹਾਂ ਸਾਰੀ ਉਮਰ ਭੈਣ ਦੇ ਹੱਥ ਦੇ ਸਿਰ ਦੇ ਉੱਪਰ ਭਰਾ ਦਾ ਹੱਥ ਚਾਹੀਦਾ ਹੈ ਨਾ, ਵੈਸੇ ਬਹੁਤ ਸਾਰੇ ਲੋਕ ਨੇ ਜਿਹੜੇ ਨਹੀਂ ਮੰਨਦੇ, ਉਹਨਾਂ ਨੂੰ ਲੱਗਦਾ ਹੁੰਦਾ ਵੀ ਨਹੀਂ ਜੀ ਅੱਜ ਕੱਲ੍ਹ ਵੀ ਰਿਸ਼ਤੇ ਜਿਹੜਾ ਦੇਣ ਲੈਣ ਦਾ ਸਬੱਬ ਬਣ ਗਏ ਨੇ, ਵੀ ਜੇ ਭੈਣ ਦੇ ਰਹੀ ਹੈ ਤਾਂ ਭਰਾ ਦੇ ਦਿੰਦਾ, ਜੇ ਭਰਾ ਨਹੀਂ ਦੇ ਰਿਹਾ ਤਾਂ ਫਿਰ ਭੈਣ ਵੀ ਉਹਦੇ ਘਰ ਨਹੀਂ ਆਉਂਦੀ ਹੈ ਨਾ, ਵੀ ਮੋਹ ਮੁਹੱਬਤ ਵਾਲੀ ਗੱਲ ਨਹੀਂ। ਪਰ ਕਿਤੇ ਨਾ ਕਿਤੇ ਫਿਰ ਵੀ ਬੰਦਾ ਇਸ ਚੀਜ਼ ਦੀ ਸ਼ਰਮ ਲਿਹਾਜ਼ 'ਚ ਜ਼ਰੂਰ ਰਹਿੰਦਾ ਹੈ ਕਿ ਭੈਣਾਂ ਨੇ ਜਿਹੜੀਆਂ ਉਹਨਾਂ ਨੂੰ ਤਮਾਮ ਉਮਰ ਦੇਣਾ ਹੁੰਦਾ ਹੈ, ਤੇ ਉਹ ਸਾਰਾ ਕੁਝ ਛੱਡ ਕੇ ਇੱਕ ਬਗਾਨੇ ਘਰ ਜਾਂਦੀਆਂ ਨੇ ਹੈ ਨਾ, ਤੇ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਪਿੱਛੋਂ ਉਹਨਾਂ ਦੇ ਨਾਲ ਖੜੀਏ। ਬਿਲਕੁਲ ਭੈਣੇ, ਤੇ ਨਾਲੇ ਪੰਜਾਬ ਦੇ ਕੁਝ ਹਿੱਸੇ ਇਦਾਂ ਦੇ ਨੇਗੇ, ਸਾਡੀ ਰਿਸ਼ਤੇਦਾਰੀ ਚੋਂ ਕਿਸੇ ਦਾ ਅੰਬਾਲੇ ਸਾਈਡ ਵਿਆਹ ਹੋਇਆ ਤੇ ਉੱਥੇ ਤਾਂ ਵੈਸੇ ਹੀ ਕਹਿੰਦੇ ਕੁੜੀਆਂ ਨੂੰ ਦੇਣਾ ਉਹ ਬਹੁਤ ਚੰਗਾ ਸਮਝਦੇ ਨੇਗੇ ਹੈ ਨਾ, ਮਤਲਬ ਕੁਝ ਚੀਜ਼ਾਂ ਹਾਲੇ ਵੀ ਹੈਗੀਆਂ। ਤੇ ਜਿਹੜੀ ਆਪਾਂ ਪ੍ਰਾਪਰਟੀ ਦੀ ਗੱਲ ਕਰਦੇ ਆ, ਇਹ ਜਿਹੜੀ ਆਪਣੇ ਬੱਚੇ ਨੇ, ਜਦੋਂ ਆਪਣੇ ਬੱਚੇ ਵੱਡੇ ਹੋਣਗੇ ਤਾਂ ਉਹਨਾਂ ਤੱਕ ਆ ਕੇ ਚੀਜ਼ਾਂ ਮਤਲਬ ਆਪਾਂ ਲਿਆ ਸਕਦੇ ਆ। ਹੁਣ ਮੰਨ ਲਓ ਮੈਂ ਸੋਚਦੀ ਆ ਵੀ ਮੇਰੇ ਲਈ ਮੇਰੀ ਕੁੜੀ ਵੀ ਉਨੀ ਇੰਪੋਰਟੈਂਸ ਰੱਖਦੀ ਹੈ ਤੇ ਮੇਰੇ ਲਈ ਮੇਰਾ ਮੁੰਡਾ ਵੀ ਉਨੀ ਇੰਪੋਰਟੈਂਸ ਰੱਖੂਗਾ ਹੈ ਨਾ। ਮੈਂ ਉਹ ਚੀਜ਼ਾਂ ਜਾਂ ਮੈਂ ਆਪਣੀ ਭੈਣ ਨਾਲ ਗੱਲ ਕਰਦੀ ਹੁੰਦੀ ਸੀਗੀ ਤਾਂ ਉਹ ਕਹਿੰਦੀ ਸੀ ਵੀ ਮੇਰੀ ਜਿੰਨੀ ਵੀ ਪ੍ਰਾਪਰਟੀ ਹੋਊਗੀ ਉਹ ਸਪਲਿਟ ਹੋਊਗੀ, ਵੀ ਮੇਰੇ ਜੇ 2 ਬੱਚੇ ਨੇ ਤਾਂ ਉਹ ਦੋਨਾਂ ਬੱਚਿਆਂ 'ਚ ਹੀ ਜਾਊਗੀ, ਚਾਹੇ ਉਹ ਮੁੰਡਾ ਕੁੜੀ ਨੇ, ਚਾਹੇ ਉਹ 2 ਮੁੰਡੇ ਨੇ, ਚਾਹੇ ਉਹ 2 ਕੁੜੀਆਂ ਨੇਗੀਆਂ ਹੈ ਨਾ। ਮਤਲਬ ਉਹ ਜਨਰੇਸ਼ਨ ਲਈ ਅਸੀਂ ਸੋਚ ਸਕਦੇ ਆ ਕਿਉਂਕਿ ਉਹ ਉਹਨਾਂ ਲਈ ਅਸੀਂ ਸੋਚਣਾ ਵਾ ਹੈ ਨਾ। ਤੇ ਜਿਹੜੀ ਜਿਨ੍ਹਾਂ ਨੇ ਸਾਡੀ ਮੇਕਿੰਗ ਜਿਨ੍ਹਾਂ ਦੇ ਥਰੂ ਹੋਈ ਆ ਤਾਂ ਉਹਨਾਂ ਦੇ ਦਿਮਾਗ ਹਲੇ ਮਤਲਬ ਉਹ ਸੋਚ ਉਨੀ ਜ਼ਿਆਦਾ ਵੱਡੀ ਨਹੀਂ ਵੀ ਜਿਹੜੀ ਚੀਜ਼ਾਂ ਨੂੰ ਰਿਸ਼ਤਿਆਂ ਨਾਲੋਂ ਜ਼ਿਆਦਾ ਤਰਜੀਹ ਦੇਣ, ਜਾਂ ਮਤਲਬ ਉਹਨਾਂ ਨੇ ਉਹ ਮਾਹੌਲ ਨਹੀਂ ਦੇਖਿਆ ਹੈਗਾ ਵੀ ਫਾਈਨੈਂਸ਼ਲੀ ਇੰਡੀਪੈਂਡੈਂਟ ਹੋਣਾ ਕਿੰਨਾ ਜ਼ਿਆਦਾ ਜ਼ਰੂਰੀ ਆ, ਜਾਂ ਆਉਣ ਵਾਲੇ ਸਮੇਂ ਦੀਆਂ ਕੀ ਲੋੜਾਂ ਨੇਗੀਆਂ। ਬਿਲਕੁਲ। ਜੇ ਗੁਰਦੀਪ ਥੋੜਾ ਜਿਹਾ ਪੋਜ਼ਿਟਿਵ ਪੱਖ ਇੰਨਾ ਕੁ ਜ਼ਰੂਰ ਹੈਗਾ ਵੀ ਜਿਹੜਾ ਆਪਾਂ ਨੂੰ ਸਹੁਰੇ ਘਰ ਜਾ ਕੇ ਜਦੋਂ ਕੋਈ ਪ੍ਰੋਬਲਮ ਆਉਂਦੀ ਆ ਹੈ ਨਾ, ਬਹੁਤਾਤ ਕੁੜੀਆਂ ਨੇ ਜਿਹੜੀਆਂ ਉਹ ਮਾਂ ਪਿਓ ਨਾਲ ਸ਼ੇਅਰ ਨਹੀਂ ਕਰਦੀਆਂ। ਇਸ ਲਈ ਵੀ ਨਹੀਂ ਕਰਦੀਆਂ ਕਿਉਂਕਿ ਉਹਨਾਂ ਨੂੰ ਪਤਾ ਹੁੰਦਾ ਹੈ ਕਿ ਤੁਹਾਡੇ ਨਾਲ ਚੰਗਾ ਹੁੰਦਾ ਰਹੇ, ਤੁਹਾਡੇ ਨਾਲ ਮਾੜਾ ਹੁੰਦਾ ਰਹੇ। ਮਾਂ ਪਿਓ ਨੇ ਜਿਹੜੇ ਉਸ ਸਥਿਤੀ 'ਚ ਕਦੇ ਹੀ ਨਹੀਂ ਪਹਿਲ ਕਰਦੇ ਵੀ ਹਾਂ ਤੂੰ ਆ ਜਾ ਤੇ ਅਸੀਂ ਇਕਨੋਮਿਕਲੀ ਹੈ ਜਿਹੜਾ ਤੇਰੇ ਲਈ ਕਰਾਂਗੇ ਜਾਂ ਤੇਰੀ ਹੈਲਪ ਕਰਾਂਗੇ ਹੈ ਨਾ। ਕੁੜੀਆਂ ਦਾ ਉਹ ਸ਼ਾਇਦ ਉਹ ਮਾਹੌਲ ਥੋੜਾ ਘੱਟ ਸਕਦਾ ਵੀ ਜੇ ਕੁੜੀਆਂ ਨੂੰ ਜਿਹੜਾ ਮਾਂ ਪਿਓ ਇਹ ਪਹਿਲ ਕਰਨ ਹਿੱਸਾ ਦੇਣ ਵਾਲੀ ਹੈ ਨਾ। ਪਰ ਤੁਹਾਨੂੰ ਨਹੀਂ ਲੱਗਦਾ ਵੀ ਉਹ ਕਰਨ ਦੀ ਬਜਾਏ ਹੈ ਨਾ ਕਿਸੇ ਵੀ ਕਾਨੂੰਨ ਨੂੰ ਜਾਂ ਕਿਸੇ ਵੀ ਜਿਹੜੇ ਵੀ ਇਹੋ ਜਿਹੀਆਂ ਤਜਵੀਜ਼ਾਂ ਰੱਖਦੇ ਆ ਉਹਨਾਂ ਨੂੰ ਇਹ ਪਹਿਲ ਕਰਨੀ ਚਾਹੀਦੀ ਹੈ ਵੀ ਕੁੜੀਆਂ ਨੂੰ ਸਹੁਰੇ ਪਰਿਵਾਰ 'ਚੋਂ ਕੁਛ ਪਰਸੈਂਟੇਜ ਆ ਜਿਹੜੀ ਉਹ ਹੋਣੀ ਚਾਹੀਦੀ ਆ ਵੀ ਹਾਂ ਜੇ ਤੁਹਾਡਾ ਵਿਆਹ ਹੋ ਗਿਆ 2 ਸਾਲ ਬਾਅਦ ਜਾਂ 3 ਸਾਲ ਬਾਅਦ ਘਰ ਵਾਲੇ ਦੀ ਜਾਂ ਜਿਹੜੇ ਸਹੁਰਾ ਪਰਿਵਾਰ ਆ ਉਹਨਾਂ ਦੀ ਪ੍ਰਾਪਰਟੀ 'ਚੋਂ ਤੁਹਾਨੂੰ 20% ਜਾਂ 30% ਹਿੱਸਾ ਹੈ ਜਿਹੜਾ ਉਹ ਲੀਗਲੀ ਆਟੋਮੈਟਿਕਲੀ ਤੁਹਾਡੇ ਨਾਂ ਹੋਊਗਾ ਹੈ ਨਾ। ਲੋਕਾਂ ਦੇ ਮਨ 'ਚ ਦੇਖੋ ਧੀਆਂ ਲਈ ਤਾਂ ਅਸੀਂ ਬਹੁਤ ਤਜਵੀਜ਼ਾਂ ਦੇਤੀਆਂ ਵੀ ਹਾਂ ਪਿਓ ਨੂੰ ਹਿੱਸਾ ਦੇਣਾ ਚਾਹੀਦਾ, ਭਰਾ ਨੂੰ ਹਿੱਸਾ ਦੇਣਾ ਚਾਹੀਦਾ, ਪਰ ਕੀ ਸਹੁਰੇ ਜਾਂ ਘਰ ਵਾਲਾ ਜਿਹੜੀ ਇੰਨੀ ਪਹਿਲ ਕਰੂਗਾ ਵੀ ਹਾਂ ਨਹੀਂ ਤੂੰ ਇਕਨੋਮਿਕਲੀ ਮਤਲਬ ਇਨਸਿਕਿਉਰਿਟੀ ਨਾ ਫੀਲ ਕਰ, ਮੈਂ ਆ ਜਿਹੜਾ ਤੈਨੂੰ ਆਪਣਾ 30% ਜਾਂ 40% ਹਿੱਸਾ ਦਿੰਦਾ ਹੈ ਨਾ। ਨਹੀਂ ਕਰਦੇ। ਤੁਸੀਂ ਲੱਖ ਰੁਪਏ ਦੀ ਗੱਲ ਕੀਤੀ। ਅਸਲ ਦੇ ਵਿੱਚ ਇਹ ਕਾਨੂੰਨ ਬਣਨਾ ਚਾਹੀਦਾ ਸੀ ਵੀ ਜਦੋਂ ਕੁੜੀ ਵਿਆਹ ਕੇ ਸਹੁਰੇ ਪਰਿਵਾਰ 'ਚ ਆ ਜਾਂਦੀ ਆ ਤਾਂ ਉਹ ਪ੍ਰਾਪਰਟੀ ਜੋ ਵੀ ਪ੍ਰਾਪਰਟੀ ਮੁੰਡੇ ਦੇ ਉਹਦੇ ਘਰ ਵਾਲੇ ਦੇ ਹਿੱਸੇ ਆਉਂਦੀ ਆ ਤਾਂ ਉਹਦੇ ਵਿੱਚ ਇੰਨਾ % ਹਿੱਸਾ ਜਿਹੜਾ ਉਹ ਵੈਸੇ ਇਹ ਹੈਗਾ ਤਾਂ ਹੈ ਵੀ ਜਿਵੇਂ ਜਦੋਂ ਡਿਵੋਰਸ ਦੇ ਕੇਸਿਸ ਹੁੰਦੇ ਨੇ ਜਾਂ ਫਿਰ ਬਾਹਰਲੇ ਮੁਲਕਾਂ ਦੇ ਵਿੱਚ ਆਪਾਂ ਦੇਖਦੇ ਹਾਂ ਤਾਂ ਕੁੜੀ ਦਾ ਹਿੱਸਾ ਵੀ ਉਨਾ ਹੀ ਗਿਣਿਆ ਜਾਂਦਾ ਪ੍ਰਾਪਰਟੀ ਦੇ ਵਿੱਚ ਹੈ ਨਾ, ਤਾਂ ਉਹਦਾ ਹੱਕ ਪਹਿਲਾਂ ਮੰਨਿਆ ਜਾਂਦਾ ਮੁੰਡੇ ਨਾਲੋਂ। ਪਰ ਹਾਂ ਇਹ ਮੈਂਡੇਟਰੀ ਜ਼ਰੂਰ ਹੋਣਾ ਚਾਹੀਦਾ ਵਾ ਪਿੱਛੋਂ ਲਿਆਉਣ ਨਾਲੋਂ ਕੁੜੀਆਂ ਨੂੰ ਫਾਈਨੈਂਸ਼ਲੀ ਇੰਡੀਪੈਂਡੈਂਟ ਜੇ ਕਰਨਾ, ਕਿਉਂਕਿ ਪਿੱਛੇ ਵਾਲੇ ਨੇ ਤਾਂ ਪੜ੍ਹਾਤੀਆਂ ਲਿਖਾਤੀਆਂ। ਅੱਜ ਕੱਲ੍ਹ ਤੇ ਇਹ ਵੀ ਆ ਭੈਣੇ ਵੀ ਦਾਜ ਦਾ ਵੀ ਉਦੋਂ ਹੀ ਘਟਿਆ ਵਾ ਜਦੋਂ ਕੁੜੀਆਂ ਪੜ੍ਹ ਲਿਖ ਕੇ ਨੌਕਰੀ ਤੇ ਹੋ ਗਿਆ। ਅਗਲਾ ਕਹਿੰਦਾ ਸਾਡੀ ਕੁੜੀ ਤਾਂ ਭਈ ਜਿਹੜੇ ਮਹੀਨੇ ਦਾਜ ਲੈ ਕੇ ਆਉਂਦੀ ਆ ਹੈ ਨਾ, ਤਾਂ ਉਹ ਦਾਜ ਦੇਣਾ ਉੱਥੋਂ ਘਟਿਆ ਹੈ ਨਾ। ਇਹ ਕਿੱਡੀ ਵੱਡੀ ਮੂਵਮੈਂਟ ਸੀਗੀ ਇਹ। ਤੇ ਇਹ ਜ਼ਰੂਰ ਹੋਣਾ ਚਾਹੀਦਾ ਵੀ ਜਦੋਂ ਕੁੜੀ ਵਿਆਹ ਕੇ ਮੂਹਰਲੇ ਘਰੇ ਜਾਂਦੀ ਆ, ਆਪਣੇ ਸਹੁਰੇ ਘਰੇ ਜਾਂਦੀ ਆ, ਤਾਂ ਉਦੋਂ ਹਾਂ ਉਹਨੂੰ ਫਾਈਨੈਂਸ਼ਲੀ ਸਿਕਿਉਰਡ ਜ਼ਰੂਰ ਕਰਨਾ ਚਾਹੀਦਾ ਕਿ ਇੰਨਾ ਹਿੱਸਾ ਵਾ ਜਿਹੜਾ ਉਹ ਤੇਰਾ ਵਾ ਹੈ ਨਾ। ਗੁਰਦੀਪ ਦੇਖੋ ਜਦੋਂ ਆਪਾਂ ਛੋਟੇ ਹੁੰਨੇ ਆਪਾਂ ਨੂੰ ਕਹਿ ਦਿੰਦੇ ਆ ਵੀ ਤੂੰ ਬੇਗਾਨੇ ਘਰ ਜਾਣਾ ਹੈ ਨਾ, ਉਹ ਇੱਕ ਤਰ੍ਹਾਂ ਨਾਲ ਤੁਹਾਡੇ ਦਿਮਾਗ 'ਚ ਬੈਠ ਜਾਂਦਾ ਕਿ ਉਹ ਵੀ ਜਿਹੜਾ ਘਰ ਹੋਊਗਾ ਬੇਗਾਨਾ ਹੀ ਹੋਊਗਾ। ਹੁਣ ਮੈਨੂੰ 15 ਸਾਲ ਮੈਨੂੰ ਹੋ ਗਏ ਇੱਕ ਪਰਿਵਾਰ 'ਚ ਰਹਿੰਦੇ ਹੈ ਨਾ, ਤੁਹਾਨੂੰ ਵੀ 7-8 ਸਾਲ ਹੋ ਜਾਣੇ ਆ। ਤੁਸੀਂ ਸੋਚ ਕੇ ਦੇਖੋ ਵੀ ਕਦੀ ਵੀ ਤੁਹਾਨੂੰ ਲੱਗਿਆ ਵੀ ਇਹ ਘਰ ਮੇਰਾ ਆਪਣਾ ਨਹੀਂ ਲੱਗਦਾ। ਤੁਸੀਂ ਚਾਹੇ 25 ਸਾਲ ਵੀ ਉਸ ਘਰ 'ਚ ਰਹੋਗੇ ਤਾਂ ਤੁਹਾਨੂੰ ਇਹੀ ਲੱਗੇਗਾ ਕਿ ਇਹ ਘਰ ਆ ਜਿਹੜਾ ਇਹ ਮੇਰੇ ਘਰ ਵਾਲੇ ਦਾ ਜਾਂ ਫਿਰ ਮੇਰੇ ਸਹੁਰਾ ਪਰਿਵਾਰ ਦਾ ਹੈ ਨਾ। ਜੇ ਸਾਨੂੰ ਉਸ ਘਰ ਦੇ ਵਿੱਚ ਆ ਕੇ ਇਹੋ ਜਿਹੀ ਪਹਿਲ ਮਿਲੇ ਤਾਂ ਸਾਨੂੰ ਕਿਉਂ ਨਹੀਂ ਲੱਗੂਗਾ ਕਿ ਉਹ ਘਰ ਮੇਰਾ ਆਪਣਾ ਹੈ ਨਾ। ਦੂਜੀ ਗੱਲ ਹੈ ਅੱਜ ਕੱਲ੍ਹ ਰਿਵਾਜ਼ ਚਲਾਤੇ ਨੇ ਲੋਕਾਂ ਨੇ, ਵੈਸੇ ਆਪਾਂ ਨੂੰ ਇੰਨਾ ਜ਼ਿਆਦਾ ਮਤਲਬ ਨਿੰਦਣਾ ਨਹੀਂ ਚਾਹੀਦਾ, ਪਰ ਫਿਰ ਵੀ ਮੈਂ ਨਿੰਦ ਰਹੀ ਹਾਂ ਕਿਉਂਕਿ ਜਿਹੜੀ ਸੁਸਾਇਟੀ 'ਚ ਚੀਜ਼ ਇਹੋ ਜਿਹੀ ਆ ਤੁਹਾਨੂੰ ਇਸ
ਪਲੇਟਫਾਰਮ ਤੋਂ ਅੱਗੇ ਕੋਈ ਵੀ ਪਲੇਟਫਾਰਮ ਨਹੀਂ ਮਿਲਦਾ ਜਿੱਥੇ ਆਪਾਂ ਡਿਸਕਸ ਕਰ ਸਕਦੇ ਹਾਂ। ਅੱਜ ਕੱਲ੍ਹ ਲੋਕਾਂ ਨੇ ਘਰਾਂ ਦੀਆਂ ਜਿਹੜੀਆਂ ਰਜਿਸਟਰੀਆਂ ਨੇ ਜਾਂ ਘਰ ਨੇ ਜਿਹੜੇ ਉਹ ਕੁੜੀਆਂ ਦੇ ਨਾਂ ਕਰਾਉਣੇ ਸ਼ੁਰੂ ਕੀਤੇ ਨੇ, ਮਤਲਬ ਘਰ ਵਾਲੇ ਨੇ ਆਪਣੀ ਪਤਨੀ ਦੇ ਨਾਂ ਜਾਂ ਮਾਂ ਦੇ ਨਾਲ, ਹਨਾ, ਇਹ ਘਰ ਨੇ ਜਿਹੜੇ ਹੋਣ ਲੱਗੇ ਨੇ। ਉਹਦਾ ਇੱਕ ਰੀਜ਼ਨ ਹੈ ਟੈਕਸ ਘੱਟ ਹਾਂ, ਉਹਦਾ ਇੱਕ ਰੀਜ਼ਨ ਹੈ ਕਿ ਟੈਕਸ ਘੱਟ ਪਏਗਾ, ਜਾਂ ਫਿਰ ਜਿਹੜਾ ਰਜਿਸਟਰੀ ਦਾ ਖਰਚਾ ਹੈ ਉਹ ਘੱਟ ਪਏਗਾ, ਜਾਂ ਫਿਰ ਜਿਹੜੇ ਲੋਨ ਅਪਲਾਈ ਹੁੰਦੇ ਨੇ ਜੇ ਔਰਤ ਦੇ ਨਾਂ ਤੇ ਘਰ ਆ ਤਾਂ ਉਹ ਜਿਹੜਾ ਲੋਨ ਦਾ ਥੋੜਾ ਜਿਹਾ ਰੈਂਟ ਆ ਜਿਹੜਾ ਉਹ ਘੱਟ ਹੁੰਦਾ, ਹਨਾ। ਮਤਲਬ ਪਰ ਉਹ ਰਜਿਸਟਰੀਆਂ ਕਦੇ ਸਾਡੇ ਹੱਥ 'ਚ ਨਹੀਂ ਆਉਂਦੀਆਂ, ਉਹ ਸਾਡੇ ਹੱਥ ਨਹੀਂ ਆਉਂਦੀਆਂ ਔਰ ਸਾਨੂੰ ਫਿਰ ਵੀ ਕਦੀ ਆਪਣੀਆਂ ਨਹੀਂ ਲੱਗਦੀਆਂ ਹੈਗੀਆਂ, ਹਨਾ। ਮਤਲਬ ਉਸ ਤਰੀਕੇ ਨਾਲ ਸਾਨੂੰ ਯੂਜ਼ ਕਰਨ ਦੀ ਬਜਾਏ ਕਿਉਂ ਨਾ ਇਹ ਹੋਵੇ ਕਿ ਅਸੀਂ ਇਕਨੋਮਿਕਲੀ ਉਹਨਾਂ ਦੇ ਬਰਾਬਰ ਫੀਲ ਕਰ ਸਕੀਏ, ਉਸ ਲਈ ਕਾਨੂੰਨ ਸਾਡੇ ਹੱਕ 'ਚ ਫੈਸਲਾ ਦੇਵੇ ਵੀ ਹਾਂ ਜਦੋਂ ਤੁਸੀਂ ਦੋ, ਕਿ ਫਿਰ ਲੋਕੀ ਜਿਨ੍ਹਾਂ ਦਾ ਪੁੱਠਾ ਦਿਮਾਗ ਚੱਲਦਾ ਉਹ ਇਹ ਵੀ ਸੋਚਣ ਲੱਗ ਜਾਂਦੇ, ਲਓ ਜੀ ਫਿਰ ਤਾਂ ਕੁੜੀ ਵਿਆਹ ਕਰਾਇਆ ਕਰੇਗੀ, 2 ਸਾਲ ਬਾਅਦ ਤਲਾਕ ਲੈ ਲਿਆ ਕਰੇਗੀ, 3 ਸਾਲ ਬਾਅਦ ਐਂ ਕਰ ਲਿਆ ਕਰੇਗੀ। ਮਤਲਬ ਇੰਨਾ ਬੇਵਕੂਫ ਕੋਈ ਨਹੀਂ ਹੁੰਦਾ ਵੀ 1-2 ਕਿੱਲੇ ਜਾਂ 4 ਕਿੱਲੇ ਪ੍ਰਾਪਰਟੀ ਲਈ ਜਾਂ ਇੱਕ ਦੁਕਾਨ ਲਈ ਜਾਂ ਇੱਕ ਛੋਟੇ ਜਿਹੇ ਬਿਜ਼ਨਸ ਲਈ ਉਹ 4-5 ਵਿਆਹ ਕਰਾ ਲੇਗਾ, ਹਨਾ। ਸੁਸਾਇਟੀ 'ਚ ਚੰਗਾ ਮਾੜਾ ਸਭ ਕਿਤੇ ਹੀ ਹੁੰਦਾ ਹੈ, ਉਹ ਬੰਦੇ ਵੀ ਕਰਦੇ ਨੇ, ਔਰਤਾਂ ਵੀ ਕਰਦੀਆਂ ਨੇ, ਹਨਾ। ਪਰ ਉਹਦੀ ਬਜਾਏ ਜੇ ਸਾਨੂੰ ਇਹ ਹੱਕ ਮਿਲਦਾ ਤਾਂ ਅਸੀਂ ਖੁਸ਼ੀ ਵੀ ਸਾਨੂੰ ਹੁੰਦੀ ਬਹੁਤ ਜ਼ਿਆਦਾ, ਤੇ ਜਿਹੜੇ ਸਾਡੇ ਪਿਛਲੇ ਰਿਸ਼ਤੇ ਨੇ ਅਸੀਂ ਸ਼ਾਇਦ ਉਹਨਾਂ ਨੂੰ ਵੀ, ਹਨਾ, ਜ਼ਿਆਦਾ ਵਧੀਆ ਨਿਭਾ ਲੈਂਦੇ ਤੇ ਬਚਾ ਲੈਂਦੇ। ਬਿਲਕੁਲ। ਤੇ ਮਤਲਬ ਦੋਨੋਂ ਚੀਜ਼ਾਂ ਜਿਹੜੀਆਂ ਨੇ ਬੜੀਆਂ ਆਪਣੀ ਆਪਣੀ ਜਗ੍ਹਾ ਸੈਟਲ ਰਹਿਣੀਆਂ ਸੀਗੀਆਂ, ਪਿਛਲੇ ਰਿਸ਼ਤੇ ਵੀ ਉਵੇਂ ਹੀ ਰਹਿਣੇ ਸੀਗੇ, ਹਨਾ, ਗਾਂ ਤੱਕ ਲੋਕੀ ਵਰਤਦੇ। ਤੇ ਮੈਨੂੰ ਲੱਗਦਾ ਵੀ ਜੇ ਕਿਤੇ ਉਹ ਜ਼ਮੀਨਾਂ ਵੰਡਾਉਣ ਦਾ ਜਾਂ ਹਿੱਸੇ ਲੈਣ ਦੀ ਗੱਲ ਆ ਜੂਗੀ ਤਾਂ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਉਸੇ ਦਿਨ ਖਤਮ ਹੋ ਜਾਣਗੀਆਂ ਜਿਸ ਦਿਨ ਅਸੀਂ ਹਿੱਸਾ ਲੈ ਆਈਆਂ ਪਿੱਛੋਂ, ਹਨਾ। ਮਤਲਬ ਮਿਲਣਾ ਵਰਤਣਾ ਉਹ ਸਾਰਾ ਕੁਝ ਖਤਮ ਹੋ ਜਾਊਗਾ। ਹਾਂ, ਇਹ ਜ਼ਰੂਰ ਹੈਗਾ ਵੀ ਜਦੋਂ ਕੁੜੀ ਵਿਆਹ ਕੇ ਸਹੁਰੇ ਘਰ ਜਾਂਦੀ ਆ ਤਾਂ ਉੱਥੋਂ ਉਹਨੂੰ ਜ਼ਰੂਰ ਹਿੱਸਾ ਮਿਲਣਾ ਚਾਹੀਦਾ ਵਾ, ਕਿ ਉਹਦੇ ਨਾਲ ਕੁਝ ਪ੍ਰਾਪਰਟੀ ਜਾਂ ਫਿਰ ਘਰ ਕਹਿ ਲੋ ਜਾਂ ਕੁਝ ਵੀ ਹਾਂ ਸਾਨੂੰ ਲੱਗੇ ਅਸੀਂ ਆਪਣੇ ਪੈਰਾਂ ਤੇ ਆ। ਹੁਣ ਗੁਰਦੀਪ ਜ਼ਿੰਦਗੀ 'ਚ ਹਰ ਕੋਈ ਕਹਿ ਦਿੰਦਾ ਵੀ 70% ਜਿਹੜੀਆਂ ਕੁੜੀਆਂ ਨੇ ਵਿਚਾਰੀਆਂ ਉਹ ਘਰੇਲੂ ਹਿੰਸਾ ਸਹਿ ਰਹੀਆਂ ਨੇ ਜਾਂ ਉਹ ਇਹੋ ਜਿਹਾ ਕੁਝ ਸਹਿ ਰਹੀਆਂ ਨੇ ਜਿਹੜਾ ਉਹਨਾਂ ਨੇ ਕਦੀ ਇਮੈਜਿਨ ਵੀ ਨਹੀਂ ਕੀਤਾ ਹੁੰਦਾ ਵੀ ਅੱਗੇ ਜਾ ਕੇ ਜ਼ਿੰਦਗੀ। ਕਿਉਂ ਨਹੀਂ ਬੋਲ ਸਕਦੀਆਂ? ਕਿਉਂਕਿ ਇਸੇ ਲਈ ਨਹੀਂ ਬੋਲ ਸਕਦੀਆਂ, ਹੈ ਨਾ, ਕਿ ਮਤਲਬ ਹੱਥ ਦੇ ਵਿੱਚ ਕੁਝ ਹੁੰਦਾ ਨਹੀਂ। ਬਹੁਤ ਸਾਰੀਆਂ ਔਰਤਾਂ ਦੀ ਤਾਂ ਸਮੱਸਿਆ ਇਹ ਆ ਵੀ ਉਹ ਵਿਚਾਰੀਆਂ ਸੋਚਦੀਆਂ ਨੇ ਕਿ ਕਮਾਵਾਂਗੇ ਕਿੱਥੋਂ, ਖਾਵਾਂਗੇ ਕੀ, ਬੱਚਿਆਂ ਨੂੰ ਕਿੱਦਾਂ ਪਾਲਾਂਗੇ, ਹੈ ਨਾ। ਇਹ ਮਤਲਬ ਆਪਾਂ ਸ਼ਾਇਦ ਬਹੁਤ ਥੋੜ੍ਹੇ ਲਹਿਜੇ 'ਚ ਗੱਲ ਕਰ ਰਹੇ ਹਾਂ, ਪਰ ਜੇ ਤੁਸੀਂ ਲੋਕਾਂ ਨਾਲ ਗੱਲ ਕਰੋ ਤਾਂ ਤਕਰੀਬਨ ਹਰ ਤੀਜੀ ਔਰਤ ਆ ਜਿਹੜੀ ਉਹਦੀ ਅੱਜ ਦੇ ਦੌਰ 'ਚ ਇਹ ਸਮੱਸਿਆ, ਹੈ ਨਾ। ਤਾਂ ਉਹ ਜੇ ਉਹਨੂੰ ਹੋਵੇ ਕਿ ਹਾਂ ਮੇਰੇ ਹੱਥ 'ਚ ਆ ਸਾਰਾ ਕੁਝ ਹੈਗਾ, ਉਹ ਕਿਉਂ ਸਹੇਗੀ, ਕਿਉਂ ਉਹ ਇਹੋ ਜਿਹੀਆਂ ਚੀਜ਼ਾਂ ਬਰਦਾਸ਼ਤ ਕਰੇਗੀ, ਹੈ ਨਾ। ਤੇ ਦੂਜੀ ਗੱਲ, ਭਰਾ ਨੂੰ ਵੀ ਨਹੀਂ ਹੋਏਗਾ ਵੀ ਲੈ ਜੇ ਕੱਲ੍ਹ ਨੂੰ ਇਹਦਾ ਤਲਾਕ ਹੋ ਜਾਂਦਾ ਤਾਂ ਇਹ ਆ ਕੇ ਮੇਰੇ ਸਿਰ ਤੇ ਬੈਠ ਜਾਏਗੀ, ਮੇਰੀ ਪ੍ਰੋਪਰਟੀ ਲੈ ਲਏਗੀ, ਹੈ ਨਾ। ਅੱਧੇ ਭਰਾ ਜਾਂ ਮਾਂ ਪਿਓ ਇਸੇ ਚੱਕਰ 'ਚ ਕੁੜੀਆਂ ਦੇ ਇਹਨਾਂ ਫੈਸਲਿਆਂ 'ਚ ਸਾਥ ਨਹੀਂ ਦਿੰਦੇ। ਉਹਨਾਂ ਨੂੰ ਹੁੰਦਾ ਕਿ ਸਾਡੇ ਤੇ ਬੋਝ ਬਣੂਗੀ। ਹਾਂ, ਬਿਲਕੁਲ। ਤੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਜੇ ਆਪਾਂ ਸੋਚੀਏ ਤਾਂ ਸਾਨੂੰ ਜਾਇਦਾਦ ਚਾਹੀਦੀ ਹੈ। ਅਸੀਂ ਵੀ ਚਾਹੁੰਦੇ ਹਾਂ ਵੀ ਸਾਡੇ ਕੋਲੇ ਉਹ ਸਾਰਾ ਕੁਝ ਹੋਵੇ, ਪਰ ਸਾਰਿਆਂ ਤੋਂ ਚਾਹੀਦੀ ਹੈ, ਸਾਨੂੰ ਪੇਕਿਆਂ ਤੋਂ ਨਹੀਂ ਚਾਹੀਦੀ। ਭੈਣੇ ਕਿਤੇ ਐ ਨਾ ਹੋਵੇ ਵੀ ਆਪਣੇ ਜਾਂਦੀਆਂ ਨੂੰ ਰਜਿਸਟਰੀਆਂ ਕੱਟੀਆਂ ਪਈਆਂ। ਇਹ ਮੇਰੇ ਘਰ ਦੇ ਤਾਂ ਕਦੀ ਨਹੀਂ ਕਰਦੇ, ਤੁਹਾਡੇ ਹੋਵੇ। ਨਹੀਂ ਦੂਜੀਆਂ ਪੱਕੇ ਬੰਦੋਬਸਤ ਨਾ ਕਰਦੇ। ਚਲੋ ਮਜ਼ਾਕ ਦੀਆਂ ਗੱਲਾਂ ਨਹੀਂ, ਪਰ ਇੱਕ ਗੱਲ ਤੁਸੀਂ ਭੈਣੇ ਬੜੀ ਸੋਹਣੀ ਕੀਤੀ ਆ। ਆਪਾਂ ਇਸ ਪ੍ਰੋਗਰਾਮ 'ਚੋਂ ਇਜਾਜ਼ਤ ਲਵਾਂਗੇ, ਪਰ ਕਿਸੇ ਇੱਕ ਪ੍ਰੋਗਰਾਮ ਦੇ ਵਿੱਚ ਆਪਾਂ ਇਸ ਗੱਲ ਦੇ ਉੱਪਰ ਵੀ ਡਿਸਕਸ਼ਨ ਕਰਾਂਗੇ, ਕਿਉਂਕਿ ਮੈਂ 5 ਮਹੀਨੇ ਆਸਟ੍ਰੇਲੀਆ ਦੀ ਜ਼ਿੰਦਗੀ ਦੇਖੀ ਹੈ ਨਾ। ਬਹੁਤ ਨਾ ਸਹੀ, ਪਰ ਉੱਥੋਂ ਦੀਆਂ ਬਹੁਤ ਸਾਰੀਆਂ ਇੱਦਾਂ ਦੀਆਂ ਗੱਲਾਂ ਨੇਗੀਆਂ ਜਿਹੜੀਆਂ ਆ ਕੇ ਬੰਦਾ ਇੱਧਰ ਕੰਪੈਰੀਜ਼ਨ ਜ਼ਰੂਰ ਕਰਦਾ ਆ ਵੀ ਉੱਧਰ ਲੇਡੀਜ਼ ਦੀ ਜਾਂ ਫਿਰ ਉੱਧਰ ਜਿਹੜੇ ਹਸਬੈਂਡ ਵਾਈਫ ਆ ਜਾਂ ਫੈਮਿਲੀ ਆ ਉਹ ਲਾਈਫ ਕਿੱਦਾਂ ਬੈਲੈਂਸ ਕਰਦੇ ਨੇ, ਹੈ ਨਾ, ਕਿ ਕਿਵੇਂ ਦੋਨਾਂ ਨੂੰ ਆਪਣੀ ਆਪਣੀ ਇੰਪੋਰਟੈਂਸ ਅਤੇ ਵੈਲਿਊ ਲੱਗਦੀ ਹੈ ਘਰ ਦੇ ਵਿੱਚ, ਹੈ ਨਾ, ਵੀ ਉਹਨਾਂ ਨੂੰ ਆਪਣਾ ਵਜੂਦ ਲੱਗਦਾ ਹੈ ਵੀ ਹਾਂ ਮੇਰੇ ਕਰਕੇ ਵੀ ਕੁਛ ਹੈਗਾ ਜਾਂ ਮੇਰਾ ਆਪਣਾ ਵੀ ਕੁਛ ਹੈਗਾ। ਇਸ ਚੀਜ਼ ਦੇ ਉੱਪਰ ਆਪਾਂ ਜ਼ਰੂਰ ਗੱਲ ਕਰਾਂਗੇ, ਪਰ ਅੱਜ ਦੇ ਪ੍ਰੋਗਰਾਮ ਦੇ ਵਿੱਚ ਮੈਨੂੰ ਲੱਗਦਾ ਕਿ ਇੱਥੇ ਹੀ ਸਮੇਟ ਦਈਏ ਆਪਾਂ ਵੀ ਕੁੜੀਆਂ ਇੰਡੀਪੈਂਡੈਂਟ ਫਾਈਨੈਂਸ਼ਲੀ ਹੋਣੀਆਂ ਚਾਹੀਦੀਆਂ ਨੇ। ਇੱਕ ਤਾਂ ਪੜ੍ਹਾਓ ਲਿਖਾਓ, ਜੇ ਉਹ ਨੌਕਰੀ ਕਰਨਾ ਚਾਹੁੰਦੀਆਂ ਨੇ ਤਾਂ ਉਹਨਾਂ ਨੂੰ ਜ਼ਰੂਰ ਕਰਨ ਦਿਓ, ਅਤੇ ਦੂਸਰਾ ਵੀ ਹੋ ਸਕਦਾ ਕਿਸੇ ਦੇ ਮਾਂ-ਬਾਪ ਦੇਣਾ ਵੀ ਚਾਹੁੰਦੇ ਹੋਣ, ਉਹ ਦੇ ਵੀ ਸਕਦੇ ਨੇਗੇ ਜਾਂ ਭੈਣਾਂ ਲੈ ਵੀ ਸਕਦੀਆਂ ਨੇ, ਪਰ ਹੋਣਾ ਇਉਂ ਚਾਹੀਦਾ ਕਿ ਉਹੀ ਕੁੜੀਆਂ ਜਿਹੜੀਆਂ ਕਿ ਸਹੁਰੇ ਘਰ ਵਿਆਹ ਕੇ ਆਉਂਦੀਆਂ ਨੇ ਤਾਂ ਉਹਨਾਂ ਨੂੰ ਸਹੁਰੇ ਪਰਿਵਾਰ ਵੱਲੋਂ ਫਾਈਨੈਂਸ਼ੀਅਲ ਜਿਹੜੀ ਅਸ਼ੋਰਿਟੀ ਮਿਲਣੀ ਚਾਹੀਦੀ ਹੈ ਕਿ ਤੁਹਾਡੇ ਔਖੇ ਸੌਖੇ ਟਾਈਮ ਦੇ ਲਈ ਅਸੀਂ ਤੁਹਾਨੂੰ ਇੰਨੀਆਂ ਚੀਜ਼ਾਂ ਜਿਹੜੀਆਂ ਨੇ ਉਹ ਪੱਕੇ ਤੌਰ ਦੇ ਉੱਪਰ ਦੇ ਰਹੇ ਹਾਂ। ਬਾਕੀ ਚੱਲੀਏ ਭੈਣ। ਬਿਲਕੁਲ ਗੁਰਦੀਪ, ਤੇ ਬਹੁਤ ਚੰਗਾ ਲੱਗਿਆ, ਹੈ ਨਾ, ਇਸ ਟੌਪਿਕ ਤੇ ਆਪਾਂ ਗੱਲ ਕੀਤੀ, ਕੁੜੀਆਂ ਹੋ ਕੇ ਕੀਤੀ। ਮਤਲਬ ਇਹ ਵੀ ਇੱਕ ਜੇਰਾ ਹੁੰਦਾ ਹੈ ਕਿ ਸਾਡੀ ਥਾਲੀ 'ਚ ਲੱਡੂ ਡਿੱਗ ਰਿਹਾ ਪਰ ਅਸੀਂ ਲੈਣ ਲਈ ਤਿਆਰ ਨਹੀਂ, ਹੈ ਨਾ। ਚਲੋ ਮਿਲਦੇ ਆ ਅਗਲੀ ਵਾਰੀ। ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਵੀ।
ਵੀ ਸੋਸ਼ਲ ਵੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਰੁਪਿੰਦਰ ਸੰਧੂ, ਤੁਹਾਨੂੰ ਸਾਰਿਆਂ ਨੂੰ ਹੀ ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਗੱਲ ਤੇ ਗੱਲ ਦਾ ਇੱਕ ਨਵਾਂ ਐਪੀਸੋਡ ਲੈ ਕੇ ਅੱਜ ਫਿਰ ਤੋਂ ਹਾਜ਼ਰ ਹਾਂ ਤੇ ਹਮੇਸ਼ਾ ਦੀ ਤਰ੍ਹਾਂ ਮੇਰੇ ਨਾਲ ਹੋਣਗੇ ਗੁਰਦੀਪ ਗਰੇਵਾਲ। ਉਹਨਾਂ ਦਾ ਸਵਾਗਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਭੈਣੇ, ਤੇ ਦਰਸ਼ਕਾਂ ਨੂੰ ਵੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਇੱਕ ਵਾਰ ਫਿਰ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਮੈਂ ਕਿਹਾ ਮੈਂ ਤੁਹਾਡਾ ਸਵਾਗਤ ਨੇ ਇੱਕ ਸ਼ੇਅਰ ਬੋਲ ਕੇ ਕਰਨਾ ਚਾਹੁੰਦੀ ਹਾਂ। ਵੈਸੇ ਵੀ ਸੁਣਿਆ ਨਹੀਂ ਕਦੀ ਤੁਹਾਡੇ ਮੂੰਹੋਂ। ਮੈਂ ਕਿਹਾ ਅੱਜ ਕੱਲ ਵੀ ਹਲਕੇ ਦਰਜੇ ਵਾਲੇ ਕਵੀ ਚੱਲ ਰਹੇ ਨੇ, ਤਾਂ ਮੈਂ ਕਿਹਾ ਫਿਰ ਆਪਾਂ ਵੀ ਚੱਲ ਹੀ ਜਾਵਾਂਗੇ। ਮੈਂ ਤੇਰੇ ਲਈ ਜੁੱਤੀ ਲਿਆਈ, ਮੈਂ ਤੇਰੇ ਲਈ ਜੁੱਤੀ ਲਿਆਈ, ਜੁੱਤੀ ਸੀ 8 ਨੰਬਰ, ਤੇਰੇ ਆਉਂਦਾ ਸੀ 7 ਨੰਬਰ, ਜੁੱਤੀ ਵੱਡੀ ਨਿਕਲ ਗਈ, ਕਿਤੇ ਤੈਨੂੰ ਗੁੱਸਾ ਤਾਂ ਨਹੀਂ ਆਇਆ? ਨਹੀਂ, ਮੈਨੂੰ ਗੁੱਸਾ ਨਹੀਂ ਆਇਆ, ਪਰ ਮੈਨੂੰ ਖੁਸ਼ੀ ਬਹੁਤ ਹੋਈ ਤੁਸੀਂ ਮੇਰੇ ਲਈ ਜੁੱਤੀ ਲਿਆਏ। ਭੈਣੇ ਤੁਸੀਂ ਵੀ ਲਿਖ ਲੈਂਦੇ ਹੋ ਹਨਾ, ਜਾਂ ਤੁਸੀਂ ਬਹੁਤ ਸਾਰਾ ਸਾਹਿਤ ਪੜ੍ਹਦੇ ਵੀ ਹੋ। ਦਸਤਕ ਨਾਂ ਦਾ ਆਪਣਾ ਉਹ ਸੈਕਸ਼ਨ ਆ ਜਿਹੜਾ ਕਿ ਬਿਲਕੁਲ ਹੀ ਲਿਟਰੇਰੀ ਜਾਂ ਲਿਟਰੇਚਰ ਨੂੰ ਡਿਵੋਟਡ ਹੈ ਹਨਾ, ਡੈਡੀਕੇਟਡ ਹੈ। ਜਦੋਂ ਤੁਸੀਂ ਦੇਖਦੇ ਹੋ ਵੀ ਲੋਕੀ ਕਿਹੋ ਜਿਹੀਆਂ ਕਿਤਾਬਾਂ ਲਿਖ ਰਹੇ ਨੇ ਜਾਂ ਕਿਹੋ ਜਿਹਾ ਲਿਖ ਰਹੇ ਨੇ ਹਨਾ, ਤੁਹਾਨੂੰ ਕਿਵੇਂ ਦਾ ਲੱਗਦਾ? ਜੋ ਜਿਹਾ ਸ਼ੇਅਰ ਹੁਣ ਮੈਂ ਬੋਲਿਆ ਜਾਂ ਜੋ ਮੈਂ ਤੁਕਾਂ ਬੋਲੀਆਂ ਨੇਗੀਆਂ, ਜਦੋਂ ਇਹੋ ਜਿਹੀਆਂ ਤੁਕਾਂ ਪੜ੍ਹਨ ਨੂੰ ਮਿਲਦੀਆਂ ਨੇਗੀਆਂ, ਤੁਹਾਨੂੰ ਕਿਵੇਂ ਦਾ ਲੱਗਦਾ ਵਾ? ਗੁਰਦੀਪ, ਵੈਸੇ ਮੈਨੂੰ ਤੁਹਾਡੀ ਗੱਲ ਸੁਣ ਕੇ ਖੁਸ਼ੀ ਹੋਈ। ਮਤਲਬ ਤੁਹਾਡਾ ਜਿਹੜਾ ਸ਼ੇਅਰ ਆ ਜਾਂ ਕਵਿਤਾ, ਇਹਨੂੰ ਜਿੱਥੇ ਵੀ ਕਿਤੇ ਰੱਖ ਲਈਏ ਹੈ ਨਾ, ਮੈਨੂੰ ਖੁਸ਼ੀ ਹੋਈ ਕਿਉਂਕਿ ਚਿਹਰੇ 'ਤੇ ਹਾਸਾ ਆਇਆ, ਤੁਹਾਡੇ ਵੀ ਮੇਰੇ ਵੀ ਆਇਆ ਹੈ ਨਾ। ਪਰ ਮੈਨੂੰ ਲੱਗਦਾ ਹੁੰਦਾ ਜਦੋਂ ਆਪਾਂ ਸਾਹਿਤ ਦੀ ਗੱਲ ਕਰਦੇ ਹਾਂ ਨਾ, ਤਾਂ ਸਾਹਿਤ ਵੀ ਕਈ ਤਰ੍ਹਾਂ ਦਾ ਹੋ ਸਕਦਾ। ਉਹ ਹਾਸੇ ਵਾਲਾ ਵੀ ਹੋ ਸਕਦਾ, ਉਹ ਸੀਰੀਅਸ ਵੀ ਹੋ ਸਕਦਾ ਹੈ ਨਾ। ਵੈਸੇ ਜਦੋਂ ਜਿਹੜੇ ਪੜ੍ਹਨ ਵਾਲੇ ਲੋਕ ਹੁੰਦੇ ਪਰ ਘੱਟੋ ਘੱਟ ਭੈਣੇ ਇੰਨਾ ਹਲਕਾ ਤਾਂ ਨਹੀਂ ਹੋਣਾ ਚਾਹੀਦਾ ਵੀ ਹਰੇਕ ਨੂੰ ਹੀ ਲੱਗੇ ਵੀ ਮੈਂ ਲਿਖ ਸਕਦਾ ਜਾਂ ਮੈਂ ਲੇਖਕ ਬਣ ਸਕਦਾ ਆ। ਪਰ ਮੈਨੂੰ ਲੱਗਦਾ ਵੀ ਇਹ ਨਾ ਸਾਰੀ ਦੇਣ ਆ ਜਿਹੜੀ ਅੱਜ ਕੱਲ੍ਹ ਇਹ ਫੇਸਬੁੱਕ ਦੀ ਹੈ ਨਾ। ਫੇਸਬੁੱਕ ਨੇ ਲੋਕਾਂ ਨੂੰ ਦਿਖਾਤਾ ਵੀ ਮਤਲਬ ਘਰ 'ਚ ਹੁਣ ਮੈਂ ਬਹੁਤੇ ਨੀਵੇਂ ਪੱਧਰ 'ਤੇ ਆਪਾਂ ਨੂੰ ਵੀ ਨਹੀਂ ਜਾਣਾ ਚਾਹੀਦਾ ਵੀ ਘਰ 'ਚ ਜਿਹੋ ਜਿਹਾ ਵੀ ਕੁਛ ਹੋ ਰਿਹਾ ਤੁਸੀਂ ਉਹਨੂੰ ਚੇਪ ਸਕਦੇ ਹੋ, ਲਿਖ ਸਕਦੇ ਹੋ ਹੈ ਨਾ। ਪਰ ਉਹ ਚਲੋ ਚੱਲਦਾ ਹੈ ਕਿਉਂਕਿ ਇੱਕ ਪਲੇਟਫਾਰਮ ਤੁਹਾਨੂੰ ਮਿਲਿਆ, ਤੁਸੀਂ ਜੋ ਮਰਜ਼ੀ ਲਿਖੀ ਜਾਓ ਹੈ ਨਾ, ਉਹਦੀ ਚਾਬੀ ਆ ਜਿਹੜੀ ਤੁਹਾਡੇ ਹੱਥ ਆ। ਪਰ ਜਦੋਂ ਗੱਲ ਕਿਤਾਬਾਂ 'ਤੇ ਆਉਂਦੀ ਆ ਹੈ ਨਾ, ਫਿਰ ਜੇ ਤੁਹਾਡਾ ਸ਼ੇਅਰ ਕਿਤਾਬ 'ਚ ਆ ਜਾਵੇ ਤਾਂ ਲਾਹਨਤਾਂ ਪੈਣੀਆਂ ਲਾਜ਼ਮੀ ਨੇ। ਉੱਤੋਂ ਦੀ ਜੇ ਮੈਨੂੰ ਅਵਾਰਡ ਵੀ ਮਿਲ ਜਾਵੇ ਫਿਰ ਦੇਖੋ ਕਿੱਡੀ ਗੱਲ ਆ ਹਨਾ। ਫਿਰ ਦੇਖੋ, ਔਰ ਅਵਾਰਡ ਵੀ ਆ ਜਿਹੜਾ ਉਹ ਲੋਕ ਦੇਣ ਵੀ ਜਿਨ੍ਹਾਂ ਦੀਆਂ ਲਿਖਤਾਂ ਨੂੰ, ਜਿਨ੍ਹਾਂ ਦੀਆਂ ਕਿਤਾਬਾਂ ਨੂੰ ਲੋਕ ਮਤਲਬ ਇਹ ਸਮਝਦੇ ਆ ਵੀ ਉਹ ਪੜ੍ਹ ਲੈਣਾ, ਮਤਲਬ ਇਸ ਤੋਂ ਵੱਡੀ ਕੋਈ ਚੀਜ਼ ਹੀ ਨਹੀਂ ਪੜ੍ਹੀ ਹੋਣੀ ਜ਼ਿੰਦਗੀ 'ਚ ਹੈ ਨਾ। ਤੇ ਮੈਂ ਤਾਂ ਆਪ ਦੇਖ ਰਹੀ ਹਾਂ ਅੱਜ ਕੱਲ੍ਹ ਨਾ ਇੱਕ ਕਿਤਾਬ ਬਹੁਤ ਜ਼ਿਆਦਾ ਚਰਚਾ 'ਚ ਆ, ਹੁਣ ਮੈਂ ਨਾਂ ਨਹੀਂ ਲੈਂਦੀ, ਮਤਲਬ ਬਹੁਤ ਸਾਰੀਆਂ ਕਿਤਾਬਾਂ ਹੋ ਗਈਆਂ ਨੇ ਵੀ ਇਹੋ ਜਿਹੀਆਂ ਜਿਹੜੀ ਕਹਿੰਦੇ ਨੇ ਜੀ ਬਟਨਾਂ 'ਤੇ ਵੀ ਲਿਖੀਆਂ ਗਈਆਂ, ਸੂਈ ਧਾਗਿਆਂ 'ਤੇ, ਮਤਲਬ ਛੋਟੀ ਛੋਟੀ ਚੀਜ਼ ਵੀ ਕਿਤਾਬਾਂ 'ਚ ਆ ਗਈ ਹੈ ਨਾ। ਸਹੀ ਗੱਲ ਆ। ਅੱਗੇ ਹੁੰਦੇ ਸੀ ਕਿਤਾਬਾਂ ਦੇ ਵਿਸ਼ੇ ਹੁੰਦੇ ਸੀ ਔਰਤਾਂ ਨਾਲ ਜੁੜੇ, ਮਰਦਾਂ ਨਾਲ ਜੁੜੇ, ਸੋਸ਼ਲੀ ਜੋ ਵੀ ਚੀਜ਼ਾਂ ਮਤਲਬ ਜਿਹੜੇ ਸੀਰੀਅਸ ਟੌਪਿਕ ਹੁੰਦੇ ਸੀ ਉਹਨਾਂ ਦੇ ਉੱਤੇ ਕਿਤਾਬਾਂ ਲਿਖੀਆਂ ਜਾਂਦੀਆਂ ਸੀ ਨਾ। ਪਰ ਅੱਜ ਕੱਲ੍ਹ ਕਿਤਾਬਾਂ ਗੁਰਦੀਪ ਹੱਦ ਹੋਈ ਪਈ ਹੈ, ਮਤਲਬ ਸਮਝ ਨਹੀਂ ਆ ਰਹੀ ਵੀ ਕੀ ਲਿਖਿਆ ਜਾ ਰਿਹਾ ਹੈ ਨਾ। ਹੋਰ ਕਿਸੇ ਵਿਧਾ 'ਚ ਮੈਂ ਸਮਝਦੀ ਹਾਂ ਵੀ ਇੰਨਾ ਥੱਲੜਾ ਪੱਧਰ ਨਹੀਂ ਆਇਆ ਜਿੰਨਾ ਕਵਿਤਾ 'ਚ ਆ ਗਿਆ ਹੈ ਨਾ। ਹੁਣ ਮੈਂ ਤੁਹਾਨੂੰ ਇੱਕ ਤਾਜ਼ੀ ਕਵਿਤਾ ਸੁਣਾਉਂਦੀ ਹਾਂ ਵੀ ਖੁੱਲੀ ਆ, ਪਹਿਲਾਂ ਇਹ ਦੱਸੋ ਵੀ ਖੁੱਲੀ ਕਵਿਤਾ ਹੈ? ਹਾਂ, ਨਹੀਂ ਮੈਂ ਖੁੱਲੀ ਨੂੰ ਵੀ ਮਾੜੀ ਨਹੀਂ ਕਹੂੰਗੀ ਕਿਉਂਕਿ ਪ੍ਰੋਫੈਸਰ ਮੋਹਨ ਸਿੰਘ ਉਹਨਾਂ ਨੇ ਖੁੱਲੀ ਕਵਿਤਾ ਲਿਖੀ ਆ, ਉਹਨਾਂ ਤੋਂ ਬੜੀ ਸੋਹਣੀ ਖੁੱਲੀ ਕਵਿਤਾ ਦੀ ਸ਼ੁਰੂਆਤ ਹੋਈ ਔਰ ਉਹਨਾਂ ਨੇ ਬਾਕਮਾਲ ਕਵਿਤਾਵਾਂ ਲਿਖੀਆਂ ਨੇ ਹੈ ਨਾ। ਖੁੱਲੀ ਕਵਿਤਾ ਵੀ ਕਈ ਵਾਰੀ ਉਹ 'ਚ ਇੰਨਾ ਇੱਕ ਮਤਲਬ ਖਿੱਚ ਪਾਊ ਸਬਜੈਕਟ ਹੁੰਦਾ ਕਿ ਤੁਸੀਂ ਉਹਨੂੰ ਪੜ੍ਹੇ ਬਿਨਾਂ, ਉਹਨੂੰ ਵਾਹ ਕਰੇ ਬਿਨਾਂ ਰਹਿ ਨਹੀਂ ਸਕਦੇ ਹੁੰਦੇ। ਪਰ ਹੁਣ ਕਵਿਤਾਵਾਂ ਟੈਂਕੀਆਂ ਦੇ ਪਾਣੀਆਂ ਤੱਕ ਪਹੁੰਚ ਗਈਆਂ ਨੇ ਹੈ ਨਾ, ਤੇ ਉਹ ਚਾਹ ਦੀਆਂ ਚੁਸਕੀਆਂ ਤੋਂ ਹਟ ਕੇ ਮਤਲਬ ਹੁਣ ਪਿੰਨੀਆਂ ਦੇ ਦੁਆਲੇ ਹੋ ਗਈਆਂ ਨੇ ਨਾ। ਪਰ ਫਿਰ ਉਦੋਂ ਵੱਡੀ ਹੈਰਾਨੀ ਇਸ ਗੱਲ ਦੀ ਹੁੰਦੀ ਆ। ਪਰ ਦੇਖੋ ਇਸ ਬਹਾਨੇ ਲੇਖਕ ਆਪਦੇ ਬਾਰੇ ਕਿੰਨੀ ਜਾਣਕਾਰੀ ਦੇ ਗਿਆ ਵੀ ਬੰਦਾ ਚਾਹ ਦਾ, ਪਿੰਨੀਆਂ ਦਾ ਤੇ ਪਕੌੜੀਆਂ ਦਾ ਸ਼ੌਕੀਨ ਆ ਹਨਾ। ਬਿਲਕੁਲ। ਤੇ ਗੁਰਦੀਪ ਹੋਣਾ ਵੀ ਚਾਹੀਦਾ, ਚਲੋ ਨਾਰਮਲ ਚੀਜ਼ਾਂ ਨੂੰ ਵੀ ਤੁਸੀਂ ਸਾਹਿਤ 'ਚ ਲਿਆ ਸਕਦੇ ਹੋ ਕਿਉਂਕਿ ਜਿਵੇਂ ਦੀ ਅਗਲੀ ਪੀੜ੍ਹੀ ਆ ਨਾ ਆਪਣੀ, ਭਾਰਾ ਸਾਹਿਤ ਤੁਸੀਂ ਵੀ ਨਹੀਂ ਪੜ੍ਹ ਸਕਦੇ। ਕਈ ਚੀਜ਼ਾਂ ਹੁੰਦੀਆਂ ਆਪਣੇ ਸਿਰ ਦੇ ਉੱਪਰੋਂ ਲੰਘ ਜਾਂਦੀਆਂ ਨੇ ਹੈ ਨਾ। ਮਤਲਬ ਹਲਕੇ ਸਬਜੈਕਟ ਵੀ ਨੇ ਜਿਹੜੇ ਉਹ ਵੀ ਇਹਨਾਂ ਚੀਜ਼ਾਂ 'ਚ ਆਉਂਦੇ ਆ। ਕਈ ਵਾਰੀ ਤੁਸੀਂ ਤੇ ਮੈਂ ਬੈਠੇ ਹੋਏ ਹਾਂ, ਆਪਾਂ ਚਾਹ ਪੀ ਰਹੇ ਹੋਈਏ ਤਾਂ ਆਪਾਂ ਨੂੰ ਵੀ ਬੜੇ ਖੂਬਸੂਰਤ ਖਿਆਲ ਆ ਸਕਦੇ ਨੇ ਇਸ ਚੀਜ਼ ਬਾਰੇ ਹੈ ਨਾ। ਪਰ ਜਦੋਂ ਤੁਸੀਂ ਉਹਨੂੰ ਸਾਹਿਤ 'ਚ ਖਾਸ ਕਰਕੇ ਕਿਤਾਬ ਦੇ ਰੂਪ 'ਚ ਜਦੋਂ ਹੈ ਨਾ ਤੁਸੀਂ ਲੈ ਕੇ ਆਉਂਦੇ ਹੋ, ਉਦੋਂ ਤੁਹਾਨੂੰ ਜ਼ਰੂਰ ਸੋਚਣਾ ਚਾਹੀਦਾ ਵੀ ਇਹ ਚੀਜ਼ ਆ ਜਿਹੜੀ ਇਹ ਕਿਤਾਬ ਦੇ ਤੌਰ 'ਤੇ ਪ੍ਰਮਾਣਿਤ ਹੋਏਗੀ ਵੀ ਜਾਂ ਨਹੀਂ। ਮੈਨੂੰ ਹੈਰਾਨੀ ਹੁੰਦੀ ਵੀ ਉਹ ਲੋਕ ਜਿਨ੍ਹਾਂ ਦੀ ਸੈਲਫ 'ਤੇ ਸ਼ਾਇਦ ਇੱਕ ਕਿਤਾਬ ਵੀ ਨਹੀਂ ਹੁੰਦੀ ਹੋਣੀ, ਉਹ ਵੀ ਇੰਨੇ ਨੀਵੇਂ ਪੱਧਰ ਦੀਆਂ ਕਿਤਾਬਾਂ ਨੂੰ ਸਮਝ ਲੈਂਦੇ ਨੇ ਕਿ ਇਹ ਹਰ ਇੱਕ ਮਤਲਬ ਸਾਹਿਤ ਦੇ ਤੌਰ 'ਤੇ ਤਾਂ ਖਾਸ ਕਰਕੇ ਅਸੀਂ ਉਹਨੂੰ ਨਹੀਂ ਗਿਣ ਸਕਦੇ ਹੁੰਦੇ ਹੈ ਨਾ। ਇਹੋ ਜਿਹੀਆਂ ਬਹੁਤ ਸਾਰੀਆਂ ਕਿਤਾਬਾਂ ਆਈਆਂ ਨੇ ਪਿਛਲੇ ਸਮੇਂ 'ਚ, ਜੇ ਮੈਂ ਨਾਂ ਨਹੀਂ ਆਪਾਂ ਲੈ ਸਕਦੇ, ਆਪਾਂ ਲੈ ਵੀ ਨਹੀਂ ਸਕਦੇ ਕਿਉਂਕਿ ਅਸੀਂ ਕੋਈ ਬਹੁਤ ਵੱਡੇ ਸਾਹਿਤਕਾਰ ਨਹੀਂ ਹਾਂ ਕਿ ਅਸੀਂ ਕਿਸੇ ਨੂੰ ਕੋਈ ਸਰਟੀਫਿਕੇਟ ਦਈਏ।
ਪਰ ਫਿਰ ਵੀ ਮੈਂ ਸਮਝਦੀ ਹਾਂ ਵੀ ਪਿਛਲੇ ਕੁਝ ਕੁ ਟਾਈਮ 'ਚ ਜਦੋਂ ਤੱਕ ਦਾ ਪੇਡ ਸਾਹਿਤ ਦਾ ਰਿਵਾਜ ਆ ਗਿਆ ਵੀ ਤੁਸੀਂ ਦੇ ਦਿਓ 20,000 ਤੇ ਕਿਤਾਬ ਛਪਾ ਲਓ, ਲੋਕਾਂ ਨੇ ਕਿਤਾਬਾਂ ਦਾ ਨਾਸ ਮਾਰਤਾ, ਸਾਹਿਤ ਦਾ ਬੁਰਾ ਹਾਲ ਕਰਤਾ, ਹੈ ਨਾ। ਬਿਲਕੁਲ। ਤੇ ਦੂਜੀ ਗੱਲ ਭੈਣੇ, ਇੱਕ ਹੋਰ ਚੀਜ਼, ਜਿਵੇਂ ਤੁਸੀਂ ਪੇਡ ਸਾਹਿਤ ਦੀ ਗੱਲ ਕੀਤੀ ਆ, ਐਡੀਸ਼ਨਾਂ ਦਾ ਬੜਾ ਰਿਵਾਜ ਚੱਲਿਆ ਹੋਇਆ ਵਾ। ਕਈ ਵਾਰ ਆਪਾਂ ਦੇਖਦੇ ਹਾਂ ਵੀ ਕਿਸੇ ਨਵੇਂ ਆਏ ਲੇਖਕ ਦੀਆਂ ਕਿਤਾਬਾਂ ਦੇ 8-8 9-9 ਐਡੀਸ਼ਨ, ਉਹ ਕਹਿੰਦਾ ਕਿ ਮੇਰੀ ਕਿਤਾਬ ਦਾ ਜਿਹੜਾ 9ਵਾਂ ਐਡੀਸ਼ਨ ਛਪ ਕੇ ਤਿਆਰ ਹੈ। ਕਈ ਵਾਰ ਜਦੋਂ ਪੁੱਛੀਦਾ ਵੀ ਐਡੀਸ਼ਨ 'ਚ ਕਿਤਾਬਾਂ ਕਿੰਨੀਆਂ ਛਾਪੀਆਂ, ਕਹਿੰਦੇ ਜੀ 200। ਗੁਰਦੀਪ, ਮੈਨੂੰ ਤੁਹਾਡੀ ਐਡੀਸ਼ਨਸ ਵਾਲੀ ਗੱਲ ਤੋਂ ਇੱਕ ਗੱਲ ਯਾਦ ਆ ਗਈ। ਕਹਿੰਦੇ ਵੀ ਜਿਹੜੇ ਡਾਕਟਰ ਨਰਿੰਦਰ ਸਿੰਘ ਕਪੂਰ ਨੇ, ਹੈ ਨਾ, ਅੱਜ ਹੀ ਮੈਂ ਬੱਸ 'ਚੋਂ ਦੀ ਇੱਕ ਪੋਸਟ ਪੜ੍ਹ ਰਹੀ ਸੀ, ਕਿਸੇ ਨੇ ਲਿਖਿਆ ਸੀ ਵੀ ਉਹਨਾਂ ਦੀਆਂ ਹੁਣ ਤੱਕ ਮਿਲੀਅਨ ਜਿਹੜੀਆਂ ਕਿਤਾਬਾਂ ਨੇ ਉਹ ਵਿਕ ਚੁੱਕੀਆਂ ਨੇ। ਔਰ ਡਾਕਟਰ ਨਰਿੰਦਰ ਸਿੰਘ ਕਪੂਰ ਹੁਣਾਂ ਨੇ ਕਦੇ ਵੀ ਅੱਜ ਤੱਕ ਕਿਸੇ ਵੀ ਇੰਟਰਵਿਊ 'ਚ ਜਾਂ ਫਿਰ ਕਿਸੇ ਪੋਸਟ 'ਤੇ ਜ਼ਿਕਰ ਨਹੀਂ ਕੀਤਾ ਕਿ ਉਹਨਾਂ ਦੀਆਂ ਕਿਤਾਬਾਂ ਨੇ ਜਿਹੜੀਆਂ ਇੰਨੀਆਂ ਜ਼ਿਆਦਾ ਵਿਕਦੀਆਂ ਨੇ, ਹੈ ਨਾ। ਪੰਜਾਬੀ ਸਾਹਿਤ ਲਈ ਇਹ ਇੱਕ ਬਹੁਤ ਵੱਡੀ ਮਾਣਮੱਤੀ ਪ੍ਰਾਪਤੀ ਕਹਿ ਸਕਦੇ ਆ। ਪਾਲੀ ਭੁਪਿੰਦਰ ਸਿੰਘ ਹੁਣਾਂ ਦਾ ਇੱਕ ਨਾਟਕ ਹੈ ਸਿਰਜਣਾ, ਹੈ ਨਾ। ਮੈਨੂੰ ਲੱਗਦਾ ਵੀ ਅੱਜ ਤੱਕ ਸ਼ਾਇਦ ਹੀ ਕੋਈ ਕਾਲਜ ਹੋਏਗਾ ਜਿਹਨੇ ਉਹ ਨਾਟਕ ਹੈ ਜਿਹੜਾ ਨਹੀਂ ਖੇਡਿਆ, ਹੈ ਨਾ। ਉਹ ਇੰਨਾ ਇੱਕ ਸੰਜੀਦਾ ਵਿਸ਼ੇ ਦੇ ਉੱਤੇ ਆ, ਮਤਲਬ ਸਾਹਿਤ ਇਹੋ ਜਿਹਾ ਵੀ ਆ ਰਿਹਾ ਤੇ ਉਹ ਲੋਕ ਆਪਣੇ ਨਾਂ ਤੇ ਇਸ ਚੀਜ਼ ਨੂੰ ਕੋਈ ਬਹੁਤ ਵੱਡੀ ਪ੍ਰਾਪਤੀ ਵੀ ਨਹੀਂ ਗਿਣਦੇ। ਤੇ ਦੂਜੇ ਪਾਸੇ ਸਾਡੇ ਇੱਕ ਐਡੀਸ਼ਨ 'ਚ 200 ਕਿਤਾਬਾਂ ਛਪਾਉਣ ਵਾਲੇ ਇੰਨੇ ਐਡੀਸ਼ਨ, ਮਤਲਬ ਸਾਡੇ 15 ਆ ਗਏ ਨੇ, ਸਾਡੇ 16 ਆ ਗਏ, ਤੇ ਗਿਣਤੀ ਕਰੋ ਤੁਸੀਂ 3,000 ਕਿਤਾਬ ਤੁਹਾਡੀ ਛਪੀ ਹੈ ਤੇ ਉਹਦੇ ਵਿੱਚੋਂ ਫਿਰ ਵਿਕੀ ਕਿੰਨੀ ਆ, ਤੁਸੀਂ ਜ਼ਬਰਦਸਤੀ ਕਿੰਨਿਆਂ ਨੂੰ ਦਿੱਤੀ ਆ, ਉਹ ਗੱਲ ਜਿਹੜੀ ਵੱਖਰੀ ਹੈ ਨਾ। ਫਿਰ ਗੁਰਦੀਪ, ਇੱਕ ਹੋਰ ਅਲੱਗ ਤਰ੍ਹਾਂ ਦਾ ਰਿਵਾਜ ਤੁਰ ਪਿਆ। ਹੁਣ ਅਲੱਗ ਤਰ੍ਹਾਂ ਦਾ ਰਿਵਾਜ ਇਹ ਤੁਰ ਪਿਆ ਵੀ ਕਦੇ ਉਹ ਵੀ ਲੇਖਕ ਹੁੰਦੇ ਸੀ ਜਿਹੜੇ 1 ਜਾਂ 2 ਕਿਤਾਬ ਲਿਖਦੇ ਹੁੰਦੇ ਸੀ, ਪਰ ਵਰ੍ਹਿਆਂ ਤੱਕ ਉਹ ਅਖਬਾਰਾਂ 'ਚ ਲਿਖ ਕੇ ਨਾਮੀ ਚਿਹਰਾ ਬਣੇ ਨੇ ਸਾਹਿਤ ਦਾ, ਹੈ ਨਾ। ਉਹਦੇ ਵਿੱਚ ਜੇ ਮੈਂ ਗੱਲ ਕਰਾਂ ਤਾਂ ਬੱਬੂ ਤੀਰ ਹੁਣਾਂ ਤੋਂ ਸ਼ਾਇਦ ਨਾਂ ਹੈ ਜਿਹੜਾ, ਹੈ ਨਾ, ਵੱਡਾ ਨਹੀਂ ਹੈਗਾ, ਜਿਨ੍ਹਾਂ ਨੇ ਇੰਨੇ ਵਰ੍ਹੇ ਹੋ ਗਏ ਉਹ ਕਿਤਾਬਾਂ ਜਿਹੜਾ ਅਖਬਾਰ 'ਚ ਲਿਖਦੇ ਆ ਰਹੇ ਨੇ, ਹੈ ਨਾ। ਅੱਜ ਕੱਲ੍ਹ ਦੇ ਲੋਕਾਂ ਨੂੰ ਇਹ ਚਾਹ ਹੋ ਗਿਆ ਕਿ ਪਹੁੰਚ ਤੁਹਾਡੀ ਪਹਿਲਾਂ ਅਖਬਾਰ ਤੱਕ ਨਹੀਂ ਹੋਣੀ ਚਾਹੀਦੀ, ਤੁਸੀਂ ਕਿਤਾਬ ਛਾਪ ਕੇ ਵੱਡਾ ਸਾਹਿਤਕਾਰ ਬਣ ਸਕਦੇ ਹੋ, ਹੈ ਨਾ। ਫਿਰ ਜ਼ਬਰਦਸਤੀ ਪੋਸਟਾਂ ਪਾਉਣ ਦਾ ਬੜਾ ਰਿਵਾਜ ਹੈ ਕਿ ਮੈਂ ਫਲਾਣੇ ਵੀਰ ਦੀ ਕਿਤਾਬ ਪੜ੍ਹੀ, ਉਹ 'ਚ ਮੈਂ ਪੜ੍ਹ ਕੇ ਆਸ਼ਾ ਕਰ ਉੱਠਿਆ। ਰਿਵਿਊ ਵੀ ਉਹਨਾਂ ਲੋਕਾਂ ਦੇ ਹੋਣਗੇ ਜਿਨ੍ਹਾਂ ਨੇ 5 ਜਾਂ 7 ਕਿਤਾਬਾਂ ਪੜ੍ਹ ਕੇ ਇੱਕ ਕਿਤਾਬ ਪ੍ਰਤੀ ਰਿਵਿਊ ਜਿਹੜਾ ਦੇਤਾ। ਹੋ ਸਕਦਾ ਆਪਣੇ ਟੇਬਲ 'ਤੇ ਕੋਈ ਕਿਤਾਬ ਪਈ ਹੋਵੇ, ਉਹ ਤੁਹਾਨੂੰ ਬਹੁਤ ਚੰਗੀ ਲੱਗੀ ਹੋਵੇ, ਮੈਨੂੰ ਉਹ ਨਾ ਚੰਗੀ ਲੱਗੀ ਹੋਵੇ, ਹੈ ਨਾ। ਤੁਹਾਨੂੰ ਸਮਤੋਲ ਮਿਲੇਗਾ ਵੀ ਹਾਂ ਚਲੋ ਇੱਕ ਪਾਠਕ ਨੇ ਨਿੰਦ ਦਿੱਤਾ, ਬਹੁਤ ਸਾਰੇ ਪਾਠਕਾਂ ਨੇ ਉਹਨੂੰ ਪਸੰਦ ਕਰ ਲਿਆ, ਪਰ ਜਦੋਂ ਇੱਕ ਇਹੋ ਜਿਹੀ ਕਿਤਾਬ ਜਿਹਦਾ ਨਾ ਸਿਰ ਨਾ ਪੈਰ, ਉਹਦੇ ਬਾਰੇ ਚੰਗੇ ਰਿਵਿਊ ਤੁਹਾਨੂੰ ਪੜ੍ਹਨ ਨੂੰ ਮਿਲ ਜਾਣੇ, ਫਿਰ ਤੁਹਾਨੂੰ ਐ ਨਹੀਂ ਲੱਗਦਾ ਵੀ ਬੰਦਾ ਖਰੀਦ ਕੇ ਜਿੱਦਾਂ ਤੁਸੀਂ ਧੱਕੇ ਨਾਲ ਹੀ ਰਿਵਿਊ ਛਪਵਾ ਰਹੇ ਹੋ। ਹਾਂ ਬਿਲਕੁਲ। ਤੇ ਇੱਕ ਚੀਜ਼ ਹੋਰ ਵੀ ਭੈਣੇ, ਚਲੋ ਆਪਾਂ ਤਾਂ ਉਹਨਾਂ ਲੋਕਾਂ ਦੀਆਂ ਇੰਟਰਵਿਊਜ਼ ਕਰਦੇ ਵੀ ਹਾਂ, ਬਹੁਤ ਸਾਰੇ ਨਵੇਂ ਜਿਹੜੇ ਉੱਭਰ ਰਹੇ ਰਾਈਟਰ ਨੇ ਕਿ ਉਹ ਆਪਣੇ ਆਪ ਨੂੰ ਵੱਡਾ ਦਿਖਾਉਣ ਲਈ ਉਹਨਾਂ ਨੂੰ ਇਹ ਵੀ ਹੁੰਦਾ ਕਿ ਤੁਹਾਡੀਆਂ ਇੰਟਰਵਿਊਜ਼ ਕਿੰਨੀਆਂ ਖੋ ਰਹੀਆਂ ਨੇ, ਹੈ ਨਾ। ਤਾਂ ਕਹਿ ਕੇ ਇੰਟਰਵਿਊ ਕਰਵਾਈ ਹੁੰਦੀ ਆ ਉਹਨਾਂ ਨੇ, ਤੇ ਜਦੋਂ ਇੰਟਰਵਿਊ ਤੁਸੀਂ ਸ਼ੁਰੂ ਕਰਦੇ ਹੋ ਤੇ ਅਗਲਾ ਕਹਿੰਦਾ ਵੀ ਮੇਰੀ ਕਿਤਾਬ ਪੜ੍ਹ ਕੇ ਤੁਸੀਂ ਸਮਝਿਆ ਵੀ ਮੇਰੇ ਨਾਲ ਇੰਟਰਵਿਊ ਕੀਤੀ ਜਾਣੀ ਚਾਹੀਦੀ, ਉਹਦੇ ਲਈ ਤੁਹਾਡਾ ਸ਼ੁਕਰੀਆ, ਹੈ ਨਾ। ਮਤਲਬ ਇਹ ਕਿ ਕਿਹਨੂੰ ਤੁਸੀਂ ਆਪਣੇ ਆਪ ਨੂੰ ਇੱਕ ਤਾਂ ਵੱਡਾ ਝੂਠ ਬੋਲ ਰਹੇ ਹੋ, ਹੈ ਨਾ, ਝੂਠੀ ਸੰਤੁਸ਼ਟੀ ਹੈ। ਤੇ ਦੂਸਰੀ ਗੱਲ, ਜਿਵੇਂ ਆਪਾਂ ਹਮੇਸ਼ਾ ਗੱਲ ਕਰਦੇ ਹਾਂ ਕਿ ਫਿਲਮਾਂ ਦੇ ਉੱਪਰ, ਗਾਣਿਆਂ ਦੇ ਉੱਪਰ ਆ ਜਿਹੜਾ ਸੈਂਸਰ ਹੋਣਾ ਚਾਹੀਦਾ, ਤੁਹਾਨੂੰ ਨਹੀਂ ਲੱਗਦਾ ਕਿ ਸਾਹਿਤ ਦੇ ਉੱਪਰ ਵੀ ਸੈਂਸਰ ਹੋਣਾ ਚਾਹੀਦਾ? ਕਿਉਂਕਿ ਅੱਜ ਦਾ ਸਾਹਿਤ ਤਾਂ ਸਾਡੇ ਬੈਡਰੂਮਾਂ ਤੱਕ ਪਹੁੰਚਿਆ ਹੋਇਆ ਵਾ, ਤੇ ਇਹੋ ਜਿਹੀਆਂ ਚੀਜ਼ਾਂ ਨੇ ਜਿਹੜੀਆਂ ਬਹੁਤ ਸਾਰੀਆਂ ਚੀਜ਼ਾਂ ਦੇ ਉੱਪਰ ਬਵਾਲ ਹੁੰਦਾ ਹੈ ਕਿ ਫਲਾਣੀ ਫਿਲਮ ਆ ਜਿਹੜੀ ਉਹ 18+ ਸੀ ਜਾਂ ਫਲਾਣਾ ਧਮਕਾਣਾ, ਜਾਂ ਇਹਦੇ 'ਤੇ ਸੈਂਸਰ ਹੋਣਾ ਚਾਹੀਦਾ ਸੀਗਾ। ਕਈ ਵਾਰ ਕੁਛ ਚੀਜ਼ਾਂ ਜਿਹੜੀਆਂ ਐਕਚੁਅਲ ਰਿਐਲਿਟੀ ਦੇ ਵਿੱਚ ਪਾਸਟ ਦੇ ਵਿੱਚ ਰਹੀਆਂ ਹੋਈਆਂ ਨੇ ਉਹ ਵੀ ਨਹੀਂ ਦਿਖਾਉਣ ਦਿੱਤੀਆਂ ਜਾਂਦੀਆਂ ਹੈਗੀਆਂ, ਹੈ ਨਾ। ਤੁਹਾਨੂੰ ਲੱਗਦਾ ਵੀ ਜਿਹੜਾ ਸਾਹਿਤ ਆ ਉਹਦੇ 'ਤੇ ਵੀ ਥੋੜ੍ਹੀ ਬਹੁਤੀ ਤਾਂ ਲਗਾਮ ਹੋਣੀ ਚਾਹੀਦੀ ਹੈ? ਗੁਰਦੀਪ, ਬਿਲਕੁਲ ਹੋਣੀ ਚਾਹੀਦੀ ਹੈ। ਜਿਵੇਂ ਹੁਣ ਤੁਸੀਂ ਗੱਲ ਕਰਦੇ ਹੋ ਵੀ ਸਾਹਿਤ ਆ ਜਿਹੜਾ ਲੋਕਾਂ ਦੇ, ਹੈ ਨਾ, ਬੈਡਰੂਮ ਤੱਕ ਪਹੁੰਚ ਗਿਆ। ਮੈਂ ਕਹਿੰਦੀ ਵੀ ਕੋਈ ਵੀ ਚੀਜ਼ ਤੁਹਾਡੀ ਕਲਮ ਨੂੰ ਖਾਸ ਕਰਕੇ ਆਪਾਂ ਨਹੀਂ ਬੰਨ੍ਹ ਸਕਦੇ, ਹੈ ਨਾ। ਵੀਨਾ ਵਰਮਾ ਲਿਖਦੇ ਨੇ, ਇੰਨੇ ਔਰਤ ਮਰਦ ਦੇ ਉਹਨਾਂ ਨੇ ਜਿਹੜੀਆਂ ਸਰੀਰਕਤਾ ਨਾਲ ਜੁੜੀਆਂ ਹੋਈਆਂ ਚੀਜ਼ਾਂ ਨੇ ਇੰਨੀ ਸੰਜੀਦਗੀ ਨਾਲ ਉਹਨਾਂ ਨੇ ਪ੍ਰਗਟਾਈਆਂ ਨੇ ਕਿ ਪੱਛਮੀ ਸਮਾਜ ਤੋਂ ਬਾਅਦ ਜਿਹੜਾ ਖਾਸ ਕਰਕੇ ਜੇ ਮੈਂ ਕਹਾਂ ਪੰਜਾਬੀ ਸੱਭਿਆਚਾਰ, ਮੈਨੂੰ ਲੱਗਦਾ ਕਿ ਵੀਨਾ ਵਰਮਾ ਹੁਣਾਂ ਦੀਆਂ ਕਿਤਾਬਾਂ ਤੋਂ ਬਾਅਦ ਕ੍ਰਾਂਤੀ ਸੀ ਕਿ ਉਹਨੇ ਸੋਚਣਾ ਸ਼ੁਰੂ ਕੀਤਾ ਕਿ ਜੇ ਮਰਦ ਦੀਆਂ ਕੁਝ ਕੁ ਸਮਾਜਿਕ ਜਾਂ ਸਰੀਰਕ ਜ਼ਰੂਰਤਾਂ ਹੋ ਸਕਦੀਆਂ ਨੇ ਤਾਂ ਔਰਤ ਦੀਆਂ ਵੀ ਬਿਲਕੁਲ ਉਸੇ ਤਰੀਕੇ ਦੀਆਂ ਹੁੰਦੀਆਂ ਨੇ, ਹੈ ਨਾ। ਬੜੀ ਖੂਬਸੂਰਤੀ ਨਾਲ ਉਹਨਾਂ ਨੇ ਲਿਖਿਆ। ਪਰ ਜੇ ਤੁਸੀਂ ਕਹਿੰਦੇ ਹੋ ਕਿ ਤੁਹਾਡਾ ਧਿਆਨ ਆ ਜਿਹੜਾ ਉਹ ਉਸ ਇੱਕ ਬਿਮਾਰੀ ਨੂੰ, ਉਸ ਇੱਕ ਲਾਹਨਤ ਨੂੰ ਉਘਾੜਨ ਦੀ ਬਜਾਏ ਉਹਦੇ 'ਚੋਂ ਚਸਕੇ ਲੈਣ ਵਾਲਾ ਸਾਹਿਤ ਤੁਸੀਂ ਰਚ ਰਹੇ ਹੋ, ਤਾਂ ਫਿਰ ਇਹੋ ਜਿਹਾ ਸਾਹਿਤ ਵਾਕਈ ਤੁਹਾਡੇ ਬੈਡਰੂਮ ਤੱਕ ਨਹੀਂ ਪਹੁੰਚਣਾ ਚਾਹੀਦਾ, ਹੈ ਨਾ। ਇਹੋ ਜਿਹਾ ਸਾਹਿਤ ਵੀ ਮੈਂ ਕਹਿੰਦੀ ਵੀ ਖਾਸ ਕਰਕੇ ਕ੍ਰਾਂਤੀ ਹੈ ਜਿਹੜੀ ਕਵਿਤਾ 'ਚ ਬਹੁਤ ਜ਼ਿਆਦਾ ਆਈ ਆ, ਹੈ ਨਾ।
ਆ ਰਿਹਾ ਇਹੋ ਜਿਹਾ ਸਾਹਿਤ, ਮਤਲਬ ਤੁਸੀਂ ਲਿਖ ਸਕਦੇ ਹੋ। ਮੈਂ ਬਹੁਤ ਸੰਜੀਦਾ ਵਿਸ਼ਾ ਵੀ ਆ ਜਿਹੜਾ ਉਹਨੂੰ ਠਾ ਵੀ ਲਿਖ ਸਕਦੀ ਹਾਂ ਵੀ ਹਾਂ ਆਹ ਪ੍ਰੋਬਲਮ ਆ ਸੋਸਾਇਟੀ ਦੇ ਵਿੱਚ, ਇਹ ਸੋਲਵ ਹੋਣੀ ਚਾਹੀਦੀ ਆ ਤੇ ਮੇਰੀ ਕਿਤਾਬ ਆ ਜਿਹੜੀ ਇਸੇ ਵਿਸ਼ੇ ਤੇ ਆ, ਹੈ ਨਾ, ਮਤਲਬ ਇਹ ਕਹਿ ਸਕਦੀ ਹਾਂ ਮੈਂ। ਪਰ ਜੇ ਤੁਸੀਂ ਕਹਿੰਦੇ ਹੋ ਕਿ ਉਹ ਸਿਰਫ ਵਾਵਾ ਖੱਟਣ ਲਈ ਆ, ਮਤਲਬ ਇੱਕ ਸਵਾਦ ਲੈ ਕੇ ਲਿਖੀ ਗਈ ਆ, ਵੀ ਇੱਕ ਤਾਂ ਹੋ ਗਿਆ ਜੀ ਵੀ ਇੱਕ ਆਹ ਸੀਨ ਆ ਜੀ ਉਹਦੇ 'ਚ ਇੱਕ ਦਰਦ ਆ, ਆਹ ਬੰਦਾ ਫੀਲ ਕਰ ਰਿਹਾ, ਤੇ ਦੂਜੇ ਪਾਸੇ ਤੁਸੀਂ ਕਹੋ ਵੀ ਉਹਨੂੰ ਇੰਨੇ ਜਾਣੇ ਇੰਜੋਏ ਕਰ ਰਹੇ ਸੀ, ਉਹਨੂੰ ਆਹ ਚੀਜ਼, ਉਹ ਮਤਲਬ ਤੁਸੀਂ ਉਹੀ ਸਾਹਿਤ ਫਿਰ ਆਪਾਂ ਨੂੰ ਕਹਿਣਾ ਨਹੀਂ ਚਾਹੀਦਾ ਕਿ ਬਹੁਤ ਨੌਜਵਾਨ ਮੁੰਡੇ ਲਿਖਦੇ ਆ ਵੀ ਜਿਹੜਾ ਸਾਹਿਤ ਆ ਸਾਡੇ ਬੱਸ ਸਟਾਪ 'ਤੇ ਜਾਂ ਕਿਤੇ ਇਹੋ ਜਿਹੀਆਂ ਜਗ੍ਹਾਵਾਂ 'ਤੇ ਵਿਕਦਾ ਸੀ, ਹੈ ਨਾ, ਉਹ ਹੁਣ ਡਾਇਰੈਕਟਲੀ ਸਾਡੇ ਘਰਾਂ ਤੱਕ ਆ ਗਿਆ। ਪਰ ਗੁਰਦੀਪ ਉਦੋਂ ਗੁੱਸਾ ਚੜ੍ਹਦਾ ਏ ਜਦੋਂ ਇਸੇ ਸਾਹਿਤ ਨੂੰ ਵੱਡੇ ਵੱਡੇ ਲੋਕ ਨੇ ਜਿਹੜਾ ਆਪਣਾ ਥਾਪੜਾ ਦਿੰਦੇ ਆ, ਹੈ ਨਾ, ਫਿਰ ਉਹ ਇਨਾਮ ਦੇ ਰੂਪ 'ਚ ਵੀ ਦਿੰਦੇ ਆ ਤੇ ਉਹ ਮੁੱਖਬੰਦ ਲਿਖ ਲਿਖ ਕੇ ਵੀ ਦਿੰਦੇ ਆ। ਫਿਰ ਤੁਸੀਂ ਕਹੋਗੇ ਕਿ ਮੈਂ ਪਤਾ ਨਹੀਂ ਡਾਕਟਰ ਨਰਿੰਦਰ ਸਿੰਘ ਕਪੂਰ ਹੋਣਾ ਦੀ ਇੰਨੀ ਤਾਰੀਫ ਕਿਉਂ ਕਰਦੀ ਹਾਂ। ਉਹ ਕਹਿਣਗੇ ਵੀ ਕਿਤਾਬ ਕਦੇ ਵੀ ਰਿਲੀਜ਼ ਨਹੀਂ ਕਰਾਉਣੀ ਚਾਹੀਦੀ, ਕਿਤਾਬ ਤੇ ਕਦੇ ਵੀ ਕਿਸੇ ਦਾ ਮੁੱਖਬੰਦ ਨਹੀਂ ਹੋਣਾ ਚਾਹੀਦਾ। ਜੇ ਤੁਹਾਨੂੰ ਭਰੋਸਾ ਹੈ ਵੀ ਜਿਹੜੇ ਸ਼ਬਦ ਮੈਂ ਲਿਖੇ ਨੇ ਉਹ ਲੋਕਾਂ ਦੀ ਕਚਹਿਰੀ ਦੇ ਵਿੱਚ ਪ੍ਰਮਾਣਿਤ ਹੋਣਗੇ, ਲੋਕ ਉਹਨੂੰ ਪੜ੍ਹਨਗੇ, ਤੁਹਾਨੂੰ ਆਪਣੀ ਲਿਖਤ ਤੇ ਭਰੋਸਾ, ਤਾਂ ਤੁਹਾਨੂੰ ਇਹੋ ਜਿਹੇ ਚੋਜਾਂ 'ਚ ਪੈਣ ਦੀ ਕੋਈ ਜ਼ਰੂਰਤ ਨਹੀਂ, ਹੈ ਨਾ। ਖੁਸ਼ੀ ਵੀ ਹੁੰਦੀ ਆ ਵੀ ਨੌਜਵਾਨ ਮੁੰਡੇ ਕੁੜੀਆਂ ਲਿਟਰੇਚਰ ਪੜ੍ਹ ਰਹੇ ਨੇ, ਹੈ ਨਾ। ਆਪਣੇ ਪੇਰੈਂਟਸ ਤੋਂ ਬਾਅਦ ਜਿਹੜੀ ਉਸ ਤੋਂ ਇੱਕ ਵਿਚਕਾਰਲੀ ਜੀ ਪੀੜ੍ਹੀ ਸੀ ਜਿਹ 'ਚ ਆਪਣੇ ਤੋਂ ਵੱਡੇ 15-20 ਸਾਲ ਵੱਡੀ ਜਨਰੇਸ਼ਨ ਆਉਂਦੀ ਆ, ਹੈ ਨਾ, ਉਹਨਾਂ ਨੇ ਲਿਟਰੇਚਰ ਪੜ੍ਹਨਾ ਛੱਡਤਾ ਸੀਗਾ ਕਿਉਂਕਿ ਉਸ ਸਮੇਂ ਪੰਜਾਬ ਦੇ ਜਾਂ ਇੰਡੀਆ ਦੇ ਬਹੁਤ ਸਾਰੇ ਮੁੱਦੇ ਮਤਲਬ ਹੋ ਗਏ ਨੇ ਵੀ ਲਿਟਰੇਚਰ ਤੋਂ ਧਿਆਨ ਹਟ ਗਿਆ ਲੋਕਾਂ ਦਾ। ਹੁਣ ਮੁੰਡੇ ਯੂਨੀਵਰਸਿਟੀ ਦੇ ਵਿੱਚ ਕਿਤਾਬਾਂ ਦੇ ਸਟਾਲ ਲਾ ਰਹੇ ਨੇ, ਕਿਤਾਬਾਂ ਨੂੰ ਪ੍ਰਮੋਟ ਕਰ ਰਹੇ ਨੇ, ਕੁੜੀਆਂ ਵੱਧ ਚੜ੍ਹ ਕੇ ਹਿੱਸਾ ਲੈ ਰਹੀਆਂ ਨੇ, ਪਰ ਫਿਰ ਵੀ ਜਦੋਂ ਤੱਕ ਇਹ ਨਹੀਂ ਦੱਸਿਆ ਜਾਂਦਾ ਕਿ ਸਾਹਿਤ ਦਾ ਪੱਧਰ ਕੀ ਆ, ਸਾਹਿਤ ਕਿਸ ਤਰੀਕੇ ਦਾ ਰਚਿਆ ਜਾਣਾ ਚਾਹੀਦਾ, ਉਦੋਂ ਤੱਕ ਇਹਦੀ ਪ੍ਰਮੋਸ਼ਨ ਦਾ ਕੋਈ ਵੀ ਫਾਇਦਾ ਨਹੀਂ। ਜਿਵੇਂ ਤੁਸੀਂ ਕਿਹਾ ਕਿ ਬਹੁਤ ਵੱਡੇ ਸਾਹਿਤਕਾਰ ਜਦੋਂ ਇਹਨਾਂ ਕਿਤਾਬਾਂ ਨੂੰ ਅਵਾਰਡ ਵੀ ਦਿੰਦੇ ਨੇ ਤੇ ਦੂਜਾ ਉਹਨਾਂ ਦੇ ਮੁੱਖਬੰਦ ਵੀ ਲਿਖਦੇ ਨੇ, ਤੁਹਾਨੂੰ ਲੱਗਦਾ ਭੈਣੇ ਕਿ ਜਦੋਂ ਅਸੀਂ ਸੁਸਾਇਟੀ ਦੇ ਵਿੱਚ ਹਰ ਬੰਦੇ ਨੂੰ ਆਪਾਂ ਕੁਐਸਚਨ ਕਰਦੇ ਹਾਂ, ਹੈ ਨਾ, ਹਰ ਬੰਦਾ ਆਪਾਂ ਸੋਚਦੇ ਹਾਂ ਕਿ ਇਹ ਜਵਾਬ ਦੇ ਆ ਜਦੋਂ ਕੋਈ ਚੀਜ਼ ਪਬਲਿਕਲੀ ਹੁੰਦੀ ਆ, ਹੈ ਨਾ, ਤਾਂ ਤੁਹਾਨੂੰ ਲੱਗਦਾ ਵੀ ਸਾਹਿਤਕਾਰਾਂ ਨੂੰ ਵੀ ਸਵਾਲ ਹੋਣਾ ਚਾਹੀਦਾ ਕਿ ਤੁਸੀਂ ਕਿਹੋ ਜਿਹੇ ਸਾਹਿਤ ਦਾ ਜਾਂ ਕਿਹੋ ਜਿਹੀ ਕਿਤਾਬ ਦਾ ਤੁਸੀਂ ਮੁੱਖਬੰਦ ਲਿਖਿਆ? ਹੋਣਾ ਚਾਹੀਦਾ ਗੁਰਦੀਪ। ਦੇਖੋ ਜੇ ਮੇਰੀ ਮੰਨ ਲਓ ਕਿਸੇ ਵੱਡੇ ਸਾਹਿਤਕਾਰ ਨਾਲ ਬਣਦੀ ਆ, ਹੈ ਨਾ, ਚਾਹੇ ਉਹ ਕੋਈ ਲੇਡੀ ਆ ਚਾਹੇ ਉਹ ਕੋਈ ਮੇਲ ਪਰਸਨ ਆ, ਹੁਣ ਮੇਰੇ ਮਨ 'ਚ ਇੱਕ ਖਿਆਲ ਆ ਗਿਆ ਵੀ ਮੈਂ ਬੱਸ ਚੜ੍ਹੀ ਜੀ, ਬੱਸ 'ਚ ਮੈਂ ਟਿਕਟ ਲੈਣੀ ਸੀ, ਸਵਾਰੀਆਂ ਦੀ ਭੀੜ ਸੀ ਤੇ ਮੇਰੀ ਵਾਰੀ ਆ ਜਿਹੜੀ ਉਹ ਬਹੁਤ ਚਿਰ ਬਾਅਦ ਆਈ ਤੇ ਇਹ ਮੈਨੂੰ ਕਵਿਤਾ ਲੱਗੀ ਤੇ ਮੈਂ ਉਹ ਕਵਿਤਾ ਬਣਾ ਕੇ ਲਿਖਤੀ, ਹੈ ਨਾ। ਉਹਦੇ 'ਚ ਜੇ ਕਿਸੇ ਕੋਲ ਮੈਂ ਜਾਣੀ ਆ ਵੀ ਆਹ ਦੇਖੋ ਜੀ ਮੇਰੀ ਇਸ ਪੱਧਰ ਦੀ ਕਵਿਤਾ ਹੈ ਜਾਂ ਮੇਰੀ ਇਸ ਪੱਧਰ ਦੀ ਲਿਖਤ ਆ, ਤੁਸੀਂ ਇਹਨੂੰ ਥਾਪੜਾ ਦਿਓ ਤੇ ਇਹਨੂੰ ਛਾਪ ਦਿਓ, ਹੈ ਨਾ, ਚਾਹੇ ਬੰਦਾ ਮੈਨੂੰ ਲੱਖ ਜਾਣਦਾ ਹੈ, ਪਰ ਜੇ ਉਹ ਇੱਕ ਚੰਗਾ ਸਾਹਿਤਕਾਰ ਆ ਤੇ ਉਹ ਉਹਨਾਂ ਲੋਕਾਂ ਲਈ ਜਵਾਬ ਦੇ ਆ ਤਾਂ ਉਹ ਮੈਨੂੰ ਜ਼ਰੂਰ ਦੱਸੇਗਾ ਵੀ ਬੀਬਾ ਤੇਰਾ ਕਵਿਤਾ ਵਾਲਾ ਤਾਂ ਪੱਧਰ ਹੀ ਨਹੀਂ ਹੈਗਾ। ਤੇ ਦੂਜੀ ਗੱਲ ਇਹ ਆ ਵੀ ਤੁਸੀਂ ਹਰ ਇੱਕ ਨੂੰ ਆਪਾਂ ਗਾਈਡ ਕਰਦੇ ਹਾਂ ਵੀ ਜੇ ਤੈਨੂੰ ਇੱਕ ਚੰਗੀ ਤਰ੍ਹਾਂ ਕੰਮ ਆਉਂਦਾ ਨਹੀਂ ਤਾਂ ਤੂੰ ਇਹਦੇ ਨਾਲ ਸੰਬੰਧਿਤ ਆ ਜਿਹੜਾ ਉਹ ਕੰਮ ਦੇਖ, ਹੈ ਨਾ। ਮੈਨੂੰ ਉਹ ਇਹ ਵੀ ਕਹੇਗਾ ਕਿ ਭਾਈ ਤੂੰ ਸਾਹਿਤ ਪੜ੍ਹ ਕਿ ਲੋਕਾਂ ਨੇ ਕਿੰਨਾ ਵਧੀਆ ਵਧੀਆ ਕੁਛ ਲਿਖਿਆ ਹੋਇਆ ਨਾ। ਇਹੋ ਜਿਹਾ ਸਾਹਿਤ ਲਿਖ ਕੇ ਜਾਂ ਇਹੋ ਜਿਹੇ ਲੋਕਾਂ ਤੋਂ ਥਾਪੜੇ ਲੈ ਕੇ ਗੁਰਦੀਪ ਅਸੀਂ ਸਾਹਿਤ ਨੂੰ ਨੀਵਾਂ ਨਹੀਂ ਕਰ ਰਹੇ, ਉਲਟਾ ਇਹੋ ਜਿਹੇ ਲੋਕਾਂ ਦੀਆਂ ਜਿਹੜੀਆਂ ਸ਼ਖਸੀਅਤਾਂ ਨੇ, ਜਿਹੜੀਆਂ ਇੰਨੀਆਂ ਉੱਚੀਆਂ ਸ਼ਖਸੀਅਤਾਂ ਨੇ, ਅਸੀਂ ਉਹਨਾਂ ਨੂੰ ਵੀ ਨਾਲ ਨੀਵਾਂ ਕਰ ਦਿੰਦੇ ਹਾਂ। ਪਰ ਪਤਾ ਨਹੀਂ, ਮੈਨੂੰ ਸਮਝ ਨਹੀਂ ਆਉਂਦੀ ਵੀ ਉਹ ਲੋਕ ਵੀ ਕਿਸ ਲਾਲਚ ਬਸ ਲਿਖ ਦਿੰਦੇ ਆ ਵੀ ਹਾਂ ਮੁੱਖਬੰਦ ਜੀ ਫਲਾਣੇ ਵੱਡੇ ਲੇਖਕ ਨੇ ਲਿਖਤਾ, ਹੈ ਨਾ। ਮੈਨੂੰ ਲੱਗਦਾ ਹੁੰਦਾ ਵੀ ਸਾਹਿਤ ਦੇ ਮਾਮਲੇ 'ਚ ਤੁਹਾਨੂੰ ਮਲਾਂਝੇਦਾਰੀਆਂ ਨਹੀਂ ਪਕਾਉਣੀਆਂ ਚਾਹੀਦੀਆਂ, ਹੈ ਨਾ। ਬੜਾ ਬਦਨਾਮ ਹੋ ਗਿਆ ਇਹ ਕਿੱਤਾ ਤਾਂ ਨਹੀਂ ਕਹਿ ਸਕਦੀ, ਸ਼ੌਂਕ ਵੀ ਕਹਿ ਸਕਦੀ ਹਾਂ, ਜ਼ਿੰਮੇਵਾਰੀ ਵੀ ਹਰ ਇੱਕ ਰਾਈਟਰ ਨੂੰ ਮੈਂ ਇਹ ਸਵਾਲ ਕਰਦੀ ਹੁੰਦੀ ਹਾਂ ਵੀ ਸਾਹਿਤ ਦੇ ਵਿੱਚ ਵੀ ਕਹਿੰਦੇ ਨੇ ਜਾਣ ਪਛਾਣ ਦੇ ਜਿਹੜੇ ਹੈ ਨਾ ਦਿੱਤੇ ਜਾਂਦੇ ਨੇ ਇਨਾਮ, ਤੇ ਮੁੱਖਬੰਦ ਵੀ ਹੁਣ ਉਸੇ ਤਰੀਕੇ ਦੇ ਨੇ ਵੀ ਪਛਾਣ ਵਾਲਿਆਂ ਤੇ ਵੱਡੀ ਸਟੈਂਪ ਲਾ ਦਿੱਤੀ ਜਾਂਦੀ ਹੈ। ਬਿਲਕੁਲ, ਮੈਂ ਕਿ ਵੀ ਹੁਣ ਇਕੱਲੇ ਗਾਇਕਾਂ ਨੂੰ ਸਵਾਲ ਨਹੀਂ ਹੋਇਆ ਕਰਨਾ ਜਾਂ ਐਕਟਰਾਂ ਨੂੰ ਸਵਾਲ ਨਹੀਂ ਹੋਇਆ ਕਰਨਾ ਵੀ ਜਿਵੇਂ ਕਹਿੰਦੇ ਹੁੰਦੇ ਨੇ ਵੀ ਅੱਜ ਕੱਲ੍ਹ ਤੇ ਇੱਕ ਕਿੱਟ ਦੇ ਉੱਪਰ 4-4 ਗਾਇਕ ਬੈਠੇ ਨੇ, ਤਾਂ ਮੈਨੂੰ ਲੱਗਦਾ ਕਿ ਫੇਸਬੁੱਕ ਦੇ ਉੱਪਰ ਮਾੜਾ ਮੋਟਾ ਲਿਖਣ ਵਾਲਾ ਹਰ ਬੰਦਾ ਹੀ ਆਪਣੇ ਆਪ ਨੂੰ ਲੇਖਕ ਸਮਝੀ ਬੈਠਾ। ਪਰ ਜਿਵੇਂ ਆਪਾਂ ਕਹਿੰਦੇ ਆ ਵੀ ਅਦਾਕਾਰੀ ਜਾਂ ਦੁਨੀਆ ਦਾ ਕੋਈ ਵੀ ਪ੍ਰੋਫੈਸ਼ਨ, ਹਰ ਪ੍ਰੋਫੈਸ਼ਨ ਬੜਾ ਸਤਿਕਾਰਯੋਗ ਆ, ਉਸੇ ਤਰੀਕੇ ਦੇ ਨਾਲ ਸਾਹਿਤ ਲਿਖਣਾ, ਕਵਿਤਾਵਾਂ ਲਿਖਣੀਆਂ, ਕਹਾਣੀਆਂ ਲਿਖਣੀਆਂ ਵੀ ਬਹੁਤ ਵੱਡਾ ਕੰਮ ਆ, ਹੈ ਨਾ। ਤੁਹਾਡਾ ਸਾਹਿਤ ਅੱਗੇ ਕਿੰਨੇ ਲੋਕਾਂ ਨੇ ਪੜ੍ਹਨਾ ਹੁੰਦਾ ਵਾ। ਜਦੋਂ ਅਸੀਂ ਇਹੋ ਜਿਹਾ ਸਾਹਿਤ ਲਿਖਾਂਗੇ ਜਿਹੜਾ ਕਿ ਚਾਹ ਪਿੰਨੀਆਂ ਤੱਕ ਆ ਕੇ ਸੀਮਤ ਹੋ ਜਾਂਦਾ, ਤਾਂ ਮੈਨੂੰ ਨਹੀਂ ਲੱਗਦਾ ਕਿ ਲੋਕੀ ਸਾਹਿਤ ਦੀ ਕਿਤਾਬਾਂ ਦੀ ਉਹ ਕਦਰ ਕਰਨਗੇ ਜਿਹੜੀ ਕਿ ਹੋਣੀ ਚਾਹੀਦੀ ਸੀ ਜਾਂ ਹੁੰਦੀ ਆਈ ਆ ਹੁਣ ਤੱਕ, ਹੈ ਨਾ। ਗੁਰਦੀਪ ਬਹੁਤ ਸਾਰੀਆਂ ਚੀਜ਼ਾਂ ਨੇ, ਦੇਖੋ ਕੋਈ ਵੀ ਬੰਦਾ ਜਿਵੇਂ ਕਹਿੰਦੇ ਆਪਾਂ ਵੀ
ਇੱਕ ਚੰਗੀ ਫਿਲਮ ਦੇਖਣ ਅਸੀਂ ਤਦ ਹੀ ਜਾਂਦੇ ਹਾਂ, 200 ਜਾਂ 250 ਰੁਪਏ ਅਸੀਂ ਤਦ ਹੀ ਖਰਚਦੇ ਹਾਂ ਜੇ ਵਾਕਈ ਉਹ ਵਧੀਆ ਹੋਵੇ। ਤੇ ਤੁਸੀਂ ਪਹਿਲਾਂ ਸੋਚਦੇ ਹੋ ਵੀ ਮੈਨੂੰ ਕੋਈ ਪ੍ਰਤੀਕਿਰਿਆ ਦੇਵੇ ਵੀ ਜਿਹੜਾ ਕੋਈ ਦੇਖ ਕੇ ਆਇਆ, ਹੈ ਨਾ। ਸੇਮ ਇਸੇ ਤਰ੍ਹਾਂ ਹੁੰਦਾ ਹੈ ਨਾ। ਫਿਲਮ ਤਾਂ ਫਿਰ ਤੁਹਾਨੂੰ ਥੀਏਟਰ 'ਚ ਜਾ ਕੇ ਵੇਖਣੀ ਪੈਂਦੀ ਹੈ, ਕਿਤਾਬ ਤਾਂ ਚੰਗੀ ਇਹ ਵੀ ਹੁੰਦੀ ਆ ਵੀ ਉਧਾਰ ਲੈ ਕੇ ਪੜ੍ਹੀ ਜਾਂਦੀ ਹੈ ਨਾ। ਮੇਰੀ ਇੱਕ ਸਹੇਲੀ ਹੈ, ਉਹ ਕਿਤਾਬਾਂ ਲਿਆਉਂਦੇ ਨੇ, ਉਹ ਪੜ੍ਹ ਲੈਂਦੇ ਆ ਤਾਂ ਮੈਨੂੰ ਪੜ੍ਹਨ ਲਈ ਦੇ ਦਿੰਦੇ ਆ, ਮੈਂ ਪੜ੍ਹ ਕੇ ਆਪਣੀਆਂ ਖਰੀਦੀਆਂ ਹੋਈਆਂ ਉਹਨਾਂ ਨੂੰ ਦੇ ਦਿੰਦੇ, ਹੈ ਨਾ। ਕਿਤਾਬ ਅਸੀਂ ਉਧਾਰੀ ਵੀ ਦੇ ਦਿੰਦੇ ਹਾਂ ਲੋਕਾਂ ਨੂੰ। ਇੱਕ ਕਿਤਾਬ 'ਤੇ ਮੈਂ 200 ਰੁਪਏ ਕਿਉਂ ਖਰਚੂੰਗੀ? ਇਸੇ ਲਈ ਖਰਚੂੰਗੀ ਵੀ ਮੈਨੂੰ ਉਹਦੇ ਤੋਂ ਕੁਛ ਸੇਧ ਮਿਲੇ, ਤੇ ਉਸ ਤੋਂ ਬਾਅਦ ਜੇ ਉਹ ਮੇਰੇ ਘਰ 'ਚ ਕਿਤੇ ਪਈਆ ਮੇਰਾ ਬੱਚਾ ਪੜ੍ਹੇ ਜਾਂ ਮੇਰੀ ਬੇਟੀ ਪੜ੍ਹੇ ਤੇ ਉਹਨੂੰ ਵੀ ਚੰਗਾ ਫੀਲ ਹੋਵੇ ਨਾ। ਇਹੋ ਜਿਹੀਆਂ ਕਿਤਾਬਾਂ 'ਤੇ ਅਸੀਂ ਪੈਸਾ ਕਿਉਂ ਖਰਚਾਂਗੇ, ਹੈ ਨਾ। ਮੈਨੂੰ ਲੱਗਦਾ ਹੁੰਦਾ ਵੀ ਇਹੋ ਜਿਹੀਆਂ ਚੀਜ਼ਾਂ ਲਿਖ ਕੇ ਅਸੀਂ ਇਕੱਲਾ ਪਾਠਕ ਦਾ ਨੁਕਸਾਨ ਨਹੀਂ ਕਰ ਰਹੇ, ਸਾਹਿਤ ਦਾ ਨੁਕਸਾਨ ਨਹੀਂ ਕਰ ਰਹੇ, ਅਸੀਂ ਆਪਣਾ ਉਸ ਤੋਂ ਵੀ ਜ਼ਿਆਦਾ ਕਰ ਰਹੇ ਹਾਂ ਕਿ ਪੱਲਿਓਂ ਪੈਸੇ ਖਰਚ ਕੇ ਵੀ ਸਾਡੀ ਕਿਤਾਬ ਨਹੀਂ ਕੋਈ ਖਰੀਦ ਰਿਹਾ, ਹੈ ਨਾ। ਮੈਨੂੰ ਕਈ ਵਾਰ ਬਹੁਤ ਸਾਰੇ ਲੋਕ ਕਹਿਣਗੇ ਤੁਸੀਂ ਕਿਤਾਬ ਲਿਖੋ, ਹੈ ਨਾ। ਵੈਸੇ ਮੇਰਾ ਕੱਦ ਬਹੁਤ ਛੋਟਾ, ਪਰ ਮੈਂ ਕਹਿੰਦੀ ਹੁੰਦੀ ਸਾਹਿਤਕ ਤੌਰ 'ਤੇ ਤਾਂ ਮੇਰਾ ਕੱਦ ਬਿਲਕੁਲ ਹੀ ਨਹੀਂ ਉੱਚਾ, ਹੈ ਨਾ, ਵੀ ਮੈਂ ਕੋਈ ਕਿਤਾਬ ਲਿਖ ਸਕਾਂ, ਕਿਉਂਕਿ ਸਾਡੇ ਤਜਰਬੇ ਉਸ ਪੱਧਰ ਦੇ ਹਾਲੇ ਨਹੀਂ ਹੋਏ। ਦਲੀਪ ਕੌਰ ਟਿਵਾਣਾ ਜੀ ਨੇ ਬਹੁਤ ਛੋਟੀ ਉਮਰ 'ਚ ਪਹਿਲਾ ਨਾਵਲ ਲਿਖਿਆ, ਹੈ ਨਾ। ਉਹਨਾਂ ਨੂੰ ਪਹਿਲੇ ਨਾਵਲ ਦੇ ਉੱਪਰ, ਹੈ ਨਾ, ਉਹਨਾਂ ਨੂੰ ਅਵਾਰਡ ਮਿਲ ਗਿਆ। ਉਹਨਾਂ ਦਾ ਅਵਾਰਡ ਆਪਾਂ ਬਹੁਤ, ਮੈਂ ਵੀ ਕਹਿ ਦੂੰਗੀ ਵੀ ਬੜੀ ਛੋਟੀ ਉਮਰ 'ਚ ਉਹਨਾਂ ਨੂੰ ਅਵਾਰਡ ਕਿਉਂ ਮਿਲਿਆ, ਹੈ ਨਾ। ਉਹਨਾਂ ਨੇ ਆਪਣੀ ਜ਼ਿੰਦਗੀ ਦੇ ਅਗਲੇ 40 ਵਰੇ ਇਹ ਪ੍ਰੂਫ ਕੀਤਾ ਕਿ ਉਹਨਾਂ ਨੂੰ ਇਹ ਅਵਾਰਡ ਕਿਉਂ ਮਿਲਿਆ ਸੀ, ਹੈ ਨਾ। ਉਹਨਾਂ ਦੀਆਂ ਲਿਖਤਾਂ ਤੁਸੀਂ ਪੜ੍ਹੋਗੇ, ਤੁਸੀਂ ਕਹੋਗੇ ਵੀ ਹਾਂ ਦਲੀਪ ਕੌਰ ਟਿਵਾਣਾ ਜੋ ਅੱਜ ਲਿਖਦੇ ਨੇ ਸ਼ੋਰਲੀ ਇਹ 35 ਸਾਲ ਪਹਿਲਾਂ ਵੀ ਐਵੇਂ ਦਾ ਹੀ ਲਿਖਦੇ ਹੋਣਗੇ, ਹੈ ਨਾ। ਪਰ ਜੇ ਹੁਣ ਅੱਜ ਤੁਹਾਨੂੰ ਅਵਾਰਡ ਮਿਲ ਰਿਹਾ ਤੇ ਤੁਹਾਡੀ ਦੂਜੀ ਕਿਤਾਬ ਕੋਈ ਹੱਥ 'ਚ ਚੁੱਕਣ ਲਈ ਤਿਆਰ ਨਹੀਂ, ਫਿਰ ਤੁਹਾਡੀ ਉਲਟੀ ਮੈਂ ਕਹਿੰਦੀ ਇੱਜ਼ਤ ਦੀ ਜਗ੍ਹਾ ਬਦਨਾਮੀ ਜ਼ਿਆਦਾ ਹੋ ਜਾਂਦੀ ਹੈ ਨਾ। ਤੇ ਜਦੋਂ ਵੀ ਇਹੋ ਜਿਹੇ ਲੋਕਾਂ ਨਾਲ ਆਪਾਂ ਗੱਲ ਕਰਦੇ ਹਾਂ, ਮੈਂ ਤਾਂ ਬਹੁਤ ਸਾਰੇ ਲੋਕਾਂ ਨੂੰ ਹੁਣ ਲਿਟਰੇਰੀ ਪਰਸਨ ਨੂੰ ਮਿਲ ਚੁੱਕਿਆ, ਤਾਂ ਮੈਨੂੰ ਲੱਗਦਾ ਹੁੰਦਾ ਵੀ ਰੱਬ ਨਾ ਕਰੇ ਫਿਊਚਰ 'ਚ ਮੈਂ ਕੋਈ ਕਿਤਾਬ ਲਿਖਾਂ ਤੇ ਉਹਨੂੰ ਇਨਾਮ ਨਹੀਂ ਮਿਲਣਾ ਚਾਹੀਦਾ। ਅੱਜ ਕੱਲ੍ਹ ਇਨਾਮ ਮਿਲਣ ਵਾਲੀ ਕਿਤਾਬ ਦੇ ਲੋਕੀ ਜ਼ਿਆਦਾ ਸ਼ੱਕ ਕਰਦੇ ਆ। ਸਹੀ ਗੱਲ ਆ। ਇੱਕ ਕਿਤਾਬ 2-3 ਦਿਨ ਪਹਿਲਾਂ ਤੋਂ ਬੜੀ ਮਸ਼ਹੂਰ ਹੋ ਰਹੀ ਹੈ, 1 ਸਾਲ ਪਹਿਲਾਂ ਵੀ ਬੜੀ ਮਸ਼ਹੂਰ ਹੋਈ ਸੀ, ਹੈ ਨਾ। ਹਾਂ ਸਹੀ ਗੱਲ ਹੈ। ਹਾਂ ਤੁਸੀਂ ਵੀ ਸੁਣੀ ਹੋਣੀ। ਤੇ ਲੋਕ ਮਤਲਬ ਜਿਸ ਕਦਰ ਧੱਜੀਆਂ ਉਡਾ ਰਹੇ ਨੇ ਕਿਤਾਬ ਦੀਆਂ, ਚਲੋ ਆਪਾਂ ਵੀ ਕਹਿੰਦੇ ਵੀ ਲੋਚਨਾ ਸਹੀ ਪੱਧਰ 'ਤੇ ਹੋਣੀ ਚਾਹੀਦੀ ਆ, ਪਰ ਲੋਕ ਨਾਲ ਦੀ ਨਾਲ ਉਹੋ ਜਿਹੀ ਇੱਕ ਕਵਿਤਾ ਲਿਖ ਕੇ ਦਿਖਾ ਰਹੇ ਨੇ ਵੀ ਅਸੀਂ ਵੀ ਇਹੋ ਜਿਹੀ ਕਵਿਤਾ ਲਿਖ ਸਕਦੇ ਹਾਂ ਤੇ ਅਸੀਂ ਵੀ ਇਨਾਮ ਦੇ ਹੱਕਦਾਰ ਹਾਂ, ਹੈ ਨਾ। ਬਿਲਕੁਲ। ਤੇ ਇਹੀ ਕਹਿ ਕੇ ਭੈਣੇ ਆਪਾਂ ਪ੍ਰੋਗਰਾਮ ਦੀ ਸਮਾਪਤੀ ਕਰਾਂਗੇ ਵੀ ਜਿਵੇਂ ਸਾਨੂੰ ਗਾਣਿਆਂ ਲਈ ਜਾਂ ਫਿਲਮਾਂ ਲਈ ਜਾਂ ਮਤਲਬ ਹੋਰ ਕਿਸੇ ਵੀ ਇੰਟਰਟੇਨਮੈਂਟ ਦਾ ਜੋ ਵੀ ਸਾਡਾ ਸੋਰਸ ਆ, ਉਹਦੇ ਵਿੱਚ ਅਸੀਂ ਫਿਲਟਰ ਲਾ ਕੇ ਦੇਖਦੇ ਹੁੰਦੇ ਸੀ ਵੀ ਇਹ ਚੀਜ਼ ਦੇਖਣੀ ਆ, ਸੁਣਨੀ ਆ, ਮਤਲਬ ਹੈਗੀ ਸੁਣਨ ਵਾਲੀ ਜਾਂ ਫਿਰ ਦੇਖਣ ਵਾਲੀ। ਮੈਨੂੰ ਲੱਗਦਾ ਕਿ ਜੇ ਸਹੀ ਸਮੇਂ 'ਤੇ ਆਪਾਂ ਨਾ ਸੰਭਲੇ ਤਾਂ ਸਾਨੂੰ ਕਿਤਾਬਾਂ ਵੀ ਉਹ ਫਿਲਟਰ ਲਾ ਕੇ ਰੱਖਣੀਆਂ ਪਿਆ ਕਰਨਗੀਆਂ, ਘਰੇ ਪੜ੍ਹਨੀਆਂ ਪਿਆ ਕਰਨਗੀਆਂ ਵੀ ਪੜ੍ਹਨ ਵਾਲੀ ਹੈਗੀ ਆ, ਅੱਗੇ ਪੜ੍ਹਾਉਣ ਵਾਲੀ ਹੈਗੀ ਆ ਜਾਂ ਨਹੀਂ ਹੈਗੀ, ਹੈ ਨਾ। ਸੋ ਬਹੁਤ ਮਿਹਰਬਾਨੀ ਤੁਸੀਂ ਟਾਈਮ ਕੱਢਿਆ ਇਸ ਪ੍ਰੋਗਰਾਮ ਲਈ। ਨਹੀਂ ਮੈਨੂੰ ਵੀ ਬਹੁਤ ਚੰਗਾ ਲੱਗਿਆ। ਕੋਈ ਸ਼ੇਅਰ ਸੁਣਾਉਣਾ ਜਾਂਦੇ ਜਾਂਦੇ? ਨਹੀਂ ਮੇਰੇ ਕੋਲ ਵੈਸੇ ਇਸ ਪੱਧਰ ਦਾ ਹਲੇ ਸ਼ੇਅਰ ਹੈ ਨਹੀਂ ਤੇ ਮੈਨੂੰ ਕਵਿਤਾ ਲਿਖਣ ਦਾ ਵੀ ਸ਼ੌਂਕ ਨਹੀਂ ਹੈਗਾ, ਹੈ ਨਾ। ਮੈਂ ਬਹੁਤ ਘੱਟ ਲਿਖਦੀ ਹਾਂ, ਪਰ ਫਿਰ ਵੀ ਉਮੀਦ ਕਰਦੇ ਹਾਂ ਵੀ ਚੰਗਾ ਸਾਹਿਤ ਆਵੇ ਤੇ ਸਾਡਾ ਜਿਹੜਾ ਮੋਹ ਹੈ ਇਹਦੇ ਨਾਲੋਂ ਕਦੀ। ਜਿਹੜੀ ਗਜ਼ਲ ਤੁਸੀਂ ਮੈਨੂੰ ਪ੍ਰੋਗਰਾਮ ਸ਼ੁਰੂ ਹੋਣ ਤੋਂ ਪਹਿਲਾਂ ਸੁਣਾ ਰਹੀ ਸੀ, ਉਹਦਾ ਇੱਕ ਪੈਰਾ ਕਹਿੰਦੇ ਹੁੰਦੇ ਨੇ ਜਾਂ ਉਹ ਸੁਣਾ ਦਿਓ। ਪਹਿਲਾ ਸ਼ੇਅਰ ਮੈਂ, ਚਲੋ ਤੁਸੀਂ ਵੈਸੇ ਗੱਲ ਮੈਂ ਕੱਢਣੀ ਨਹੀਂ ਸੀ, ਕੱਢ ਦਿੱਤੀ, ਪਰ ਮੈਂ ਸੁਣਾ ਦਿੰਦੀ ਹਾਂ। ਮਤਲਬ ਮੈਨੂੰ ਵੈਸੇ ਤਰੰਨਮ 'ਚ ਵੀ ਬਹੁਤ ਸ਼ੌਂਕ ਆ, ਪਰ ਮੈਂ ਤੁਹਾਨੂੰ ਇੱਦਾਂ ਹੀ ਸੁਣਾ ਦਿੰਦੀ ਹਾਂ ਕਿ ਕੁਛ ਕੁ ਦਿਨ ਪਹਿਲਾਂ ਮੈਂ ਇੱਕ ਗਜ਼ਲ ਲਿਖੀ, ਮੈਨੂੰ ਖੁਦ ਨੂੰ ਬੜੀ ਸੋਹਣੀ ਲੱਗੀ, ਹੈ ਨਾ। ਬਾਕੀ ਚਲੋ ਹੁਣ ਸਾਰੇ ਲੋਕਾਂ ਨੇ ਸੋਹਣੀ ਲੈਣੀ ਆ ਵੀ ਉਹਨਾਂ ਨੂੰ ਕਿਵੇਂ ਲੱਗੀ। ਮੈਂ ਲਿਖਿਆ ਕਿ ਮੇਰੀ ਹਿੰਦੀ ਬਹੁਤ ਜ਼ਿਆਦਾ ਸੋਹਣੀ ਨਹੀਂ ਹੈਗੀ, ਹੈ ਨਾ, ਪਰ ਮੈਂ 2 ਸਾਲ ਇੱਕ ਇਹੋ ਜਿਹੀ ਸਟੇਟ 'ਚ ਰਹਿ ਕੇ ਪੜ੍ਹ ਕੇ ਆਈ ਜਿੱਥੇ ਹਿੰਦੀ ਬੋਲਦੇ ਆ ਤੇ ਮੂੰਹ ਜਿਹਾ ਮਾਰ ਲਈਦਾ ਮਤਲਬ ਹਿੰਦੀ ਨੂੰ। ਮੈਂ ਲਿਖਿਆ ਕਿ खत लिखता हूँ मगर वो पढ़ता नहीं, खत लिखता हूँ मगर वो पढ़ता नहीं, इश्क फिर भी कैसा है कि मरता नहीं। क्या बात है, बहुत ਮਿਹਰਬਾਨੀ, ਸ਼ੁਕਰੀਆ। ਤੇ ਇਸੇ ਹੀ ਖੂਬਸੂਰਤ ਸ਼ੇਅਰ ਦੇ ਨਾਲ ਅਸੀਂ ਤੁਹਾਡੇ ਤੋਂ ਇਜਾਜ਼ਤ ਚਾਹਾਂਗੇ। ਤੁਸੀਂ ਵੇਖਦੇ ਰਹੋ 20 ਸੋਸ਼ਲ। 20 ਸੋਸ਼ਲ ਵੇਖ ਰਹੇ ਹੋ ਤੁਸੀਂ। ਮੈਂ ਗੁਰਦੀਪ ਗਰੇਵਾਲ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਹਾਂ। ਜੀ ਆਇਆਂ ਨੂੰ, ਸਤਿ ਸ਼੍ਰੀ ਅਕਾਲ। ਉਮੀਦ ਹੈ ਸਾਰੇ ਠੀਕ ਠਾਕ ਹੋਵੋਗੇ ਤੁਸੀਂ। ਪ੍ਰੋਗਰਾਮ ਗੱਲ ਤੇ ਗੱਲ ਦੇ ਨਵੇਂ ਐਪੀਸੋਡ ਦੇ ਵਿੱਚ ਤੁਹਾਡਾ ਸਵਾਗਤ ਹੈ ਅਤੇ ਭੈਣ ਰੁਪਿੰਦਰ ਸੰਧੂ ਹੋਰਾਂ ਦਾ ਵੀ ਅਸੀਂ ਸਵਾਗਤ ਕਰਦੇ ਹਾਂ। ਜੀ ਆਇਆਂ ਨੂੰ ਭੈਣ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਗੁਰਦੀਪ, ਕੀ ਹਾਲ ਚਾਲ ਹੈ? ਵਧੀਆ ਵਧੀਆ, ਤੁਸੀਂ ਦੱਸੋ ਕਿੱਦਾਂ? ਵਧੀਆ, ਸਭ ਠੀਕ ਠਾਕ ਹੈ। ਭੈਣੇ ਮੈਂ ਤਾਂ 5 ਮਹੀਨੇ ਲੋਕਡਾਊਨ ਦੇ ਉੱਧਰ ਕੱਢੇ ਜਾਂਦੇ, ਤੁਸੀਂ ਕੱਢੇ ਇੱਧਰ। ਇੱਧਰ ਕਿਵੇਂ ਰਿਹਾ, ਕੀ ਹਲਚਲ ਸੀ? ਜਾਂ ਹਲਚਲ ਤਾਂ ਵੈਸੇ ਹੈ ਨਹੀਂ ਸੀ, ਮਤਲਬ ਕਿਵੇਂ ਰਿਹਾ ਇੱਧਰਲਾ ਲੋਕਡਾਊਨ ਤੁਹਾਡਾ?
ਗੁਰਦੀਪ ਬੜਾ ਡਰਾਵਣਾ ਜਿਹਾ ਹੀ ਸੀਗਾ ਹਨਾ। ਮੈਨੂੰ ਨਾ ਇੱਕ ਮੇਰੀ ਭਾਬੀ ਦਾ ਫੋਨ ਆਇਆ, ਹਾਂਜੀ ਉਹ ਕਹਿੰਦੀ ਜਦੋਂ ਵੀ ਨਵਾਂ ਲੋਕਡਾਊਨ ਕੀਤਾ ਹੀ ਸੀਗਾ ਹਲੇ, ਕੇਰਾਂ ਤਾਂ ਕਹਿੰਦੇ ਇੰਨਾ ਮਤਲਬ ਡਰ ਹੋ ਗਿਆ ਸੀਗਾ ਮਨਾਂ ਦੇ ਵਿੱਚ, ਕਹਿੰਦੇ ਸਵੇਰੇ ਦਿਨੇ ਵੀ ਭੈ ਆਉਂਦੀ ਹੁੰਦੀ ਸੀ ਵੀ ਕੋਈ ਬੋਲ ਕਿਉਂ ਨਹੀਂ ਰਿਹਾ। ਹਾਂ ਤੁਹਾਨੂੰ ਪਤਾ ਮਤਲਬ ਲੋਕੀ ਦਿਸਣੋਂ ਹਟ ਗਏ ਸੀਗੇ ਹਨਾ। ਹਾਂ ਸਹੀ ਗੱਲ। ਛੱਤਾਂ ਤੇ ਚੜ੍ਹਦੇ ਸੀ ਤਾਂ ਛੱਤ ਤੇ ਚੜ੍ਹ ਕੇ ਵੀ ਕੋਈ ਟਾਵਾਂ ਬੰਦਾ ਦਿਸਦਾ ਹੁੰਦਾ ਸੀ। ਮਤਲਬ ਕਈਆਂ ਤੋਂ ਹੁਣ ਸੁਣਦੇ ਹੁੰਦੇ ਆ, ਚਲੋ ਹੁਣ ਤਾਂ ਲੋਕ ਇੰਨਾ ਜ਼ਿਆਦਾ ਡਰ ਨਹੀਂ ਰਹੇ, ਪਰ ਉਦੋਂ ਤਾਂ ਕਹਿੰਦੇ ਵੀ ਲੋਕ ਬੈਡਰੂਮ ਦਾ ਦਰਵਾਜ਼ਾ ਵੀ ਬੰਦ ਕਰ ਲੈਂਦੇ ਸੀ, ਪਤਾ ਨਹੀਂ ਇੱਥੋਂ ਵੀ ਕਰੋਨਾ ਆ ਜਾਣਾ ਹੈਨਾ। ਅੱਛਾ, ਇੱਕ ਅਫਵਾਹ ਆਪਣੇ ਉਦੋਂ ਹੋਰ ਉੱਠੀ ਸੀਗੀ, ਕਹਿੰਦੇ ਲੋਕੀ ਆਪਦੇ ਘਰਾਂ 'ਚ ਵੀ ਮਾਸਕ ਲਾ ਕੇ ਫਿਰਦੇ ਸੀ ਵੀ ਖਨੀ ਕਰੋਨਾ ਹਵਾ 'ਚ ਫੈਲ ਗਿਆ। ਹਾਂ ਗੁਰਦੀਪ, ਇੱਕ ਆਪਾਂ ਨੂੰ ਨਾ ਵਹਿਮ ਛੇਤੀ ਹੋਣ ਲੱਗ ਜਾਂਦੇ ਆ। ਤੁਹਾਨੂੰ ਪਤਾ ਜਦੋਂ ਕਈ ਤਰ੍ਹਾਂ ਦੇ ਇਦਾਂ ਵਾਇਰਲ ਚੱਲਦੇ ਹੁੰਦੇ, ਜਿਵੇਂ ਮੰਨ ਲਓ ਡੇਂਗੂ ਚੱਲ ਪਿਆ ਜਾਂ ਕੁਝ ਚੱਲ ਪਿਆ, ਤਾਂ ਆਪਣੇ ਲੋਕਾਂ ਨੂੰ ਆਦਤ ਨਹੀਂ ਵੀ ਜੇ ਕਿਸੇ ਨੇ ਮਤਲਬ ਸ਼ੇਅਰ ਕਰਤਾ ਵੀ ਇਲਾਇਚੀਆਂ ਚੁੱਭਣ ਲੱਗ ਜਾਓ ਜਾਂ ਹਨਾ ਜਿਹੜਾ ਮੁਸ਼ਕ ਕਪੂਰ ਹੁੰਦਾ, ਮੁਸ਼ਕ ਕਪੂਰ ਰੱਖ ਲਓ, ਉਹਨੂੰ ਬਾਲਣਾ ਸ਼ੁਰੂ ਕਰ ਦੋ ਤਾਂ ਲੋਕ ਫਿਰ ਉਹੀ ਕੰਮ ਤੇ ਹੋ ਜਾਂਦੇ ਆ ਹਨਾ। ਤੇ ਇਹ ਕਰੋਨਾ 'ਚ ਵੀ ਬਹੁਤ ਸਾਰੀਆਂ ਅਫਵਾਹਾਂ ਫੈਲੀਆਂ ਸੀ, ਕਹਿੰਦੇ ਸੀ ਗਰਮ ਪਾਣੀ ਪੀਣਾ ਸ਼ੁਰੂ ਕਰ ਦੋ, ਨਿੰਬੂ ਪੀਣੇ ਸ਼ੁਰੂ ਕਰੋ ਹਨਾ, ਤੇ ਵਿਟਾਮਿਨ ਸੀ ਦੀਆਂ ਗੋਲੀਆਂ ਖਾਣੀਆਂ, ਕਹਿੰਦੇ ਲੋਕਾਂ ਨੇ ਬੜਾ ਸਟਾਕ ਚੱਕਿਆ। ਹਾਂ ਸਹੀ ਗੱਲ ਆ ਨਾ। ਤੇ ਲੋਕਡਾਊਨ ਦਾ ਵੈਸੇ ਬਹੁਤ ਮਾੜਾ ਅਸਰ ਵੀ ਹੋਇਆ, ਕਿਉਂਕਿ ਜਿੰਨੇ ਬਹੁਤ ਸਾਰੇ ਜਿਹੜੇ ਸਮਾਲ ਬਿਜ਼ਨਸ ਸੀਗੇ ਜਾਂ ਜਿਹੜੇ ਡੇਲੀ ਰੋਜੀ ਰੋਟੀ ਵਾਲੇ ਲੋਕ ਸੀਗੇ ਜਿਨ੍ਹਾਂ ਨੇ ਦਿਹਾੜੀ ਕਰਕੇ ਖਾਣਾ ਸੀਗਾ ਨਾ, ਉਹਨਾਂ ਦਾ ਬੜਾ ਨੁਕਸਾਨ ਹੋਇਆ। ਆਮ ਲੋਕਾਂ ਦੇ ਹਰ ਜਨਜੀਵਨ ਪ੍ਰਭਾਵਿਤ ਹੋਇਆ ਲੋਕਡਾਊਨ ਤੋਂ। ਪਰ ਜਿਵੇਂ ਕੁਛ ਚੀਜ਼ਾਂ ਲੋਕਡਾਊਨ ਦੇ ਵਿੱਚ ਜਿਹੜੀਆਂ ਚੰਗੀਆਂ ਹੋਈਆਂ, ਆਪਾਂ ਉਹਨਾਂ ਦੀ ਅੱਜ ਆਪਾਂ ਗੱਲ ਕਰਦੇ ਹਾਂ ਹਨਾ। ਤੇ ਉਹ ਮੇਰੇ ਭਾਬੀ ਜਿਨ੍ਹਾਂ ਦੀ ਮੈਂ ਗੱਲ ਦੱਸ ਰਹੀ, ਉਹ ਕਹਿੰਦੇ ਵੀ ਉਦੋਂ ਬਾਅਦ ਤਾਂ ਕਹਿੰਦੇ ਹੁਣ ਐਂ ਲੱਗਦਾ ਵਾ ਵੀ ਹਫ਼ਤੇ ਕੁ ਲਈ ਲੋਕਡਾਊਨ ਜ਼ਰੂਰ ਹੋਣਾ ਚਾਹੀਦਾ ਹਨਾ, ਕਿਉਂਕਿ ਕਹਿੰਦੇ ਘਰ ਦੇ ਘਰੇ ਰਹਿੰਦੇ ਨੇਗੇ, ਘੱਟੋ ਘੱਟ ਕਹਿੰਦੇ ਬੈਠ ਕੇ ਗੱਲ ਤਾਂ ਕਰਦੇ ਹਾਂ ਆਪਾਂ ਹਨਾ। ਤੇ ਇੱਕ ਜਿਹੜੀ ਹੋਰ ਚੀਜ਼ ਆ ਭੈਣੇ, ਜਿਹੜੇ ਲੋਕਡਾਊਨ 'ਚ ਵਿਆਹ ਹੋਏ ਨੇ ਉਹਨਾਂ ਦੀ ਆਪਾਂ ਗੱਲ ਕਰਦੇ ਹਾਂ ਹਨਾ। ਬਹੁਤ ਵਧੀਆ ਚੀਜ਼ਾਂ ਹੋਈਆਂ ਨੇ ਗੁਰਦੀਪ, ਜਿਵੇਂ ਤੁਸੀਂ ਕਹਿ ਰਹੇ ਹੋ ਵੀ ਚਲੋ ਬਹੁਤ ਮਾੜਾ ਅਸਰ ਵੀ ਹੋਇਆ ਜਿਹੜਾ ਹੁਣ ਤੱਕ ਵੀ ਦੇਖਣ ਨੂੰ ਮਿਲ ਰਿਹਾ ਹਨਾ। ਸ਼ਾਇਦ ਜਿਹੜੇ ਲੋਕਾਂ ਨੂੰ ਇਹ ਘਾਟੇ ਪਏ ਨੇ, ਮੇਰੇ ਖਿਆਲ ਕਈ ਸਾਲ ਵੀ ਸ਼ਾਇਦ ਨਹੀਂ ਨਿਕਲਣਗੇ ਹਨਾ। ਉਹ 'ਚ ਚਾਹੇ ਕਿਸਾਨੀ ਆ, ਚਾਹੇ ਕਿਸੇ ਦਾ ਕੋਈ ਕਾਰੋਬਾਰ ਆ, ਜਾਂ ਫਿਰ ਡੇਲੀ ਜਿਹੜੇ ਤੁਸੀਂ ਕਹਿ ਰਹੇ ਹੋ ਦਿਹਾੜੀਦਾਰ। ਪਰ ਕੁਛ ਕੁ ਚੰਗੀਆਂ ਚੀਜ਼ਾਂ ਨੇ ਜਿਹੜੀਆਂ ਉਹ ਲੋਕਡਾਊਨ ਨੇ ਸਿਖਾਤੀਆਂ ਹਨਾ। ਪਹਿਲੀ ਸਿਖਾ ਦਿੱਤੀ ਵੀ ਇੰਨੀ ਭੱਜ ਦੌੜ ਦੀ ਜ਼ਰੂਰਤ ਨਹੀਂ ਜਿੰਨੀ ਜ਼ਿੰਦਗੀ 'ਚ ਆਪਾਂ ਪਾਈ ਹੋਈ ਹੈ ਹਨਾ। ਪਹਿਲਾਂ ਕਿਸੇ ਨੂੰ ਫੋਨ ਕਰਨਾ, ਛੇਤੀ ਗੱਲ ਦੱਸ, ਟਾਈਮ ਨਹੀਂ ਹੁਣ ਅਗਲਾ ਜ਼ਬਰਦਸਤੀ ਕਰਦਾ ਵੀ ਗੱਲ ਕਰ ਲੈ, ਟਾਈਮ ਨਹੀਂ ਪਾਸ ਹੋ ਰਿਹਾ ਹਨਾ। ਤੇ ਉਸ ਤੋਂ ਵੱਡੀ ਗੱਲ ਜਿਹੜੀ ਆਪਾਂ ਵੈਸੇ ਪੰਜਾਬੀਆਂ ਬਾਰੇ ਬੜੀ ਮਸ਼ਹੂਰ ਆ ਵੀ ਆਪਾਂ ਵਿਆਹ ਤੇ ਘਰਾਂ ਦੋਵਾਂ ਤੇ ਬਹੁਤ ਖਰਚਾ ਕਰਦੇ ਹਾਂ ਹਨਾ। ਕਹਿੰਦੇ ਵੀ ਇੱਕ ਵਾਰੀ ਇੱਕ ਸਰਵੇ ਹੋਇਆ ਸੀ ਇੰਡੀਆ 'ਚ, ਤੇ ਜਦੋਂ ਮੋਦੀ ਸਰਕਾਰ ਨੇ ਕਿਹਾ ਸੀ ਕਿ ਪੰਜਾਬ ਦੇ ਲੋਕਾਂ ਨੂੰ ਰਿਆਇਤਾਂ ਦੀ ਜ਼ਰੂਰਤ ਨਹੀਂ ਹੈਗੀ, ਕਿਉਂਕਿ ਉਹਨਾਂ ਦੀਆਂ ਕੋਠੀਆਂ, ਉਹਨਾਂ ਦੇ ਘਰ ਵੇਖ ਕੇ ਲੱਗਦਾ ਵੀ ਇਹਨਾਂ ਕੋਲ ਤਾਂ ਪੈਸਾ ਹੀ ਬੜਾ ਹਨਾ। ਦੂਜੀ ਸੇਮ ਚੀਜ਼ ਐਵੇਂ ਆਪਣੇ ਵਿਆਹ ਦੇਖ ਕੇ ਲੱਗਦਾ ਹੁੰਦਾ ਹਨਾ, ਵੀ ਚਾਹੇ ਆਪਣੇ ਕੋਲ ਕਰਜ਼ਾ ਚੁੱਕ ਕੇ ਵਿਆਹ ਕਰਨਾ ਪਵੇ, ਪਰ ਲੋਕੀ ਕਹਿੰਦੇ ਆ ਵੀ ਸਾਰੀ ਦੁਨੀਆ ਨੂੰ ਵਿਖਾ ਦਿਓ ਹਨਾ, ਇੱਕੋ ਵਾਰ ਤਾਂ ਹੋਣਾ। ਹਾਂ ਇੱਕੋ ਨਹੀਂ, ਹੁਣ ਤਾਂ ਚਲੋ ਖੈਰ 2-3 ਵਾਰ ਵੀ ਉਦੋਂ ਤਾਂ ਬੰਦਾ ਹੀ ਸੋਚਦਾ ਵੀ ਪਹਿਲਾਂ ਤੇ ਆਖਰੀ ਆ। ਹਾਂ, ਤੇ ਉਹ ਇਸ ਲਈ ਆਪਾਂ ਉਹ ਸਾਰਾ ਮਤਲਬ ਖਰਚਾ, ਜਿੰਨੀ ਜ਼ਿੰਦਗੀ ਦੀ ਜਮ੍ਹਾਂ ਪੂੰਜੀ ਉਹ ਵੱਖਰੀ ਗੱਲ, ਉਸ ਤੋਂ ਵੱਧ ਕਰਜ਼ਾ ਲੈ ਕੇ ਵੀ ਇਹਨਾਂ ਚੀਜ਼ਾਂ ਤੇ ਲਾ ਦਿੰਦੇ ਆ ਹਨਾ। ਪਿੱਛੇ ਜੇ ਇੱਕ ਕਿਤਾਬ ਛਪੀ ਸੀ ਜਿਹਦੇ ਉੱਤੇ ਇਹੀ ਲਿਖਿਆ ਹੋਇਆ ਸੀ ਵੀ ਜਿਹੜੇ ਵਿਆਹ ਤੇ ਜਿਹੜੇ ਜਾਂ ਸੋਗ ਦੇ ਸਾਡੇ ਪ੍ਰੋਗਰਾਮ ਹੁੰਦੇ ਨੇ ਉਹਨਾਂ ਤੇ ਖਰਚਾ ਹੈ ਜਿਹੜਾ ਉਹ ਘੱਟ ਕਰਨਾ ਚਾਹੀਦਾ ਹਨਾ। ਵੀ ਇਹ ਮਤਲਬ ਇੱਕ ਚਿੰਤਾ ਵਾਲੀ ਉਹ ਗੱਲ ਸੀ। ਇਸ ਟਾਈਮ 'ਚ ਗੁਰਦੀਪ ਜਿੰਨਾ ਲੋਕਾਂ ਨੇ ਮਤਲਬ ਪਲਾਨ ਕੀਤੇ ਹੋਏ ਸੀ ਵੀ ਵਿਆਹ ਤੇ 1000, 1500, 500, 200 ਬੰਦੇ ਦਾ ਇਕੱਠ ਹੋਊ, ਉਹ ਲੋਕਾਂ ਨੇ ਵੀ ਪਤਾ ਨਹੀਂ ਦਿਲ ਤੇ ਕਿਵੇਂ ਪੱਥਰ ਧਰ ਕੇ 10-10 ਬੰਦਿਆਂ ਨਾਲ ਵਿਆਹ ਕਰਵਾਏ। ਮਤਲਬ ਹਨਾ 10 ਬੰਦੇ ਬਰਾਤ 'ਚ ਗਏ ਆ, ਕਿਉਂਕਿ ਪਹਿਲਾਂ ਤਾਂ ਸੀਗਾ 50 ਬੰਦਿਆਂ ਦਾ ਇਕੱਠ, ਫਿਰ ਉਸ ਤੋਂ ਬਾਅਦ ਹੁਣ 30 ਦਾ ਹੀ ਹੋ ਗਿਆ। ਤੇ ਮਤਲਬ ਬੜੇ ਸਾਦੇ ਵਿਆਹ ਹੋਏ ਨੇ, ਬੜਾ ਚੰਗਾ ਲੱਗਿਆ। ਜਿਵੇਂ ਸਾਡੇ ਉੱਥੇ ਪਟਿਆਲੇ ਇੱਕ ਆਫਿਸਰ ਨੇ, ਉਹਨਾਂ ਦੇ ਵਾਈਫ ਵੀ ਚੰਗੇ ਰੈਂਕ ਤੇ ਨੇ, ਉਹਨਾਂ ਦੀ ਬੇਟੀ ਦਾ ਵਿਆਹ ਸੀ ਜਦੋਂ ਸ਼ੁਰੂਆਤੀ ਦਿਨ ਜਿਹੇ ਸੀਗੇ ਜਦੋਂ ਲੋਕਡਾਊਨ ਦੀ ਸ਼ੁਰੂਆਤ ਹੋਈ ਆ ਨਾ, ਤਾਂ ਉਹਨਾਂ ਨੇ ਕਹਿੰਦੇ ਵੀ 5 ਬੰਦੇ ਆਏ ਸੀਗੇ ਬਰਾਤ 'ਚ, ਤੇ ਉਹਨਾਂ ਨੇ ਜਿੰਨਾ ਓਵਰ ਜਿਹੜਾ ਖਰਚਾ ਕਰਨਾ ਸੀ ਸਾਰਾ ਉਹਨਾਂ ਨੇ ਆਪਣੀ ਬੇਟੀ ਨੂੰ ਮਤਲਬ ਦਿੱਤਾ ਹਨਾ। ਵੀ ਉਹਦਾ 'ਚ ਇਹ ਹੈ ਕਿ ਚਲੋ ਬੱਚੇ ਦਾ ਫਿਊਚਰ ਆ ਜਿਹੜਾ ਉਹ ਇੱਕ ਤਰ੍ਹਾਂ ਨਾਲ ਸੇਫ ਹੋ ਗਿਆ ਹਨਾ। ਤੇ ਬਹੁਤ ਸਾਰੇ ਲੋਕਾਂ ਨੇ ਇੱਦਾਂ ਕੀਤਾ। ਹੁਣ ਚਲੋ
ਇੱਕ ਅਫਸੋਸ ਦੀ ਘਟਨਾ ਹੁੰਦੀ ਹੈ ਜਦੋਂ ਆਪਣਾ ਸਾਰਿਆਂ ਦਾ ਦਿਲ ਕਰਦਾ ਵੀ ਜੇ ਕੋਈ ਦੁੱਖ 'ਚ ਅਸੀਂ ਉਹਦੇ ਨਾਲ ਖੜੀਏ। ਹੁਣ ਲੋਕਾਂ ਦਾ ਉਹ ਵੀ 5-10 ਜੀਆਂ ਨਾਲ ਸਾਰੇ ਹੀ ਰਿਹਾ। ਆਪਣੇ ਕਿੰਨੇ ਖਰਚੇ ਨੇ ਗੁਰਦੀਪ ਜਿਹੜੇ ਬਚ ਗਏ ਨੇ ਹਨਾ। ਵਿਆਹ 'ਚ ਜ਼ਰੂਰੀ ਚੀਜ਼ਾਂ ਕੀ ਹੁੰਦੀਆਂ ਨੇ ਵੀ ਤੁਸੀਂ ਇੱਕ ਚੰਗੇ ਘਰੇ ਰਿਸ਼ਤਾ ਕਰ ਲਿਆ, ਤੁਸੀਂ ਇੱਕ ਵਧੀਆ ਤਰੀਕੇ ਨਾਲ ਆਪਣੇ ਧੀ ਪੁੱਤਰ ਨੂੰ ਹਨਾ, ਇੱਕ ਛੋਟਾ ਜਿਹਾ ਜਸ਼ਨ ਹੁੰਦਾ ਉਹਨਾਂ ਦਾ ਜਿਹੜਾ ਤੁਸੀਂ ਮਨਾਉਣਾ ਹੁੰਦਾ, ਪਰ ਅਸੀਂ ਉਹਨੂੰ ਵੀ ਸੱਦ ਲੈਂਦੇ ਹਾਂ ਜਿਹਨੂੰ ਕਦੀ ਜ਼ਿੰਦਗੀ 'ਚ ਸਤਿ ਸ਼੍ਰੀ ਅਕਾਲ ਬੁਲਾਈ ਹੁੰਦੀ ਹੈ, ਤੇ ਬਾਅਦ 'ਚੋਂ ਵਿਆਹ 'ਚ ਉਹਦੇ ਨਾਲ ਘੰਟਾ ਖੜਨਾ ਵੀ ਨਹੀਂ ਸਾਨੂੰ ਮਿਲਦਾ ਹਨਾ। ਕਿੱਡੇ ਵਿਆਹ ਆਪਾਂ ਏਦਾਂ ਅਟੈਂਡ ਕਰਦੇ ਰਹੇ ਹਾਂ। ਭੈਣੇ ਕਈ ਲੋਕਾਂ ਨੇ ਤਾਂ ਇੰਟੈਂਸ਼ਨਲੀ ਵਿਆਹ ਕੀਤੇ ਨੇ, ਮਤਲਬ ਉਹਨਾਂ ਦਾ ਕੋਈ ਹੈ ਨਹੀਂ ਸੀ ਹਲੇ ਪਲਾਨ, ਜਾਂ ਕਈਆਂ ਦੇ ਇਹ ਸੀਗੇ ਵੀ ਉਹਨਾਂ ਨੇ ਅਗਲੇ ਸਾਲ ਕਰਨੇ ਸੀਗੇ, ਪਰ ਜਦੋਂ ਉਹਨਾਂ ਨੇ ਦੇਖਿਆ ਵੀ ਹੁਣ ਥੋੜੇ ਨਾਲ ਸਰਦਾ ਤਾਂ ਉਹਨਾਂ ਨੇ ਜਾਣਬੁੱਝ ਕੇ ਵਿਆਹ ਕੀਤੇ ਨੇਗੇ। ਕਰੋਨਾ ਦੇ ਵਿੱਚ ਸਾਡੀ ਏਦਾਂ ਹੀ ਸਾਡੀ ਰਿਸ਼ਤੇਦਾਰੀ ਦੇ ਵਿੱਚ ਵਿਆਹ ਹੋਇਆ, ਤਾਂ ਉਹਨਾਂ ਨੇ ਕਹਿੰਦੇ ਵੀ ਅਸੀਂ ਚਲੇ ਜਾਣਾ ਬਾਹਰ, ਵੀ ਆਪਾਂ ਮੁੰਡੇ ਨੂੰ ਵਿਆਹ ਦੀਏ, ਨਾਲੇ ਹੁਣ ਟਾਈਮ ਚੱਲਦਾ ਵਾ ਕਰੋਨੇ ਦਾ, ਵੀ ਖਰਚਾ ਘੱਟ ਹੋਊਗਾ, ਤੇ ਉਹਨਾਂ ਨੇ ਵਿਆਹ ਲਿਆ ਭਾਈ। ਜਦੋਂ ਦਾ ਵਿਆਹ ਹੋਇਆ ਤੇ ਸਾਡੇ ਜਿਵੇਂ ਹੋਰ ਜਿਹੜੇ ਵਿਆਹਣ ਵਾਲੇ ਸੀਗੇ ਹਨਾ, ਜਿਨ੍ਹਾਂ ਦੀ ਵਿਆਹ ਦੀ ਉਮਰ ਸੀ ਭਾਈ, ਉਹਨਾਂ ਦੇ ਮਾਂ-ਬਾਪ ਮਗਰ ਵੀ ਪੈ ਗਏ ਵੀ ਹੁਣ ਵਿਆਹ ਦੋ, ਗੁਰਦੀਪ ਏਦਾਂ ਹੁਣ ਵਿਆਹ ਦੋ। ਸਾਡੇ ਘਰੇ ਗੱਲ ਹੋਈ, ਮੈਂ ਕਿਸੇ ਦੀ ਐਗਜ਼ਾਮਪਲ ਦੇ ਰਹੀ ਸੀ, ਮੈਂ ਕਿਹਾ ਵੀ ਦੇਖੋ ਉਹਨਾਂ ਨੇ ਵਿਆਹ ਕਰ ਲਿਆ, ਕਿੰਨੇ ਵਧੀਆ ਰਹੇ ਹਨਾ। ਵੈਸੇ ਵਿਆਹ ਏਦਾਂ ਦੇ ਗੁਰਦੀਪ ਹੋਣੇ ਚਾਹੀਦੇ ਨੇ ਹਨਾ। ਤੇ ਮੈਨੂੰ ਹਾਸੇ ਚ ਮੇਰੇ ਚਾਚੀ ਜੀ ਕਹਿੰਦੇ ਵੀ ਤੇਰਾ ਮੁੰਡਾ 8 ਸਾਲ ਦਾ, ਤੂੰ ਵੀ ਵਿਆਹ ਕੇ ਰੱਖ ਲੈ। ਮਤਲਬ ਉਹ ਚੀਜ਼ ਆ, ਚਾਹੇ ਆਪਾਂ ਹਾਸੇ ਚ ਹੀ ਲਿਜਾ ਰਹੇ ਹਾਂ, ਪਰ ਮੈਨੂੰ ਲੱਗਦਾ ਬੜੀ ਸਕੂਨ ਵਾਲੀ ਆ ਹਨਾ, ਕਿਉਂਕਿ ਸਾਡੀ ਕੋਈ ਵੀ ਖੁਸ਼ੀ ਦਾ ਮੌਕਾ ਉਨੇ ਕੁ ਜੀਆਂ ਨਾਲ ਹੀ ਹੁੰਦਾ ਜਿਹੜੇ ਸਾਡੇ ਨੇੜੇ ਤੇੜੇ ਦੇ ਹੁੰਦੇ ਆ। ਪਰ ਸਾਡੇ ਲੋਕਾਂ ਦੀ ਸੋਚ ਬੜੀ ਮਾੜੀ ਆ। ਸਾਡੇ ਲੋਕ ਕਹਿ ਦੇਣਗੇ ਵੀ ਫਲਾਣੇ ਦੇ ਵਿਆਹ ਤੇ ਇੰਨਾ ਸ਼ਗਨ ਦੇ ਕੇ ਆਏ ਸੀ, ਲੈ ਜੇ ਹੁਣ ਇਕੱਠ ਨਾ ਕੀਤਾ ਤਾਂ ਉਹ ਸ਼ਗਨ ਵਾਪਸ ਕਦੋਂ ਲੈਣਾ ਹਨਾ। ਵੀ ਉਸ ਚੱਕਰ 'ਚ ਅਸੀਂ ਕਈ ਵਾਰੀ ਬਹੁਤ ਇਹੋ ਜਿਹੇ ਖਰਚੇ ਫਜ਼ੂਲ ਵਧਾ ਲੈਂਦੇ ਹਾਂ। ਹਾਂ ਸਹੀ ਗੱਲ ਆ। ਪਰ ਜਿਵੇਂ ਚੱਲ ਹੁਣ ਤਾਂ ਆਪਾਂ ਲੋਕਡਾਊਨ ਦੀ ਗੱਲ ਕਰਦੇ ਹਾਂ, ਪਰ ਲੋਕਡਾਊਨ ਤੋਂ ਪਹਿਲਾਂ ਵੀ ਕਈ ਵਿਆਹ ਇਦਾਂ ਦੇ ਹੋਏ ਸੀਗੇ ਜਿਨ੍ਹਾਂ ਨੇ, ਜ਼ਰੂਰੀ ਨਹੀਂ ਵੀ ਚਲੋ ਜੇ ਇਦਾਂ ਦੀ ਸਿਚੁਏਸ਼ਨ ਬਣਦੀ ਹੈ ਤਾਂ ਹੀ ਵਿਆਹ ਆਏ ਹੋ ਸਕਦੇ ਨੇਗੇ ਭੈਣੇ। ਉਸ ਤੋਂ ਪਹਿਲਾਂ ਵੀ ਚਲੋ ਜੱਸੀ ਸਿੰਘਾ ਹੋਰਾਂ ਦਾ ਨਾਮ ਜ਼ਿਕਰਯੋਗ ਹੈ ਇੱਥੇ। ਜਦੋਂ ਉਹਨਾਂ ਨੇ ਵਿਆਹ ਕਰਾਇਆ ਤਾਂ 5 ਮੈਂਬਰ ਸੀਗੇ ਗੁਰਦੁਆਰਾ ਸਾਹਿਬ ਦੇ ਵਿੱਚ ਹਨਾ। ਜਾਂ ਫਿਰ ਸਾਡੇ ਜਿਹੜੇ ਰਾਣੀ ਤੱਤ ਲੇਖਕ ਨੇ ਹਰਮਨਜੀਤ, ਉਹਨਾਂ ਦੇ ਵਿਆਹ ਦਾ ਗੁਆਂਢ 'ਚ ਵੀ ਨਹੀਂ ਸੀ ਪਤਾ ਹਨਾ। ਤੇ ਆਪਣੇ ਫਤਿਹਗੜ੍ਹ ਸਾਹਿਬ ਤੋਂ ਸੀਗੇ ਜਿਨ੍ਹਾਂ ਦੀ ਕਵਰੇਜ ਵੀ ਬਹੁਤ ਜ਼ਿਆਦਾ ਹੋਈ ਆ। ਇੱਦਾਂ ਹੋਰ ਬਹੁਤ ਸਾਰੇ ਐਗਜ਼ਾਮਪਲ ਲੋਕਾਂ ਨੇ ਸੈੱਟ ਕੀਤੇ ਸੀਗੇ ਕਿ ਵਿਆਹ ਜਿਹੜਾ ਅਸਲ ਦੇ ਵਿੱਚ ਮੁੰਡੇ ਕੁੜੀ ਜਾਂ ਫਿਰ ਦੋਹਾਂ ਪਰਿਵਾਰਾਂ ਦੇ ਮਾਂ-ਬਾਪ ਦੇ ਲਈ ਖਾਸ ਇੱਕ ਓਕੇਜ਼ਨ ਹੁੰਦਾ ਆ। ਤੇਰੇ ਮੇਰੇ ਵਰਗੇ ਤਾਂ ਫਿਰ ਖਾ ਕੇ ਹੱਥ ਝਾੜਨ ਵਾਲੇ ਹੀ ਹੁੰਦੇ ਨੇਗੇ ਹਨਾ। ਘਰੇ ਆ ਕੇ ਕਹਿ ਦੇਣਗੇ 5 ਤਰ੍ਹਾਂ ਦੀ ਮਠਿਆਈ ਸੀ, ਜੇ 6ਵੀਂ ਚਾਹ ਧਰ ਦਿੰਦੇ ਤਾਂ ਬਹੁਤ ਵਧੀਆ ਹੋਣਾ ਸੀ। ਫਿਰ ਵੀ ਕਹਿਣਗੇ ਸੇਵਾ ਨਹੀਂ ਹੋਈ। ਹਾਂ ਤੇ ਗੱਲ ਇਹ ਆ ਵੀ ਜ਼ਰੂਰਤ ਹੁਣ ਤਾਂ ਆਪਾਂ ਮਜਬੂਰੀ 'ਚ ਕੀਤੇ ਨੇ ਕਿ ਚੱਲ ਕਿਸੇ ਦਾ ਧਰਿਆ ਹੋਇਆ ਸੀਗਾ ਤਾਂ ਉਹਨੂੰ ਕਰਨਾ ਪਿਆ, ਜਾਂ ਕਿਸੇ ਦੀ ਕੋਈ ਹੋਰ ਮਜਬੂਰੀ ਸੀ ਉਹਨੂੰ ਕਰਨਾ ਪਿਆ। ਤੇ ਇੱਕੋ ਦੇਖੀ ਤੇਰੇ ਮੇਰੇ ਵਰਗੇ ਨੇ ਵੀ ਚਲੋ ਵੀ ਹੁਣ ਜੇ ਹੁੰਦਾ ਆ ਇੰਨੇ ਦੇ ਵਿੱਚ ਤਾਂ ਕੱਢ ਲਓ ਹਨਾ, ਵਧੀਆ ਚੀਜ਼ ਆ। ਘੱਟੋ ਘੱਟ ਜੀ ਆਪਦਾ ਘਰੇ ਆਉਣਾ ਚਾਹੀਦਾ ਵਾ ਨਾ। ਪਰ ਉਸ ਤੋਂ ਪਹਿਲਾਂ ਵੀ ਜਿਵੇਂ ਬਹੁਤ ਸਾਰੇ ਲੋਕਾਂ ਨੇ ਇਹ ਚੀਜ਼ਾਂ ਕੀਤੀਆਂ ਨੇਗੀਆਂ ਦੁਨੀਆ ਦੀ ਪਰਵਾਹ ਕੀਤੇ ਬਿਨਾਂ ਵੀ ਕੋਈ ਕੀ ਕਹੂਗਾ ਕੀ ਨਹੀਂ ਕਹੂਗਾ। ਮੈਨੂੰ ਲੱਗਦਾ ਉਹ ਚੀਜ਼ਾਂ ਬਾਰੇ ਸਾਨੂੰ ਜ਼ਰੂਰ ਉਹਨਾਂ ਚੀਜ਼ਾਂ ਤੋਂ ਵੀ ਸਾਨੂੰ ਸਿੱਖਣਾ ਚਾਹੀਦਾ ਕਿ ਜਿਹੜਾ ਵਿਆਹ ਅਸਲ ਦੇ ਵਿੱਚ ਜਿਨ੍ਹਾਂ ਦਾ ਹੋ ਰਿਹਾ ਉਹਦੇ ਲਈ ਖਾਸ ਓਕੇਜ਼ਨ ਆ ਇਹ, ਤੇ ਬਾਕੀ ਸਾਰੇ ਲੋਕਾਂ ਨੇ ਜਿਵੇਂ ਮੈਂ ਕਿਹਾ ਤੇਰੇ ਮੇਰੇ ਵਰਗੇ ਨੇ ਤਾਂ ਫਿਰ ਗੱਲਾਂ ਕਰਕੇ ਮੁੜਨਾ ਹੁੰਦਾ। ਬਿਲਕੁਲ ਗੁਰਦੀਪ ਦੇਖੋ ਬੇਸ਼ੱਕ ਇਸ ਚੀਜ਼ ਦੇ ਨਾਲ ਬਹੁਤ ਸਾਰੇ ਲੋਕ ਨੇ ਜਿਹੜੇ ਉਹਨਾਂ ਦਾ ਬਿਜ਼ਨਸ ਮਰਿਆ ਹੈ ਨਾ, ਚਾਹੇ ਉਹ ਕੇਟਰਿੰਗ ਦਾ, ਚਾਹੇ ਉਹ ਮੈਰਿਜ ਪੈਲੇਸ ਵਾਲੇ ਸੀਗੇ। ਪਰ ਸਭ ਤੋਂ ਵੱਡੀ ਗੱਲ ਸੋਚਣ ਦੀ ਹੈ ਵੀ ਸਾਨੂੰ ਇਹਨਾਂ ਚੀਜ਼ਾਂ ਦੀ ਜ਼ਰੂਰਤ ਕੀ ਆ ਹੈ ਨਾ। ਹੁਣ ਤੁਸੀਂ ਮਾੜੇ ਤੋਂ ਮਾੜਾ ਮੈਰਿਜ ਪੈਲੇਸ ਵੀ ਤੁਸੀਂ ਜਾਓਗੇ ਤਾਂ 5-7 ਲੱਖ ਤੋਂ ਘੱਟ ਉਹਦਾ ਰੈਂਟ ਨਹੀਂ ਹੈਗਾ ਹੈ ਨਾ। ਹੁਣ ਇੱਕ ਬੰਦੇ ਦਾ ਤਾਂ ਸ਼ੌਂਕ ਹੈ, ਉਹਦੇ ਕੋਲ ਪੈਸਾ, ਉਹ ਪੂਰਾ ਕਰ ਸਕਦਾ ਕਿ ਹਾਂ ਮੈਂ ਆਹ ਪੈਲੇਸ ਬੁੱਕ ਕਰਕੇ ਮੈਂ ਵਿਆਹ ਕਰਵਾ ਸਕਦਾ ਹੈ ਨਾ। ਹੁਣ ਉਹਦੀ ਦੇਖਾ ਰੇਖੀ ਇੱਕ ਬੰਦੇ ਦੀ ਨਾਲ ਜੇ ਬਾਕੀ ਦੇ 25 ਹੋਰ ਲੋਕ ਦੇਖ ਕੇ ਫਾਹਾ ਲੈ ਰਹੇ ਨੇ ਹਨਾ, ਤਾਂ ਇਹ ਮਤਲਬ ਸਹੀ ਤੇ ਬਿਲਕੁਲ ਕਲੀਅਰ ਗੱਲ ਹੈ ਕਿ ਇਹ ਚੀਜ਼ਾਂ ਸਾਨੂੰ ਕੋਈ ਬਹੁਤਾ ਫਾਇਦਾ ਨਹੀਂ ਦੇ ਰਹੀਆਂ ਹਨਾ। ਫਿਰ ਅਸੀਂ ਇਹ ਵੀ ਕਹਿੰਦੇ ਆ ਕਿ ਮਤਲਬ ਕਰਜ਼ਾ ਚੜ ਗਿਆ ਇੰਨਾ ਹਨਾ। ਹੁਣ ਆਪਾਂ ਵੀ ਜਿਹੜੇ ਪਰਿਵਾਰਾਂ ਚੋਂ ਆ, ਵਿਆਹ ਦੇ ਦੂਜੇ ਦਿਨ ਹੀ ਪਰਿਵਾਰ ਵਾਲੇ ਕਹਿਣ ਲੱਗ ਜਾਂਦੇ ਹੁੰਦੇ ਆ ਹੁਣ ਸਾਲ ਨਾ ਖਰਚਾ ਕਰਿਓ, ਵਿਆਹ ਤੇ ਬਹੁਤ ਖਰਚਾ ਕਰ ਲਿਆ ਹਨਾ। ਪਰ ਅਸਲੀ ਜ਼ਿੰਦਗੀ ਤੁਹਾਡੀ ਉਦੋਂ ਹੀ ਸ਼ੁਰੂ ਹੋਣੀ ਹੁੰਦੀ ਆ ਨਾ, ਤੇ ਉਦੋਂ ਹੀ ਤੁਹਾਨੂੰ ਹੱਥ ਘੁੱਟਣਾ ਸਿਖਾ ਦੇਣਗੇ। ਮਤਲਬ ਹੱਥ ਜਿੱਥੇ ਘੁੱਟਿਆ ਜਾਣਾ ਚਾਹੀਦਾ ਉੱਥੇ ਤੁਸੀਂ ਘੁੱਟਦੇ ਨਹੀਂ ਹਨਾ। ਹੁਣ ਮੈਨੂੰ ਹੋਰ ਤਾਂ ਪਤਾ ਨਹੀਂ, ਪਰ ਮਾਲਵੇ ਦੇ ਪਿੰਡਾਂ 'ਚ ਤਾਂ ਕਈ ਸੋਗ ਦੇ ਟਾਈਮਾਂ 'ਤੇ ਵੀ ਇਹੋ ਜਿਹੇ ਰਿਵਾਜ ਨੇ ਵੀ ਜੇ ਕੋਈ ਬਹੁਤ ਉਮਰ ਦਾ ਬਜ਼ੁਰਗ ਆ ਜਿਹੜਾ ਚੜ੍ਹਾਈ ਕਰ ਜਾਂਦਾ, ਉਹਨੂੰ
ਸ਼ਾਇਦ ਤੁਸੀਂ ਸਾਰੀ ਉਮਰ ਕਦੀ ਪਾਣੀ ਦਾ ਗਲਾਸ ਵੀ ਨਾ ਪੁੱਛਿਆ ਹੋਵੇ, ਉਹਦੇ ਤੇ ਸਾਰਾ ਉਹ ਦੌੜਾ ਫਿਰਨ ਲਾ ਜਾਂਦੇ ਆ ਪਿੰਡ 'ਚ, ਹਨਾ ਵੀ ਵੱਡਾ ਕਰਨਾ, ਹਾਂ ਵੱਡਾ ਕਰਨਾ, ਤੇ ਫਿਰ ਇੰਨੇ ਲੋਕਾਂ ਨੂੰ ਅਸੀਂ ਰੋਟੀ ਕਰਨੀ ਆ। ਸੇਮ ਉਹੀ ਚੀਜ਼ ਵਿਆਹ ਤੇ ਆ ਕਿ ਕੁੜੀ ਵਾਲਿਆਂ ਨਾਲ ਭਾਵੇਂ ਤੁਸੀਂ ਪੰਜੀ ਤੇ ਲੜੀ ਜਾਓ ਵੀ ਇੰਨੀਆਂ ਮੁੰਦਰੀਆਂ ਆਉਣੀਆਂ ਚਾਹੀਦੀਆਂ, ਇੰਨੇ ਸੂਟ ਆਉਣੇ ਚਾਹੀਦੇ, ਤੇ ਆਪ ਤੁਸੀਂ ਉੱਥੇ ਸ਼ਰਾਬਾਂ ਪੀ ਕੇ ਜਦੋਂ 500 ਦੇ ਨੋਟ ਵੀ ਵਾਰੀ ਜਾਂਦੇ ਹੁੰਦੇ ਆਪਾਂ, ਹਨਾ ਵੀ ਜਿਨ੍ਹਾਂ ਨਾਲ ਸਾਡੀ ਰਿਸ਼ਤੇਦਾਰੀ ਪੈਣੀ ਆ ਉਹਨਾਂ ਨੂੰ ਸਖਾਲੇ ਕਰਨ ਦੀ ਬਜਾਏ ਅਸੀਂ ਲੋਕਾਂ ਦੇ ਦਿਖਾਵੇ ਦੇ ਵਿੱਚ ਆ ਕੇ ਅਸੀਂ ਉਜਾੜਾ ਕਰਨ ਲੱਗ ਜਾਂਦੇ ਹਨਾ। ਹੁਣ ਮੈਰਿਜ ਪੈਲੇਸ ਤੋਂ ਬਿਨਾਂ ਵੀ ਵਿਆਹ ਹੋ ਗਏ ਨੇ, ਬਹੁਤ ਸਾਰੀਆਂ ਖਰੀਦਦਾਰੀਆਂ ਕੀਤੇ ਤੋਂ ਬਿਨਾਂ ਵੀ ਵਿਆਹ ਹੋ ਗਏ ਹਨਾ। ਤੇ ਤੁਸੀਂ ਜਿਵੇਂ ਨਾਂ ਲਿਆ, ਮੈਂ ਇੱਕ ਵੀਰ ਜੀ ਨੇ ਜਸਵਿੰਦਰ ਖਾਲਸਾ ਹਨਾ, ਉਹ ਇੱਕ ਬਹੁਤ ਵਧੀਆ ਕਾਲਜ ਦੇ ਵਿੱਚ ਪ੍ਰੋਫੈਸਰ ਨੇ, ਤੇ ਉਹਨਾਂ ਦੀ ਵਾਈਫ ਜਿਹੜੇ ਕੈਨੇਡਾ ਤੋਂ ਆਏ ਸੀ, ਉਹ ਕਈ ਵਾਰੀ ਇਹ ਚੀਜ਼ ਲਿਖਦੇ ਨੇ ਕਿ ਉਹਨਾਂ ਨੇ 100 ਰੁਪਏ ਦਾ ਸੂਟ ਵੀ ਆਪਣੇ ਵਿਆਹ ਤੇ ਜਾ ਕੇ ਨਹੀਂ ਖਰੀਦਿਆ। ਉਹ ਵੀ ਉਹਨਾਂ ਨੇ ਕਿਹਾ ਵੀ ਜੇ ਅਸੀਂ ਵਿਆਹ ਤੋਂ ਪਹਿਲਾਂ ਪੁਰਾਣੇ ਪਾ ਸਕਦੇ ਹਾਂ ਤਾਂ ਬਾਅਦ ਚੋਂ ਪਾਉਣ 'ਚ ਕੀ ਹੋਇਆ ਹਨਾ। ਬਹੁਤ ਸਾਰੇ ਨੌਜਵਾਨ ਸੇਧ ਵੀ ਦੇ ਰਹੇ ਨੇ, ਪਰ ਕਿਤੇ ਕਿਤੇ ਮਤਲਬ ਇਹ ਵੀ ਆ ਕਿ ਆਪਾਂ ਨੂੰ ਆਪਣੇ ਪਿਛਲਿਆਂ ਦੇ ਕਹਿਆਂ ਤੇ ਮਜਬੂਰੀਆਂ 'ਚ ਵੀ ਇਹ ਕਰਨਾ ਪੈਂਦਾ, ਕਈ ਪਿਛਲਿਆਂ ਨੂੰ ਬੱਚਿਆਂ ਦੇ ਕਹਿਆਂ ਤੇ ਵੀ ਕਰਨਾ, ਪਰ ਇਹਨਾਂ ਚੀਜ਼ਾਂ ਦੀ ਲੋੜ ਕੋਈ ਨਹੀਂ। ਤੇ ਮੈਂ ਤਾਂ ਕਹਿੰਦੀ ਹਾਂ ਵੀ ਇਹ ਚੀਜ਼ ਹਮੇਸ਼ਾ ਲਈ ਅਪਲਾਈ ਕਰ ਲੈਣੀ ਚਾਹੀਦੀ ਹੈ। ਹਾਂ, ਕਿੰਨਾ ਕੁਝ ਹੋਰ ਹੁੰਦਾ, ਜਿਵੇਂ ਭੈਣੇ ਤੁਸੀਂ ਕਿਹਾ ਵੀ ਉਹਨਾਂ ਨੇ ਵੀ ਪਟਿਆਲੇ ਤੁਹਾਡੇ ਕਿਸੇ ਦਾ ਵਿਆਹ ਹੋਇਆ, ਉਹਨਾਂ ਨੇ ਜਿੰਨਾ ਪੈਸਾ ਵਿਆਹ ਤੇ ਲਾਉਣਾ ਸੀ ਉੱਦਾਂ ਆਪਦੀ ਕੁੜੀ ਨੂੰ ਜਾਂ ਬੱਚਿਆਂ ਨੂੰ ਜਿਨ੍ਹਾਂ ਦਾ ਚਲੋ ਵਿਆਹ ਹੋਇਆ ਸੀ ਐਜ਼ ਅ ਗਿਫਟ ਉਹਨਾਂ ਨੂੰ ਦਿੱਤਾ। ਆਪਣਾ ਜਿਹੜਾ ਪ੍ਰੋਗਰਾਮ ਹੋਇਆ ਸੀਗਾ ਪਿੱਛੇ ਜੇ ਕਿ ਕੁੜੀਆਂ ਨੂੰ ਪੇਕਿਆਂ ਤੋਂ ਨਹੀਂ ਸਹੁਰਿਆਂ ਤੋਂ ਜ਼ਮੀਨ ਲੈਣੀ ਚਾਹੀਦੀ ਹੈ, ਤਾਂ ਉੱਥੇ ਆਪਣੇ ਕਿਸੇ ਦਰਸ਼ਕ ਨੇ, ਮੈਨੂੰ ਨਾਮ ਨਹੀਂ ਚੇਤੇ ਆ ਰਿਹਾ ਉਹਨਾਂ ਦਾ, ਉਹਨਾਂ ਨੇ ਬੜਾ ਸੋਹਣਾ ਵੈਲਿਊਏਬਲ ਕਮੈਂਟ ਕੀਤਾ ਸੀਗਾ। ਕਹਿੰਦੇ ਇਹ ਗੱਲ ਬਿਲਕੁਲ ਸਹੀ ਆ ਕਿ ਮਤਲਬ ਉਹਨਾਂ ਨੇ ਜਿਹੜੀ ਗੱਲ ਆਪਾਂ ਹੁਣ ਕਰ ਰਹੇ ਉਹਨਾਂ ਨੇ ਉਸ ਕਮੈਂਟ ਦੇ ਵਿੱਚ ਲਿਖੀ, ਕਹਿੰਦੇ ਇਹ ਵੀ ਛੱਡੋ ਪਰ ਜਦੋਂ ਕਹਿੰਦੇ ਉਹਨਾਂ ਦਾ ਵਿਆਹ ਹੁੰਦਾ ਆ, ਜਿੰਨਾ ਪੈਸਾ ਅਸੀਂ ਉਹਨਾਂ ਦੇ ਵਿਆਹ ਤੇ ਖਰਚਦੇ ਆ ਹਨਾ, ਉਹੀ ਪੈਸਾ ਵਾ ਜਿਹੜੇ ਮੁੰਡੇ ਵਾਲੇ ਪਰਿਵਾਰ ਦੇ ਵੀ ਕੁੜੀ ਵਾਲੇ ਪਰਿਵਾਰ ਦੇ ਵੀ ਉਹਨਾਂ ਬੱਚਿਆਂ ਨੂੰ ਦੇਣ ਜਿਨ੍ਹਾਂ ਦਾ ਨਵਾਂ ਵਿਆਹ ਹੋਇਆ। ਕਹਿੰਦੇ ਅੱਗੇ ਜਾ ਕੇ ਉਹਨਾਂ ਦੇ ਉਹ ਬਹੁਤ ਕੰਮ ਆਉਣਾ ਹੁੰਦਾ ਵਾ ਹਨਾ। ਇਹ ਬਿਲਕੁਲ ਸਹੀ ਗੱਲ ਹੈ। ਜਿਵੇਂ ਹੁਣ ਆਪਾਂ ਨੂੰ ਹੁੰਦਾ ਕਿ ਜਿਹੜੀ ਅਸਲ ਜ਼ਿੰਦਗੀ ਆ ਉਹ ਵਿਆਹ ਤੋਂ ਬਾਅਦ ਸ਼ੁਰੂ ਹੁੰਦੀ ਆ ਇੱਕ ਜੋੜੇ ਦੇ ਤੌਰ ਤੇ ਹਨਾ ਆਪਣੀ, ਤਾਂ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਨੇ ਜਿਹੜੀਆਂ ਮਤਲਬ ਬੰਦੇ ਦਾ ਘੁੰਮਣ ਫਿਰਨ ਨੂੰ ਵੀ ਦਿਲ ਕਰਦਾ ਆ ਹਨਾ। ਆਪਣੇ ਕਹਿੰਦੇ ਹੁੰਦੇ ਨੇ ਵੀ ਹੁਣ ਟਾਈਮ ਆ ਘੁੰਮ ਫਿਰ ਲਵੋ ਹਨਾ, ਨਵਾਂ ਵਿਆਹ ਹੋਇਆ, ਪਰ ਉਦੋਂ ਆਪਾਂ ਉਹੀ ਚੀਜ਼ਾਂ ਹੁੰਦੀਆਂ ਨੇ ਵੀ ਹਜੇ ਟੈਂਟ ਵਾਲੇ ਦੇ ਦੇਣੇ, ਹਲਵਾਈ ਦੇ ਰਹਿੰਦੇ ਨੇ, ਹਲੇ ਦੁਕਾਨ ਤੇ ਦੇਣੇ ਨੇ, ਕੱਪੜੇ ਵਾਲੀ ਦੁਕਾਨ, ਜਿਹੜਾ ਸ਼ਗਨ ਵੀ ਇਕੱਠਾ ਹੋਇਆ ਹੁੰਦਾ ਉਹ ਵੀ ਐ ਖਰਚੇ 'ਚ ਨਿਕਲ ਜਾਂਦਾ ਵਾ। ਬਿਲਕੁਲ ਤੇ ਉਹ ਉੱਥੇ ਆਪਾਂ ਸੇਵ ਕਰ ਸਕਦੇ ਆ। ਇਹ ਆਪਣੀ ਗਲਤੀ ਹੈ ਇੱਥੇ ਕਿ ਆਪਾਂ ਸਿਰਫ ਉਹ ਸ਼ੋਅ ਆਫ ਕਰਨ ਦੇ ਲਈ ਜਾਂ ਫਿਰ ਆਪਾਂ ਕਹਿ ਸਕਦੇ ਆ ਵੀ ਲੋਕਾਂ ਦੇ ਮੂੰਹ ਨੂੰ ਜਾਂ ਫਿਰ ਸ਼ਰਮੋ-ਸ਼ਰਮੀ ਆਪਾਂ ਨੂੰ ਕਰਨਾ ਪੈਂਦਾ ਵਾ ਹਨਾ, ਵੀ ਲੋਕ ਕੀ ਕਹਿਣਗੇ। ਪਰ ਉਹ ਇੱਕ ਦਿਨ ਦੀ ਜੇ ਆਪਾਂ ਇੱਕ ਦਿਨ ਦਾ ਜਿਹੜਾ ਆਪਣਾ ਫੈਸਲਾ ਹਨਾ ਬਚਾ ਕੇ ਰੱਖ ਲਈਏ ਤਾਂ ਆਪਣੇ ਕੋਲੇ ਕਿੰਨੀ ਸੇਵਿੰਗ ਹੋ ਜਾਂਦੀ ਆ। ਘੱਟੋ ਘੱਟ 10 ਲੱਖ ਤੋਂ ਬਿਨਾਂ ਅੱਜ ਕੱਲ੍ਹ ਵਿਆਹ ਨਹੀਂ ਹੁੰਦਾ, ਜੇ ਆਪਾਂ ਸਰਦਾ ਸੌਂਦਾ ਵੀ ਵਿਆਹ ਕਰਦੇ ਆ ਹਨਾ। ਪਰ ਉਹੀ ਜੇ 10 ਲੱਖ ਦੇਖੋ ਆਪਣੇ ਅਕਾਊਂਟ 'ਚ ਪਿਆ ਹੋਵੇ, ਜਾਂ 10 ਲੱਖ ਦਾ ਤੁਸੀਂ ਡਾਊਨ ਪੇਮੈਂਟ ਕਰਕੇ ਤੁਸੀਂ ਆਪਣਾ ਇੱਥੇ ਕੋਈ ਫਲੈਟ ਜਾਂ ਕੋਈ ਘਰ ਛੋਟਾ ਮੋਟਾ ਹਨਾ ਉਹ ਲੈ ਸਕਦੇ ਹੋ, ਤੁਹਾਡੀ ਉਹ ਲਾਈਫ ਟਾਈਮ ਦੀ ਇੱਕ ਪ੍ਰੋਪਰਟੀ ਬਣ ਜਾਂਦੀ ਹੈ ਨਾ। ਜਾਂ ਕਿਸੇ ਦਾ ਜਿਵੇਂ ਮੇਰੇ ਵਰਗੇ ਨੂੰ ਘੁੰਮਣ ਦਾ ਸ਼ੌਂਕ ਆ ਹਨਾ, ਟਿਕਟਾਂ ਦੇਖ ਕੇ ਚੁੱਪ ਕਰ ਜਾਈਦਾ ਵੀ ਜਿੰਨੇ ਕੁ ਪਏ ਨੇ ਅਕਾਊਂਟ 'ਚ ਇੰਨੇ ਕੁ ਦੀਆਂ ਤਾਂ ਟਿਕਟਾਂ ਹੀ ਆਉਣੀਆਂ ਨੇਗੀਆਂ ਹਨਾ, ਬੰਦਾ ਚੁੱਪ ਕਰ ਜਾਂਦਾ ਵਾ। ਤੇ ਉਹੀ ਜੇ ਕਿਸੇ ਦਾ ਮਤਲਬ ਸ਼ੌਂਕ ਆ ਜੋ ਵੀ ਆ, ਕਿਸੇ ਨੇ ਕੋਈ ਨਵਾਂ ਵਿਆਹ ਤੋਂ ਬਾਅਦ ਤੁਸੀਂ ਨਵਾਂ ਕੰਮ ਸ਼ੁਰੂ ਕੋਈ ਕਰ ਸਕਦੇ ਹੋ ਹਨਾ ਉਹਨੇ ਪੈਸੇ ਦੇ ਨਾਲ, ਤਾਂ ਮੈਨੂੰ ਲੱਗਦਾ ਵੀ ਜਿਨ੍ਹਾਂ ਨੇ ਕਰੋਨਾ 'ਚ ਵਿਆਹ ਕੀਤੇ ਨੇ ਉਹ ਬਹੁਤ ਸਿਆਣੇ ਨਿਕਲੇ, ਸੁਖੀ ਰਹਿਣਗੇ। ਗੁਰਦੀਪ ਇਹੀ ਗੱਲ ਆ, ਮੈਨੂੰ ਲੱਗਦਾ ਵੀ ਇਹ ਗੱਲ ਤੇਰੇ ਮੇਰੇ ਤੇ ਕਿਸੇ ਤੇ ਨਹੀਂ ਸੁੱਟਣੀ ਚਾਹੀਦੀ ਆਪਾਂ ਨੂੰ। ਇਹ ਬੱਚਿਆਂ ਨੂੰ ਹੋਣ ਵਾਲੀ ਜਿਹੜੀ ਪੀੜ੍ਹੀ ਆ ਹਨਾ, ਜਿਨ੍ਹਾਂ ਨੇ ਇਸ ਚੀਜ਼ ਦੇ ਹਲੇ ਦੌਰ 'ਚੋਂ ਲੰਘਣਾ, ਉਹਨਾਂ ਨੂੰ ਹੀ ਪਹਿਲ ਕਰਨੀ ਪੈਣੀ ਆ। ਉਹਨਾਂ ਨੂੰ ਕਹਿਣਾ ਪੈਣਾ ਆਪਣੇ ਘਰਦਿਆਂ ਨੂੰ ਵੀ ਵਿਆਹ 'ਚ ਰੱਖੀਆਂ 10 ਮਠਿਆਈਆਂ ਦਾ ਸਵਾਦ ਸਾਰੀ ਜ਼ਿੰਦਗੀ ਸਾਡੇ ਮੂੰਹ 'ਚ ਨਹੀਂ ਰਹਿਣਾ ਹਨਾ, ਨਾ ਕਿਸੇ ਰਿਸ਼ਤੇਦਾਰ ਦੇ। ਵੀ ਉਹਦੀ ਬਜਾਏ ਜੇ ਤੁਸੀਂ ਸਾਨੂੰ ਜੋੜ ਕੇ ਦੋਵੇਂ ਧਿਰਾਂ 10 ਲੱਖ ਰੁਪਏ ਵੀ ਦਿੰਦੇ ਹੋ, ਉਹਦਾ ਸੁੱਖ ਸਾਨੂੰ ਸਾਰੀ ਜ਼ਿੰਦਗੀ ਰਹੂਗਾ ਹਨਾ। ਤੇ ਇਹ ਪਹਿਲ ਸਾਨੂੰ ਹੀ ਕਰਨੀ ਪੈਣੀ ਆ। ਨਹੀਂ ਚਲੋ ਮਾਂ ਪਿਓ ਵੀ ਕਈ ਵਾਰੀ ਚਾਅ ਹੁੰਦੇ ਨੇ ਉਹਨਾਂ ਦੇ ਵੀ, ਹੁਣ ਆਪਾਂ ਬਾਜ਼ਾਰ ਜਾਂਦੇ ਹਾਂ, ਬੇਸ਼ੱਕ ਔਕਾਤ ਆ ਜਿਹੜੀ 500 ਦਾ ਖਿਡੌਣਾ ਖਰੀਦ ਕੇ ਦੇਣ ਵਾਲੀ ਹੋਵੇ, ਬੱਚਾ 1000 ਤੇ ਵੀ ਹੱਥ ਰੱਖਦੇ ਆਪਾਂ ਲੈ ਕੇ ਦਿੰਦੇ ਹਾਂ ਹਨਾ। ਇਹ ਉਵੇਂ ਦੀਆਂ ਹੀ ਚਾਰ ਚੀਜ਼ਾਂ ਹੁੰਦੀਆਂ ਨੇ, ਪਰ ਪਹਿਲ ਆ ਜਿਹੜੀ ਹੁਣ ਅਗਲੀ ਜਨਰੇਸ਼ਨ ਨੂੰ ਕਰਨੀ ਪੈਣੀ ਆ ਹਨਾ। ਬਿਲਕੁਲ। ਸੋ ਭਾਈ ਜਿਨ੍ਹਾਂ ਨੇ ਕਰੋਨਾ 'ਚ ਵਿਆਹ ਕੀਤੇ ਨੇ ਉਹਨਾਂ ਨੂੰ ਸਾਰਿਆਂ ਨੂੰ ਸਾਡੇ ਵੱਲੋਂ ਬਹੁਤ-ਬਹੁਤ ਵਧਾਈ, ਅਤੇ ਵਧਾਈ ਇਸ ਗੱਲ ਦੀ ਵੀ ਕਿ ਤੁਸੀਂ ਬਹੁਤ ਸਿਆਣੇ ਨਿਕਲੇ। ਅਤੇ ਇਸ ਟਾਈਮ ਤੋਂ ਸਾਨੂੰ ਜ਼ਰੂਰ ਸਿੱਖਣਾ ਚਾਹੀਦਾ ਕਿ ਘੱਟ ਪੈਸਾ ਲਾ ਕੇ ਵੀ, ਘੱਟ ਗੈਦਰਿੰਗ ਕਰਕੇ ਵੀ ਵਿਆਹ ਜਿਹੜੇ ਉਹ ਹੋ ਸਕਦੇ ਨੇਗੇ। ਸੋ ਆਉਣ ਵਾਲੇ ਟਾਈਮ ਦੇ ਵਿੱਚ ਆਪਾਂ ਬੇਲੋੜੇ ਜਿਹੜੇ ਖਰਚੇ ਨੇ ਜਿਨ੍ਹਾਂ ਕਰਕੇ ਬਾਅਦ ਦੇ ਵਿੱਚ ਅਸੀਂ ਉਹ ਤੰਗ ਹੁੰਦੇ ਹਾਂ ਹਨਾ, ਉਹ ਆਪਾਂ ਹੁਣੀ ਘਟਾਈਏ। ਅਤੇ ਇਸੇ ਗੱਲਾਂ ਬਾਤਾਂ ਦੇ ਨਾਲ ਅੱਜ ਦੇ ਇਸ ਪ੍ਰੋਗਰਾਮ 'ਚੋਂ
ਅਸੀਂ ਬਹੁਤ ਹੀ ਸਿਆਣੀਆਂ ਭੈਣਾਂ, ਅਸੀਂ ਆਪੇ ਮੰਨ ਲੈਂਦੇ ਬਹੁਤ ਸਿਆਣੀਆਂ। ਬਿਲਕੁਲ ਬਿਲਕੁਲ ਗੁਰਦੀਪ, ਮੇਰੇ ਖਿਆਲ 'ਚ ਤੁਹਾਡੀਆਂ ਗੱਲਾਂ ਲੋਕ ਜ਼ਿਆਦਾ ਸੁਣਦੇ, ਤੁਹਾਨੂੰ ਤਾਂ ਅਪੀਲ ਵੀ ਪਾ ਦੇਣੀ ਚਾਹੀਦੀ ਵੀ ਇਹ ਜਿਹੜੇ ਵਿਆਹ ਨੇ ਹੁਣ ਐਵੇਂ ਦੇ ਹੀ ਰੱਖਿਓ, ਵਿਚਾਰੇ ਹੋਰ ਜਿਹੜੇ ਲੋਕ ਨੇ ਸੁੱਖ ਦਾ ਸਾਹ ਲੈ ਲੈਣ। ਉਹੀ ਇੱਕ ਕਹਿੰਦੇ ਨਹੀਂ ਹੁੰਦੇ ਵੀ ਘਰ ਦਾ ਜੋਗੀ ਜੋਗੜਾ, ਹਾਂ, ਬਾਹਰਲਾ ਜੋਗੀ ਸਿੱਧ। ਸੋ ਉਹੀ ਗੱਲ ਆ ਵੀ ਬਾਹਰਲੇ ਪਤਾ ਨਹੀਂ ਜ਼ਰੂਰ ਸੁਣ ਲੈਂਦੇ ਹੋਣਗੇ ਜਾਂ ਪਤਾ ਨਹੀਂ, ਪਰ ਘਰੇ ਤਾਂ ਕਦੇ ਕਿਸੇ ਨੇ ਸੁਣੀ ਨਹੀਂ ਅੱਜ ਤੱਕ। ਸੋ ਥੈਂਕ ਯੂ ਸੋ ਮਚ ਭੈਣ ਰੁਪਿੰਦਰ, ਆਪਾਂ ਮਿਲਦੇ ਆ ਫਿਰ ਅਗਲੇ ਐਪੀਸੋਡ ਦੇ ਵਿੱਚ ਕੋਈ ਨਵੀਂ ਗੱਲਬਾਤ ਲੈ ਕੇ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਗੁਰਦੀਪ। ਤੁਹਾਨੂੰ ਵੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਜੁੜੇ ਰਹੋ ਬੀ ਸੋਸ਼ਲ ਦੇ ਨਾਲ। ਸਤਿ ਸ਼੍ਰੀ ਅਕਾਲ, ਬੀ ਸੋਸ਼ਲ ਵੇਖ ਰਹੇ ਹੋ ਤੁਸੀਂ। ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ। ਪ੍ਰੋਗਰਾਮ ਗੱਲ ਤੇ ਗੱਲ ਦਾ ਨਵਾਂ ਐਪੀਸੋਡ ਲੈ ਕੇ ਮੈਂ ਗੁਰਦੀਪ ਗਰੇਵਾਲ ਤੇ ਮੇਰੇ ਨਾਲ ਭੈਣ ਰੁਪਿੰਦਰ ਹੁਰੀ ਹਾਜ਼ਰ ਨੇ। ਤੁਹਾਡਾ ਸਾਰਿਆਂ ਦਾ ਇੱਕ ਵਾਰ ਫਿਰ ਤੋਂ ਅਸੀਂ ਸਵਾਗਤ ਕਰਦੇ ਹਾਂ। ਅਕਸਰ ਸਾਡੀਆਂ ਜਿਹੜੀਆਂ ਬੋਲੀਆਂ ਨੇ ਗਿੱਧੇ ਦੀਆਂ ਜਾਂ ਵੈਸੇ ਵੀ ਅਸੀਂ ਗੱਲਾਂ ਬਾਤਾਂ ਕਰਦੇ ਹੁੰਦੇ ਹਾਂ ਭੈਣੇ, ਅਕਸਰ ਆਪਾਂ ਸੁਣਦੇ ਹੁੰਦੇ ਕਹਿੰਦੇ ਸੱਸ ਨਾ ਸਲਾਈਏ ਕਦੇ ਨਿੰਦਣੀ ਪਊਗੀ। ਬਹੁਤ ਸਾਰੀਆਂ ਬੋਲੀਆਂ ਜਿੱਥੇ ਚੁਟਕਲੇ ਵੈਸੇ ਪਤੀ ਪਤਨੀ ਦੇ ਰਿਸ਼ਤੇ ਤੇ ਜ਼ਿਆਦਾ ਹੁੰਦੇ ਨੇ ਤੇ ਜਦੋਂ ਗਿੱਧੇ 'ਚ ਜਾਈਦਾ ਤਾਂ ਸੱਸ ਨੂੰਹ ਤੇ ਜ਼ਿਆਦਾ ਬੋਲੀਆਂ ਹੁੰਦੀਆਂ ਨੇ, ਹਨਾ। ਤੇ ਅੱਜ ਇਸੇ ਰਿਸ਼ਤੇ ਦੀ ਅਸੀਂ ਗੱਲ ਕਰਾਂਗੇ ਵੀ ਭਾਈ ਕਿਉਂ ਲੋੜ ਪਈ ਇਹਨਾਂ ਬੋਲੀਆਂ ਦੇ, ਹਨਾ। ਮੈਂ ਸੱਸ ਕੁੱਟਣੀ ਸੰਦੂਖਾਂ ਵਾਲੇ, ਮੇਰੀ ਸੱਸ ਬੜੀ ਕਪੱਤੀ, ਮੈਨੂੰ ਪਾਉਣ ਨਾ ਦਿੰਦੀ ਜੁੱਤੀ, ਹਨਾ। ਬਿਲਕੁਲ, ਬਹੁਤ ਸਾਰੀਆਂ ਬੋਲੀਆਂ ਨੇ ਨਾ, ਜ਼ਿਆਦਾ ਸੱਸਾਂ ਤੇ ਹੀ ਬਣੀਆਂ ਹੋਈਆਂ। ਹਾਂ, ਚਾਹੇ ਕਿਸੇ ਦਾ ਪਿਆਰ ਵੀ ਹੋਵੇ ਉਹਨੂੰ ਵੀ ਆਹ ਬੋਲੀ ਪਾ ਕੇ ਨਚਾ ਦਿੰਦੇ ਨੇ। ਬਿਲਕੁਲ। ਤੇ ਅੱਜ ਇਸੇ ਰਿਸ਼ਤੇ ਤੇ ਅਸੀਂ ਗੱਲਬਾਤ ਕਰਾਂਗੇ ਕਿ ਸੱਸ ਨੂੰਹ ਦਾ ਰਿਸ਼ਤਾ ਕਿਉਂ ਜਿਹਾ ਹੋਣਾ ਚਾਹੀਦਾ, ਜਾਂ ਕਿਉਂ ਇਹੋ ਜਿਹੀਆਂ ਬੋਲੀਆਂ ਬਣੀਆਂ ਤੇ ਕਿਉਂ ਸਾਨੂੰ ਇਹੋ ਜਿਹੀਆਂ ਬੋਲੀਆਂ ਦੀ ਜ਼ਰੂਰਤ ਪਈ, ਜਾਂ ਹਰ ਤੀਜੀ ਕੁੜੀ ਕਿਉਂ ਕਹਿੰਦੀ ਆ ਵੀ ਮੈਂ ਆਪਣੀ ਸੱਸ ਤੋਂ ਤੰਗ ਆ, ਜਾਂ ਸੱਸ ਕਿਉਂ ਕਹਿੰਦੀ ਆ ਵੀ ਭਾਈ ਸਾਨੂੰ ਤਾਂ ਨੂੰਹ ਬੜੀ ਕਪੱਤੀ ਮਿਲੀ ਆ। ਪਰ ਅੱਜ ਜਿਵੇਂ ਕਹਿੰਦੇ ਨੇ ਕਿ ਸੱਸ ਨਾ ਸਲਾਈਏ ਕਦੇ ਨਿੰਦਣੀ ਪਊਗੀ, ਪਰ ਕਈ ਸੱਸਾਂ ਇਹੋ ਜਿਹੀਆਂ ਹੁੰਦੀਆਂ ਜਿਨ੍ਹਾਂ ਦੀ ਆਪ ਮੁਹਾਰੇ ਤਾਰੀਫ ਨਿਕਲ ਜਾਂਦੀ ਹੈ ਮੂੰਹੋਂ। ਤੇ ਅੱਜ ਭੈਣ ਹੋਰਾਂ ਦੀ ਚਾਚੀ ਸੱਸ ਆ ਸਾਡੇ ਨਾਲ ਪ੍ਰੋਗਰਾਮ 'ਚ, ਉਹਨਾਂ ਦਾ ਅਸੀਂ ਸਵਾਗਤ ਕਰਦੇ ਹਾਂ। ਚਾਚੀ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਬੀ ਸੋਸ਼ਲ ਵੇਖਣ ਵਾਲਿਆਂ ਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਪਹਿਲਾਂ ਤਾਂ ਬਹੁਤ ਮੁਬਾਰਕਾਂ, ਤੁਸੀਂ ਬਹੁਤ ਚੰਗੀ ਸੱਸ ਬਣੇ ਹੋ। ਭੈਣ ਤੁਹਾਡੀਆਂ ਬੜੀਆਂ ਤਾਰੀਫਾਂ ਕਰਦੇ ਹੁੰਦੇ ਨੇ। ਉਹ ਤਾਂ ਹੈ ਹੀ ਆ ਜੀ। ਤੇ ਚਾਚੀ ਵੀ ਜਿਵੇਂ ਆਪਾਂ ਕਹਿੰਦੇ ਆ ਵੀ ਸੱਸ ਨਾ ਸਲਾਈਏ ਕਦੇ ਨਿੰਦਣੀ ਪਊਗੀ, ਹਨਾ। ਤੁਸੀਂ ਵੀ ਕਿਸੇ ਟਾਈਮ ਨੋ ਸੀਗੇ, ਤੁਹਾਡੀ ਵੀ ਕੋਈ ਸੱਸ ਸੀਗੇ ਤੇ ਹੁਣ ਇਸ ਟਾਈਮ ਤੁਸੀਂ ਬਣੇ ਹੋਏ ਹੋ। ਤੇ ਤੁਹਾਨੂੰ ਲੱਗਦਾ ਵੀ ਸੱਚੀ ਸੱਸ ਨੂੰਹ ਦਾ ਰਿਸ਼ਤਾ ਇੰਨੀ ਕੜੱਤਣ ਵਾਲਾ ਹੁੰਦਾ, ਜਾਂ ਫਿਰ ਬਣਾ ਦਿੱਤਾ ਗਿਆ, ਜਾਂ ਫਿਰ ਕਈ ਵਾਰ ਅਸੀਂ ਆਪ ਹੀ ਬਣਾ ਲੈਂਦੇ ਹਾਂ, ਹਨਾ। ਵੀ ਜਿਹੜਾ ਹਰ ਕੁੜੀ ਕਹਿੰਦੀ ਆ ਵੀ ਮੇਰੀ ਤਾਂ ਸੱਸ ਨਹੀਂ ਵਧੀਆ, ਜਾਂ ਸੱਸ ਕਹਿ ਦਿੰਦੀ ਆ ਮੇਰੀ ਨੂੰਹ ਨਹੀਂ ਵਧੀਆ। ਮਤਲਬ ਕਿਹੋ ਜਿਹਾ ਰਿਸ਼ਤਾ ਹੋਣਾ ਚਾਹੀਦਾ? ਕਿਉਂਕਿ ਤੁਹਾਡਾ ਆਪਣੀ ਨੂੰਹ ਦੇ ਨਾਲ ਵੀ, ਜਿਹੜੀ ਤੁਹਾਡੀ ਭਤੀਜ ਨੂੰਹ ਆ, ਤੁਹਾਡਾ ਉਹਦੇ ਨਾਲ ਵੀ ਰਿਸ਼ਤਾ ਬੜਾ ਚੰਗਾ। ਇਹਨਾਂ ਨੇ ਤਾਂ ਕਦੇ ਕਿਹਾ ਨਹੀਂ ਹੈਗਾ, ਹਨਾ। ਇਹ ਕਹਿੰਦੇ ਨੇ ਵੀ ਜਿਹਨੂੰ ਕਿਸੇ ਨੂੰ ਸੱਸ ਮਿਲਣੀ ਹੋਵੇ ਨਾ, ਸਾਡੀ ਚਾਚੀ ਸੱਸ ਵਰਗੀ। ਆਪਣੀ ਸੱਸ ਦੀ ਵੀ ਬਹੁਤ ਤਾਰੀਫ ਕਰਦੇ ਨੇ, ਪਰ ਜਿਵੇਂ ਆਪਣਾ ਇੱਕ ਖਾਸ ਲਗਾਵ ਹੁੰਦਾ ਕਿਸੇ ਇਨਸਾਨ ਦੇ ਨਾਲ, ਹਨਾ, ਉਵੇਂ ਤੁਹਾਨੂੰ ਕੀ ਲੱਗਦਾ ਵੀ ਕਿਹੋ ਜਿਹਾ ਰਿਸ਼ਤਾ ਹੋਣਾ ਚਾਹੀਦਾ? ਮੈਂ ਤਾਂ ਇਹ ਕਹਿੰਦੀ ਹਾਂ, ਪਹਿਲਾਂ ਤੁਸੀਂ ਦੇਖੋ ਵੀ ਨੂੰਹ ਸੱਸ ਦਾ ਰਿਸ਼ਤਾ ਕੋਈ ਖੂਨ ਦਾ ਰਿਸ਼ਤਾ ਨਹੀਂ ਹੁੰਦਾ। ਬਗਾਨੇ ਘਰੋਂ ਆਈ ਹੁੰਦੀ ਹੈ। ਅਸੀਂ ਵੀ ਕਦੀ ਆਏ ਸੀ। ਹਾਂਜੀ। ਮੇਰੀ ਸੱਸ ਵਰਗੀ ਮੈਂ ਕਹਿੰਦੀ ਕਿਸੇ ਸੱਸ ਨਹੀਂ ਹੋਣੀ। ਤੇ ਜਦੋਂ ਨੂੰਹ ਆਉਂਦੀ ਤੁਸੀਂ ਉਹਨੂੰ ਥੋੜ੍ਹਾ ਟਾਈਮ ਦਿਓ। ਦੇਖੋ ਆਪਾਂ ਜੇ ਕੋਈ ਬੂਟਾ ਕੋਈ ਪੱਟਦੇ ਦੂਜੀ ਥਾਂ ਤੇ ਭਾਵੇਂ ਨਾਲ ਹੀ ਲਾ ਦਈਏ, ਉਹ ਵੀ ਟਾਈਮ ਲੈਂਦਾ ਕਿ ਨਹੀਂ ਲੈਂਦਾ? ਟਾਈਮ ਲੈਂਦਾ, ਹਾਂ। ਤੇ ਉਹਨੂੰ ਥੋੜ੍ਹਾ ਵਕਤ ਦਿਓ ਵਿਚਰਨ ਦਾ ਘਰ ਵਿੱਚ। ਉਹਨੂੰ ਆਪਣੇ ਮੈਂਬਰਾਂ ਬਾਰੇ ਦੱਸੋ, ਖਾਣ ਪੀਣ ਬਾਰੇ ਦੱਸੋ, ਆਪਣੇ ਸੁਭਾਅ ਬਾਰੇ ਦੱਸੋ ਵੀ ਤੁਹਾਡੇ ਕੀ ਸੁਭਾਅ ਨੇ। ਹੌਲੀ ਹੌਲੀ ਉਹ ਸਾਰਿਆਂ ਨੂੰ ਸਮਝੇਗੀ। ਹਰੇਕ ਘਰ ਦੇ ਆਪਣੇ ਆਪਣੇ ਰੂਲ ਰੈਗੂਲੇਸ਼ਨ ਹੁੰਦੇ ਨੇ। ਬਿਲਕੁਲ, ਹਾਂਜੀ। ਤੇ ਇਸ ਲਈ ਤੁਸੀਂ ਇਹ ਨਾ ਕਹੋ ਵੀ ਹੁਣ ਨੂੰਹ ਆ ਗਈ ਏ ਤੇ ਸਾਰਾ ਅਸੀਂ ਬਰਡਨ ਉਹਦੇ ਤੇ ਪਾ ਦਈਏ। ਉਹ ਤੇ ਬੋਝ ਪਾ ਕੇ ਤੁਸੀਂ ਚਾਹੇ ਤਾਂ ਵਾਂਢੇ ਚਲੇ ਜਾਓ, ਚਾਹੇ ਆਪਣੀ ਮੰਜੀ ਤੇ ਬਹਿ ਜਾਓ, ਕਿਤੇ ਚਲੇ ਜਾਓ। ਤੇ ਫਿਰ ਇਹ ਵੀ ਮਾੜੀ ਗੱਲ, ਸੱਸ ਲਈ ਵੀ ਮਾੜੀ ਗੱਲ ਹੈ ਨਾ। ਬਿਲਕੁਲ, ਹਾਂ। ਉਹਨੂੰ ਸਮਝੋ। ਅਕਸਰ ਜੇ ਆਪਣੀ ਧੀ ਬਣਾ ਕੇ ਰੱਖੋ ਤਾਂ ਉਹ ਵੀ ਤੁਹਾਨੂੰ ਆਪਣੀ ਇੱਕ ਮਾਂ ਦੀ ਤਰ੍ਹਾਂ ਹੀ ਸਮਝੇਗੀ ਨਾ। ਤੇ ਇਸ ਰਿਸ਼ਤੇ ਨੂੰ ਜੇ ਤੁਸੀਂ ਕਹਿੰਦੇ ਵੀ ਬਿਲਕੁਲ ਪਿਆਰ ਭਰੇ ਨਾਲ ਨਿਭੇ, ਮੈਨੂੰ ਵੀ ਉਹਦੀਆਂ ਥੋੜ੍ਹੀਆਂ ਕਮੀਆਂ ਨੂੰ ਲੁਕਾਉਣਾ ਪਏਗਾ। ਉਹਨੂੰ ਮੇਰੀਆਂ ਆਦਤਾਂ ਨਜ਼ਰਅੰਦਾਜ਼ ਕਰਨਾ ਪਊਗਾ। ਇਹ ਰਿਸ਼ਤਾ ਤਾਂ ਨਿਭਦਾ। ਤਾਂ ਚਾਚੀ ਇੱਕ ਵਾਰੀ ਨਾਲੇ ਆਪਾਂ ਇਹ ਵੀ ਕਹਿ ਦਿੰਦੇ ਆ, ਭੈਣੇ ਤੂੰ ਬੋਲ ਪੀ ਕਿਤੇ ਡਰੀ ਨਾ ਜਾਈ ਵੀ ਮੇਰੀ ਸੱਸ ਬੈਠੀ ਆ। ਬਿਲਕੁਲ ਨਾ, ਮੈਂ ਡਰਦੀ ਨਹੀਂ ਗੁਰਦੀਪ, ਕਿਉਂਕਿ ਸਾਡਾ ਤਾਂ ਮਤਲਬ ਬਿਲਕੁਲ ਸਹੇਲੀਆਂ ਵਾਲਾ ਰਿਸ਼ਤਾ ਹੈ ਨਾ। ਤੁਸੀਂ ਬੜੇ ਹੈਰਾਨੀ ਤੁਹਾਨੂੰ ਹੋਊਗੀ ਵੀ ਅਸੀਂ, ਮੈਨੂੰ ਨਹੀਂ ਲੱਗਦਾ ਕੋਈ ਆਪਣੇ ਬੰਦਿਆਂ ਦੀਆਂ ਇੰਨੀਆਂ ਚੁਗਲੀਆਂ ਕਰਦਾ ਜਿੰਨੀਆਂ ਅਸੀਂ ਰਲ ਕੇ ਕਰਦੇ ਹੈ ਨਾ। ਮਤਲਬ ਮੈਨੂੰ ਜਿਵੇਂ ਇੱਥੇ ਰਹਿੰਦੇ ਆ ਵੀ, ਇਹਨਾਂ ਕੋਲੇ ਰਹਿੰਦੇ ਆ ਵੀ 10 ਸਾਲ ਹੋ ਗਏ ਨੇ ਨਾ, ਅਸੀਂ ਕਦੀ ਲੜੇ ਵੀ ਨਹੀਂ ਹੈਗੇ। ਤੇ ਲੜਨਾ ਤਾਂ ਦੂਰ ਦੀ ਗੱਲ ਆ, ਮੈਨੂੰ ਲੱਗਦਾ ਵੀ ਜਿਹੜੀ ਗੱਲ ਕਿਸੇ ਨੂੰ ਤੁਸੀਂ ਨਹੀਂ ਦੱਸ ਸਕਦੇ ਹੈ ਨਾ, ਉਹ ਮੈਂ ਇਹਨਾਂ ਨੂੰ ਦੱਸ ਦਿੰਦੀ ਹਾਂ। ਮੈਨੂੰ ਲੱਗਦਾ ਅਸੀਂ ਦਿਨ 'ਚ ਕਈ ਵਾਰੀ 3-4 ਵਾਰ ਵੀ ਇੱਕ ਦੂਜੇ ਨਾਲ ਫੋਨ ਤੇ ਗੱਲ ਕਰਦੇ ਹਾਂ, ਹੈ ਨਾ।
ਤੇ ਬੜੀ ਸੋਹਣੀ ਗੱਲ ਹੁੰਦੀ ਆ ਇਹ ਵੀ ਤੁਹਾਨੂੰ ਜਿਹੜੇ ਪਰਿਵਾਰ 'ਚ ਤੁਸੀਂ ਆਉਂਦੇ ਹੋ ਉੱਥੇ ਚਲੋ ਸਾਰੇ ਤਾਂ ਨਹੀਂ ਮਿਲਦੇ ਹੁੰਦੇ ਤਾਂ ਵੀ ਮੈਨੂੰ ਕੋਈ ਡਰ ਨਹੀਂ ਲੱਗ ਰਿਹਾ ਇਹ ਗੱਲ ਕਹਿਣ 'ਚ, ਪਰ ਇੱਕ ਅੱਧਾ ਵੀ ਤੁਹਾਨੂੰ ਕੋਈ ਆਪਣੇ ਸਹੇਲੀਆਂ ਵਰਗਾ ਜਾਂ ਕੋਈ ਦਿਲ ਦੀ ਗੱਲ ਕਹਿਣ ਵਾਲਾ ਮਿਲ ਜਾਏ ਨਾ, ਮੈਨੂੰ ਲੱਗਦਾ ਹੁੰਦਾ ਵੀ ਤੁਹਾਡਾ ਉਹ ਸਫ਼ਰ ਸੌਖਾ ਹੋ ਜਾਂਦਾ। ਤੇ ਜਦੋਂ ਜਿਵੇਂ ਉਹਨਾਂ ਨੇ ਕਿਹਾ ਵੀ ਮੈਨੂੰ ਇੰਨੀ ਚੰਗੀ ਸੱਸ ਮਿਲੀ ਹੈ ਨਾ, ਮੈਨੂੰ ਇਹ ਲੱਗਦਾ ਹੁੰਦਾ ਵੀ ਜੇ ਹਰੇਕ ਕੁੜੀ ਨੂੰ ਥੋੜ੍ਹਾ ਜਿਹਾ ਵੀ ਕੋਈ ਚੰਗਾ ਘਰ 'ਚ ਜੀ ਮਿਲ ਜਾਵੇ ਤਾਂ ਅਗਲੇ ਸਮੇਂ 'ਚ ਉਹਨੂੰ ਵੀ ਹੁੰਦਾ ਵੀ ਮੈਂ ਫਿਰ ਇਹਨਾਂ ਵਰਗਾ ਹੀ ਚੰਗਾ ਬਣ ਕੇ ਰਹਿਣਾ। ਜਦੋਂ ਮੈਂ ਆਈ ਸੀਗੀ ਮੇਰੀ 21-22 ਸਾਲ ਉਮਰ ਸੀਗੀ, ਮੈਨੂੰ ਨਾ ਮਤਲਬ ਕਈ ਵਾਰੀ ਕਹਿੰਦੀ ਹੁੰਦੀ ਹਾਂ ਵੀ ਮੈਂ ਬਹੁਤ ਸਾਰੀਆਂ ਚੀਜ਼ਾਂ ਇਹਨਾਂ ਤੋਂ ਸਿੱਖੀਆਂ ਨੇ ਵੀ ਤੁਸੀਂ ਨੇ ਰਿਸ਼ਤਿਆਂ 'ਚ ਵਰਤਣਾ ਕਿਵੇਂ ਆ ਹੈ ਨਾ, ਕਿਸੇ ਦੀ ਤੁਸੀਂ ਇੱਜ਼ਤ ਕਿਵੇਂ ਕਰਨੀ ਹੈ, ਜਾਂ ਸਭ ਤੋਂ ਵੱਡੀ ਗੱਲ ਆ ਜਿਹੜੀ ਕਈ ਵਾਰੀ ਜ਼ਿੰਦਗੀ 'ਚ ਆਪਾਂ ਨੂੰ 2-3 ਸਾਲ ਪਹਿਲੇ ਸਮਝ ਜੀ ਨਹੀਂ ਆਉਂਦੀ ਹੁੰਦੀ ਵੀ ਮੇਰੀ ਕਿਵੇਂ ਐਡਜਸਟਮੈਂਟ ਹੋਊਗੀ, ਵੀ ਘਰ ਦੇ ਜਿਹੜੇ ਜੀ ਨੇ ਉਹਨਾਂ ਦਾ ਸੁਭਾਅ ਕਿਵੇਂ ਦਾ ਹੈ ਨਾ, ਤਾਂ ਫਿਰ ਆਪਾਂ ਛੋਟੀ ਗੱਲ 'ਤੇ ਤਲਖੀ ਕਰਨ ਲੱਗ ਜਾਂਦੇ ਹਾਂ। ਕਈ ਵਾਰ ਜੀ ਕਰੂਗਾ ਵੀ ਸਾਰਾ ਕੁਝ ਛੱਡ ਕੇ ਪੇਕੇ ਚਲੇ ਜਾਓ, ਪਰ ਮੈਂ ਇਹਨਾਂ ਤੋਂ ਇਹ ਚੀਜ਼ਾਂ ਸਿੱਖੀਆਂ ਨੇ ਵੀ ਜੇ ਤੁਸੀਂ ਆਪਣੇ ਬੱਚਿਆਂ ਦਾ ਫਿਊਚਰ ਵਧੀਆ ਬਣਾਉਣਾ, ਜੇ ਤੁਸੀਂ ਨੇ ਸੋਚ ਲਿਆ ਵੀ ਜਿਹੜੀ ਇਹ ਜ਼ਿੰਦਗੀ ਹੈ ਨਹੀਂ ਚੰਗੀ ਹੋ ਸਕਦੀ, ਅਗਲੀ ਵਧੀਆ ਬਣਾਉਣੀ ਆ, ਤਾਂ ਤੁਹਾਨੂੰ ਫਿਰ ਕਿੰਨੇ ਕੁ ਸਬਰ ਨਾਲ ਤੇ ਕਿੰਨੀ ਕੁ ਸਿਆਣਪ ਨਾਲ ਘਰ ਚਲਾਉਣਾ ਚਾਹੀਦਾ ਹੈ ਨਾ। ਇਹ ਸਾਰੀਆਂ ਖੂਬੀਆਂ ਇਹਨਾਂ 'ਚ ਹੈਗੀਆਂ ਨੇ। ਚਾਚੀ ਜਿਵੇਂ ਇਹ ਭੈਣ ਕਹਿੰਦੇ ਨੇ ਵੀ ਮੇਰੀ 21-22 ਸਾਲ ਦੀ ਉਮਰ ਆ, ਆਪਾਂ ਪ੍ਰੋਗਰਾਮ ਤੋਂ ਪਹਿਲਾਂ ਵੀ ਗੱਲ ਕਰ ਰਹੇ ਸੀ, ਤੁਸੀਂ ਕਹਿੰਦੇ ਸੀਗੇ ਕਿ ਨੋ ਚਾਹੀਦੀ ਹੈ ਸਾਨੂੰ ਛੋਟੀ ਉਮਰ ਦੀ ਪਰ ਹੋਵੇ ਪਰਫੈਕਟ। ਹਾਂ, ਇਹ ਬਹੁਤ ਘਰਾਂ ਦਾ ਕਿੱਸਾ। ਜਿੱਦਾਂ ਮੇਰੀ ਭਾਬੀ ਆ, ਜਦੋਂ ਉਹ ਸਾਡੇ ਪਰਿਵਾਰ 'ਚ ਆਈ ਸੀਗੀ ਤਾਂ ਉਹਨਾਂ ਦੀ ਉਮਰ ਵੀ ਬਹੁਤ ਛੋਟੀ ਸੀ, ਮੈਂ ਕਹਿੰਦੀ ਹਾਂ 20-21 ਸਾਲ ਦੀ ਹੋਣੀ ਹੈ ਜਦੋਂ ਉਹਨਾਂ ਦਾ ਵਿਆਹ ਹੋਇਆ ਹੈ ਨਾ। ਤਾਂ ਸ਼ਾਇਦ ਸਾਡੇ ਘਰਦਿਆਂ ਨੇ ਵੀ ਐਕਸਪੈਕਟ ਕੀਤਾ ਹੋਣਾ ਵੀ ਇਹਨੂੰ ਸਾਰਾ ਕੁਝ ਆਉਂਦਾ ਹੋਵੇ, ਇਹਨੂੰ ਸਾਰਾ ਕੁਝ ਪਤਾ ਹੋਵੇ, ਪਰ ਉਮਰ ਦੇ ਹਿਸਾਬ ਨਾਲ ਹੀ ਆਉਂਦਾ ਸਾਰਾ ਕੁਝ ਹੈ ਨਾ। ਤੇ ਉਸ ਚੀਜ਼ ਬਾਰੇ ਦੱਸੋ ਤੁਸੀਂ, ਮਤਲਬ ਵੀ ਬਹੁਤ ਸਾਰੀਆਂ ਕੁੜੀਆਂ ਨੇ ਜਿਨ੍ਹਾਂ ਨੂੰ ਛੋਟੀ ਉਮਰ 'ਚ ਵਿਆਹ ਦਿੱਤਾ ਜਾਂਦਾ ਜਾਂ ਕਈਆਂ ਨੂੰ ਮਜਬੂਰੀ ਕਾਰਨ ਵਿਆਹ ਕਰਵਾਉਣਾ ਪੈਂਦਾ ਹੈ ਨਾ, ਤੇ ਉਹਦੇ ਬਾਰੇ ਦੱਸੋ ਜ਼ਰੂਰ ਕੁਝ। ਉਹ ਕਹਿੰਦੇ ਨਾ ਵੀ ਜਿਉਂ-ਜਿਉਂ ਭਿੱਜੇ ਕੰਬਲੀ ਤਿਉਂ-ਤਿਉਂ ਭਾਰੀ ਹੋਏ। ਜਿਉਂ-ਜਿਉਂ ਤੁਸੀਂ ਆਪਣੇ ਘਰ ਗਏ ਹੋ ਤੁਹਾਡੀ ਜ਼ਿੰਮੇਵਾਰੀਆਂ ਵੱਧਦੀਆਂ ਨੇ, ਤੁਹਾਨੂੰ ਹੌਲੀ-ਹੌਲੀ ਆਪਣੇ ਆਪ ਕੁਦਰਤੀ ਨੈਚੁਰਲੀ ਕੁਝ ਗੱਲਾਂ ਹੁੰਦੀਆਂ ਨੇ ਵੀ ਸਾਰਾ ਰੱਖ ਰਖਾਵ ਸਮਝ ਲਓ, ਕਿਸੇ ਤਰ੍ਹਾਂ ਦੇ ਵੀ ਸਹੁਰੇ ਘਰ ਦਾ ਸਮਝ ਲਓ, ਵੀ ਤੁਹਾਨੂੰ ਆਪਣੇ ਆਪ ਖੁਦ ਪਤਾ ਚੱਲਦਾ ਜਾਂਦਾ ਵੀ ਮੇਰੀ ਜ਼ਿੰਮੇਵਾਰੀ ਕਿੱਥੇ ਹੈ ਤੇ ਕਿੱਥੇ ਨਹੀਂ। ਇੱਕ ਔਰਤ ਨੂੰ ਸਮਝੌਤੇ ਬਹੁਤ ਕਰਨੇ ਪੈਂਦੇ ਨੇ। ਨਵੀਂ ਧੀ ਆਈ ਅਕਸਰ ਕੱਲ੍ਹ ਨੂੰ ਬੱਚੇ ਵੀ ਹੋਣਗੇ, ਸਾਰਾ ਕੁਝ ਹੋਏਗਾ, ਹੌਲੀ ਉਹਨੂੰ ਪਤਾ ਲੱਗ ਜਾਣਾ। ਆਪਾਂ ਵੀ ਸੱਸ ਮਾਂ ਵੀ ਚਾਹੁੰਦੀ ਹੈ ਭਈ ਹੌਲੀ ਇਹਦੇ ਮੋਢਿਆਂ 'ਤੇ ਭਾਰ ਪਾਈ ਜਾਵਾਂ ਤੇ ਮੈਂ ਥੋੜ੍ਹੀ ਪਿੱਛੇ ਨੂੰ ਹੋਈ ਜਾਵਾਂ। ਉਹਨੂੰ ਆਜ਼ਾਦੀ ਵੀ ਦੇਵੋ, ਉਹਨੂੰ ਉਹਦੀ ਜ਼ਿੰਮੇਵਾਰੀ ਦੀ ਅਹਿਸਾਸ ਵੀ ਕਰਾਈ ਜਾਓ, ਪਰ ਇਹ ਉਹਦਾ ਮਤਲਬ ਉਹਨੂੰ ਤੁਸੀਂ ਤਾਨੇ ਮਿਹਣੇ ਮਾਰ ਕੇ ਉਹ ਨਾ ਕਰੋ, ਤੁਸੀਂ ਉਹਨੂੰ ਅਗਲੀ ਹਰਟ ਨਾ ਕਰੋ। ਹਾਂ, ਇੱਕ ਸਾਰਾ ਟੱਬਰ ਆਪਣਾ ਪਰਿਵਾਰ ਉਹ ਛੱਡ ਕੇ ਆਈ ਹੁੰਦੀ ਹੈ। ਹਾਂ, ਸਹੀ ਗੱਲ ਆ। ਆਪਾਂ ਚਾਹੀਦਾ ਵੀ ਹੁਣ ਜੇ ਮੇਰੀ ਧੀ ਹੁੰਦੀ ਤਾਂ ਮੈਂ ਉਹਨੂੰ ਕਿੰਨਾ ਪਿਆਰ ਕਰਦੀ ਹੈ ਨਾ, ਸ਼ਾਇਦ ਇਸ ਤੋਂ ਵੀ ਵੱਧ ਕਰਦੀ, ਕਿਉਂਕਿ ਮੇਰਾ ਖੂਨ ਦਾ ਰਿਸ਼ਤਾ ਹੋਣਾ ਸੀ। ਇਹ ਹੁਣ ਮੇਰਾ ਖੂਨ ਦਾ ਰਿਸ਼ਤਾ ਨਹੀਂ, ਤੇ ਮੈਂ ਚਾਹੁੰਦੀ ਮੈਂ ਇਸ ਤੋਂ ਵੀ ਵੱਧ ਪਿਆਰ ਕਰਾਂ, ਵੀ ਇਹਨੂੰ ਕਿਤੇ ਇਹ ਫੀਲ ਨਾ ਹੋਵੇ ਵੀ ਮੈਂ ਆਪਣੇ ਬਗਾਨੇ ਘਰ ਆਈ ਜਾਂ ਕਿਵੇਂ ਮੇਰੇ ਨਾਲ ਚੰਗਾ ਵਿਹਾਰ ਨਹੀਂ ਕਰਦੇ ਹੈਗੇ। ਤੇ ਮੈਂ ਤਾਂ ਅੱਜ ਤੱਕ ਤਾਂ ਭਾਈ ਆਪਣੀ ਨੂੰਹ ਨੂੰ ਬਹੁਤ ਵਧੀਆ ਰੱਖਿਆ ਹੋਇਆ ਹੈ। ਤੇ ਇਹਨਾਂ ਨਾਲ ਰੁਪਿੰਦਰ ਨਾਲ ਵੀ ਮੇਰੇ ਬਹੁਤ ਵਧੀਆ ਰਿਲੇਸ਼ਨ ਨੇ। ਮੈਂ ਕਹਿੰਦੀ ਵੀ ਮੇਰੀ ਧੀ ਹੁੰਦੀ ਤਾਂ ਇਹਦੇ ਵਰਗੀ ਹੁੰਦੀ। ਇਹ ਤੋਂ ਵੱਡੀ ਗੱਲ ਕੀ ਹੋ ਸਕਦੀ ਹੈ। ਬਹੁਤ ਨਾਈਸ। ਇੱਕ ਗੱਲ ਜਿਵੇਂ ਮੇਰੇ ਦਿਮਾਗ 'ਚ ਆਉਂਦੀ ਹੁੰਦੀ ਆ ਵੀ ਚਲੋ ਸ਼ਾਇਦ ਆਪਾਂ ਹਲੇ ਆਪਣੇ ਪਰਿਵਾਰਾਂ 'ਚ ਇਹ ਚੀਜ਼ਾਂ ਘੱਟ ਵੇਖੀਆਂ ਹੋਣਗੀਆਂ, ਪਰ ਬਹੁਤ ਸਾਰੇ ਪਰਿਵਾਰਾਂ 'ਚ ਗੁਰਦੀਪ ਤੁਸੀਂ ਵੇਖਿਓ ਇੱਕ ਮੁੱਦਾ ਇਹ ਹੁੰਦਾ ਵੀ ਜਿਹਦੇ ਨਾਲ ਤੁਸੀਂ ਵਿਆਹ ਕਰਾ ਕੇ ਆਏ ਹੋ, ਜੇ ਉਹਨੂੰ ਮਾਡਰਨ ਪਹਿਰਾਵੇ ਪਸੰਦ ਨੇ ਜਾਂ ਉਹਨੂੰ ਘੁੰਮਣਾ ਫਿਰਨਾ ਪਸੰਦ ਆ ਵੀ ਹਾਂ ਮੈਂ ਹੈ ਨਾ ਵੀ ਮੇਰਾ ਵਿਆਹ ਹੋਇਆ ਮੈਂ ਘਰੋਂ ਬਾਹਰ ਜਾਵਾਂ, ਫਿਲਮ ਦੇਖਣ ਜਾਵਾਂ ਜਾਂ ਕਿਤੇ ਹੋਰ ਘੁੰਮਣ ਲਈ ਹੈ ਨਾ ਆਪਣਾ ਦਿਲ ਕਰਦਾ, ਤਾਂ ਬਹੁਤ ਸਾਰੇ ਪਰਿਵਾਰ ਹੀ ਐਵੇਂ ਦੇ ਹੁੰਦੇ ਆ ਵੀ ਸੱਸ ਕਹੇਗੀ ਵੀ ਨਹੀਂ ਤੂੰ ਇਹੋ ਜਿਹੇ ਕੱਪੜੇ ਨਹੀਂ ਪਾਉਣੇ, ਸਹੁਰਾ ਕਹੇਗਾ ਵੀ ਨਹੀਂ ਅਸੀਂ ਨਹੀਂ ਪਸੰਦ ਕਰਦੇ, ਤਾਂ ਉਹ ਫਿਰ ਜਿਹੜੀ ਨਵੀਂ ਕੁੜੀ ਹੁੰਦੀ ਉਹਨੂੰ ਸਮਝ ਨਹੀਂ ਆਉਂਦੀ। ਬੰਦਾ ਕੰਮ ਦੀ ਤਾਂ ਦੂਰ ਦੀ ਗੱਲ ਆ, ਮਤਲਬ ਜਦੋਂ ਤੁਸੀਂ ਪਾਈ ਆਪਣੀ ਮਰਜ਼ੀ ਦਾ ਨਹੀਂ ਸਕਦੇ ਹੈ ਨਾ, ਫਿਰ ਬੰਦਾ ਕਿੰਨਾ ਜ਼ਿਆਦਾ ਮੈਨੂੰ ਚੰਗਾ ਨਹੀਂ ਲੱਗਦਾ। ਮੈਂ ਇਹੋ ਜਿਹੀਆਂ ਪਾਬੰਦੀਆਂ ਨਹੀਂ ਰੱਖੀਆਂ ਹੋਈਆਂ, ਮੇਰੇ ਘਰ ਦੇ ਕਹਿਣਗੇ ਤਾਂ ਮੈਂ ਕਹਾਂਗੀ ਕੋਈ ਪਾਬੰਦੀ ਨਹੀਂ ਲਾਉਣੀ। ਆਜ਼ਾਦੀ ਉਹਨੂੰ ਵੀ ਹੈ, ਆਜ਼ਾਦੀ ਸਾਨੂੰ ਵੀ ਹੈ। ਸਿਰਫ ਇਹ ਨਹੀਂ ਵੀ ਉਹ ਸਹੁਰੇ ਘਰ ਆ ਗਈ ਤੇ ਸਾਨੂੰ ਹੀ ਸਾਰੀ ਆਜ਼ਾਦੀ ਹੈ ਤੇ ਨੂੰਹ ਥੱਲੇ ਮਤਲਬ ਘੁੱਟਣ ਨਾਲ ਮਤਲਬ ਆਪਣੇ ਆਪ ਨੂੰ ਖਤਮ ਕਰ ਲਵੇ, ਉਹਦੇ ਆਪਣੇ ਖਿਆਲ ਹੀ ਖਤਮ ਹੋ ਜਾਣ। ਹਾਂਜੀ, ਤੇ ਕਿਉਂ ਅਸੀਂ ਕਹੀਏ ਵੀ ਤੁਸੀਂ ਜਦੋਂ ਆਪਣਾ ਸਰੀਰ ਢੱਕਿਆ ਹੋਇਆ, ਠੀਕ ਹੈ ਨਾ, ਕੋਈ ਵੀ ਪਹਿਰਾਵਾ ਪਾ ਲਓ। ਜੇ ਤੁਸੀਂ ਕਿਸੇ ਦੀ ਇੱਜ਼ਤ ਕਰਨੀ ਹੈ ਤਾਂ ਉਹ ਤੁਸੀਂ ਇਹ ਨਹੀਂ ਕਰਨੀ ਵੀ ਤੁਹਾਡਾ ਸਿਰ ਨੰਗਾ ਜਾਂ ਤੁਸੀਂ ਕਿਸੇ ਦੀ ਇੱਜ਼ਤ ਨਹੀਂ ਕਰਨੀ ਹੈਗੀ, ਉਹ ਤੁਹਾਡੀ ਅਕਲ ਤੋਂ ਹੀ ਝਲਕੂਗੀ ਅਗਲੇ ਦੀ ਇੱਜ਼ਤ ਕਰਨੀ ਹੈ ਨਾ, ਤੁਹਾਡੀ ਆਪਣੀ ਮਾਨਸਿਕਤਾ ਹੋਊਗੀ ਮੈਂ ਅਗਲੇ ਦੀ ਅਕਲ ਕਰਨੀ, ਅਗਲੇ ਦੀ ਇੱਜ਼ਤ ਕਰਨੀ ਹੈ। ਤੇ ਇਹਨੇ ਅਗਲ ਬੰਦਿਸ਼ ਨਾ ਲਗਾਓ ਅਗਲੇ ਤੇ, ਉਹ ਮਜਬੂਰ ਨਾ ਹੋ ਜਾਏ। ਹਾਂ ਚਾਚੀ, ਅਸਲ ਦੇ ਵਿੱਚ ਨਾ ਜਿਹੜਾ ਰੌਲਾ ਸਭ ਤੋਂ ਪਹਿਲਾਂ ਇੱਥੋਂ ਸ਼ੁਰੂ ਹੁੰਦਾ ਵਾ, ਜਦੋਂ ਅਸੀਂ ਨਵੇਂ ਆਏ ਜੀ ਤੇ ਘਰੇ ਬਹੁਤ ਸਾਰੀਆਂ ਚੀਜ਼ਾਂ ਥੋਪ ਦਿੰਦੇ ਆ, ਨਹੀਂ ਸਾਡੇ ਘਰ ਦਾ ਮਾਹੌਲ ਤਾਂ ਐਵੇਂ ਆ, ਸਾਡੇ ਐ ਨਹੀਂ ਹੁੰਦਾ, ਨੋ ਆ ਤਾਂ ਉਹ ਅਲੱਗ ਕੱਪੜੇ ਪਾਉਗੀ, ਜੇ ਕੁੜੀ ਆ ਤੁਹਾਡੀ ਉਹ ਅਲੱਗ ਕੱਪੜੇ, ਹਾਲਾਂਕਿ ਨਿਕਲ ਕੇ ਤੇ ਇੱਕੋ ਘਰੋਂ ਬਾਹਰ ਜਾਣਾ ਹੁੰਦਾ ਦੋਹਾਂ ਨੇ, ਹਨਾ, ਪਰ
ਉਹ ਮਤਲਬ ਦੋ ਚੀਜ਼ਾਂ ਹੋ ਜਾਂਦੀਆਂ ਨੇ। ਇਸੇ ਕਰਕੇ ਕਈ ਕੁੜੀਆਂ ਨੂੰ ਲੱਗਦਾ ਹੈ ਕਿ ਸ਼ਾਇਦ ਜਿਵੇਂ ਸਾਡੀ ਜਨਰੇਸ਼ਨ ਇਹ ਸੋਚਣ ਲੱਗ ਗਈ ਹੈ ਕਿ ਵਿਆਹ ਹੀ ਨਹੀਂ ਕਰਾਉਣਾ ਚਾਹੀਦਾ, ਕਿਉਂਕਿ ਉਹਨਾਂ ਨੂੰ ਲੱਗਦਾ ਵੀ ਜਿਹੜੀ ਆਜ਼ਾਦੀ ਉਹ ਆਪਦੇ ਮਾਪਿਆਂ ਦੇ ਘਰੇ ਮਾਣ ਰਹੀਆਂ ਸੀਗੀਆਂ, ਹਰ ਚੀਜ਼ ਦੇ ਵਿੱਚ ਖੁੱਲ ਕੇ ਉਹ ਡਿਸੀਜਨ ਲੈਂਦੀਆਂ ਸੀਗੀਆਂ, ਵੀ ਉਹ ਕਹਾਂ ਕਿ ਤੇ ਜਮਾ ਹੀ ਖਤਮ ਹੋ ਗਿਆ। ਜਿਵੇਂ ਤੁਸੀਂ ਕਿਹਾ ਵੀ ਖਿਆਲ ਹੀ ਖਤਮ ਹੋ ਜਾਂਦਾ ਵਾ ਬੰਦੇ ਦਾ, ਹਨਾ। ਇਹੀ ਮੇਨ ਰੀਜ਼ਨ ਆ ਮੈਨੂੰ ਲੱਗਦਾ ਭੈਣੇ। ਸਭ ਤੋਂ ਪਹਿਲਾਂ ਤਾਂ ਇੱਥੋਂ ਹੀ ਸ਼ੁਰੂਆਤ ਹੁੰਦੀ ਹੈ, ਜਦੋਂ ਕੁੜੀ ਨੂੰ ਤਾਂ ਅਸੀਂ ਕਹਿੰਦੇ ਨਾ ਸਾਡੇ ਘਰ ਦਾ ਮਾਹੌਲ, ਪਰ ਅਕਸਰ ਨੂੰ ਉਹ ਵੀ 23-24 ਸਾਲ ਇੱਕ ਮਾਹੌਲ 'ਚ ਰਹਿ ਕੇ ਆਈ ਹੁੰਦੀ ਆ, ਉਹਨੂੰ ਵੀ ਇੱਕ ਮਾਹੌਲ 'ਚੋਂ 23-24 ਸਾਲ ਦਾ ਜਿਹੜੇ ਇੱਕ ਮਾਈਂਡ ਸੈਟਅਪ ਬਣਿਆ ਹੁੰਦਾ ਵਾ ਉਹ ਛੱਡਣ ਨੂੰ, ਦੂਜੇ ਘਰ ਦਾ ਮਾਹੌਲ ਅਪਣਾਉਣ ਨੂੰ ਟਾਈਮ ਤਾਂ ਲੱਗਦਾ ਹੀ ਆ। ਤਾਂ ਲੱਗਦਾ ਹੌਲੀ ਹੌਲੀ ਉਹਨੂੰ ਤੁਹਾਡੇ ਘਰ ਦਾ ਬਣਾਓਗੇ ਉਹਨੂੰ। ਨਹੀਂ ਜੇ ਤੁਸੀਂ ਬਹੁਤੀ ਆਜ਼ਾਦੀ ਦੇ ਸਕਦੇ ਉਹਨੂੰ ਇੰਨਾ ਕਹੋ ਵੀ ਸਾਡੇ ਘਰ 'ਚ ਇੰਨੀ ਕੁ ਬੰਦਿਸ਼ ਹੈ, ਇਹ ਤੁਸੀਂ ਸ਼ਹਿਰ ਦੇ ਹਿਸਾਬ ਨਾਲ ਸਮਝ ਲਓ, ਪਿੰਡ ਦੇ ਹਿਸਾਬ ਨਾਲ ਸਮਝੋ, ਤੈਨੂੰ ਫੋਲੋ ਕਰਨਾ ਪੈਣਾ। ਬਹੁਤਾ ਨਹੀਂ, ਪਰ ਹੱਦ ਤੋਂ ਵੱਧ ਤੁਸੀਂ ਕੁਝ ਕਰੋਗੇ ਤਾਂ ਉਹਦਾ ਨਤੀਜਾ ਗਲਤ ਹੀ ਨਿਕਲੇਗਾ। ਬਿਲਕੁਲ ਗੁਰਦੀਪ, ਦੇਖੋ ਕਈ ਵਾਰੀ ਇਹ ਹੁੰਦਾ ਵੀ ਮੰਨ ਲਓ ਹੁਣ ਆਪਾਂ ਜਿਵੇਂ ਸ਼ਹਿਰ 'ਚ ਰਹਿੰਦੇ ਆ, ਹਨਾ, ਸ਼ਹਿਰ 'ਚ ਬਹੁਤ ਜਿਹੜੇ ਪਰਿਵਾਰ ਨੇ ਉਹਨਾਂ ਦਾ ਇੱਕ ਐਵੇਂ ਦਾ ਕੰਮ ਸੈੱਟ ਹੋਇਆ ਹੁੰਦਾ ਵੀ ਜ਼ਿਆਦਾਤਰ ਲੋਕ ਨੇ ਜਿਹੜੇ ਲੇਟ ਸੌਂਦੇ ਆ ਤੇ ਲੇਟ ਹੀ ਉੱਠਦੇ ਆ। ਪਰ ਕਈ ਪਰਿਵਾਰ ਜਿਵੇਂ ਹੁਣ ਪਿੰਡਾਂ 'ਚੋਂ ਆਪਾਂ ਆ ਕੇ ਜਿਹੜੇ ਉਹਨਾਂ ਦੀ ਰੁਟੀਨ ਇਹੀ ਬਣੀ ਹੁੰਦੀ ਆ ਵੀ 3-4 ਵਜੇ ਤੁਸੀਂ ਜਾਂ 5 ਵਜੇ ਹੱਦ ਉੱਠ ਜਾਣਾ, ਤੇ ਉਸ ਤੋਂ ਬਾਅਦ ਆ ਮਤਲਬ ਜਿਹੜਾ ਤੁਸੀਂ ਸੌਂਦੇ ਵੀ ਜਲਦੀ ਹੋ। ਪਰ ਕਈ ਵਾਰੀ ਤੁਸੀਂ ਦੇਖਿਆ ਹੋਊਗਾ ਵੀ ਲੋਕ ਇਹ ਕਹਿਣਾ ਸ਼ੁਰੂ ਕਰ ਦਿੰਦੇ ਵੀ ਸੱਸ ਕਹੂਗੀ ਵੀ ਜੇ ਮੈਂ 5 ਵਜੇ ਉੱਠਦੀ ਹਾਂ ਤਾਂ 5 ਵਜੇ ਹੀ ਉੱਠਣੀ ਚਾਹੀਦੀ, ਚਾਹੇ ਉਹਨੂੰ ਕੋਈ ਵੀ ਕੰਮ ਨਾ ਹੋਵੇ। ਬਿਲਕੁਲ ਭੈਣੇ। ਚਾਚੀ ਜਿਵੇਂ ਤੁਹਾਡੀਆਂ ਦੋਵੇਂ ਨੂੰਹਾਂ, ਰੁਪਿੰਦਰ ਭੈਣ ਜਾਂ ਫਿਰ ਤੁਹਾਡੀ ਆਪਣੀ ਨੂੰਹ ਜਿਹੜੀ ਡਿੰਪਲ, ਉਹ ਦੋਵੇਂ ਜੌਬ ਕਰਦੀਆਂ ਨੇ, ਹਨਾ। ਅਕਸਰ ਜਦੋਂ ਮੁੰਡਿਆਂ ਲਈ ਕੁੜੀਆਂ ਲੱਭਦੇ ਨੇ ਲੋਕੀ ਤਾਂ ਉਹ ਕਹਿ ਦਿੰਦੇ ਨੇ ਵੀ ਕੁੜੀ ਸਾਨੂੰ ਪੜ੍ਹੀ ਲਿਖੀ ਚਾਹੀਦੀ ਆ, ਤੇ ਕੁੜੀ ਨੇ ਵੀ ਦਿਨ ਰਾਤ ਇੱਕ ਕਰਕੇ ਵਿਚਾਰੀ ਨੇ ਪੜ੍ਹਾਈਆਂ ਕੀਤੀਆਂ ਹੁੰਦੀਆਂ ਨੇ, ਮਾਂ ਪਿਓ ਨੇ ਪੜ੍ਹਾਈਆਂ ਤੇ ਪੈਸੇ ਲਾਏ ਹੁੰਦੇ ਨੇ, ਸਾਰਿਆਂ ਨੂੰ ਕੁੜੀ ਪੜ੍ਹੀ ਲਿਖੀ ਚਾਹੀਦੀ ਹੈ, ਪਰ ਕਈ ਸਾਰੇ ਕਹਿੰਦੇ ਨੇ ਅਸੀਂ ਜੌਬ ਨਹੀਂ ਕਰਾਉਣੀ ਹੈਗੀ। ਤੁਹਾਡੀ ਇਹਦੇ ਬਾਰੇ ਕੀ ਰਾਏ ਆ? ਮੈਂ ਤਾਂ ਦੇਖੋ ਜਦੋਂ ਆਪਣਾ ਮੁੰਡਾ ਮੰਗਿਆ ਸੀ, ਮੈਨੂੰ ਪਤਾ ਸੀ ਵੀ ਨੌਕਰੀ ਕਰਦੀ, ਤੇ ਮੈਂ ਇਹਨੂੰ ਉਹਦੇ ਕਿਹਾ ਸੀ ਵੀ ਨੌਕਰੀ ਨਹੀਂ ਛੱਡਣੀ, ਆਪਣਾ ਵਜੂਦ ਕਾਇਮ ਰੱਖੋ ਚਾਹੇ ਕੁਛ ਵੀ ਹੈ। ਫਾਈਨੈਂਸ਼ੀਅਲ ਤੌਰ ਤੇ ਔਰਤ ਨਾ ਮਾਰ ਖਾ ਜਾਂਦੀ ਹੈ। ਬਿਲਕੁਲ, ਹਾਂਜੀ। ਜੇ ਪੜ੍ਹੀ ਤਾਂ ਨੌਕਰੀ ਕਰਨ ਦਿਓ, ਕੰਮ ਤਾਂ ਉਹੀ ਹੁੰਦਾ ਹੈ ਘਰ ਦਾ। ਇਹ ਨਹੀਂ ਆਈ ਸੀ ਤਾਂ ਵੀ ਸਾਡਾ ਉਹੀ ਕੰਮ ਸੀ, ਜੇ ਆ ਗਈ ਤਾਂ ਵੀ ਸਾਡਾ ਉਹੀ ਕੰਮ ਹੈ। ਦੋ ਫੁਲਕਿਆਂ ਨਾਲ ਫਰਕ ਨਹੀਂ ਪੈਂਦਾ ਹੁੰਦਾ। ਇਹ ਸੱਸ ਨੂੰ ਵੀ ਸਮਝਣਾ ਚਾਹੀਦਾ ਇਹਨਾਂ ਗੱਲਾਂ ਨੂੰ ਵੀ ਜੇ ਪੜ੍ਹੀ ਲਿਖੀ ਆ, ਨੌਕਰੀ ਕਰਦੀ, ਕਰਨ ਦਿਓ, ਅੱਗੇ ਵੱਧਦੀ ਪਈ ਹੈ ਨਾ, ਤੇ ਉਹਨੂੰ ਜਿਹੜਾ ਕੰਮ ਕਰਦੀ ਉਹਨੂੰ ਕਰਨ ਦਿਓ, ਉਹਨੂੰ ਘਰ ਨਾ ਬਿਠਾਓ। ਘਰ ਬੈਠ ਕੇ ਕੀ ਕਰੇਗੀ? ਅਸੀਂ ਘਰੇ ਹੀ ਆ ਨਾ, ਕੀ ਕਰੇਗੀ ਘਰ ਬਹਿ ਕੇ? ਇਸ ਲਈ ਕੰਮ ਕਰਨ ਦਿਓ। ਐਵੇਂ ਉਹਦੀ ਜਿੰਨੀ ਵੀ ਜੋ ਨੌਲੇਜ ਆ ਜਾਂ ਪੜ੍ਹਾਈ ਲਿਖਾਈ ਆ ਉਹਨੂੰ ਮਤਲਬ ਅੱਗੇ ਤਰੱਕੀ ਕਰਨ ਦਿਓ, ਮੇਰਾ ਤਾਂ ਇਹ ਖਿਆਲ ਹੈ। ਜਾਂ ਕਈ ਕਹਿ ਦਿੰਦੇ ਨੇ ਭਾਈ ਠੀਕ ਹੈ ਕੰਮ ਕਰਨਾ ਕਰ ਲਈ, ਪਰ ਘਰ ਦਾ ਤੈਨੂੰ ਫਿਰ ਕੰਮ ਕਰਕੇ ਜਾਣਾ ਪਿਆ ਕਰ। ਹਾਂ ਨਹੀਂ, ਜਿੰਨਾ ਕਿ ਤੁਹਾਡੇ ਕੋਲ ਹੁੰਦਾ ਤੁਸੀਂ ਕਰੋ ਨਾ, ਆਪਣਾ ਹਿੱਸਾ ਤਾਂ ਕਰੋ ਨਾ। ਅਜੇ ਹੁਣ ਜੇ ਮੈਂ ਕਹਾਂ ਭਾਜੀ ਮੇਰੀ ਨੂੰਹ ਆ ਗਈ ਤੇ ਮੈਂ ਉੱਠ ਕੇ ਮੰਜੀ ਤੇ ਬਹਿ ਜਾ, ਇਹ ਸਿਆਣਪ ਵਾਲੀ ਗੱਲ ਨਹੀਂ ਨਾ ਹੈਗੀ। ਕੱਲ ਨੂੰ ਮੇਰੇ ਬੱਚੇ ਵੀ ਕਹਿਣਗੇ ਮੰਮੀ ਪਹਿਲਾਂ ਤੁਸੀਂ ਕੰਮ ਕਰਦੇ ਸੀ ਹੁਣ ਕਿਉਂ ਨਹੀਂ ਕਰਦੇ। ਸਹੀ ਗੱਲ ਆ। ਉਹਦਾ ਕਿਹੜਾ ਕਿ ਬੋਝ ਪੈ ਗਿਆ ਮੇਰੇ ਤੇ, ਤੇ ਫਿਰ ਉਹ ਵੀ ਕਹੇਗੀ ਨਾ ਵੀ ਮੈਂ ਬੇਗਾਨੀ ਆਈ ਤੇ ਮੈਨੂੰ ਇਹ ਮਹਿਸੂਸ ਕਰਾਉਂਦੇ ਪਏ ਨੇ। ਜਿੰਨਾ ਚਿਰ ਹੁੰਦਾ ਅਸੀਂ ਕਰਦੇ ਪਏ ਹਾਂ, ਜਿੰਨਾ ਕੋਲ ਹੁੰਦਾ ਉਹ ਵੀ ਕਰਦੀ ਪਈ ਆ, ਪਰ ਉਹਨੂੰ ਕੰਮ ਕਰਨ ਦਿਓ, ਉਹਦਾ ਵਜੂਦ ਕਾਇਮ ਰਵੇ ਆਪਣਾ। ਮੈਂ ਇਸ ਗੱਲ 'ਤੇ ਹੱਕ ਨਹੀਂ ਆ ਵੀ ਵੋਟੀਆਂ ਜੇ ਪੜ੍ਹੀਆਂ ਲਿਖੀਆਂ ਨੌਕਰੀ ਕਰਦੇ ਘਰ ਛੱਡਾ ਕੇ ਉਹਨੂੰ ਬਿਠਾ ਲਓ। ਹਾਂ ਚਾਚੀ ਕਈ ਵਾਰੀ ਜਿਵੇਂ ਬਹੁਤ ਸਾਰੀਆਂ ਗੱਲਾਂ ਇਹ ਵੀ ਹੋ ਜਾਂਦੀਆਂ ਨੇ, ਜਿਵੇਂ ਹੁਣ ਮੰਨ ਲਓ ਵੀ ਉਦਣ ਜਿਵੇਂ ਰਾਜਪੁਰਾ ਭਾਜੀ ਵੀ ਗੱਲ ਕਰਦੇ ਸੀ ਵੀ ਜਦੋਂ ਛੋਟੀ ਜਿਹੀ ਵੀ ਗਲਤੀ ਹੁੰਦੀ ਆ ਅਸੀਂ ਉਹਨੂੰ ਇੰਨੀ ਵੱਡੀ ਕਰ ਲੈਂਦੇ ਆ, ਹਨਾ। ਸਾਡੇ ਮੁੰਡੇ 'ਚ ਚਾਹੇ ਹਜ਼ਾਰਾਂ ਐਬ ਹੋਣ, ਮੁੰਡੇ 'ਚ ਵੀ ਕੁੜੀ 'ਚ ਵੀ, ਮਤਲਬ ਜੇ ਆਪਾਂ ਗੱਲ ਕਰ ਲਈਏ ਤੇ ਗੁਰਦੀਪ ਇੱਕ ਗੱਲ ਹੋਰ ਦੇਖੋ, ਜਦੋਂ ਆਪਣਾ ਮੁੰਡਾ ਜਿਹੜਾ ਆਪਾਂ ਉਹਨੂੰ 20-25 ਸਾਲ ਪਾਲਿਆ ਹੁੰਦਾ ਹਨਾ, ਤੇ ਉਹਦੇ 'ਚ ਕੁਛ ਕੁ ਬੁਰਾਈਆਂ ਹੁੰਦੀਆਂ ਨੇ, ਕੁਛ ਕੁ ਚੰਗਾਪਣ ਵੀ ਹੁੰਦਾ। ਜਦੋਂ ਆਪਾਂ ਉਹਦਾ ਰਿਸ਼ਤਾ ਕਰਦੇ ਹਾਂ ਆਪਾਂ ਕੁੜੀ ਨੂੰ ਨਹੀਂ ਦੱਸਦੇ ਵੀ ਇਹਦੇ 'ਚ ਆਹ ਬੁਰਾਈਆਂ ਹੈਗੀਆਂ ਨੇ, ਵੀ ਤੂੰ ਦਿਮਾਗੀ ਤੌਰ ਤੇ ਤਿਆਰ ਹੋ ਕੇ ਆਈ ਹੈ ਨਾ। ਤੇ ਜਦੋਂ ਕੁੜੀ ਆਉਂਦੀ ਆ ਫਿਰ ਤੁਸੀਂ ਉਹਨੂੰ ਕਹਿ ਦਿੰਦੇ ਹੋ ਵੀ ਤੂੰ ਇੱਕ ਦਿਨ 'ਚ ਇਹਨੂੰ ਸੁਧਾਰ ਦੇ। ਜਿਹੜੀ ਇਹ ਵੀ ਮਤਲਬ ਗੱਲ ਗਲਤ ਆ ਵੀ ਤੁਸੀਂ ਇੱਕ ਵਿਗੜਿਆ ਹੋਇਆ ਬੰਦਾ ਅਗਲੇ ਦੇ ਹੱਥ 'ਚ ਫੜਾ ਕੇ ਫਿਰ ਤੁਸੀਂ ਕਹਿੰਦੇ ਹੋ ਵੀ ਇਹਨੂੰ ਸੁਧਾਰ ਦੇ, ਹਨਾ। ਤੁਹਾਨੂੰ ਕੀ ਲੱਗਦਾ ਵੀ ਇਹ ਉਮੀਦ ਹੋਣੀ ਚਾਹੀਦੀ ਆ ਮਾਂ ਪਿਓ ਨੂੰ ਵੀ ਜਿਹੜੀ ਕੁੜੀ ਆਈ ਆ ਸਾਰੇ ਸੁਧਾਰ ਦਾ ਠੇਕਾ ਜਿਹੜਾ ਉਹਨੇ ਲੈ ਲਿਆ, ਵੀ ਮੁੰਡਾ ਜਿਵੇਂ ਦਾ ਸਾਡਾ ਮਰਜ਼ੀ ਆ, ਉਹਦੇ ਐਬ ਵੀ ਲੁਕੋ ਲਵੇ, ਉਹਨੂੰ ਸਿਆਣਾ ਵੀ ਬਣਾ ਦੇਵੇ, ਉਹ ਸਾਡਾ ਵੀ ਕਹਿਣਾ ਮੰਨੇ। ਐਵੇਂ ਲੱਗਦਾ ਚਾਚੀ ਤੁਹਾਨੂੰ ਵੀ ਕੋਈ ਕੁੜੀ ਕਰ ਸਕਦੀ ਆ? ਨਹੀਂ, ਕੁੜੀ ਕਿਵੇਂ ਸੁਧਾਰ ਲਊਗੀ ਜੇ ਮਾਂ ਬਾਪ ਦੀ ਤਾਂ ਮੰਨੀ ਨਹੀਂ ਉਹਨੇ। ਹੁਣ 25 ਸਾਲ ਮੈਂ ਆਪਣਾ ਸਮਝੋ 26 ਸਾਲ ਬੱਚਾ ਪਾਲਦੀ ਆ, ਜੇ ਮੈਂ ਉਹਨੂੰ ਗੰਦੀਆਂ ਤਾਂ ਪਾਈਆਂ ਤਾਂ ਮੇਰੀ ਜ਼ਿੰਮੇਵਾਰੀ ਆ। ਉਹ ਕੱਲ ਜਿਹੜੀ ਬਗਾਨੀ ਆਈ ਹੈ ਉਹ ਕਿੱਥੋਂ ਸੁਧਾਰੂਗੀ? ਨਾਲ ਬੰਦਾ ਤਾਂ ਵੈਸੇ ਹੀ ਜਨਾਨੀ ਦੀ ਬਹੁਤ ਘੱਟ ਮੰਨਦਾ। ਇਸ ਲਈ ਵੀ ਇਹ ਤਾਂ ਮਾਂ ਬਾਪ ਨੂੰ ਪਹਿਲਾਂ ਹੀ ਸੋਚਣਾ ਚਾਹੀਦਾ ਵੀ ਮੇਰਾ ਬੱਚਾ ਠੀਕ ਹੈ ਤਾਂ ਮੈਂ ਇਹਨੂੰ ਵਿਆਹਾਂ, ਨਹੀਂ ਠੀਕ ਤਾਂ ਮੈਂ ਇਹ ਬੱਚਾ ਵਿਆਹੁਣ ਦਾ ਹੱਕਦਾਰ ਨਹੀਂ ਹੈਗਾ। ਬਗਾਨੀ ਨੂੰ ਅਸੀਂ ਕਿਹੜੀ ਗੱਲੋਂ ਤੰਗ ਕਰੀਏ? ਕਿਉਂਕਿ ਅਸੀਂ ਇਸੇ ਉਮਰ 'ਚੋਂ ਹੀ ਅਸੀਂ ਅੱਗੇ ਆਏ ਹਾਂ, ਬਹੁਤ ਕੁਝ ਭੋਗ ਕੇ ਅੱਗੇ ਆਏ ਹਾਂ। ਮੈਨੂੰ ਤਾਂ ਭਾਈ ਬਹੁਤ ਤਜਰਬਾ ਹੋ ਗਿਆ। ਮੈਂ ਆਪਣੇ ਬੇਟੇ ਨੂੰ ਕਿਹਾ ਹੋਇਆ ਵੀ ਜੇ ਤੇਰੇ 'ਚ ਜਿੱਦਣ ਵੀ ਕੋਈ ਨੁਕਸ ਹੋਇਆ
ਜੁੰਡਿਆਂ ਤੋਂ ਫੜ ਕੇ ਥੱਲੇ ਬਿਠਾ ਲੈਣਾ ਮੈਂ ਨੂੰਹ ਨੂੰ ਨਹੀਂ ਕੁਛ ਕਹਿਣਾ, ਉਹਨੂੰ ਕਿਉਂ ਕਵਾਂਗੀ? ਕਿਉਂਕਿ ਮੈਂ ਇਹਨੂੰ ਜੰਮਿਆ ਆ, ਇਹ 'ਚ ਜਿਹੜੀ ਕੋਈ ਕਮੀ ਹੋਏਗੀ ਮੇਰੀ ਵਜ੍ਹਾ ਨਾਲ ਹੋਏਗੀ, ਉਹਦੀ ਜ਼ਿੰਮੇਵਾਰੀ ਮੈਂ ਲੈਣੀ ਹੈ, ਨੂੰਹ ਨੇ ਨਹੀਂ ਲੈਣੀ ਹੈਗੀ। ਠੀਕ ਹੈ ਨਾ? ਤੇ ਨੂੰਹਾਂ ਨੂੰ ਨਹੀਂ ਦੋਸ਼ ਦੇਣਾ ਚਾਹੀਦਾ। ਚਾਚੀ ਇੱਕ ਚੀਜ਼ ਹੋਰ ਵੀ ਆ, ਆਪਾਂ ਭੈਣੇ ਤੁਸੀਂ ਵੀ ਸੁਣਿਆ ਹੋਊਗਾ ਸ਼ਾਇਦ ਆਪਣੀ ਲਾਈਫ ਦੇ ਵਿੱਚ, ਤੇ ਮੈਂ ਤਾਂ ਸੁਣਿਆ ਵਾ ਕਿ ਪਹਿਲਾਂ ਘਰ ਦਾ ਮਾਹੌਲ ਬਹੁਤ ਵਧੀਆ ਸੀਗਾ, ਵੀ ਸਾਡਾ ਬਹੁਤ ਪਿਆਰ ਸੀਗਾ, ਵੀ ਜੱਦੀ ਨੂੰਹ ਆਈ ਆ ਜਾਂ ਜੱਦੀ ਭਾਬੀ ਆਈ ਆ, ਜਾਂ ਮਤਲਬ ਵੀ ਸਾਡਾ ਮਤਲਬ ਘਰ ਦਾ ਮਾਹੌਲ ਹੀ ਬਦਲ ਗਿਆ, ਵੀ ਜਾਂ ਭੈਣਾਂ ਅਕਸਰ ਕਹਿ ਦਿੰਦੀਆਂ ਨੇ ਵੀ ਸਾਡਾ ਵੀਰਾ ਹੁਣ ਸਾਡਾ ਉਹਨਾਂ ਕਰਦਾ ਨਹੀਂ ਹੈਗਾ, ਹਨਾ? ਆਏ ਕਿਉਂ ਹੁੰਦਾ ਵਾ? ਨਹੀਂ ਸਾਡੇ ਤਾਂ ਕੋਈ ਨਹੀਂ ਹੈਗਾ ਇੱਦਾਂ ਤਾਂ ਨਾ। ਮੈਂ ਤਾਂ ਕੁੜੀ ਮਤਲਬ ਕੋਈ ਖਾਸ ਸੋਚ ਕੇ ਤਾਂ ਨਹੀਂ ਆਈ ਹੁੰਦੀ ਵੀ ਮੈਂ ਜਾਣਾ ਫਲਾਣਿਆਂ ਦੇ ਘਰੇ, ਵੀ ਮੈਂ ਉਹਦੇ ਨਾਲ ਵੀ ਪਿਆਰ ਤੋੜ ਦੇਣਾ, ਉਹਦੇ ਨਾਲ ਵੀ ਪਿਆਰ ਤੋੜ ਦੇਣਾ ਵਾ, ਹਨਾ? ਠੀਕ, ਕੁਛ ਕੋਈ ਹੁੰਦੀ ਵੀ ਹੋਏਗੀ, ਕਈਆਂ ਦੀ ਆਦਤ ਥੋੜਾ ਬਹੁਤਾ ਹੁੰਦਾ ਵੀ ਹੈ, ਪਰ ਤੇ ਪਰ ਨਹੀਂ ਮੈਂ ਸੋਚਣਾ ਜਾਂ ਕੁੜੀਆਂ ਨੂੰ ਵੀ ਸੋਚਣਾ ਚਾਹੀਦਾ ਵੀ, ਤੇ ਮੁੰਡੇ ਨੂੰ ਵੀ ਨਹੀਂ ਸੋਚਣਾ ਚਾਹੀਦਾ। ਅਕਸਰ ਉਹਦੇ ਮਾਪਿਓ ਹੁੰਦੇ ਨੇ, ਭੈਣ ਭਰਾ ਹੁੰਦੇ ਨੇ, ਉਹਨੂੰ ਦੋਨੇ ਪਾਸੇ ਆਪਣਾ ਫਰਜ਼ ਨਿਭਾਉਣਾ ਪੈਂਦਾ। ਮੁੰਡੇ ਨੂੰ ਮਾਪਿਓ ਨੂੰ ਵੀ ਦੇਖਣਾ ਪੈਂਦਾ, ਆਪਣੀ ਘਰ ਦੀ ਨੂੰ ਵੀ ਦੇਖਣਾ ਪੈਂਦਾ ਆ। ਇਹ ਜਿਹੜਾ ਨੂੰਹ ਸੱਸ ਦਾ ਰਿਸ਼ਤਾ ਹੁੰਦਾ ਨਾ, ਇਹ ਕਾਫੀ ਲੰਬਾ ਚੱਲਣ ਵਾਲਾ ਰਿਸ਼ਤਾ ਹੁੰਦਾ। ਹੁਣ ਸਾਨੂੰ ਕੀ ਪਤਾ ਸਾਡੀ ਕਿੰਨੀ ਕੁ ਉਮਰ ਹੈ, ਜੇ ਸਾਡੀ ਧੀ ਹੁੰਦੀ ਆਪਣੇ ਵਿਆਹ ਕੇ ਆਪਣੇ ਘਰ ਚਲੀ ਜਾਂਦੀ, ਸਾਡੇ ਕੋਲ ਇੰਨੇ ਹੀ ਰਹਿਣਾ। ਬਿਲਕੁਲ। ਤੇ ਜੇ ਹੁਣ ਮੈਂ ਇਹਨੂੰ ਰੋਜ਼ ਨਿੱਕੀ ਨਿੱਕੀ ਗੱਲ ਤੇ ਤਾਨੇ ਮਿਹਣੇ ਮਾਰਾਂ, ਇਹਦੇ ਮਾਪਿਆਂ ਦੇ ਭੈਣ ਭਰਾਵਾਂ ਦੇ ਤਾਨੇ ਮਿਹਣੇ ਦੇਵਾਂਗੀ, ਤੇ ਮੈਂ ਕੋਈ ਚੰਗੀ ਸੱਸ ਨਹੀਂ ਕਹਾਵਾਂਗੀ। ਮੈਂ ਚਾਹੁੰਦੀ ਵੀ ਮੇਰੇ ਨਾਲ ਬਿਲਕੁਲ ਧੀਆਂ ਵਾਂਗੂ ਇਹ ਵੀ ਰਵੇ, ਤੇ ਮੈਂ ਇਹਨੂੰ ਆਪਣੀ ਧੀਆਂ ਵਾਂਗੂ ਬਣਾ ਕੇ ਰੱਖਾਂ, ਵੀ ਘਰ 'ਚ ਕੋਈ ਲੜਾਈ ਝਗੜਾ ਨਾ ਪਵੇ। ਜਿੱਥੇ ਕਲੇਸ਼ ਹੋਏਗਾ ਉੱਥੇ ਵੀ ਤੁਹਾਨੂੰ ਪਤਾ ਸੁੱਖ ਤਾਂ ਹੁੰਦਾ ਨਹੀਂ ਹੈਗਾ। ਤੇ ਇਹ ਮਤਲਬ ਦੋਵਾਂ ਧਿਰਾਂ ਨੂੰ ਹੀ ਥੋੜਾ ਨੂੰਹ ਨੂੰ ਬਦਲਣਾ ਪੈਂਦਾ, ਥੋੜਾ ਸੱਸ ਨੂੰ ਬਦਲਣਾ ਪੈਂਦਾ। ਦੋਵੇਂ ਰਿਸ਼ਤੇ ਥੋੜ੍ਹੇ ਥੋੜ੍ਹੇ ਅੱਗੇ ਹੋਣ ਤਾਂ ਰਿਸ਼ਤੇ ਨਿਭਦੇ ਨੇ। ਬਹੁਤ ਪਿਆਰਾ ਰਿਸ਼ਤਾ ਹੈ ਨੂੰਹ ਸੱਸ ਦਾ, ਐਵੇਂ ਲੋਕਾਂ ਨੇ ਬਸ ਬਦਨਾਮ ਕੀਤਾ ਹੋਇਆ। ਇਹਦੀ ਐਗਜ਼ਾਮਪਲ ਆਪਾਂ ਸੁਲਤਾਨਾ ਬੇਗਮ ਹੋਰਾਂ ਦੇ ਘਰੇ ਵੀ ਦੇਖੀ ਸੀ, ਉਹਨਾਂ ਦਾ ਨੂੰਹ ਸੱਸ ਦਾ ਵੀ ਰਿਸ਼ਤਾ ਬੜਾ ਪਿਆਰਾ ਸੀ, ਤੇ ਉਹ ਤਾਂ ਕਹਿੰਦੇ ਨੇ ਵੀ ਮੇਰੀਆਂ ਕੁੜੀਆਂ ਤਾਂ ਮੇਰੀਆਂ ਕਪੱਤੀਆਂ ਨੇ, ਨੂੰਹ ਮੇਰੀ ਬੜੀ ਚੰਗੀ ਹੈ, ਸੁਲੱਖਣੀ ਕੁੱਖ ਦੀ ਧੀ ਹੈ ਇਹ। ਮੈਂ ਗੱਲ ਇਹ ਕਰਦੇ ਸੀਗੇ ਵੀ ਜਦੋਂ ਕੋਈ ਨਵਾਂ ਫੈਮਿਲੀ ਮੈਂਬਰ ਤੁਹਾਡੇ ਘਰੇ ਆਉਂਦਾ ਵਾ, ਆਪਾਂ ਇਹ ਨਹੀਂ ਸੋਚਦੇ ਵੀ ਅਸੀਂ ਉਹਨੂੰ ਕਿਉਂ ਜਿਹਾ ਵੈਲਕਮ ਦਿੱਤਾ ਜਾਂ ਕਿਉਂ ਜਿਹਾ ਵੈਲਕਮ ਕੀਤਾ, ਹਨਾ? ਵੀ ਤੁਸੀਂ ਇੱਕ ਬੰਦਾ ਆਉਂਦਾ, ਉਹਦੇ ਤੋਂ ਤੁਸੀਂ ਐਕਸਪੈਕਟ ਕਰਦੇ ਹੋ ਵੀ ਘਰ ਦੇ ਜਿੰਨੇ 6-7 ਜੀ ਨੇ ਉਹਨਾਂ ਨੂੰ ਚੰਗੀ ਤਰ੍ਹਾਂ ਸਮਝ ਲਵੇ, ਇਕੱਲੇ ਬਾਰੇ ਉਹਨੂੰ ਪਤਾ ਵੀ ਹੋਣਾ ਚਾਹੀਦਾ, ਇਕੱਲੇ ਜਾਣੇ ਦੀ ਐਕਸਪੈਕਟੇਸ਼ਨ ਤੇ ਉਹ ਖਰੀ ਵੀ ਉਤਰਨੀ ਚਾਹੀਦੀ ਹੈ। ਪਰ ਉਹ 6-7 ਜਾਣੇ ਰਲ ਕੇ ਇੱਕ ਜਾਣੇ ਨੂੰ ਨਹੀਂ ਸਮਝਦੇ ਹੈਗੇ, ਹਨਾ? ਵੀ ਉਹ ਵੀ ਪਿੱਛੋਂ ਕਿੰਨਾ ਕੁਝ ਛੱਡ ਕੇ ਸਿਰਫ ਇੱਕ ਤੁਹਾਡੇ ਪਰਿਵਾਰ ਦੀ ਕੁੱਲ ਅੱਗੇ ਤੋਰਨ ਦੇ ਲਈ ਤੁਹਾਡੇ ਘਰੇ ਆਈ ਆ, ਹਨਾ? ਪਰ ਫਿਰ ਅਸੀਂ ਬਾਅਦ ਦੇ ਵਿੱਚ ਜਾ ਕੇ ਕਹਿ ਦਿੰਦੇ ਆ ਕਿ ਉਹਦੇ ਆਉਣ ਨਾਲ ਮਾਹੌਲ ਬਦਲ ਗਿਆ, ਉਹ ਸਾਡਾ ਕਰਦੀ ਨਹੀਂ, ਹਨਾ? ਜਾਂ ਉਹ ਚੱਜ ਨਾਲ ਬੁਲਾਉਂਦੀ ਨਹੀਂ। ਪਰ ਕਦੇ ਮੈਨੂੰ ਐਂ ਲੱਗਦਾ ਹੁੰਦਾ ਵੀ ਜਿਹੜਾ ਬੰਦਾ ਬਾਹਰੋਂ ਤੁਹਾਡੇ ਪਰਿਵਾਰ 'ਚ ਆਉਂਦਾ, ਚਲੋ 100% ਨਾ ਸਹੀ, ਪਰ 100 ਚੋਂ 70% ਕੁੜੀਆਂ ਤਾਂ ਇਹੋ ਜਿਹੀਆਂ ਹੁੰਦੀਆਂ ਨੇ ਜਿਹੜੀਆਂ ਬਿਲਕੁਲ ਸਾਫ਼ ਮਨ ਲੈ ਕੇ ਆਉਂਦੀਆਂ ਨੇ ਵੀ ਮੇਰਾ ਘਰ ਹੁਣ ਇਹ ਆ, ਜਾਂ ਘਰੋਂ ਵੀ ਆਪਾਂ ਨੂੰ ਵੀ ਸਮਝਾ ਕੇ ਤੋਰਦੇ ਨੇ ਵੀ ਭਾਈ ਹੁਣ ਤੇਰਾ ਘਰ ਉਹੀ ਆ। ਘਰ 'ਚ ਤੁਹਾਡੇ ਕਈ ਵਾਰ ਆਪਦੇ ਸਹੁਰੇ ਘਰੇ ਨੂਨ ਨਾਲ ਵੀ ਰੋਟੀ ਖਾਣੀ ਪੈਂਦੀ ਆ, ਬਹੁਤ ਸਾਰੇ ਹਾਲਾਤਾਂ ਨਾਲ ਦੇਖਣਾ ਵੀ ਪੈਂਦਾ ਵੀ, ਪਰ ਨਿੱਕੀ ਗੱਲ ਆ ਕਿ ਗਾਂਹ ਨਹੀਂ ਕਰਨੀ ਹੈਗੀ, ਤਾਂ ਉਹਨਾਂ ਚੀਜ਼ਾਂ ਦੇ ਨਾਲ ਤੁਸੀਂ ਹੁਣ ਉਹੀ ਚੀਜ਼ ਤੁਹਾਡਾ ਘਰ ਆ ਜੋ ਵੀ ਹੈਗਾ ਉੱਥੇ ਮੰਨ ਕੇ ਉੱਥੇ ਹੀ ਰਹਿਣਾ, ਤੇ ਕੁੜੀ ਉਹੀ ਲੈ ਕੇ ਆਉਂਦੀ ਹੈ। ਕਈ ਵਾਰ ਫਿਰ ਜਦੋਂ ਗਾਂਹ ਜਾ ਕੇ ਤੁਹਾਨੂੰ ਉਹ ਚੀਜ਼ਾਂ ਨਹੀਂ ਮਿਲਦੀਆਂ ਵੀ ਮੈਨੂੰ ਕਿਸੇ ਨੇ ਆਪਣਾ ਸਮਝਿਆ ਹੀ ਨਹੀਂ, ਜਾਂ ਮੈਨੂੰ ਤਾਂ ਘਰੇ ਕਿਸੇ ਨੇ ਵੈਲਕਮ ਹੀ ਨਹੀਂ ਕੀਤਾ ਇਹਨੂੰ, ਫਿਰ ਜਦੋਂ ਚੀਜ਼ਾਂ ਬਦਲਣੀਆਂ ਸ਼ੁਰੂ ਹੋ ਜਾਂਦੀਆਂ, ਫਿਰ ਆਪਾਂ ਸਾਰਾ ਭਾਂਡਾ ਜਿਹੜਾ ਨੂੰਹ ਤੇ ਸਿੱਟ ਦਿੰਦੇ ਆ ਵੀ ਇਹਦੇ ਆਉਣ ਨਾਲ ਸਾਰਾ ਕੁਝ ਖਰਾਬ ਹੋ ਗਿਆ। ਉਹੀ ਤਾਂ ਗਲਤ ਗੱਲ ਹੈ ਨਾ, ਸਾਰਾ ਕੁਝ ਨੂੰਹ ਤੇ ਨਾ ਸੁੱਟੋ, ਕੁਝ ਜ਼ਿੰਮੇਵਾਰੀ ਆਪਣੇ ਸਿਰ ਤੇ ਵੀ ਲਵੋ ਤੁਸੀਂ। ਸਾਡੇ ਆਪਣੇ ਕਸੂਰ ਕੋਈ ਨਹੀਂ, ਅਸੀਂ ਆਪਣੇ ਘਰ 'ਚ ਪਹਿਲਾਂ ਆਪਾਂ ਲੜਦੇ ਕੋਈ ਨਹੀਂ ਸੀ। ਬਿਲਕੁਲ ਲੜਦੇ, ਮੀਆਂ ਬੀਵੀ ਵੀ ਲੜਦੇ ਆ, ਬੱਚੇ ਵੀ ਲੜਦੇ ਨੇ, ਭਰਾ ਵੀ ਲੜਦੇ ਨੇ, ਭੈਣ ਭਰਾ ਵੀ ਲੜਦੇ ਨੇ, ਤੇ ਫਿਰ ਅਸੀਂ ਨੂੰਹ ਤੋਂ ਸਾਰੀ ਆਸ ਕਿਉਂ ਰੱਖਦੇ ਪਏ ਆ? ਨੂੰਹ ਨੂੰ ਵੀ ਤਾਂ ਰਿਸ਼ਤੇਦਾਰ ਪੁੱਛਦੇ ਹੋਣਗੇ ਤੇਰੇ ਸਹੁਰੇ ਕਿਹੋ ਜਿਹੇ ਨੇ। ਸਹੀ ਗੱਲ। ਫਿਰ ਉਹ ਕੀ ਦੱਸੇਗੀ? ਉਹ ਦੱਸੇਗੀ ਮੈਨੂੰ ਬੜੇ ਫੁੱਲ ਪਾਉਂਦੇ ਪਏ। ਕੀ ਦੱਸੇਗੀ ਉਹ? ਤੁਸੀਂ ਇੰਨਾ ਕਿ ਨਾਰਮਲ ਰਹਿ ਸਕਦੇ ਹੋ ਨਾ, ਅਗਲੀ ਇੱਜ਼ਤ ਦਵੋ। ਹਾਂਜੀ ਹਾਂ। ਇੰਨੀ ਸੋਹਣੀ ਪਿਆਰੀ ਕੁੜੀ ਆਉਂਦੀ ਤੁਹਾਡੇ ਘਰ, ਤੇ ਤੁਸੀਂ ਉਹਨੂੰ ਕੁਛ ਪਹਿਲਾਂ ਮਿਹਣੇ ਮਾਰਨੇ ਸ਼ੁਰੂ ਕਰਦੇ, ਫਿਰ ਕੁਛ ਉਹਨੂੰ ਤੁਸੀਂ ਕਹਿੰਦੇ ਵੀ ਸਾਰਾ ਕੁਝ ਤੂੰ ਹੀ ਕਰਨਾ ਹੁਣ। ਤੂੰ ਹੀ ਕਰਨਾ। ਕਈ ਵਾਰ ਦੇਖਿਆ, ਸੁਣਿਆ ਵੀ, ਦੇਖਿਆ ਵੀ ਆ, ਨੂੰਹ ਆਉਂਦੀ ਮਗਰੋਂ ਆ, ਕੰਮ ਚੁੱਲ੍ਹਾ ਚੌਂਕਾ ਸੰਭਾਲਦੇ ਨੇ, ਆਪ ਰਿਸ਼ਤੇਦਾਰੀ ਜਾਣਾ ਸ਼ੁਰੂ ਕਰ ਦਿੰਦੇ ਨੇ। ਸਹੀ ਗੱਲ ਆ। ਉਹਨੂੰ ਕੀ ਪਤਾ ਤੁਹਾਡੇ ਘਰ ਦਾ ਜੇ ਭਾਈ ਤੁਹਾਡਾ ਘਰ ਆ, ਹੁਣ ਸੰਭੋ। ਰਸੋਈ ਤੂੰ ਸੰਭ ਲਾ, ਤੇ ਅਲਮਾਰੀ ਚਾਬੀ ਮੇਰੇ ਕੋਲ ਚਾਹੀਦੀ। ਸਹੀ ਉਹ ਤਾਂ ਮੇਰੇ ਤੇ ਉਦੋਂ ਵੀ ਮੇਰੇ ਕੋਲ ਚਾਹੀਦੀ ਜਦੋਂ ਮੈਂ ਮੰਜੇ ਤੇ ਮਰਨ ਵਾਲੀ ਹੋਈ ਪਈ। ਇਦਾਂ ਨਹੀਂ ਹੋਣਾ ਚਾਹੀਦਾ। ਤੁਸੀਂ ਉਹਨੂੰ ਹੌਲੀ ਹੌਲੀ ਅੱਗੇ ਵਧਣ ਦੇਵੋ, ਜਿਉਂ ਉਹ ਆਪਣੀ ਗ੍ਰਸਤੀ 'ਚ ਪਏਗੀ, ਹੌਲੀ ਹੌਲੀ ਤੇ ਮੋਢਿਆਂ ਤੇ ਭਾਰ ਆਏਗਾ, ਥੋੜੀ ਉਮਰ ਵੱਲੋਂ ਮੈਚਿਓਰ ਹੋਈ ਜਾਊਗੀ, ਉਹਨੇ ਆਪਣੀ ਜ਼ਿੰਮੇਵਾਰੀ ਆਪੇ ਹੀ ਸਮਝ ਲੈਣੀ ਆ। ਉਹ ਕੱਲ ਨੂੰ ਤੁਹਾਡੀ ਵੀ ਕਦਰ ਕਰੇਗੀ, ਮੇਰੀ ਸੱਸ ਮਾਂ ਨੇ ਮੈਨੂੰ ਟਾਈਮ ਦਿੱਤਾ, ਮੈਨੂੰ ਸਮਝਣ ਦਾ ਟਾਈਮ ਦਿੱਤਾ, ਮੈਨੂੰ ਘਰ ਨੂੰ ਸਮਝਣ ਦਾ, ਬੰਨਣ ਦਾ ਟਾਈਮ ਦਿੱਤਾ, ਮੈਨੂੰ ਕੋਈ ਸਿਖਾਇਆ ਉਹਨੇ। ਕੱਲ ਨੂੰ ਸੱਸ ਵੀ ਮੈਂ ਕਹਿ ਸਕਦੀ ਭਾਈ ਮੈਂ ਤੈਨੂੰ ਸਿਖਾਇਆ ਸੀ। ਜੇ ਅੱਜ ਮੈਂ ਉਹਨੂੰ ਤੰਗ ਕਰੂੰਗੀ ਤੇ ਮੈਂ ਬੁਢਾਪੇ 'ਚ ਉਹਨੇ ਕਹਿਣਾ ਵੀ ਤੁਸੀਂ ਕੱਲ ਨੂੰ ਮੇਰੇ ਨਾਲ ਕੀ ਕਰਦੇ ਰਹੇ ਸੀ ਤੁਸੀਂ ਮੇਰੇ ਨਾਲ। ਚਾਹੇ ਅਸੀਂ ਉਹ ਇੱਜ਼ਤ ਮੇਰੀ ਕਰੇ ਵੀ ਜਦੋਂ ਮਨ 'ਚ ਰੜਕਦੀਆਂ ਰਹੀਆਂ,
ਚੰਗੀ ਗੱਲ ਨਹੀਂ ਨਾ ਹੈਗੀ। ਬਿਲਕੁਲ, ਉਹ ਤਾਂ ਹੀ ਕਹਿੰਦੇ ਹੁੰਦੇ ਆ ਵੀ ਜਿਹੜੇ ਸਰੀਰ ਤੇ ਸੱਟਾਂ ਲੱਗਦੀਆਂ ਉਹ ਬੰਦਾ ਭੁੱਲ ਜਾਂਦਾ, ਜਿਹੜੀਆਂ ਮਨ ਤੇ ਲੱਗਦੀਆਂ ਨਹੀਂ ਨਾ ਭੁੱਲਦੀਆਂ ਹੈਗੀਆਂ। ਇਸ ਲਈ ਆਪਣੀ ਧੀ ਪੁੱਤ ਆਪਣੀ ਧੀ ਨਾਲੋਂ ਵੀ ਜ਼ਿਆਦਾ ਪਿਆਰੀ ਰੱਖਣੀ ਪੈਂਦੀ ਆ ਸਾਨੂੰ। ਚਾਹੇ ਲੱਖ ਸਾਡੀ ਧੀ ਚੰਗੀ ਹੋਵੇ, ਚਾਹੇ ਅਸੀਂ ਹੋ ਸਕਦਾ ਕਿੰਨਾ ਕੁ ਲੜਦੇ ਹੋਵੇ ਮਾਵਾਂ ਧੀਆਂ, ਉਹ ਖੂਨ ਦਾ ਰਿਸ਼ਤਾ ਹੁੰਦਾ, ਆਪਾਂ ਭੁੱਲ ਜਾਂਦੇ ਆ ਹਨਾ। ਇਹਨੂੰ ਆਪਾਂ ਭੁੱਲਦੇ ਨਹੀਂ, ਇਹਨੇ ਕੋਈ ਮਾੜੀ ਗੱਲ ਕਹਿਤੀ ਤਾਂ ਨਾ ਹੀ ਉਹਨੂੰ ਭੁੱਲਣੀ ਜੇ ਮੈਂ ਕੋਈ ਮਾੜੀ ਗੱਲ ਕਹਿਤੀ ਤਾਂ। ਇਹ ਬੜਾ ਨਾਜ਼ੁਕ ਜਿਹਾ ਵੀ ਰਿਸ਼ਤਾ, ਪਿਆਰਾ ਵੀ ਰਿਸ਼ਤਾ, ਤੇ ਬੜੇ ਪਿਆਰ ਨਾਲ ਨਿਭਾਉਣਾ ਚਾਹੀਦਾ, ਇਹਦਾ ਨਿਭਾਉਣਾ ਪੈਂਦਾ ਹੈ। ਬੈਲੈਂਸ ਜਦੋਂ ਤੁਹਾਡਾ ਵਿਆਹ ਹੋਇਆ ਸੀਗਾ ਤੁਹਾਨੂੰ ਮਤਲਬ ਤੁਸੀਂ ਕਿਵੇਂ ਲੱਗਿਆ ਸੀਗਾ ਤੁਹਾਨੂੰ ਵੀ ਮੈਂ ਵਧੀਆ ਸਹੁਰੇ ਘਰੇ ਆ ਗਈ? ਮੈਨੂੰ ਤਾਂ ਸਾਰੇ ਆਪਣੇ ਸਹੁਰੇ ਪਰਿਵਾਰ 'ਚੋਂ ਮੇਰੀ ਸੱਸ ਸਭ ਤੋਂ ਵਧੀਆ ਲੱਗੀ ਸੀ। ਅੱਛਾ। ਹਾਂ, ਬਾਕੀ ਕੋਈ ਜੀ ਮੈਨੂੰ ਪਸੰਦ ਨਹੀਂ ਸੀ ਐਵੇਂ ਦਾ। ਬੜੀ ਪਿਆਰੀ ਮੇਰੀ ਸੱਸ ਸੀ, ਐਵੇਂ ਕਹੀਏ ਸਾਰੀ ਅਕਲ ਸੀ ਉਹਨੂੰ, ਸਾਰੀਆਂ ਮੱਤਾਂ ਵੀ ਦਿੰਦੀ ਸੀ। ਕਈ ਵਾਰ ਲੜਾਈ ਝਗੜਾ ਵੀ ਹੋ ਜਾਣਾ ਕਿਸੇ ਗੱਲੋਂ ਵੀ ਮੀਆਂ ਬੀਵੀ ਦਾ, ਉਹਨੇ ਕਹਿਣਾ ਵੀ ਜੇ ਤੇਰੇ ਕਰਮਾਂ 'ਚ ਤੈਨੂੰ ਮਿਲ ਗਿਆ, ਆਪਣੀ ਔਲਾਦ ਨੂੰ ਸੰਭਾਲ ਤੂੰ, ਉਹਨਾਂ ਨੂੰ ਸੋਹਣੀ ਮੱਤ ਦੇ, ਤੇਰੇ ਬੱਚੇ ਹੋ ਗਏ ਨੇ ਹੁਣ ਆਪਣਾ ਘਰ ਸੰਭਾਲ। ਜੇ ਅੱਜ ਤੁਸੀਂ ਇਹਨੂੰ ਛੱਡ ਕੇ ਜਾਂਦੇ ਕੱਲ ਨੂੰ ਖਰੀਸ ਤੋਂ ਭੈੜਾ ਹੀ ਮਿਲਣਾ ਹੋਵੇ। ਸਹੀ ਗੱਲ ਹਾਂ। ਤੇ ਮੈਨੂੰ ਮੈਂ ਕਹਿੰਦੀ ਵੀ ਮੈਨੂੰ ਆਪਣਾ ਘਰ ਬੰਨਣ 'ਚ ਮੇਰੀ ਸੱਸ ਦਾ ਬਹੁਤ ਵੱਡਾ ਯੋਗਦਾਨ ਹੈ। ਚਾਚਾ ਜੀ ਇੱਕ ਤੁਹਾਨੂੰ ਸੱਸ ਪਹਿਲਾਂ ਚੰਗੀ ਮਿਲ ਗਈ, ਫਿਰ ਮੈਂ ਤੁਹਾਨੂੰ ਨੂੰਹ ਚੰਗੀ ਮਿਲ ਗਈ। ਸਭ ਤੋਂ ਬੈਸਟ ਫਰੈਂਡ ਮੇਰੀ ਇਹ। ਹਾਂ, ਚਾਹੇ ਉਮਰ 'ਚ ਮੇਰੇ ਤੋਂ ਛੋਟੀ ਹੋ ਸਕਦਾ, ਮੈਂ ਕਈ ਗੱਲਾਂ ਇਹਦੇ ਕੋਲ ਸਿੱਖੀਆਂ ਹੋਣ। ਸਹੀ ਹੈ। ਹਾਂ, ਸਿੱਖਣ ਦੀ ਤਾਂ ਕੋਈ ਉਮਰ ਨਹੀਂ ਹੁੰਦੀ। ਬਿਲਕੁਲ ਹਾਂ। ਜਦੋਂ ਮਰਜ਼ੀ ਸਿੱਖ ਲਓ। ਮੈਂ ਕਿਤੇ ਵੀ ਜਾਵਾਂ, ਮੈਂ ਦੇਖ ਲੈਂਦੀ ਕੋਈ ਕਿਸੇ ਤਰ੍ਹਾਂ ਵੀ ਕੋਈ ਕੰਮ ਕਰਦਾ, ਮੈਂ ਨਾ ਉਹ ਕਰਦੀ ਨਾ ਮੈਨੂੰ ਚੰਗਾ ਲੱਗੇ ਤਾਂ ਮੈਂ ਉਹ ਕਰਦੀ ਹਾਂ, ਆਪਣੇ ਆਪ ਨੂੰ ਮੈਂ ਬਦਲਣ ਦੀ ਕੋਸ਼ਿਸ਼ ਕਰਦੀ ਹਾਂ। ਪਰ ਬਹੁਤਾ ਮੈਨੂੰ ਜਦੋਂ ਕਿਸੇ ਦਾ ਆਪਾਂ ਹੱਕ ਖੋਹਨੇ ਆ ਨਾ, ਫਿਰ ਮੈਨੂੰ ਤਕਲੀਫ ਹੁੰਦੀ ਹੈ, ਚਾਹੇ ਮੇਰਾ ਹੀ ਕੋਈ ਖੋਵੇ, ਫਿਰ ਮੈਂ ਥੋੜਾ ਹਾਵੀ ਹੋ ਜਾਂਦੀ, ਪਰ ਮੈਨੂੰ ਨਹੀਂ ਚੰਗਾ ਲੱਗਦਾ। ਨਾ ਮੈਂ ਕਿਸੇ ਦੇ ਖੋਵਾਂ, ਨਾ ਕੋਈ ਮੇਰੇ ਖੋਵੇ। ਬਿਲਕੁਲ ਸਹੀ ਗੱਲ ਹੈ। ਜ਼ਿੰਦਗੀ ਤਾਂ ਇੱਕੋ ਹੀ ਮਿਲੀ ਹੈ ਨਾ ਸਾਰਿਆਂ ਨੂੰ, ਜਨਾਨੀਆਂ ਨੂੰ ਵੀ ਇੱਕੋ ਹੀ ਮਿਲੀ, ਬੰਦਿਆਂ ਨੂੰ ਵੀ ਮਿਲੀ। ਫਿਰ ਬੰਦਿਆਂ ਨੂੰ ਕਹਿੰਦੇ ਨੇ ਹੱਕ ਦੇ ਦਿੱਤੇ ਵੀ ਤੁਸੀਂ ਆਹ ਕੁਝ ਕਰ ਸਕਦੇ ਹੋ। ਜ਼ਿਆਦਾ ਸਮਝੌਤੇ ਔਰਤ ਜਾਤ ਨੂੰ ਹੀ ਕਰਨੇ ਪੈਂਦੇ ਨੇ। ਸਮਝੌਤੇ ਕਰਕੇ ਵੀ ਜੇ ਕੋਈ ਕਦਰ ਨਾ ਪਾਵੇ ਤਾਂ ਫਿਰ ਦੁੱਖ ਬਹੁਤ ਹੁੰਦਾ। ਫੇਰ ਬੜਾ ਦੁੱਖ ਹੁੰਦਾ। ਹਾਂ, ਫਿਰ ਦੁੱਖ ਹੁੰਦਾ। ਪਰ ਮੈਂ ਆਪਣੇ ਬੱਚਿਆਂ ਨੂੰ ਅਕਲ ਤਾਂ ਅੱਜ ਤੱਕ ਤਾਂ ਬਹੁਤ ਵਾਰੀ ਦਿੱਤੀ ਹੋਈ ਆ, ਤੇ ਅੱਗੋਂ ਵੀ ਇਹੋ ਹੀ ਕਹਿ ਵੀ ਤੁਸੀਂ ਆਪਣਾ ਬਦਲਣਾ ਬਦਲੋ, ਪਰ ਨੂੰਹ ਮੇਰੀ ਐਵੇਂ ਰਹੇਗੀ। ਮੈਂ ਉਹਨੂੰ ਨਹੀਂ ਕੰਪੈਲ ਕਰਨਾ। ਚਾਚੀ ਤੁਸੀਂ ਚੇਂਜ ਕਰਕੇ ਦੇਖੋ ਨਾ ਆਪਣੇ ਆਪ ਨੂੰ, ਕਿੰਨਾ ਔਖਾ ਆ। ਇੱਕ ਪੱਕੇ ਭਾਂਡੇ ਨੂੰ ਕੱਚੇ 'ਚ ਕਰਨਾ ਦੁਬਾਰਾ ਕੋਈ ਕਰ ਸਕਦਾ? ਲੈ ਆਪਾਂ ਨੂੰ ਤਾਂ 1 ਮਿੰਟ 'ਚ ਕਹਿ ਦਿੰਦੇ ਨੇਗੇ ਵੀ ਤੈਨੂੰ ਹਲੇ ਤੱਕ ਸਮਝ ਨਹੀਂ ਆਈ, ਮੇਰੀ ਇਹੀ ਆਦਤ ਆ, ਮੈਂ ਇਦਾਂ ਹੀ ਆ। ਦੇਖੋ ਗੁਰਦੀਪ, ਜੇ ਮਤਲਬ ਆਪਾਂ ਨੂੰ ਆਪਣੇ ਘਰ ਵਾਲੇ ਦੀ ਕੋਈ ਗੱਲ ਬੁਰੀ ਲੱਗਦੀ ਆ ਜਾਂ ਕਿਸੇ ਵੀ ਸਹੁਰੇ ਪਰਿਵਾਰ 'ਚ ਆਪਾਂ ਕਿਸੇ ਕੋਲ ਸ਼ਿਕਾਇਤ ਕਰਦੇ ਆ ਉਹਦੀ, ਹਨਾ, ਕਿਸੇ ਵੱਡੇ ਜੀ ਕੋਲ ਵੀ, ਹਾਂ ਆਹ ਗੱਲ ਮੈਨੂੰ ਚੰਗੀ ਨਹੀਂ ਲੱਗੀ, ਇਹਨੇ ਮੈਨੂੰ ਕਹਿਤੀ, ਉਹ ਕਹਿਣਗੇ ਭਾਈ ਤੈਨੂੰ ਬਦਲਣਾ ਪੈਣਾ, ਇਹ ਤਾਂ ਐਵੇਂ ਦਾ ਹੀ ਬੰਦਾ। ਉਦੋਂ ਪੁੱਛੇ ਵੀ ਮੈਂ ਵੀ ਤਾਂ 25-26 ਸਾਲ ਐਵੇਂ ਦਾ ਹੀ ਰਹਿ ਕੇ ਆਇਆ, ਹਨਾ। ਫਿਰ ਜਦੋਂ ਤੁਸੀਂ ਨਿੱਕੀ ਨਿੱਕੀ ਗੱਲ ਤੇ ਟੋਕਾ ਟਾਕੀ ਕਰਦੇ ਆ, ਜਿਹਦੇ ਤੋਂ ਜਿਹੜੀ ਪ੍ਰੋਬਲਮ ਆ ਸ਼ੁਰੂ ਹੁੰਦੀ ਆ, ਵੀ ਤੁਸੀਂ ਇਹ ਤਾਂ ਦੇਖੋ ਵੀ ਉਹਦੇ ਮਾਂ-ਬਾਪ ਨੇ ਉਹਨੂੰ 24-25 ਸਾਲ ਪਾਲ ਕੇ ਕੁਛ ਸਮਝਾ ਕੇ ਤੁਹਾਡੇ ਘਰ ਤੋਰਿਆ, ਪਹਿਲਾਂ ਤੁਸੀਂ ਉਹਦੀ ਅਕਲ ਤੇ ਭਰੋਸਾ ਕਰਕੇ ਤਾਂ ਦੇਖੋ, ਹਨਾ। ਹੋ ਸਕਦਾ ਤੁਹਾਡਾ ਕੋਈ ਨੁਕਸਾਨ ਨਾ ਹੋਵੇ, ਪਰ ਇਸ ਆਕੜ 'ਚ ਸਿਰਫ ਵੀ ਜੇ ਮੈਂ ਮਤਲਬ 5 ਵਜੇ ਉੱਠਦੀ ਹਾਂ, ਜਾਂ ਮੈਂ ਰਸੋਈ ਦਾ ਕੰਮ ਇਸ ਤਰੀਕੇ ਨਾਲ ਕਰਦੀ ਹਾਂ, ਜਾਂ ਮੈਂ ਦਾਲ ਸਬਜ਼ੀ ਬਹੁਤ ਸਵਾਦ ਬਣਾਉਂਦੀ ਹਾਂ, ਤੈਨੂੰ ਬਣਾਉਣੀ ਨਹੀਂ ਆਉਂਦੀ, ਜੇ ਅਸੀਂ ਇੰਨੀਆਂ ਛੋਟੀਆਂ-ਛੋਟੀਆਂ ਗੱਲਾਂ ਤੇ ਉਹਦੇ ਨਾਲ ਰਿਸ਼ਤਾ ਖਰਾਬ ਕਰਾਂਗੇ ਤਾਂ ਯਕੀਨਨ ਹੈ ਉਹ ਕਹਿੰਦੀ ਹੋ ਵੀ ਆਪਣੀ ਆਪ ਹੀ ਬਣਾ ਕੇ ਖਾ ਲਓ। ਫਿਰ ਤਾਂ ਤੁਹਾਡਾ ਮਾਂ ਧੀ ਦਾ ਰਿਸ਼ਤਾ ਤਾਂ ਫਿਰ ਤਾਂ ਕੀ ਬਣਨਾ ਵਾ, ਕਿਉਂਕਿ ਮਾਂ ਧੀ ਦੇ ਨਾਲ ਕਦੇ ਇੰਨਾ ਕੰਪੈਰੀਜ਼ਨ ਨਹੀਂ ਕਰੂਗੀ ਲਾਈਫ 'ਚ ਵੀ ਮੈਂ ਇਦਾਂ ਕਰਦੀ ਆ ਤੂੰ ਇਦਾਂ ਕਰ, ਹਨਾ। ਉਹ ਹਮੇਸ਼ਾ ਉਹਨੂੰ ਸਿਖਾਉਂਦੀ ਆ ਵੀ ਜਾਂ ਧੀ, ਇਹ ਵੀ ਇੱਕ ਕੁਦਰਤੀ ਹੁੰਦਾ ਵੀ ਧੀ ਵੈਸੇ ਹੀ ਆਪਦੀ ਮਾਂ ਨੂੰ ਦੇਖ ਦੇਖ ਕੇ ਬਹੁਤ ਚੀਜ਼ਾਂ ਸਿੱਖ ਜਾਂਦੀ ਆ। ਹਾਂ, ਸਿੱਖ ਜਾਂਦੀ। ਉਮਰ ਦੇ ਹਿਸਾਬ ਤੋਂ ਹੁਣ ਅਸੀਂ ਜਦੋਂ ਵਿਆਹੇ ਸਾਨੂੰ ਕੁਝ ਵੀ ਨਹੀਂ ਸੀ ਪਤਾ ਹੁੰਦਾ, ਹੁਣ ਜਿਉਂ-ਜਿਉਂ ਉਮਰ ਬੀਤੀ ਉਹ ਤਜਰਬੇ ਹੋਈ ਜਾਂਦੇ ਨੇ, ਤੇ ਉਹੀ ਗੱਲਾਂ ਮੈਨੂੰ ਵੋਟੀ ਨੂੰ ਇਹੋ ਹੀ ਕਹਿੰਦੀ ਹੁੰਦੀ ਆ, ਭਾਈ ਆਪਣਾ ਵਜੂਦ ਕਾਇਮ ਰੱਖੀ। ਉਹ ਬੰਦੇ ਦੇ ਥੱਲੇ ਆਪਣਾ ਵਜੂਦ ਨਾ ਤੂੰ ਖਤਮ ਕਰ ਲੈ। ਕੁਛ ਜੇ ਆਪਣੇ ਆਪਾਂ ਨੂੰ ਕੁਝ ਗੱਲ ਕਹਿਣੀ ਤਾਂ ਉਹਨੂੰ ਕਹੋ, ਕੁਛ ਹੱਕ ਖੋਣਾ ਤਾਂ ਖੋਵੋ, ਤੇ ਉਹਨੂੰ ਵੀ ਤਕਲੀਫ ਨਾ ਹੋਵੇ। ਛੱਡਣ ਹੱਕ ਤੈਨੂੰ ਦੇਣ ਲੱਗਿਆ ਵੀ, ਤੇ ਤੂੰ ਵੀ ਆਪਣੇ ਹੱਕ ਨਜਾਇਜ਼ ਨਾ ਛੱਡੋ। ਠੀਕ ਹੈ, ਜਨਾਨੀ ਨੂੰ ਸਮਝੌਤੇ ਕਰਨੇ ਪੈਂਦੇ, ਪਰ ਹਰ ਵਾਰ ਜਨਾਨੀ ਹੀ ਕਿਉਂ, ਔਰਤ ਹੀ ਕਿਉਂ ਹਰ ਵਾਰ। ਮੈਂ ਕਹਿੰਦੀ ਹਾਂ 90-95% ਘਰ ਵਸਦੇ ਤਾਂ ਜਨਾਨੀ ਦੇ ਸਮਝੌਤੇ ਕਰਕੇ ਵਸਦੇ ਪਏ ਨੇ। ਬਿਲਕੁਲ ਸਹੀ ਗੱਲ ਆ। ਹਾਂ, ਜਨਾਨੀ ਘਟ ਜਾਂਦੀ, ਬੱਚੇ ਵੀ ਪਾਲ ਜਾਂਦੀ ਹੈ। ਮੈਂ ਬਹੁਤ ਕੁਝ ਹੰਢਾਇਆ ਹੋਇਆ, ਪਰ ਬਹੁਤ ਕੁਝ ਮੈਨੂੰ ਮਿਲਿਆ ਵੀ ਹੋਇਆ। ਮੈਂ ਵੀ ਕਹਾਂ ਕੁਛ ਆਦਤਾਂ ਨਹੀਂ ਚੰਗੀਆਂ ਹੁੰਦੀਆਂ, ਆਪਾਂ ਨੂੰ ਨਹੀਂ ਚੰਗੀਆਂ ਲੱਗਦੀਆਂ, ਆਪਣੇ ਆਦਮੀ ਦੇ ਨਹੀਂ ਚੰਗੀਆਂ ਲੱਗਦੀਆਂ, ਪਰ ਫਿਰ ਵੀ ਤੁਸੀਂ ਆਪਣੀ ਜਨਰੇਸ਼ਨ ਨੂੰ ਉਹੋ ਜਿਹੀ ਗੱਲਾਂ ਨਾ ਦੇਵੋ, ਬਚਾਉਣ ਦੀ ਕੋਸ਼ਿਸ਼ ਹੀ ਕਰੋ। ਤੇ ਮੈਨੂੰ ਲੱਗਦਾ ਮੈਂ ਇਹਨਾਂ ਕੰਮਾਂ 'ਚ ਥੋੜ੍ਹੀ ਬਹੁਤੀ ਕਾਮਯਾਬ ਹੈਗੀ ਹੋਈ ਹਾਂ। ਗੁਰਦੀਪ, ਜਦੋਂ ਚਾਚੀ ਜੀ ਆਏ ਸੀ ਨਾ ਨਵੇਂ ਵਿਆਹ ਕੇ, ਕਈ ਵਾਰ ਗੱਲਾਂ ਦੱਸ ਦਿੰਦੇ
ਸਾਡੇ ਘਰ 'ਚ ਮੇਥਰੇ ਬਹੁਤ ਖਾਂਦੇ ਆ, ਮਤਲਬ ਇੱਥੇ ਸਾਰੇ ਹੀ ਸਾਡੇ ਬਹੁਤ ਜ਼ਿਆਦਾ ਬਣਦੇ ਆ ਜਦੋਂ ਸਿਆਲ 'ਚ। ਤਾਂ ਚਾਚੀ ਕਹਿੰਦੇ ਵੀ ਜਦੋਂ ਮੈਂ ਉਹਨਾਂ ਨੂੰ ਕੱਟਿਆ ਵੀ ਉਹ ਤਾਂ ਇੰਨੇ ਹੋ ਗਏ ਨਾ, ਕਹਿੰਦੇ ਮੈਂ ਉਸ ਹਿਸਾਬ ਨਾਲ ਹੀ ਲੂਣ ਪਾਤਾ, ਸਬਜ਼ੀ ਬਣ ਕੇ ਇੰਨੀ ਕੁ ਹੋ ਗਈ। ਫੇਰ ਖਾਦੇ ਸਾਰਿਆਂ ਨੇ? ਖਾਣੇ ਕੀ ਸੀ ਫਿਰ, ਮੈਂ ਤਾਂ ਮੇਰੇ ਪੇਕੇ ਨਹੀਂ ਸੀ ਬਣਦੇ ਹੁੰਦੇ ਐਵੇਂ ਕਹੀਏ ਬਹੁਤੇ, ਅੱਛਾ ਜੀ। ਮੇਥੇ ਨਹੀਂ ਸੀ ਬਣਦੇ ਹੁੰਦੇ, ਮੈਨੂੰ ਪਤਾ ਵੀ ਨਹੀਂ ਸੀ। ਕੰਮ ਤਾਂ ਮੈਨੂੰ ਸਾਰੇ ਆਉਂਦੇ ਸੀ ਪਰ ਮੈਂ ਕਰਦੀ ਬਹੁਤ ਘੱਟ ਹੁੰਦੀ ਸੀ। ਅੱਛਾ। ਤਾਂ ਮੈਨੂੰ ਤੰਦੂਰ ਵਗੈਰਾ ਵੀ ਰੋਟੀ ਪਕਾਉਣੀ, ਮੱਝਾਂ ਵੀ ਚੋਣੀ, ਸਭ ਕੁਝ ਕਰਨਾ ਹੁੰਦਾ ਸੀ। ਤੇ ਪਰ ਜਦੋਂ ਮੇਥੇ ਕੱਟੇ ਤਾਂ ਇੰਨੇ ਹੋ ਗਏ, ਜਦੋਂ ਬਣੇ ਤਾਂ ਇੰਨੇ ਕੁ ਰਹਿ ਗਏ। ਤੇ ਫਿਰ ਲੂਣ ਜ਼ਿਆਦਾ ਸੀਗਾ, ਮਿਰਚਾਂ ਮੁਰਚਾਂ ਵੀ ਜਦ ਤੱਕ ਗਾਲਾਂ ਤਾਂ ਪੈਣੀਆਂ ਹੁੰਦੀਆਂ ਨੇ। ਇਹ ਕੋਈ ਮਾਂ ਥੋੜੀ ਜਿਹੀ ਢੱਕ ਲੂਗੀ। ਸਹੀ ਗੱਲ। ਸੱਸ ਤਾਂ ਮੇਰੀ ਬਹੁਤ ਨਾਈਸ, ਉਹਨਾਂ ਨੇ ਤਾਂ ਕਦੇ ਨਹੀਂ ਕੁਝ ਕਿਹਾ ਸੀ, ਪਰ ਫਿਰ ਵੀ ਘਰ ਜੀਆਂ ਦੇ ਮੂਡ ਤੋਂ ਪਤਾ ਲੱਗ ਹੀ ਜਾਂਦਾ। ਪਤਾ ਲੱਗ ਹੀ ਜਾਂਦਾ, ਹਾਂ। ਵੀ ਜਿਵੇਂ ਬਹੁਤ ਐਗਜ਼ਾਮਪਲ ਇਦਾਂ ਦੀਆਂ ਵੀ ਹੁੰਦੀਆਂ ਨੇ ਜਿੱਥੇ ਵਾਕਈ ਸੱਸਾਂ ਨੂੰਹਾਂ ਸਾਹਮਣੇ ਮਾਂ ਬਣ ਕੇ ਖੜੀਆਂ ਨੇ। ਮੇਰੀ ਭੂਆ ਹੁੰਦੀ ਸੀ, ਹੁਣ ਤਾਂ ਉਹ ਨਹੀਂ ਰਹੇ, ਪਰ ਉਹਨਾਂ ਦੀ ਸੱਸ ਨੇ ਉਹਨਾਂ ਨੂੰ ਤੜਕਾ ਲਾਉਣ ਤੋਂ ਲੈ ਕੇ ਨਿਆਣੇ ਸਾਂਭਣ ਤੱਕ, ਮਤਲਬ ਸਾਰੀਆਂ ਚੀਜ਼ਾਂ ਉਹਨਾਂ ਨੇ ਉਹਨੂੰ ਆਪ ਸਿਖਾਈਆਂ, ਹੈ ਨਾ। ਕਦੇ ਉਹਨਾਂ ਨੇ ਕਿਹਾ ਨਹੀਂ ਹੈਗਾ ਵੀ ਅੰਬੇ ਤੈਨੂੰ ਆਹ ਚੀਜ਼ ਨਹੀਂ ਆਉਂਦੀ ਜਾਂ ਚੀਜ਼ ਤੂੰ ਕਰਦੀ ਨਹੀਂ ਹੈਗੀ। ਪੂਜੀ ਵੀ ਜਿੰਨੀ ਦੇਰ ਤੱਕ ਰਹੇ ਨੇ ਉਹ ਬਸ ਬੀਬੀ ਬੀਬੀ ਹੋ ਰਿਹਾ ਉਹਨਾਂ ਦੇ ਮੂੰਹ ਤੇ, ਹੈ ਨਾ। ਇਹੋ ਜਿਹੀਆਂ ਵੀ ਬਹੁਤ ਐਗਜ਼ਾਮਪਲ ਨੇ। ਜਾਂ ਅੱਜ ਆਪਾਂ ਇਸੇ ਕਰਕੇ ਤੁਹਾਡੇ ਨਾਲ ਬੈਠੇ ਸੀਗੇ ਵੀ ਜਿਹੜਾ ਰਿਸ਼ਤਾ ਵਾ ਇਹ ਬਹੁਤ ਸੋਹਣਾ ਹੋ ਸਕਦਾ, ਬਹੁਤ ਵਧੀਆ ਨਿਭ ਸਕਦਾ ਵਾ। ਤੇ ਪਰ ਆਪਾਂ ਨਾ ਜਿਹੜੀਆਂ ਬਸ ਆਪਣੀਆਂ ਈਗੋਇਸਟਿਕ ਪ੍ਰੋਬਲਮਾਂ ਨੇ ਉਹਦੇ ਕਰਕੇ, ਈਗੋਇਸਟਿਕ ਨੇਚਰ ਕਰਕੇ ਆਪਾਂ ਇਹ ਰਿਸ਼ਤੇ ਜਿਹੜੇ ਆਪਣੇ ਖਰਾਬ ਕਰ ਲੈਂਦੇ। ਲੋਕੀ ਕਹਿੰਦੇ ਲੈ ਤੁਹਾਡੀ ਧੀ ਨਹੀਂ ਹੈਗੀ, ਤੁਹਾਨੂੰ ਕੀ ਪਤਾ ਧੀਆਂ ਦੇ ਦੁੱਖ ਕੀ ਹੁੰਦੇ ਨੇ, ਤੁਹਾਨੂੰ ਕੀ ਪਤਾ ਨੂੰਹਾਂ ਨਾਲ ਕਿੱਦਾਂ ਨਿਭਾਉਣੀ ਹੈ। ਪਤਾ ਕਿਉਂ ਨਹੀਂ ਹੁੰਦਾ? ਪਤਾ ਤਾਂ ਅਕਲ ਦੇ ਸਿਰ ਤੇ ਨਿਰਭਰ ਕਰਦਾ, ਆਪਣੀ ਮਾਨਸਿਕਤਾ ਤੇ ਨਿਰਭਰ ਕਰਦਾ। ਜੇ ਮੈਂ ਹੁਣ ਸਾਰੀ ਦਿਹਾੜੀ ਨੂੰ ਤੰਗ ਕਰੀ ਜਾਵਾਂਗੀ ਇਹ ਕੀ ਸੋਚੇਗੀ? ਮੈਂ ਅੱਜ ਤੱਕ ਸੁੱਤੀ ਨਹੀਂ ਠਾਈ ਇਹੋ। ਇਹ ਇਸ ਗੱਲ ਦੀ ਗੁਰਦੀਪ ਮੈਂ ਗਵਾਹ ਹਾਂ ਵੀ ਜੇ ਤੁਸੀਂ ਮਤਲਬ 12 ਵਜੇ ਵੀ ਜਾਓਗੇ ਤਾਂ ਕਦੀ ਇਹ ਨਹੀਂ ਹੋਊਗਾ ਵੀ ਡਿੰਪਲ ਉੱਠੀ ਹੋਊਗੀ ਬਿਨਾਂ ਵਜ੍ਹਾ ਤੋਂ, ਮਤਲਬ ਤੁਸੀਂ ਉਹਨੂੰ ਰਸੋਈ 'ਚ ਵਾੜਿਆ ਹੋ ਜਾਂ ਇਸ ਚੀਜ਼ ਤੇ। ਇਹ ਚੀਜ਼ ਮੈਂ ਆਪਾਂ ਆਫਿਸ 'ਚ ਵੀ ਬੈਠ ਕੇ ਗੱਲਾਂ ਕਰਦੇ ਹਾਂ, ਬੜੀਆਂ ਮੈਨੂੰ ਵਧੀਆ ਲੱਗਦੀਆਂ ਨੇ, ਹੈ ਨਾ। ਦੂਜੀ ਗੱਲ ਜਿਹੜੀ ਇਹ ਹੁੰਦੀ ਆ ਵੀ ਮਾਹੌਲ, ਜਿਵੇਂ ਆਪਾਂ ਸ਼ੁਰੂ 'ਚ ਗੱਲ ਕੀਤੀ ਸੀ ਵੀ ਕੱਪੜੇ ਆਹ ਨਹੀਂ ਪਾਉਣੇ, ਆਹ ਨਹੀਂ, ਜਦੋਂ ਤੁਸੀਂ ਅਗਲੇ ਨੂੰ ਥੋੜੀ ਥੋੜੀ ਆਜ਼ਾਦੀ ਦਿੰਦੇ ਹੋ ਨਾ ਫਿਰ ਉਹ ਥੋੜੀਆਂ ਬੰਦਿਸ਼ਾਂ ਵੀ ਸਹਿ ਲੈਂਦਾ, ਹੈ ਨਾ। ਫਿਰ ਜਿਵੇਂ ਹੁਣ ਤੁਸੀਂ ਮੇਰੇ ਲਈ ਕੁਛ ਚੰਗਾ ਕਰੋਗੇ, ਮੇਰਾ ਵੀ ਜੀ ਕਰੂ ਵੀ ਮੈਂ 100% ਨਹੀਂ ਕਰ ਸਕਦੀ, ਮੈਂ ਗੁਰਦੀਪ ਲਈ 50% ਕਰਾਂ। ਜੇ ਤੁਸੀਂ ਆਉਂਦੇ ਹੀ ਇੱਕ ਚਾਰਟ ਫੜਾ ਦੋਗੇ ਵੀ ਸਾਡੇ ਇੰਨੇ ਵਜੇ ਉੱਠਣਾ, ਸਾਡੇ ਆਹ ਸਬਜ਼ੀ ਨਹੀਂ ਬਣਨੀ। ਕਈ ਵਾਰੀ ਆਪਣੇ ਘਰ 'ਚ ਜਾ ਜੀ ਪਹਿਲਾਂ ਰਾਜਮਾਂਹ ਨਹੀਂ ਸੀ ਬਣਦੇ ਹੁੰਦੇ, ਹੈ ਨਾ। ਉਹ ਸਾਰੇ ਕਹਿ ਦਿੰਦੇ ਸੀ ਵੀ ਨਹੀਂ ਇਹ ਨਹੀਂ ਬਣਦੇ, ਅਸੀਂ ਹੌਲੀ ਹੌਲੀ ਬਣਾਉਣ ਲੱਗੇ, ਸਾਡੇ ਬੱਚੇ ਖਾਣ ਲੱਗੇ ਤਾਂ ਹੁਣ ਸਾਡੇ ਉਹ ਸਾਰੇ ਖਾਂਦੇ ਨੇ, ਹੈ ਨਾ। ਵੀ ਥੋੜ੍ਹੀਆਂ ਜਿਹੀਆਂ ਤਬਦੀਲੀਆਂ ਸਾਨੂੰ ਕੁੜੀਆਂ ਨੂੰ ਵੀ ਕਰਨੀਆਂ ਚਾਹੀਦੀਆਂ। ਇਹ ਨਹੀਂ ਵੀ ਜੇ ਮੈਨੂੰ ਤਾਂ ਜੇ ਇੰਨੀ ਖੁੱਲ੍ਹ ਸੀਗੀ ਮੈਂ ਫਿਰ ਉਸੇ ਖੁੱਲ੍ਹ 'ਚ ਹੀ ਰਹਿਣਾ, ਥੋੜ੍ਹੀਆਂ ਜਿਹੀਆਂ ਸਾਨੂੰ ਵੀ ਮੰਨ ਲੈਣੀਆਂ। ਇਹ ਵਾਈਸ ਵਰਸਾ ਹੁੰਦਾ ਵਾ ਵੀ ਜੇ ਤੁਸੀਂ ਉਹਨੂੰ ਥੋੜਾ ਜਿਹਾ ਸਮਝੋਗੇ ਤਾਂ ਅਗਲੀ ਤੁਹਾਨੂੰ ਉਹ ਵੀ ਸਮਝੂਗੀ। ਦੋਵਾਂ ਧਿਰਾਂ ਨੂੰ ਹੀ ਸਮਝਣਾ ਪੈਂਦਾ, ਤਾਂ ਹੀ ਘਰ ਵਸਦੇ ਨੇ। ਅੱਗੇ ਲੋਕੀ ਐਵੇਂ ਨਹੀਂ ਸੀ ਕਹਿੰਦੇ ਹੁੰਦੇ ਵੀ ਝੁੱਗਾ ਵਸਾਉਣਾ ਕੋਈ ਸੌਖੀ ਗੱਲ ਨਹੀਂ। ਲੋਕੀ ਹਾਊਸ ਵਾਈਫ ਨੂੰ ਕਹਿਣਗੇ ਘਰ ਦੇ ਕੰਮ ਦਾ ਕੀ ਹੈ, ਘਰ ਦੇ ਕੰਮ ਦਾ ਕਿਉਂ ਨਹੀਂ? ਪਹਿਲਾਂ ਮੈਨੂੰ ਇਹ ਦੱਸੋ ਵੀ ਘਰ ਦੇ ਕੰਮ ਦਾ ਕਿਉਂ ਨਹੀਂ? ਇੱਕ ਦਿਨ ਹੀ ਜਨਾਨੀ ਘਰੋਂ ਬਾਹਰ ਹੋ ਜੇ, ਦੱਸੋ ਤੁਸੀਂ, ਇੱਕ ਦਿਨ ਹੀ। ਪਿਆਜ਼ਾਂ ਦੇ ਛਿੱਲੜ ਵੀ ਸੈਲਫਾਂ ਦੇ ਪਏ ਹੁੰਦੇ। ਹਾਂ, ਫਿਰ ਕਹਿਣਗੇ ਅਸੀਂ ਦੁਬਈ ਗਈਆਂ ਸੀ ਤੇ 3-4 ਦਿਨ ਮੇਰੇ ਇਹਦੇ ਚਾਚਾ ਜੀ ਨੂੰ ਕੰਮ ਕਰਨਾ ਪਿਆ। ਅੱਛਾ। ਮੈਨੂੰ ਤਾਂ ਕਹਿੰਦੇ 12 ਵੱਜ ਜਾਂਦੇ ਨੇ ਬੈਂਕ ਜਾਂਦਿਆਂ ਨੂੰ। ਮੈਂ ਕਿਹਾ ਤੁਸੀਂ ਤਾਂ ਮੈਨੂੰ ਕਹਿੰਦੇ ਵੀ ਤੂੰ ਵਿਹਲੀ ਰਹਿੰਦੀ ਹੈ, ਹੁਣ ਦੇਖੋ ਮੇਰੇ ਕਿੰਨੇ ਕੰਮ ਨੇ ਰਸੋਈ 'ਚ, ਕਿੰਨੇ ਕੰਮ ਨੇ। ਹੁਣ ਮੈਂ ਕਦੇ ਇਹਨੂੰ ਉਠਾਇਆ ਨਹੀਂ ਵਹੁਟੀ ਨੂੰ। ਇਹਨਾਂ ਨੂੰ ਉੱਠਣ ਤੋਂ ਪਹਿਲਾਂ ਸਾਰੇ ਕੰਮ ਆਪਣੇ ਕੀਤੇ ਹੁੰਦੇ ਨੇ, ਪਹਿਲਾਂ ਵੀ ਕਰਦੀ ਸੀ ਹੁਣ ਵੀ ਕਰਦੀ ਹਾਂ। ਜੇ ਮੈਂ ਹੁਣ ਉੱਠ ਕੇ ਇਹਨਾਂ ਦੇ ਬੂਹੇ ਭੰਨਾ, ਮੁੰਡੇ ਨੂੰ ਕਹਾਂ, ਮੁੰਡੇ ਨੂੰ ਕਹੀ ਜਾਵਾਂ ਉਠਾ ਉਹਨੂੰ, ਉਠਾ, ਉੱਠਦੀ ਕਿਉਂ ਨਹੀਂ ਕੰਮ ਕਰੇ? ਅਗਲੇ ਕਹਾਂ ਮੰਮੀ ਤੂੰ ਪਹਿਲਾਂ ਨਹੀਂ ਸੀ ਕਰਦੀ। ਕਰਦੇ ਆ, ਪਹਿਲਾਂ ਵੀ ਕਰਦੇ, ਹੁਣ ਵੀ ਕਰਦੇ ਆ। ਵੀ ਠੀਕ ਆ ਨਾ, ਉਹਦੀ ਉਮਰ ਹੱਸਣ ਖੇਡਣ ਆਪਣਾ, ਤਾਂ ਆਪੇ ਸਾਰੀ ਉਮਰ ਉਹਨੇ ਕਰਨਾ ਹੀ ਆ ਨਾ। ਅੱਜ ਮੈਂ ਉਹਨੂੰ ਦੇ ਰਹੀ ਹਾਂ ਕੁਛ ਤੇ ਕੱਲ ਨੂੰ ਮੈਨੂੰ ਵਾਪਸ ਦੇਗੀ ਨਾ। ਸਹੀ ਗੱਲ। ਇਹ ਦੋਵਾਂ ਧਿਰਾਂ ਤੇ ਹੁੰਦਾ ਹੈ, ਘਰ ਵਸਾਉਣੇ ਸੌਖੇ ਨਹੀਂ ਹੁੰਦੇ। ਨਾਲੇ ਹੌਲੀ ਹੌਲੀ ਆਪਾਂ ਆਪ ਹੀ ਸਮਝਦਾਰ ਹੋ ਜਾਂਦੇ ਵੀ ਇਹ ਮੇਰੀ ਜ਼ਿੰਮੇਵਾਰੀ ਆ, ਇਹ ਮੈਂ ਹੀ ਕਰਨਾ, ਜਾਂ ਇਹ ਮੇਰਾ ਘਰ ਆ, ਹਨਾ। ਇੱਕ ਦਿਨ ਮੈਂ ਤੇ ਭੈਣੇ ਗੱਲ ਕਰਦੀ ਸੀ ਵੀ ਜਿਸ ਘਰ 'ਚ ਜਿਹੜੀ ਮੁੱਖ ਔਰਤ ਆ ਨਾ, ਜਿਹੜੀ ਜਿਵੇਂ ਚਲੋ ਤੁਹਾਡੇ ਪਰਿਵਾਰ 'ਚ ਹੁਣ ਤੁਸੀਂ ਹੋ, ਵੀ ਜੇ ਉਹ ਸਿਆਣੀ ਆ ਤਾਂ ਉਹ ਘਰ ਵਸ ਜਾਂਦੇ ਨੇ, ਤਾਂ ਉਹ ਘਰ ਬੰਨੇ ਜਾਂਦੇ ਨੇ। ਪਰ ਜੇ ਔਰਤ ਹੀ ਸਿਆਣੀ ਨਹੀਂ ਹੈਗੀ, ਇਹ ਵੀ ਜ਼ਰੂਰੀ ਹੈ, ਸਾਡਾ ਸਿਆਣਾ ਹੋਣਾ ਵੀ ਬਹੁਤ ਜ਼ਰੂਰੀ ਹੈ, ਕਿਉਂਕਿ ਅਸੀਂ ਘਰ ਬੰਨਣੇ ਹੁੰਦੇ ਨੇਗੇ। ਜੇ ਔਰਤ ਹੀ ਸਿਆਣੀ ਨਹੀਂ ਹੈਗੀ, ਨਾ ਤਾਂ ਉਹ ਪਰਿਵਾਰ ਬੰਨ ਸਕਦੀ ਹੈ, ਨਾ ਉਹ ਘਰ ਬੰਨ ਸਕਦੀ ਹੈ। ਮੇਰੇ ਕੋਲ 4 ਸਾਲ ਰਹਿ ਕੇ ਆਈ ਆ, ਤੈਨੂੰ ਮੈਂ ਗੱਲਾਂ ਦੱਸਦੀ। 4 ਸਾਲ ਰਹੀ ਹੈ। ਵਾਸ਼ਿੰਗ ਮਸ਼ੀਨ ਇਹਦੀ ਇੱਥੇ ਪਈ ਆ, ਮੇਰੀ ਇੱਥੇ ਪਈ ਆ, ਠੀਕ ਹੈ ਨਾ। ਅਬ ਮੇਰੀ ਅੰਦਰ ਹੁੰਦੀ ਸੀਗੀ। ਮੈਂ ਕਦੀ ਨਹੀਂ ਕਿਹਾ ਸੀ ਵੀ ਮਤਾਬ ਦੇ ਕੱਪੜੇ ਪਿਸ਼ਾਬ ਵਾਲੇ ਨੇ, ਫਲਾਣੇ ਵਾਲੇ ਨੇ। ਮੈਂ ਕਹਿਣਾ ਰੁਪਿੰਦਰ ਕੁਛ ਕੱਪੜੇ ਆ ਕੇ ਦੇ ਦੇ, ਮਸ਼ੀਨ ਚੱਲਦੀ ਪਈ ਆ। ਇਹਨੇ ਮੈਨੂੰ ਕਹਿਣਾ ਚਾਚੀ ਜੀ ਹੈਰੀ ਉਹਨਾਂ ਦੇ ਕੱਪੜੇ ਹੈਗੇ ਨੇ ਤਾਂ ਦੇ ਦਿਓ, ਮਸ਼ੀਨ ਚੱਲਦੀ ਵੀ ਧੋ ਦਿੰਨੇ ਆ। ਨਹੀਂ ਤਾਂ ਕਈ ਤਾਂ ਬੱਚੇ ਦੇ ਪਿਸ਼ਾਬ ਤੋਂ ਇੰਨੀ ਨਫ਼ਰਤ ਕਰਦੇ ਨੇ। ਬਿਲਕੁਲ। ਮੈਨੂੰ ਅਗਲੇ ਕਹਿਣਾ ਵੀ ਤੇਰਾ ਕੀ ਲੱਗਦਾ, ਜਦ ਕਿ ਇਹਨੂੰ ਸਾਰਾ ਪਤਾ ਅਸੀਂ ਕਿਵੇਂ ਪਾਲਿਆ ਹੋਇਆ।
ਤੇ ਮੈਂ ਕਦੀ ਨਹੀਂ, ਮੈਂ ਪਿਸ਼ਾਬ ਵੀ ਕਰਾਉਣਾ, ਪੋਟੀ ਵੀ ਉਹਨੂੰ ਕਰਾਉਣੀ, ਸਾਰਾ ਕੁਝ ਕਰਾਉਣਾ। ਮੇਰੇ ਮਨ 'ਚ ਕਦੀ ਨਹੀਂ ਆਇਆ ਵੀ ਮਤਾਬ ਹੈ ਤੇ ਇਹਨੂੰ ਮੈਂ ਕਿਉਂ ਕਰਾਵਾਂ। ਨਾ ਮੈਂ ਕਦੀ ਇਹ ਸਮਝਿਆ ਵੀ ਇਹ ਮੇਰੇ ਜੇਠ ਦੀ ਨੂੰਹ ਆ ਤਾਂ ਮੈਂ ਇਹਨੂੰ ਭੰਡਾਂ ਜਾਂ ਇੱਕ ਬਾਜ਼ਾਰਾਂ 'ਚ ਜਾਵੇ ਜਾਂ ਸੌਦੇ ਖੁਦ ਮੈਂ ਲਿਆ ਕੇ ਦਿੰਨੀ ਆ ਵੀ ਇਹਨੂੰ ਕੱਲ ਨੂੰ ਕੋਈ ਇਹ ਨਾ ਕਹੇ ਵੀ ਇਹਨੇ ਜੇਠ ਦੀ ਨੂੰਹ ਤੁਰੀ ਫਿਰਦੀ ਹੈ। ਤੇ ਉਹ ਕਹਿੰਦੇ ਹੁੰਦਾ ਵੀ ਤੌੜੀਆਂ ਨਹੀਂ ਭਾ ਹੁੰਦਾ ਤੇ ਮਿਹਣੇ ਭਾ ਹੋ ਜਾਂਦਾ ਆ। ਸਹੀ ਗੱਲ। ਮੈਂ ਇਹਨੂੰ ਪੁੱਛ ਲਓ, ਮੈਨੂੰ ਅੱਜ ਤੱਕ ਘਰੋਂ ਬਾਹਰ ਨਹੀਂ ਨਿਕਲਣ ਦਿੱਤਾ। ਮੈਂ ਖੁਦ ਇਹਨੂੰ ਸਾਰੀ ਚੀਜ਼ ਲੈ ਕੇ ਦਿੰਦੀ ਰਹੀ ਆ, ਕਿਉਂਕਿ ਘਰ ਤਾਂ ਸਾਡਾ ਹੀ ਵੱਜਣਾ ਆ। ਚਾਹੇ ਜੋ ਮਰਜ਼ੀ ਮੇਰੇ ਕੋਲ ਬੈਠੀ ਹੈ, ਚੰਗੀ ਮਾੜੀ ਗੱਲ ਹੋ ਗਈ ਤੇ ਮੈਨੂੰ ਪਹਿਲਾਂ ਕਹਿਣਾ ਵੀ ਤੂੰ ਕੋਲ ਸੀ, ਤੂੰ ਕੋਲ ਸੀ। ਹਾਂ, ਮੈਂ ਤਮਾਸ਼ਾ ਲਾ ਕੇ ਦੇਖਣ ਵਾਲੀ ਜਨਾਨੀ ਨਹੀਂ ਹੈਗੀ। ਮੈਂ ਕਹਿੰਦੀ ਹਾਂ ਵੀ ਬਸ ਇਹ ਵਧੀਆ ਰਹਿਣ, ਰਿਸ਼ਤੇ ਨਿਭਦੇ ਰਹਿਣ, ਚੰਗੀ ਗੱਲ। ਅੱਜ ਮੈਨੂੰ ਇਹ ਜ਼ਰੂਰਤ ਹੈ, ਕੱਲ ਨੂੰ ਇਹਨੂੰ ਵੀ ਮੇਰੀ ਜ਼ਰੂਰਤ ਪੈ ਸਕਦੀ ਹੈ। ਬਿਲਕੁਲ। ਹਾਂਜੀ ਹਾਂ ਸਹੀ ਗੱਲ। ਨਹੀਂ ਵਧੀਆ ਗੁਰਦੀਪ, ਇਹੀ ਗੱਲਾਂ ਹੋਣੀਆਂ ਚਾਹੀਦੀਆਂ ਨੇ। ਮਤਲਬ ਇਹ ਨਹੀਂ ਵੀ ਜਦੋਂ ਅਸੀਂ ਨੋਹਾਂ ਤਾਂ ਸਾਨੂੰ ਲੱਗਦਾ ਹਾਏ ਸਾਡਾ ਦੁੱਖ ਬਹੁਤ ਵੱਡਾ ਸੀਗਾ, ਮੈਨੂੰ ਸੱਸ ਨਹੀਂ ਚੰਗੀ ਮਿਲੀ, ਤੇ ਜਦੋਂ ਅਸੀਂ ਸੱਸਾਂ ਬਣ ਜਾਈਏ ਫਿਰ ਅਸੀਂ ਕਿ ਗਿਣ ਬਦਲੇ ਲੈ ਲਈਏ। ਮੈਂ ਕਹਿੰਦੀ ਆ ਆਪਾਂ ਤਾਂ ਨਾ ਕਮਲੀਆਂ ਹੁੰਦੀਆਂ। ਜੇ ਸੱਸ ਨੂੰ ਦਾ ਘਰ 'ਚ ਇੱਕ ਆ ਨਾ ਤਾਂ ਮੈਂ ਕਹਿੰਦੀ ਆ ਚਾਰ ਬੰਦੇ ਅੱਗੇ ਲੱਗ ਸਕਦੇ ਆ। ਹਾਂ ਅਸਲ 'ਚ ਗੁਰਦੀਪ ਬੰਦੇ ਬਹੁਤ ਤੇਜ਼ ਹੁੰਦੇ ਆ। ਜਿਹੜਾ ਮੈਂ ਇੱਕ ਜਗਬਾਣੀ 'ਚ ਆਰਟੀਕਲ ਲਿਖਦੀ ਹਾਂ, ਮੈਂ ਪਿਛਲੇ ਵਾਰੀ ਉਹ 'ਚ ਇਹੀ ਲਿਖਿਆ ਸੀ ਕਿ ਬੰਦੇ ਸਮਝ ਜਾਂਦੇ ਆ ਵੀ ਜਨਾਨੀਆਂ ਨੇ ਜਿਹੜੀਆਂ ਘਰ 'ਚ ਇਹਨਾਂ ਨੂੰ ਕਿਵੇਂ ਘੁਮਾਉਣਾ ਹੈ ਨਾ। ਉਹਨਾਂ ਨੂੰ ਪਤਾ ਹੁੰਦਾ ਵੀ ਜਨਾਨੀ ਦੀ ਫਿਤਰਤ ਆ ਵੀ ਇਹਨੇ ਰਸੋਈ ਦੇ ਭਾਂਡਿਆਂ ਪਿੱਛੇ ਵੀ ਲੜੀ ਜਾਣਾ ਹੈ ਨਾ। ਤੇ ਆਪਾਂ ਕਰਦੇ ਵੀ ਉੱਦਾਂ ਹੀ ਆ ਵੀ ਆਪਾਂ ਜੇ ਮੈਨੂੰ ਮਾੜੀ ਜਿਹੀ ਗੱਲ ਬੁਰੀ ਲੱਗੀ, ਸੱਸ ਦੀ ਮੰਨ ਲਓ ਮੈਨੂੰ ਲੱਗੀ, ਉਹ ਮੈਂ ਜਾ ਕੇ ਨਾਲ ਦੀ ਨਾਲ ਆਪਣੇ ਘਰ ਵਾਲੇ ਨੂੰ ਦੱਸ ਦੇਣੀ ਆ। ਜੇ ਸੱਸ ਨੂੰ ਮੇਰੀ ਬੁਰੀ ਲੱਗੀ ਉਹਨੇ ਉੱਧਰ ਦੱਸ ਦੇਣੀ ਆ ਹੈ ਨਾ। ਤਾਂ ਜਦੋਂ ਸਾਡੀ ਬਣੀ ਹੋਈ ਨਹੀਂ, ਉਹਨਾਂ ਨੇ ਆਪੇ ਸਾਡੇ ਤੇ ਹੁਕੂਮਤ ਕਰਨੀ ਹੈ, ਕਿਉਂਕਿ ਪਿਓ ਪੁੱਤ ਤਾਂ ਲੜਨੋਂ ਰਹੇ, ਉਹਨਾਂ ਨੂੰ ਪਤਾ ਵੀ ਸੱਸ ਨੂੰ ਲੜੀ ਜਾਣਗੇ, ਅਸੀਂ ਤਾਂ ਲੜਨੋਂ ਰਹੇ। ਪਰ ਜੇ ਸਾਨੂੰ ਅਕਲ ਹੋਵੇ ਗੁਰਦੀਪ, ਸੱਸ ਆਪਣੇ ਮੁੰਡੇ ਤੇ ਪੂਰਾ ਰੋਹਬ ਰੱਖ ਸਕਦੀ ਆ ਵੀ ਹਾਂ ਭਾਈ ਤੂੰ ਕੁੜੀ ਐ, ਇਹਨੂੰ ਤੰਗ ਨਾ ਕਰੀ। ਤੇ ਜੇ ਇੰਨਾ ਰੋਹਬ ਸੱਸ ਰੱਖੂਗੀ ਮੁੰਡੇ ਤੇ ਵੀ ਕੁੜੀ ਨੂੰ ਤੰਗ ਨਾ ਕਰੀ, ਕੁੜੀ ਖੁਸ਼ ਹੋਊ ਤਾਂ ਆਪੇ ਸੱਸ ਦਾ ਵੀ ਸਾਥ ਦਊਗਾ। ਬਿਲਕੁਲ। ਹਾਂ, ਤੇ ਮੈਨੂੰ ਲੱਗਦਾ ਵੀ ਚਾਰ ਬੰਦੇ ਤਾਂ ਕੀ ਆਪਾਂ ਸਾਰਾ ਘਰ ਅੱਗੇ ਲਾ ਸਕਦੇ ਹਾਂ ਜੇ ਆਪਣੀ ਬਣਦੀ ਹੋਵੇ। ਪਰ ਮੁੱਦਾ ਇਹ ਆ ਵੀ ਸਾਡੀ ਬਣਦੀ ਨਹੀਂ। ਕਿਤੇ ਹੁਣ ਸੁਣ ਕੇ ਇਹ ਨਾ ਸ਼ੁਰੂ ਹੋ ਜਾਣ ਵੀ ਮੁੰਡੇ ਆਪਸ 'ਚ ਸੱਸ ਨੂੰ ਉਹਨੂੰ ਲੜਾਉਣ ਲੱਗ ਜਾਣ ਵੀ ਜੇ ਕਿਤੇ ਇਹਨਾਂ ਦੀ ਬਣਨ ਲੱਗ ਗਈ ਮੇਰਾ ਤਾਂ ਕੁਛ ਨਹੀਂ। ਸੋ ਅੱਜ ਦਾ ਪ੍ਰੋਗਰਾਮ ਇਹਨਾਂ ਖੂਬਸੂਰਤ ਗੱਲਾਂ ਦੇ ਨਾਲ ਆਪਾਂ ਇੱਥੇ ਸਮਾਪਤ ਕਰਦੇ ਆ। ਇੱਕ ਚਾਹੇ ਸੱਸ ਨੂੰਹ ਦਾ ਰਿਸ਼ਤਾ, ਕੋਈ ਵੀ ਰਿਸ਼ਤਾ ਜਹਾਨ ਦੇ ਉੱਪਰ ਸਾਰੇ ਬੜੇ ਖੂਬਸੂਰਤ ਹੁੰਦੇ ਨੇ। ਕਿਸੇ ਵੀ ਰਿਸ਼ਤੇ ਨੂੰ ਨਿਭਾਉਣ ਦੇ ਲਈ ਤੁਹਾਡੀਆਂ ਕੋਈ ਸਪੈਸ਼ਲ ਐਫਰਟਸ ਨਹੀਂ ਲੱਗਣੀਆਂ ਚਾਹੀਦੀਆਂ। ਸਾਰਾ ਕੁਝ ਬੜਾ ਜਿਵੇਂ ਕਹਿੰਦੇ ਨੇ ਗੋ ਵਿਦ ਦਾ ਫਲੋ ਹੋਣਾ ਚਾਹੀਦਾ, ਤਾਂ ਕਿ ਉਹ ਰਿਸ਼ਤੇ ਜਾਂ ਸਾਡੀ ਜ਼ਿੰਦਗੀ ਸਾਨੂੰ ਕਦੇ ਵੀ ਭਾਰ ਨਾ ਲੱਗੇ ਕਿ ਮੈਨੂੰ ਮਜਬੂਰੀ ਵਸ ਕਰਨਾ ਪੈ ਰਿਹਾ। ਇੱਕ ਗੱਲ ਗੁਰਦੀਪ ਮੈਂ ਕਹਿਣਾ ਭੁੱਲ ਗਈ, ਮੈਨੂੰ ਲੱਗਦਾ ਵੀ ਆਪਾਂ ਨੂੰ ਸਾਰੀਆਂ ਸੱਸਾਂ ਨੂੰ ਇਹ ਮੈਸੇਜ ਦੇਣਾ ਚਾਹੀਦਾ ਵੀ ਭਾਈ ਇਹ ਨਾ ਸੋਚੋ ਅੱਜ ਅਸੀਂ ਸੱਸ ਆਂ ਤੇ ਕੁਰਸੀ ਸਾਡੇ ਹੱਥ ਆ। ਇਹ ਸੋਚੋ ਵੀ ਜਦੋਂ ਨੂੰਹਾਂ ਬਣ ਕੇ ਆਈਆਂ ਸੀ ਉਦੋਂ ਕਿੰਨੀਆਂ ਤੰਗ ਸੀ ਹੈ ਨਾ। ਵੀ ਹੁਣ ਆਉਣ ਵਾਲੀ ਕੁੜੀ ਨੂੰ ਸਿਖਾਵਾਂ ਮਾਹੌਲ ਦਿਓ ਵੀ ਉਹਨੂੰ ਨਾ ਜ਼ਿੰਦਗੀ 'ਚ ਇਹ ਲੱਗੇ ਵੀ ਹਾਏ ਮੈਂ ਨੂੰਹ ਬਣ ਕੇ ਕਿੰਨੀ ਤੰਗ ਆ। ਬਿਲਕੁਲ। ਸੋ ਇਹਨਾਂ ਗੱਲਾਂ ਬਾਤਾਂ ਦੇ ਨਾਲ ਅਸੀਂ ਤੁਹਾਡੇ ਤੋਂ ਇਜਾਜ਼ਤ ਚਾਹੁੰਦੇ ਹਾਂ। ਚਾਚੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਸਾਡੇ ਨਾਲ ਪ੍ਰੋਗਰਾਮ ਕੀਤਾ। ਤੇ ਆਪਾਂ ਫਿਰ ਕਦੇ ਕਿਸੇ ਮੁੱਦੇ ਦੇ ਉੱਪਰ ਜਾਂ ਫਿਰ ਵੀ ਕਿਸੇ ਪ੍ਰੋਗਰਾਮ ਦੇ ਵਿੱਚ ਆਪਾਂ ਤੁਹਾਡੇ ਨਾਲ ਗੱਲਬਾਤ ਕਰਾਂਗੇ। ਤੁਹਾਡਾ ਬਹੁਤ ਸ਼ੁਕਰੀਆ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ।